ਵਾਹਿਗੁਰੂ जी का खालसा वाहिगुरू जी की फतेह जी। साडा सुपनिਆਂ ਦਾ ਘਰ, ਸਾਡਾ ਸੁਪਨਿਆਂ ਵਰਗਾ ਘਰ, ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਪਰਿਵਾਰ ਦਾ ਸਰਬ ਧਰਮ ਤੇ ਸਾਂਝੀਵਾਲਤਾ ਦੀ ਗੱਲ ਕਰਨ ਵਾਲਾ ਇਹ ਸਾਡਾ ਪਰਿਵਾਰ। ਤੇ ਪਰਿਵਾਰ ਦੇ ਵਿੱਚ ਰਹਿੰਦੀਆਂ ਰੱਬੀ ਰੂਹਾਂ, ਸਾਡੀਆਂ ਭੈਣਾਂ, ਸਾਡੀਆਂ ਮਾਵਾਂ, ਸਾਡੇ ਬੱਚੇ, ਸਾਡੇ ਨੌਜਵਾਨ ਵੀਰ ਤੇ ਬਜ਼ੁਰਗ, ਤੇ ਉਹਨਾਂ ਦੇ ਹਾਲਾਤ, ਕਿਸੇ ਦੇ ਕੀੜੇ ਪਏ, ਕੋਈ ਸੰਗਲਾਂ ਨਾਲ ਬੰਨਿਆ, ਕੋਈ ਗੁਲਾਮ ਬਣਾ ਕੇ ਰੱਖਿਆ, ਕੋਈ ਘਰ ਦੇ ਵਿੱਚ ਪਿਆ ਆਪਣੇ ਹੀ ਮਲ ਮੂਤਰ ਖਾਣ ਲਈ ਮਜਬੂਰ, ਕੋਈ ਸੜਕਾਂ ਤੇ ਪਿਆ ਅਪਾਹਜ ਜ਼ਿੰਦਗੀ ਸੜਕ ਦੇ ਉੱਪਰ ਰਿੜ ਰਿੜ ਕੇ ਜੀਣ ਲਈ ਮਜਬੂਰ, ਕੋਈ ਅੱਖਾਂ ਤੋਂ ਅੰਨਾ ਬੰਦਾ ਬੈਠਾ, ਕਈ ਸਾਲ ਨਿਕਲ ਗਏ, ਕਿਸੇ ਨੇ ਬਾਤ ਤੱਕ ਨਹੀਂ ਪੁੱਛੀ, ਸੜਕਾਂ ਤੇ ਰੁਲਦੇ ਰਹਿ ਗਏ। ਸਾਰੀ ਜ਼ਿੰਦਗੀ ਕੰਮ ਕਰਦੇ ਰਹੇ, ਲੋਕਾਂ ਦੇ ਘਰਾਂ ਦੇ ਵਿੱਚ ਅਖੀਰ ਨੂੰ ਬਿਮਾਰ ਹੋ ਗਏ, ਸੜਕ ਤੇ ਸੁੱਟ ਦਿੱਤੇ ਗਏ। ਸਾਰੀ ਜ਼ਿੰਦਗੀ ਆਪਣੇ ਬੱਚਿਆਂ ਨੂੰ ਪਾਲਦੇ ਰਹੇ, ਪੜ੍ਹਾਉਂਦੇ ਰਹੇ, ਉਹਨਾਂ ਨੂੰ ਤਰੱਕੀਆਂ ਕਰਾਉਂਦੇ ਰਹੇ, ਅਖੀਰ ਨੂੰ ਮਾਂ ਪਿਓ ਨੂੰ ਸੜਕਾਂ ਤੇ ਸੁੱਟ ਦਿੱਤਾ ਗਿਆ। ਸਾਰੀ ਜ਼ਿੰਦਗੀ ਗੁਰੂ ਘਰਾਂ ਦੇ ਵਿੱਚ, ਮੰਦਰਾਂ ਦੇ ਵਿੱਚ, ਧਾਰਮਿਕ ਸਥਾਨਾਂ ਦੇ ਉੱਪਰ ਸੇਵਾ ਕਰਦੇ ਰਹੇ। ਬੁਢਾਪਾ ਆਇਆ, ਅੱਖਾਂ ਤੋਂ ਅੰਨੇ ਹੋ ਗਏ, ਤੁਰਨ ਫਿਰਨ ਤੋਂ ਸਮਰੱਥ ਹੋ ਗਏ, ਤਾਂ ਗੁਰੂ ਘਰਾਂ ਦੇ ਵਿੱਚੋਂ, ਗੁਰੂ ਘਰਾਂ ਦੇ ਪ੍ਰਬੰਧਕਾਂ ਨੇ ਕੱਢ ਦਿੱਤਾ ਗਿਆ। ਤੇ ਅੱਜ ਉਸ ਤਰ੍ਹਾਂ ਦੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਮਿਲਾਉਣ ਦੀ। ਸਾਡੇ ਸੁਪਨਿਆਂ ਦੇ ਘਰ ਵਿੱਚ ਕਿੱਦਾਂ ਦੀਆਂ ਸੇਵਾਵਾਂ ਚੱਲਦੀਆਂ, ਕਿਵੇਂ ਚੱਲਦੀਆਂ। ਅੱਜ ਕਾਫੀ ਦਿਨਾਂ ਬਾਅਦ ਲਾਈਵ ਹੋਏ ਆ, ਤੇ ਥੋੜ੍ਹੀ ਸਿਹਤ ਵੀ ਕੋਵਿਡ ਹੋਇਆ ਸੀ ਜਦੋਂ ਦਾ, ਉਦੋਂ ਬਾਅਦ 'ਚ ਕਹਿ ਦਈਏ ਵੀ ਕਾਫੀ ਵੀਕਨੈਸ ਆਈ ਹੋਈ ਆ, ਤੇ ਉਹਦੇ ਵੀ ਹਜੇ ਮੈਡੀਸਨ ਚੱਲਦੀ ਹੈ, ਤੇ ਕੰਮਕਾਜ ਵੀ ਬਹੁਤ ਰੁਕੇ ਹੋਏ ਨੇ। ਬੜੇ ਭੈਣ ਭਰਾਵਾਂ ਤੋਂ ਪਹਿਲਾਂ ਹੀ ਮਾਫੀ ਮੰਗਦੇ ਆ, ਜਿਹੜੇ ਸਾਨੂੰ ਫੋਨ ਕਰਦੇ ਨੇ, ਵੀਡੀਓ ਬਣਾ ਕੇ ਭੇਜਦੇ ਨੇ, ਇੱਥੇ ਬੰਦਾ, ਇੱਥੇ ਪਾਤਾ ਪਈ ਹੈ, ਇੱਥੇ ਬਾਪੂ ਪਿਆ, ਕੋਈ ਇੱਥੇ ਭੈਣ ਬੈਠੀ ਆ, ਤੇ ਅਸੀਂ ਲੈ ਕੇ ਨਹੀਂ ਆ ਪਾ ਰਹੇ, ਜਗ੍ਹਾ ਦੀ ਘਾਟ ਕਰਕੇ ਵੀ, ਤੇ ਕੁਛ ਸਾਡੀਆਂ ਮਜਬੂਰੀਆਂ ਕਰਕੇ ਵੀ, ਇੱਦਾਂ ਦੀਆਂ ਵੀ ਇਸ ਟਾਈਮ ਹਾਲਾਤ ਇੱਦਾਂ ਦੇ ਚੱਲਦੇ ਨੇ। ਤੇ ਕੈਂਪ ਆ ਜੀ ਪਰਸੋਂ ਨੂੰ 31 ਤਰੀਕ ਨੂੰ, ਹੈ ਨਾ, ਅੱਜ 29 ਤਰੀਕ ਆ, ਤੇ ਯਾਨੀ ਕਿ 3 ਦਿਨ ਪਹਿਲਾਂ ਜਿਹੜਾ ਕੈਂਪ ਅਸੀਂ ਲਾਉਣੇ ਆ, ਉਹਦੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਾਂ। ਅੱਜ ਸਾਰਾ ਦਿਨ ਜਿਵੇਂ ਟੈਂਟ ਲੱਗਿਆ, ਕੱਲ੍ਹ ਨੂੰ ਇਹ ਟੈਂਟ ਨੂੰ ਪ੍ਰੋਪਰ ਟਾਈਟ ਕਰਕੇ ਕੱਸ ਕੇ ਪੱਖੇ ਪੁੱਖੇ ਲਾਏ ਜਾਣਗੇ, ਕੁਰਸੀਆਂ, ਤਾਂ ਜਾ ਕੇ ਪਰਸੋਂ ਨੂੰ ਕੈਂਪ ਲੱਗੂਗਾ। ਤੇ ਇਸ ਕੈਂਪ ਦੇ ਵਿੱਚ ਕਰੀਬ 300-350 ਦੇ ਆਸ-ਪਾਸ ਪੇਸ਼ੈਂਟ ਆਉਂਦੇ ਨੇ ਸਾਡੇ ਕੋਲੇ, ਭੈਣ ਭਰਾ, ਬੱਚੇ, ਬਜ਼ੁਰਗ, ਜਿਹੜੇ ਘਰਾਂ 'ਚ ਸੰਗਲਾਂ ਨਾਲ ਮਾਂ ਪਿਓ ਨੇ ਬੰਨ੍ਹ ਕੇ ਰੱਖੀਆਂ, ਕੁੜੀਆਂ ਖਾਸ ਕਰਕੇ ਕਮਰਿਆਂ 'ਚ ਬੰਦ ਕਰਕੇ ਰੱਖੀਆਂ ਹੋਈਆਂ, ਜਿਹੜੀਆਂ ਮੰਦਬੁੱਧੀ ਪੈਦਾ ਹੋ ਜਾਂਦੇ ਨੇ ਘਰਾਂ 'ਚ, ਜਾਂ ਕਿਸੇ ਡਿਪਰੈਸ਼ਨ ਦੇ ਕਾਰਨ, ਕੋਈ ਮਿਰਗੀ ਦਾ ਦੌਰਾ ਪੈਂਦਾ, ਕੋਈ ਦਿਮਾਗੀ ਦੌਰੇ ਪੈਂਦੇ ਆ ਕਿਸੇ ਨੂੰ, ਕੋਈ ਸੜਕਾਂ 'ਤੇ ਘੁੰਮਦਾ ਇੰਨੇ ਸਾਲਾਂ ਤੋਂ, ਤਾਂ ਲੋਕ ਵੀਡੀਓ ਦੇਖਦੇ ਨੇ, ਅੱਗੇ ਦੀ ਅੱਗੇ ਸ਼ੇਅਰ ਕਰਦੇ ਨੇ, ਤੁਹਾਡੇ ਵਰਗੇ ਭੈਣ ਭਰਾ, ਤੇ ਉਹ ਸ਼ੇਅਰ ਕੀਤੀ ਵੀਡੀਓ ਕਿਸੇ ਦੇ ਰਿਸ਼ਤੇਦਾਰ ਦੇ ਫੋਨ ਤੇ ਜਾਂਦੀ ਹੈ, ਤੇ ਉਹ ਸੋਚਦਾ ਵੀ ਮੈਂ ਵੀ ਆਪਣੇ ਭਰਾ ਨੂੰ, ਆਪਣੇ ਭਤੀਜੇ ਨੂੰ, ਆਪਣੀ ਭੂਆ ਨੂੰ, ਜਾਂ ਭੂਆ ਦੇ ਮੁੰਡੇ ਨੂੰ, ਮਾਸੀ ਨੂੰ ਵੀਡੀਓ ਭੇਜਾਂ, ਤੇ ਉਹਨੂੰ ਕਹਾਂ ਵੀ ਤੁਹਾਡਾ ਜਿਹੜਾ ਆਪਣੇ ਘਰ ਦੇ ਵਿੱਚ ਇੱਕ ਮੈਂਟਲੀ ਅਪਸੈਟ ਆ, ਜਿਹੜਾ ਬੰਨਿਆ ਹੋਇਆ ਜਾਂ ਕਮਰੇ 'ਚ ਬੰਦ ਕਰਕੇ ਰੱਖੀ ਹੋਈ ਭੈਣ ਆ, ਵੀ ਉਹਨੂੰ ਕਿਉਂ ਨਾ ਇਸ ਕੈਂਪ 'ਤੇ ਲਿਜਾਈਏ, ਜਿੱਥੇ ਹਜ਼ਾਰਾਂ ਲੋਕ ਠੀਕ ਹੋ ਰਹੇ ਨੇ, ਤੇ ਸੰਗਲਾਂ ਨਾਲ ਬੰਨੇ ਹੋਏ ਇੱਥੇ ਭੈਣ ਭਰਾ ਲੋਕ ਆਉਂਦੇ ਨੇ ਲੈ ਕੇ ਆਪਣੇ ਬੱਚਿਆਂ ਨੂੰ, ਆਪਣੇ ਮਾਂ ਪਿਓ ਨੂੰ। ਤੇ 1 ਮਹੀਨੇ ਦੀ ਦਵਾਈ ਜਦੋਂ ਅਸੀਂ ਸ਼ੁਰੂ ਕਰਦੇ ਹਾਂ, ਪਹਿਲੇ 15 ਦਿਨ ਦੀ ਦਵਾਈ ਖਾਣ ਤੋਂ ਬਾਅਦ ਹੀ ਉਹ ਬੰਦਾ ਅਗਲੇ ਕੈਂਪ 'ਤੇ ਜਦੋਂ ਆਉਂਦਾ, ਤਾਂ ਉਹਦੀ ਪਛਾਣ ਨਹੀਂ ਆਉਂਦੀ ਹੁੰਦੀ ਵੀ ਇਹ ਉਹੀ ਆ। ਜ਼ਿਆਦਾਤਰ ਤੁਹਾਡੀਆਂ ਦਵਾਵਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਠੀਕ ਹੋ ਜਾਂਦੇ ਆ ਬੰਦੇ। ਜਿਹੜੇ ਲੋਕ ਬਾਬਿਆਂ ਦੇ ਚੱਕਰ ਤੁਰੇ ਫਿਰਦੇ ਆ, ਝਾੜ ਫੂਕ ਦੇ ਚੱਕਰ, ਚੌਂਕੀਆਂ ਭਰੀ ਜਾਂਦੇ ਆ, ਉਹਨਾਂ ਨੂੰ ਬੇਨਤੀ ਆ, ਸਾਡੇ ਕੈਂਪ ਅਸੀਂ ਹਰ ਮਹੀਨੇ 2 ਕੈਂਪ ਲਾਉਂਦੇ ਆ, ਇੱਕ ਪਹਿਲੇ ਮੰਗਲਵਾਰ ਤੇ ਇੱਕ ਤੀਜੇ ਮੰਗਲਵਾਰ। ਇਹਨਾਂ ਕੈਂਪਾਂ ਦੇ ਵਿੱਚ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇੱਥੇ ਲੈ ਕੇ ਆਓ, ਅਸੀਂ ਉਹਨਾਂ ਦੀ ਦਵਾਈ ਸ਼ੁਰੂ ਕਰਾਵਾਂਗੇ, ਤੇ ਉਹ ਦਵਾਈ ਖਾ ਕੇ ਤੁਹਾਡੇ ਸਾਹਮਣੇ ਜੇ 100% ਰਿਜ਼ਲਟ ਮਿਲੂਗਾ, ਤੁਹਾਨੂੰ ਠੀਕ ਹੋਣਗੇ ਜਿਨ੍ਹਾਂ ਨੂੰ ਤੁਸੀਂ ਬੰਨ੍ਹ ਕੇ ਰੱਖਦੇ ਹੋ। ਤੇ ਇਸ ਕਰਕੇ ਸਾਡੀ ਬੇਨਤੀ ਆ, ਤੇ ਤੁਸੀਂ ਕੈਂਪਾਂ ਦੇ ਵਿੱਚ ਜ਼ਰੂਰ ਸ਼ਿਰਕਤ ਕਰੋ, ਆਪਣੇ ਪਰਿਵਾਰ ਦੇ ਮੈਂਬਰਾਂ ਦਾ ਟ੍ਰੀਟਮੈਂਟ ਕਰਾ ਸਕਦੇ ਹੋ। ਸਾਡੀਆਂ ਜਿਹੜੀਆਂ ਇਸ ਟਾਈਮ ਜ਼ਰੂਰਤਾਂ ਜੀ, ਮੂਹਰੇ ਸਰਦੀਆਂ ਆ ਰਹੀਆਂ, ਅਸੀਂ ਸਰਦੀਆਂ ਵਾਸਤੇ ਮੋਟੀਆਂ ਕੋਟੀਆਂ ਬਣਵਾਉਣੀਆਂ ਇੱਕੋ ਰੰਗ ਦੀਆਂ, ਕੁੜਤੇ ਪਜਾਮੇ ਦੇ ਉੱਪਰ ਦੀ ਪਾਉਣ ਵਾਸਤੇ। ਹੁਣ ਇਸ ਟਾਈਮ ਜਿਹੜੀਆਂ ਫੈਕਟਰੀਆਂ ਵਾ ਹੌਜ਼ਰੀ ਦਾ ਕੰਮ ਕਰਦੀਆਂ, ਉੱਥੋਂ ਹੁਣ ਬਣ ਸਕਦੀਆਂ, ਕਿਉਂਕਿ ਹੁਣ ਸਰਦੀਆਂ ਵਾਲਾ ਸਮਾਨ ਬਣਾ ਰਹੇ ਨੇ ਉਹ, ਤੇ ਅਸੀਂ 500 ਕੋਟੀ ਦਾ ਆਰਡਰ ਦੇਣਾ। ਜੇ ਕੋਈ ਭੈਣ ਭਰਾ ਸਾਡੀ ਮਦਦ ਕਰ ਸਕਦਾ, ਅਸੀਂ ਫੈਕਟਰੀ ਵਾਲਿਆਂ ਨੂੰ ਸਿੱਧਾ ਆਰਡਰ ਦੇਵਾਂਗੇ, ਉੱਥੋਂ ਸਿੱਧਾ ਤੁਸੀਂ ਪੇ ਕਰਨਾ। ਜਿਵੇਂ ਤੁਹਾਨੂੰ ਪਤਾ, ਆਪਾਂ ਕੈਸ਼ ਦੇ ਵਿੱਚ ਕੋਈ ਵੀ ਪੈਸਾ ਨਹੀਂ ਲੈਂਦੇ, ਸਿਰਫ ਸਾਡੇ ਜਿਹੜੇ ਟੀਮ ਦੇ ਮੈਂਬਰ, ਸਾਡੇ ਪਰਿਵਾਰ ਦੇ ਮੈਂਬਰ ਜਾਂ ਤਾਂ ਉਹ ਕੰਟਰੀ ਕਰ ਸਕਦੇ ਨੇ, ਜਾਂ ਜਿਹੜੇ ਭੈਣ ਭਰਾ ਸਾਡੀ ਮਦਦ ਕਰਨੀ ਚਾਹੁੰਦੇ ਉੱਥੇ ਜਾ ਕੇ ਕਰ ਸਕਦੇ ਨੇ ਜਿੱਥੇ ਸਾਨੂੰ ਲੋੜ ਆ। ਜਿਵੇਂ ਹਸਪਤਾਲਾਂ ਦੇ ਬਿੱਲ ਦੇਣ ਵਾਲੇ ਆ, ਦਵਾਈਆਂ ਦੇ ਬਿੱਲ ਦੇਣ ਵਾਲੇ ਹੁੰਦੇ ਆ, ਜਾਂ ਮੰਨ ਲਓ ਕੂਲਰ ਲਿਆ ਸੀ ਇੱਕ ਪਿੱਛੇ ਜਿਹੇ, 2 ਕੂਲਰ ਲਏ ਸੀ, 1 ਕੂਲਰ ਦੀ ਸੇਵਾ ਹੋ ਗਈ, ਤੇ ਜਾਂ ਫਿਰ ਗੁਰੂ ਨਾਨਕ ਐਲੂਮੀਨੀਅਮ ਵਾਲਿਆਂ ਦੇ ਪੈਸੇ ਦੇਣ ਵਾਲੇ ਆ, ਪੰਜਾਬ ਹਾਰਡਵੇਅਰ ਵਾਲਿਆਂ ਦੇ ਦੇਣ ਵਾਲੇ, ਬਿਜਲੀ ਦੀਆਂ ਕੇਬਲਾਂ ਲਈਆਂ ਉਹਨਾਂ ਦੇ ਪੈਸੇ ਦੇਣ ਵਾਲੇ ਹਨ, ਜਾਂ ਜਿਵੇਂ ਲੋਹੇ ਦੀ ਕਿਹੜੀ ਆ, ਲੋਅਰ 'ਤੇ ਟੀ-ਸ਼ਰਟ ਲਿਖਿਆ, ਸੌਰੀ, ਤੇ ਉਹ ਚਾਹੀਦੀਆਂ ਵਾ। ਬੱਚਿਆਂ ਦੇ ਕੱਪੜੇ, ਹੈ ਨਾ, ਬੱਚਿਆਂ ਦੇ ਕੱਪੜੇ ਤਾਂ ਆ ਗਏ ਸਾਡੇ ਕੋਲੇ, ਤੇ ਬੱਚਿਆਂ ਦੇ ਬੂਟ, ਚੱਪਲਾਂ, ਤੇ ਬਾਲਣ ਵੀ ਆ ਗਿਆ ਸਾਡੇ ਕੋਲੇ,
ਤੇ ਆਈਪੀਸੀ ਸੀਸੀਟੀਵੀ ਕੈਮਰੇ ਚਾਹੀਦੇ ਤਾਂ ਜੋ ਬਜ਼ੁਰਗਾਂ ਦਾ ਖਿਆਲ ਰੱਖਿਆ ਜਾਵੇ। ਫਰੂਟ ਚਾਹੀਦਾ, ਹਰੀਆਂ ਸਬਜ਼ੀਆਂ, ਰਾਸ਼ਨ, ਮਿੱਟੀ ਰੇਤਾ ਪਸ਼ੂਆਂ ਲਈ ਚਾਹੀਦਾ, ਬੱਚਿਆਂ ਲਈ ਵੱਡਿਆਂ ਲਈ ਡਾਈਪਰ ਚਾਹੀਦੇ ਹਨ। ਤੇ ਸਾਡੇ ਪਰਿਵਾਰ ਦੇ ਵਿੱਚ ਜਿਹੜੇ ਮੈਂਬਰ ਰਹਿੰਦੇ ਇਸ ਟਾਈਮ 31 ਮਾਵਾਂ ਤੇ ਭੈਣਾਂ ਵਾ, 165 ਬੱਚੇ ਵੀਰ ਤੇ ਬਜ਼ੁਰਗ ਨੇ, 36 ਸੇਵਾਦਾਰ ਨੇ, ਟੋਟਲ 232 ਮੈਂਬਰ ਆ। ਤੇ ਹਜੇ ਬੱਚੇ ਆ 12-13 ਬੱਚਿਆਂ ਨੂੰ ਪਾ ਕੇ ਜਿਹੜੇ 250 ਮੈਂਬਰ ਅਸੀਂ ਕਰੀਬ ਇੱਥੇ ਰਹਿੰਦੇ ਆ। ਸਾਨੂੰ ਮੈਡੀਸਨ ਦੀ ਲੋੜ ਆ, ਜਿਹੜੀਆਂ ਦਵਾਈਆਂ ਦੀ ਲਿਸਟ ਲੱਗੀ ਹੋਈ ਆ। ਇਹ ਦਵਾਈਆਂ ਡਾਕਟਰ ਦੀ ਜਿਹੜੀ ਸਲਿੱਪ ਤੋਂ ਬਿਨਾਂ ਨਹੀਂ ਮਿਲਣਗੀਆਂ, ਕਿਉਂਕਿ ਦਿਮਾਗ ਦੀਆਂ ਦਵਾਈਆਂ ਵਾ। ਜਾਂ ਤਾਂ ਜਿੱਥੋਂ ਅਸੀਂ ਲੈਂਦੇ ਹਾਂ ਉੱਥੋਂ ਤੁਸੀਂ ਲੈ ਕੇ ਦੇ ਸਕਦੇ ਹੋ, ਉੱਥੇ ਡਿਸਕਾਊਂਟ 'ਤੇ ਮਿਲਦੀਆਂ ਸਾਨੂੰ, ਉੱਥੋਂ ਲਿਆ ਕੇ ਤੁਸੀਂ ਸਾਨੂੰ ਦੇ ਸਕਦੇ ਹੋ। ਤੇ ਜਾਂ ਫਿਰ ਸਾਤੋਂ ਤੁਸੀਂ ਇਹਦੀ ਸਲਿੱਪ ਲੈ ਲਿਓ ਡਾਕਟਰਾਂ ਵਾਲੀ, ਤੇ ਜਿੱਥੋਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਉੱਥੋਂ ਵੀ ਲੈ ਸਕਦੇ ਹੋ, ਹੈ ਨਾ। ਤੇ ਇਹ ਸਰਜੀਕਲ ਦਾ ਸਮਾਨ ਆ, ਜਿਵੇਂ ਆਕਸੀਜਨ ਮਾਸਕ ਚਾਹੀਦੇ ਆ, ਹਾਈ ਫਲੋ ਮਾਸਕ ਚਾਹੀਦੇ ਆ ਨਾ, ਇੱਦਾਂ ਦੀਆਂ ਚੀਜ਼ਾਂ। ਫਿਰ ਨੈਪੋਲਾਈਜ਼ਰ ਚਾਹੀਦੇ, ਐਨਐਸ ਚਾਹੀਦਾ, ਸਰਜੀਕਲ ਦਾ ਸਮਾਨ, ਮਾਸਕ ਚਾਹੀਦੇ ਆ, ਗਲਵਜ਼ ਚਾਹੀਦੇ ਆ, ਲੂਜ਼ ਗਲਵਜ਼, ਸਰਜੀਕਲ ਗਲਵਜ਼, ਤੇ ਬੈਂਡੇਜ ਚਾਹੀਦੀਆਂ, ਡਾਈਪਰ ਸ਼ੀਟਸ ਚਾਹੀਦੀਆਂ ਹਨ ਸਰਜੀਕਲ। ਇਹ ਸਾਰਾ ਸਮਾਨ ਜਿਹੜਾ ਸਰਜੀਕਲ ਨਾਲ ਰਿਲੇਟਡ ਆ, ਇਹ ਵੀ ਤੁਸੀਂ ਲਿਸਟ ਲੈ ਸਕਦੇ, ਜਾਂ ਇਹਦੀ ਫੋਟੋ ਦੀ ਤੁਸੀਂ ਸਕਰੀਨਸ਼ਾਟ ਮਾਰ ਸਕਦੇ ਹੋ ਇਸ ਟਾਈਮ ਜਿਹੜਾ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ, ਹੈ ਨਾ। ਤੇ ਇਹ ਸਾਡੀਆਂ ਰਿਕੁਆਇਰਮੈਂਟਸ ਨੇ ਜੀ। ਤੇ ਬਾਕੀ ਕੈਂਪ ਬਾਰੇ ਜਿਵੇਂ ਤੁਹਾਨੂੰ ਜਾਣਕਾਰੀ ਦਿੱਤੀ ਹੈ, ਇਸ ਕੈਂਪ 'ਤੇ ਅਸੀਂ ਖੂਨਦਾਨ ਕੈਂਪ ਵੀ ਲਾ ਰਹੇ ਹਾਂ ਇਸ ਟਾਈਮ। ਭੈਣਾਂ ਭਰਾਵਾਂ ਨੂੰ ਬੇਨਤੀ ਹੈ, ਜੇ ਕੋਈ ਖੂਨਦਾਨ ਦੇਣਾ ਚਾਹੁੰਦਾ, ਕਿਉਂਕਿ ਜਦੋਂ ਅਸੀਂ ਕਿਸੇ ਨੂੰ ਲੈ ਕੇ ਆਉਂਦੇ ਚੁੱਕ ਕੇ, ਹੈ ਨਾ, ਸੜਕ ਤੋਂ ਜਾਂ ਪਰਿਵਾਰ 'ਚ, ਉਹਨਾਂ ਦੀ ਹਾਲਤ ਇੰਨੀ ਮਾੜੀ ਹੁੰਦੀ ਹੈ। ਖੂਨ ਕਿਸੇ 'ਚ 3 ਗ੍ਰਾਮ, ਕਿਸੇ 4 ਗ੍ਰਾਮ ਹੁੰਦਾ, ਤੇ 4-4 5-5 ਬੋਤਲਾਂ ਇੱਕ ਪੇਸ਼ੈਂਟ ਨੂੰ ਚੜ੍ਹ ਜਾਂਦੀਆਂ। ਤੇ ਉਹ ਅਸੀਂ ਦੀਪਕ ਹਸਪਤਾਲ ਦੀ ਜਿਹੜੀ ਬਲੱਡ ਬੈਂਕ ਆ, ਉਹਨਾਂ ਨਾਲ ਅਸੀਂ ਆਧਾਰ ਕਰਦੇ ਰਹਿੰਦੇ ਹਾਂ। ਕਰੋਨਾ ਦੇ ਕਾਲ 'ਚ ਬਹੁਤ ਜ਼ਿਆਦਾ 65-70 ਬੋਤਲਾਂ ਸਾਡੀਆਂ ਦੇਣ ਵਾਲੀਆਂ ਖੜੀਆਂ ਉਹਨਾਂ ਨੂੰ। ਤਾਂ ਫਿਰ ਅਸੀਂ ਇਸ ਵਾਰ ਸੋਚਿਆ ਵੀ ਕਿਉਂ ਨਾ ਕੈਂਪ ਲਾ ਦਈਏ। ਜੇ ਕੋਈ ਮੰਨ ਲਓ ਵੀਰ ਭਰਾ ਆ ਕੇ ਬਲੱਡ ਦੇ ਸਕਦੇ ਆ, ਤਾਂ ਉਹਨਾਂ ਲੋੜਵੰਦਾਂ ਲੋਕਾਂ ਦੇ ਵਾਸਤੇ ਖੂਨ ਹੋਊਗਾ ਜਿਹੜੇ ਵਾਕਈ ਲੋੜਵੰਦ ਨੇ। ਤੇ ਸਾਡੀ ਇਹ ਬੇਨਤੀ ਹੈ, 31 ਤਰੀਕ ਦਾ ਪਰਸੋਂ ਨੂੰ ਕੈਂਪ ਆ ਸਾਡਾ, ਜਿਹਦੇ 'ਚ ਦਿਮਾਗ ਦੀਆਂ ਬਿਮਾਰੀਆਂ ਵਾਲੇ, ਅੱਖਾਂ ਦੀਆਂ, ਬੱਚੇ, ਤੇ ਨਾਲ ਬਲੱਡ ਜਿਹੜਾ ਦਾਨ ਦਾ ਕੈਂਪ ਤੁਸੀਂ ਲਾਇਆ ਜਾ ਰਿਹਾ, ਉਹਦੇ 'ਚ ਖੂਨ ਦੇ ਸਕਦੇ ਹੋ ਤੁਸੀਂ। ਤੇ ਇੱਧਰ ਸਾਡੇ ਹੁਣ ਬੱਚੇ ਖੇਡ ਰਹੇ ਨੇ ਸਾਰੇ। ਤੇ ਇੱਧਰ ਬਾਪੂ ਗੋਪਾਲ ਜੀ ਵੀ ਆਏ ਨੇ। ਇਹ ਬਾਪੂ ਜੀ ਸੁਣ ਨਹੀਂ ਸਕਦੇ, ਬੋਲ ਨਹੀਂ ਸਕਦੇ। ਖਾ ਲਈ ਰੋਟੀ? ਠੀਕ ਹੈ ਬਾਪੂ, ਇਸ਼ਾਰੇ ਨਾਲ ਹੀ ਦੱਸਦਾ। ਤੇ ਬੇਬੇ ਸਤਿ ਸ੍ਰੀ ਅਕਾਲ। ਆ ਸਾਡੀ ਸੱਚ ਪਹਿਲਾਂ ਤੁਹਾਨੂੰ ਮਿਲਾਉਂਦੇ ਆ ਜੀ, ਪ੍ਰਭਜੋਤ ਕੌਰ। ਪ੍ਰਭਜੋਤ ਕੌਰ ਸਤਿ ਸ੍ਰੀ ਅਕਾਲ। ਤੁਰਨ ਲੱਗ ਗਈ ਪ੍ਰਭਜੋਤ ਤਾਂ ਹੁਣ? ਇੰਨੇ ਦਿਨਾਂ 'ਚ ਹੀ ਫਰਕ ਪੈ ਗਿਆ ਪੁੱਤ ਨਾ, ਕਾਫੀ ਫਰਕ ਪੈ ਗਿਆ। ਤੇ ਇਹ ਸਾਡੀ ਪ੍ਰਭਜੋਤ ਹੈ। ਪ੍ਰਭਜੋਤ ਕਿਹੜੀ ਕਲਾਸ 'ਚ ਪੜ੍ਹਦੇ ਪੁੱਤ? 7th ਕਲਾਸ 'ਚ। ਇੱਥੇ ਆਓ ਤੁਸੀਂ, ਆਪਣੇ ਖੁਸ਼ ਤੇ ਮਨਰੀਤ ਵੀ, ਇਹ ਤਿੰਨੋਂ ਭੈਣਾਂ ਵਾ ਜੀ। ਤੇ ਇਹਨਾਂ ਦੇ ਡੈਡੀ ਨੂੰ ਵੀ ਤੁਹਾਨੂੰ ਮਿਲਾਵਾਂਗੇ ਅੰਦਰ ਜਦੋਂ ਅਸੀਂ ਹਸਪੀਟਲ 'ਚ ਗਏ। ਤੇ ਇਹ ਭੈਣ ਇਹਨਾਂ ਦੇ ਮੰਮੀ ਹੈ ਕੁਲਵੀਰ ਕੌਰ ਭੈਣ ਜੀ। ਤੇ ਇਹਨਾਂ ਦੇ ਡੈਡੀ ਦੇ ਸਿਰ ਦੇ ਵਿੱਚ ਟਿਊਮਰ ਆ, ਕੈਂਸਰ ਆ ਬਹੁਤ ਵੱਡਾ। ਪਸ ਪੈਂਦੀ ਸੀਗੀ, ਚੋਂਦਾ ਰਹਿੰਦਾ ਸੀ, ਸਮੈਲ ਆਉਂਦੀ ਸੀ, ਬਹੁਤ ਜ਼ਿਆਦਾ ਮਾੜੇ ਹਾਲਾਤ ਸੀ। ਬੱਚੇ ਵੀ ਉਸੇ ਘਰ 'ਚ ਰਹਿੰਦੇ ਸੀ। ਕਰ ਲਾ ਪ੍ਰੋਸੈਸ। ਤੇ ਸਭ ਤੋਂ ਵੱਡੀ ਬੇਟੀ ਹੈ ਜਿਹੜੀ ਪ੍ਰਭਜੋਤ ਕੌਰ, ਉਹ ਅਪਾਹਜ ਆ, ਹੈ ਨਾ, ਚੱਲ ਫਿਰ ਨਹੀਂ ਸਕਦੀ, ਜਨਮ ਬਚਪਨ ਤੋਂ ਹੀ ਇਹਦੀਆਂ ਲੱਤਾਂ 'ਚ ਪ੍ਰੋਬਲਮ ਆ ਵਿਚਾਰੀ ਦੇ। ਤੇ ਬਾਪੂ ਇਹਦਾ ਡਰਾਈਵਰੀ ਕਰਦਾ ਸੀ, ਟੈਂਪੂ ਸੀ। ਪਹਿਲਾਂ ਤਾਂ 2-3 ਆਪਰੇਸ਼ਨ ਕਰਾਏ, ਸਾਰਾ ਪੈਸਾ ਉਹਦੇ ਤੇ ਲੱਗ ਗਿਆ। ਤੇ ਅਖੀਰ ਨੂੰ ਹੁਣ ਤਾਂ ਕੁਛ ਲਾਉਣ ਨੂੰ ਵੀ ਨਹੀਂ ਸੀ ਬਚਿਆ, ਬਸ ਵੀਰ ਘਰੇ ਪਿਆ ਸੀ, ਆਪ ਹੀ ਗੰਦੇ ਕੱਪੜੇ, ਜਿਹੜੇ ਘਰ ਦੇ ਕੱਪੜੇ ਹੁੰਦੇ ਉਹੀ ਬੰਨ੍ਹ ਲੈਂਦਾ ਸੀ, ਉੱਪਰ ਲਪੇਟ ਲੈਂਦਾ ਸੀ। ਸਮੈਲ ਬਹੁਤ ਜ਼ਿਆਦਾ ਆਉਂਦੀ ਸੀ। ਇੱਕ ਦਿਨ ਸਾਡੇ ਕੋਲੇ ਇੱਥੇ ਪਹੁੰਚੇ ਲੈ ਕੇ, ਪਹਿਲਾਂ ਤਾਂ ਅਸੀਂ ਜਵਾਬ ਦੇਤਾ ਵੀ ਇਦਾਂ ਦੇ ਕੇਸ ਕੀ ਕਰਾਂਗੇ। ਫਿਰ ਡਾਕਟਰ ਨੂੰ ਦਿਖਾਇਆ, ਡਾਕਟਰਾਂ ਨੇ ਵੀ ਸਾਨੂੰ ਦੱਸਿਆ ਵੀ ਸੀਰੀਅਸ ਪ੍ਰੋਬਲਮ ਆ, 3rd ਸਟੇਜ ਤੇ ਪਹੁੰਚਿਆ ਹੋਇਆ ਕੇਸ। ਤਾਂ ਫਿਰ ਅਸੀਂ ਡਾਕਟਰਾਂ ਨੂੰ ਰਿਕੁਐਸਟ ਕੀਤੀ ਵੀ ਤੁਸੀਂ ਕਿਸੇ ਤਰੀਕੇ ਵੀ ਹੱਲ ਕਰੋ, ਵੀ ਕੋਈ ਗੱਲ ਨਹੀਂ, ਜੋ ਖਰਚਾ ਹੋਊਗਾ ਅਸੀਂ ਕਰ ਲਾਂਗੇ। ਫਿਰ ਇਹਦੀਆਂ ਵੀਰ ਦੀਆਂ ਕੀਮੋਥੈਰੇਪੀਆਂ ਹੋਈਆਂ, ਫਿਰ ਹੁਣ ਰੇਡੀਓਥੈਰੇਪੀਆਂ ਚੱਲਦੀਆਂ ਪਟਿਆਲੇ ਤੋਂ, ਰਜਿੰਦਰਾ ਹਸਪੀਟਲ ਤੋਂ। ਤਾਂ ਫਿਰ ਜਦੋਂ ਇਹਨਾਂ ਦੇ ਬੱਚੇ ਵੀ ਇੱਥੇ ਆਉਣ ਲੱਗੇ ਤਾਂ ਪ੍ਰਭਜੋਤ ਨੂੰ ਮਿਲੇ, ਤਾਂ ਅਸੀਂ ਦੇਖੀਆਂ ਵੀ ਇਹਦੀਆਂ ਲੱਤਾਂ ਦੇ ਵਿੱਚ ਇਹ ਨੁਕਸ ਜਿਹੜਾ, ਤਾਂ ਡਾਕਟਰਾਂ ਨੂੰ ਦਿਖਾਇਆ। ਤੇ ਡਾਕਟਰਾਂ ਨੇ ਦੱਸਿਆ ਵੀ ਇਹਦਾ ਆਪਰੇਸ਼ਨ ਹੋ ਕੇ ਠੀਕ ਹੋ ਸਕਦੀ ਹੈ। ਹੁਣ ਇਹਦੀ ਫਿਜ਼ੀਓਥੈਰੇਪੀ ਚੱਲਦੀ ਆ, ਯਾਨੀ ਕਿ 20 ਪੈਸੇ ਦਾ ਫਰਕ ਪੈ ਗਿਆ ਲੱਤਾਂ। ਨਹੀਂ ਤਾਂ ਇਹਨੂੰ ਫੜ ਕੇ ਇਹਦੀ ਮੰਮੀ ਲੈ ਕੇ ਜਾਂਦੇ ਸੀ, ਵੀਲ ਚੇਅਰ 'ਤੇ ਲੈ ਕੇ ਜਾਂਦੇ ਸੀ ਵਾਸ਼ਰੂਮ ਕਿਤੇ ਵੀ। ਹੁਣ ਤੁਸੀਂ ਦੇਖ ਸਕਦੇ ਹੋ ਵਾਕਰ 'ਤੇ ਆਪ ਚੱਲ ਰਹੀ। ਤੇ ਇਹਦੇ ਆਪਰੇਸ਼ਨ ਹੋਣੇ ਆ, ਗੋਡਿਆਂ ਦੇ ਵੀ ਹੋਣੇ ਭੈਣੇ, ਤੇ ਗਿੱਟਾ ਵੀ ਸਿੱਧਾ ਹੋਣਾ। 3 ਆਪਰੇਸ਼ਨ ਹੋਣੇ ਆ ਜੀ ਇਹਦੇ, 2 ਗੋਡਿਆਂ ਦੇ ਹੋਣੇ ਆ, ਤੇ ਇੱਕ ਇਹਦਾ ਗਿੱਟਾ ਜਿਹੜਾ ਦੇਖੋ ਤੁਸੀਂ, ਮੁੜ ਕੇ ਪੈਰ ਦੇਖੋ ਕਿੱਧਰ ਨੂੰ ਗਿਆ ਹੋਇਆ ਨਾ ਪ੍ਰਭਜੋਤ ਦਾ। ਤੇ ਪ੍ਰਭਜੋਤ ਵੀ ਇੱਕ ਆਮ ਬੱਚਿਆਂ ਵਾਂਗੂ ਜ਼ਿੰਦਗੀ ਜਿਉਂਦੀ ਹੈ। ਕਿਹੜੀ ਕਲਾਸ 'ਚ ਪੁੱਤ? 7th ਕਲਾਸ 'ਚ ਆ ਪ੍ਰਭਜੋਤ। ਪੜ੍ਹਾਈ 'ਚ ਕਿਵੇਂ? ਵਧੀਆ ਪੜ੍ਹਦੀ ਆ ਤੂੰ? ਕਿਹੜੇ ਸਕੂਲ 'ਚ ਪੜ੍ਹਦੀ ਆ? ਹੁਣ ਸਰਕਾਰੀ ਸਕੂਲ 'ਚ ਆ ਗਈ। ਤਿੰਨੋਂ ਹੀ ਸਰਕਾਰੀ? ਤੂੰ ਵੀ ਕਿਹੜੀ ਕਲਾਸ 'ਚ ਆ ਪੁੱਤ? 6th ਕਲਾਸ। ਤੂੰ ਕਿਹੜੀ ਕਲਾਸ 'ਚ ਆ ਪੁੱਤ? ਹੈਂ? 5th ਦੇ ਵਿੱਚ ਆ। ਇੱਕ 1st ਵਿੱਚ ਆ, ਸੌਰੀ 5th ਕਹਿਤਾ ਮੈਂ ਵੀ, ਆਖਿਆ ਇੰਨਾ ਪਤਾ ਕੀ ਇਹ 1st ਦੇ ਵਿੱਚ ਆ ਜੀ, ਇਹ 6th ਦੇ ਵਿੱਚ ਆ, ਤੇ ਇਹ
7 ਦੇ ਵਿੱਚ ਆ। ਤਿੰਨੋਂ ਭੈਣਾਂ ਵਾ ਜੀ, ਇੱਕ ਮੰਮੀ ਇੱਕ ਇਹਨਾਂ ਦੇ ਦਾਦੀ ਮਾਂ ਵਾ ਇੱਥੇ, ਉਹ ਵੀ ਸਾਡੇ ਕੋਲੇ ਸੀਗੇ। ਬੇਬੇ ਚਲੇ ਗਏ ਵਾਪਸ, ਉਹ ਚਲੇ ਗਏ ਨੇ। ਇਹਨਾਂ ਦਾ ਡੈਡੀ ਅੰਦਰ ਤੁਹਾਨੂੰ ਮਿਲਾਉਂਦੇ ਆ, ਹਸਪੀਟਲ ਦੇ ਵਿੱਚ ਆ। ਬੜੀ ਤਕਲੀਫ ਦੇ ਵਿੱਚ ਸੀ ਪਰਿਵਾਰ, ਪਰ ਵਾਹਿਗੁਰੂ ਨੇ ਹੁਣ ਬਾਂਹ ਫੜੀ, ਸੱਚੇ ਪਾਤਸ਼ਾਹ ਨੇ। ਬਾਈ ਹਰਜਿੰਦਰ ਵੀ ਠੀਕ ਹੋ ਰਿਹਾ ਤੇ ਇਹ ਬੱਚੀ ਦਾ ਵੀ ਆਪਰੇਸ਼ਨ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਜਲਦ ਕਰਵਾਏ ਜਾਣਗੇ ਤਾਂ ਜੋ ਇਹ ਆਪਣੇ ਪੈਰਾਂ ਸਿਰ ਹੋ ਸਕੇ। ਪ੍ਰਭਜੋਤ ਕੌਰ ਵੱਡੀ ਹੋ ਰਹੀ ਆ ਹਨਾ। ਤੇ ਇਦਾਂ ਹੀ ਬੇਬੇ ਸਤਿ ਸ੍ਰੀ ਅਕਾਲ। ਕਿੱਥੇ ਅੰਮ੍ਰਿਤਪਾਲ ਪੈ ਗਿਆ? ਚਲੋ ਇਹ ਬੇਬੇ ਮਾਤਾ ਜੀ ਸਾਡੇ, ਇਹਨਾਂ ਦਾ ਬੇਟਾ ਮੈਂਟਲੀ ਅਫਸਰ ਸੀ ਅੰਮ੍ਰਿਤਪਾਲ। ਬੇਬੇ ਦੇ ਸਿਰ 'ਚ ਉਹਨੇ ਮਾਰਿਆ ਸੀ, ਕੋਈ ਟਾਂਕੇ ਲੱਗੇ ਹੋਏ। ਜਿੱਦਣ ਮਾਤਾ ਸਾਡੇ ਕੋਲ ਦਵਾਈ ਦਵਾਉਣ ਆਈ ਸੀ ਵੀਰ ਨੂੰ, ਇਹ ਕਹਿੰਦੇ ਦਵਾਈ ਤਾਂ ਤੁਸੀਂ ਦੇਤੀ, ਅਸੀਂ ਲੈ ਜਾਾਂਗੇ, ਪਰ ਇਹਨੇ ਖਾਣੀ ਨਹੀਂ। ਘਰੇ ਭੰਨ ਤੋੜ ਕਰਦਾ ਸੀ, ਕੁੱਟਮਾਰ ਕਰਦਾ ਸੀ। ਫਿਰ ਅਸੀਂ ਮਾਤਾ ਨੂੰ ਵੀ ਇੱਥੇ ਰੱਖ ਲਿਆ, ਵੀਰੇ ਨੂੰ ਵੀ। ਤੇ ਹੁਣ ਠੀਕ ਆ ਅੰਮ੍ਰਿਤਪਾਲ ਸਾਡੇ ਨਾਲ ਸੇਵਾ ਕਰਾਉਂਦਾ, ਵਾਹਿਗੁਰੂ ਦੀ ਮਿਹਰ ਆ। ਤੇ ਮਾਤਾ ਜੀ ਵੀ ਇੱਥੇ ਸੇਵਾ 'ਚ ਹੱਥ ਵਟਾਉਂਦੇ ਆ। ਇੱਦਾਂ ਹੀ ਇਹ ਭੈਣ ਬੈਠੇ, ਇਹਨਾਂ ਦਾ ਵੀ ਬੇਟਾ ਸੁਖਚੈਨ ਆ, ਇਹ ਵੀ ਭੰਗ ਪੀ ਪੀ ਕੇ ਮੈਂਟਲੀ ਅਪਸੈਟ ਹੋ ਗਿਆ ਸੀਗਾ। ਤੇ ਹੁਣ ਵਾਹਿਗੁਰੂ ਦੀ ਮਿਹਰ ਨਾਲ ਬਹੁਤ ਠੀਕ ਆ, ਉਹਦੀ ਦਵਾਈ ਚੱਲਦੀ ਹੈ ਇੱਥੇ ਸਾਡੇ ਕੋਲੇ। ਤੇ ਇਹ ਵੀ ਭੈਣ ਦੱਸਦੀ ਸੀ ਵੀ ਉਹ ਕੁੱਟਮਾਰ ਕਰਦੇ, ਰੱਸਿਆਂ ਨਾਲ ਬੰਨ੍ਹ ਕੇ ਰੱਖਦੇ ਸੀ ਉਹਨੂੰ, ਤੇ ਘਰੇ ਸੰਭਾਲ ਨਹੀਂ ਸੀ ਹੁੰਦਾ, ਭੈਣਾਂ ਨੂੰ ਵੀ ਆਪਦੀਆਂ ਨੂੰ ਮਾਰਦਾ ਕੁੱਟਦਾ ਸੀਗਾ। ਤੇ ਹੁਣ ਉਹ ਵੀਰ ਦੀ ਦਵਾਈ ਚੱਲਦੀ ਸੁਖਚੈਨ ਦੀ, ਉਹ ਵੀ ਹੁਣ ਕਾਫੀ ਠੀਕ ਆ ਅੱਗੇ ਨਾਲੋਂ, ਹੁਣ ਗੁੱਸਾ ਨਹੀਂ ਕਰਦਾ, ਅੰਦਰ ਹਸਪੀਟਲ 'ਚ ਆ। ਅੰਮ੍ਰਿਤਪਾਲ ਕਿਵੇਂ ਆ? ਠੀਕ ਆ ਵੀਰੇ? ਸੌਂ ਜਾ, ਕੋਈ ਨਾ ਸੌਂ ਜਾ, ਸੌਂ ਜਾ ਵੀਰੇ, ਸੌਰੀ ਗਲਤੀ ਹੋ ਗਈ। ਤੇ ਇੱਧਰ ਸਾਡੇ ਮਨੁੱਖਤਾ ਦੀ ਸੇਵਾ ਦਾ ਜਿਹੜਾ ਬੇਲ ਆ ਤੁਸੀਂ ਦੇਖਦੇ ਹੋ ਉੱਤੇ ਚੜ੍ਹਦੀ ਜਾ ਰਹੀ ਹੈ ਜੀ। ਇਹ ਇਨਸਾਨੀਅਤ ਦੀ ਭਰੀ ਹੋਈ ਬੇਲ ਆ ਇਹ। ਤੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਨ। ਤੇ ਇੱਧਰ ਬੈਠ ਕੇ, ਇੱਧਰ ਅਸੀਂ ਜਦੋਂ ਵੀ ਕੋਈ ਤੁਸੀਂ ਦੇਖਦੇ ਹੋ ਸਾਡੀਆਂ ਫੋਟੋਆਂ ਵਗੈਰਾ ਗਰੁੱਪ ਦੇ ਵਿੱਚ, ਅਸੀਂ ਇੱਥੇ ਬੈਠ ਕੇ ਖਿੱਚਦੇ ਹੁੰਦੇ ਆ। ਇਹ ਸਾਡੇ ਰਵੀ ਚੋਪੜਾ ਵਾ ਵੀਰ, ਹਸਤ ਕਲਾ ਦਾ ਯਾਨੀ ਕਿ ਮਾਹਰ ਵੀਰ, ਪੇਂਟਰ ਆ। ਉਹਨੇ ਸਾਡੇ ਸਾਰਿਆਂ ਦੇ ਮਾਰਗਦਰਸ਼ਕ ਭਗਤ ਪੂਰਨ ਸਿੰਘ ਜੀ ਦੀ ਹੱਥੀਂ ਆਪਣੇ ਤਸਵੀਰ ਬਣਾਈ ਆ। ਬਾਪੂ ਗੋਪਾਲ ਜੀ ਦੀ, ਬਾਪੂ ਰਮੇਸ਼ ਚੰਦ ਸ਼ਰਮਾ ਜੀ ਦੀ, ਬਾਪੂ ਆਪਣੇ ਭਗਤ ਸਿੰਘ ਜੀ ਦੀ, ਇੱਧਰ ਬਾਪੂ ਗੋਪਾਲ 2 ਦੀ, ਤੇ ਕੇਸਰ ਸਿੰਘ ਢਾਲੀਵਾਲ ਦੀ, ਤੇ ਅਰੁਣ ਕੁਮਾਰ ਸ਼ੁਕਲਾ ਜੀ ਦੀ। ਇਹ ਵੀਰ ਨੇ ਉਹਨੇ ਆਪਣੇ ਹੱਥਾਂ ਦੇ ਨਾਲ ਸਾਰਾ ਇਹ ਤਿਆਰ ਕੀਤਾ। ਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਅੰਦਰ। ਅੰਦਰ ਤੁਹਾਨੂੰ ਮਿਲਾਉਂਦੇ ਆ। ਹੁਣ ਪ੍ਰਸ਼ਾਦਾ ਛਕ ਕੇ ਹਟੇ ਨੇ ਸਾਰੇ ਵੀਰ ਬਜ਼ੁਰਗ ਸਾਡੇ, ਸਾਡੀਆਂ ਮਾਵਾਂ ਯਾਨੀ ਕਿ ਘੰਟਾ 1.5 ਘੰਟਾ ਪਹਿਲਾਂ ਸੈਰ ਕਰ ਲੈਂਦੇ ਨੇ ਉਹ ਸਾਰੇ। ਤੇ ਬਾਪੂ ਹੁਣੀ ਤੇ ਸਾਡੇ ਬਾਕੀ ਸਾਰੇ ਪਰਿਵਾਰ ਦੇ ਮੈਂਬਰ ਉਹ ਪ੍ਰਸ਼ਾਦਾ ਛਕ ਕੇ ਇਸ ਵੇਲੇ ਸੈਰ ਕਰਦੇ ਨੇ। ਤੇ 1 ਮਿੰਟ ਲਈ ਮਾੜਾ ਜਿਹਾ ਸਾਇਲੈਂਟ ਕਰ ਰਹੇ। ਇਹ ਸਾਡਾ ਸੁਪਨਿਆਂ ਦਾ ਘਰ ਆ ਜੀ। ਇਹ ਸਾਡੀਆਂ ਪੁਰਾਣੀਆਂ ਤਸਵੀਰਾਂ, ਸਾਡਾ ਛੋਟਾ ਭਰਾ ਵੀਰਿੰਦਰ ਗਰੇਵਾਲ ਤੇ ਮੇਰੀ ਪੁਰਾਣੀ ਤਸਵੀਰ ਆ ਜੀ। ਇਹ ਉਸ ਟਾਈਮ ਦੀਆਂ ਤਸਵੀਰਾਂ ਜਦੋਂ ਬਾਰਨਹਾੜੇ ਤੰਬੂਆਂ ਦੇ ਵਿੱਚ, ਪਿੱਛੇ ਤੁਸੀਂ ਦੇਖਦੇ ਹੋ ਟੈਂਟ ਲਾ ਕੇ ਅਸੀਂ ਕਰੀਬ 2.5 ਸਾਲ ਦਾ ਸਮਾਂ ਉੱਥੇ ਕੱਢਿਆ। ਹਾਂ ਵੀ ਕੀਮਤੀ, ਸਤਿ ਸ੍ਰੀ ਅਕਾਲ ਸਾਰੇ ਜਾਣੇ, ਸਤਿ ਸ੍ਰੀ ਅਕਾਲ। ਪੰਡਤ ਜੀ ਆ ਗਏ, ਸਤਿ ਸ੍ਰੀ ਅਕਾਲ ਕਰਦੇ, ਸਤਿ ਸ੍ਰੀ ਅਕਾਲ ਕਰਦੇ ਪਹਿਲਾਂ, ਫਿਰ ਆਈ ਮੇਰੇ ਕੋਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਕਈ ਵੀਰ ਪੁੱਛਦੇ ਹੁੰਦੇ ਪੰਡਤ ਨਹੀਂ ਦਿਖਦਾ। सत श्रीकाल। ये साडा रंजन है। हाँ रंजन, कैसे हो? गांव का नाम क्या है? और पिताजी का नाम क्या? डब्लू। और मम्मी का नाम? और जिला कौन सा है? गोला छिपरा। बस यही कहता जी, गोला छिपरा, गोला छिपरा ਜਾਂ ਬਿਹਾਰ ਕਹਿੰਦਾ। ਡਬਲੂ ਕਹਿੰਦਾ ਆਪਣੇ ਪਿਤਾ ਦਾ ਨਾਮ, ਮਾਂ ਦਾ ਨਾਮ ਖੁਸ਼ਬੂ ਕਹਿੰਦਾ, ਆਪਣਾ ਨਾਂ ਰੰਜਨ ਦੱਸਦਾ। ਕਰੀਬ 8 ਮਹੀਨੇ ਹੋ ਗਏ, ਇਹਦਾ ਕੁਝ ਪਤਾ ਨਹੀਂ ਲੱਗ ਰਿਹਾ ਕੌਣ ਆ ਬੱਚਾ, ਕਿੱਥੋਂ ਆਇਆ। ਇਹਦਾ ਵੀ ਘਰ ਲੱਭਣਾ। ਵੀਡੀਓ ਸ਼ੇਅਰ ਕਰਿਓ। ਜੱਸਾ ਵੀ ਆਇਆ, ਇਹਦਾ ਟ੍ਰੀਟਮੈਂਟ ਚੱਲਦਾ। ਸੰਦੀਪ ਕਿਵੇਂ ਆ? ਇਹ ਸੰਦੀਪ ਆ ਜੀ, ਤੁਸੀਂ ਜਾਣਦੇ ਹੋਵੋਗੇ, ਸਰਹੰਦ ਵਾਲਾ। ਇਹ ਸੰਦੀਪ ਸਰਹੰਦ ਵਾਲਾ। ਕਿਹੜਾ ਪਿੰਡ ਸੰਦੀਪ ਤੇਰਾ? ਸਰਹੰਦ ਤਾਂ ਸ਼ਹਿਰ ਆ, ਪਿੰਡ ਬਾੜਾ। ਕਿਹੜਾ ਪਿੰਡ ਆ? ਬਾੜਾ। ਕਿੱਥੇ ਡੈਡੀ ਤੇਰਾ? ਸ਼ੁਕਲਾ ਬਾਈ। ਸਤਿ ਸ੍ਰੀ ਅਕਾਲ ਸ਼ੁਕਲੇ ਬਾਈ। ਇਹ ਬਾਈ ਦੇ ਕਰਕੇ ਆ ਜੀ ਅਸੀਂ। ਇਹ ਬੰਦਾ ਸਾਡਾ ਸਭ ਤੋਂ ਪਹਿਲਾ ਬੰਦਾ ਜਿਹਦੇ ਕਰਕੇ ਸੇਵਾ ਸ਼ੁਰੂ ਹੋਈ। ਢਾਬੇ ਤੇ ਆ ਕੇ ਡਿੱਗ ਪਿਆ ਸੀ ਵੀਰ, ਤੇ ਸੱਚੇ ਪਾਤਸ਼ਾਹ ਨੇ ਉੱਥੋਂ ਜਾਗ ਲਾਇਆ ਤੇ ਅੱਜ ਇੱਥੇ ਤੱਕ ਪਹੁੰਚ ਗਏ ਹਾਂ। ਤੇ ਸੰਦੀਪ ਨੂੰ ਮਿਲਾਉਂਦੇ ਆ ਜੀ। ਤੇ ਇੱਧਰ ਸਾਡੇ ਜੀਵਨ ਮੈਡੀਕਲ ਤੋਂ ਵੀਰ ਸਾਡਾ ਛੋਟਾ ਭਰਾ। ਸਤਿ ਸ੍ਰੀ ਅਕਾਲ ਵੀਰੇ। ਸਤਿ ਸ੍ਰੀ ਅਕਾਲ ਭੈਣੇ। ਅਮਨ ਤੇ ਅਮਨ ਦੇ ਬ੍ਰਦਰ। ਤੇ ਇਹ ਅਮਨ
ਹਾਂ ਇਹਨਾਂ ਦੇ ਠੀਕ ਹੈ। ਤੁਹਾਡਾ ਜਨਮ ਦਿਨ ਸੀ ਅੱਜ ਭੈਣ? ਤੇਰੇ ਭੈਣ ਦਾ ਜਨਮ ਦਿਨ ਸੀਗਾ ਤੇ ਅਮਨ ਸਾਡੇ ਨਾਲ ਜੀਵਨ ਮੈਡੀਕਲ ਤੋਂ ਕਾਫੀ ਭੈਣ ਭਰਾ ਜਾਣਦੇ ਵੀ ਆ ਸਾਡੇ ਨਾਲ। ਵੀਰ ਕੈਂਪ ਤੇ ਵੀ ਮੈਡੀਸਨ ਦੀ ਵੀ ਸਾਰੀ ਹੈਲਪ ਕਰਦਾ, ਨਾਲ ਸੇਵਾ ਕਰਾਉਂਦਾ। ਤੇ ਪਹਿਲਾਂ ਥੋੜੇ ਦਿਨ ਪਹਿਲਾਂ ਵੀਰ ਦਾ ਜਨਮ ਦਿਨ ਸੀ, ਉਹ ਵੀ ਇਹਨੇ ਇੱਥੇ ਸਾਡੇ ਕੋਲੇ ਆ ਕੇ ਮਨਾਇਆ, ਸਾਡੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਤੇ ਅੱਜ ਵੀ ਸਤਿ ਸ੍ਰੀ ਅਕਾਲ ਬਈ, ਸਤਿ ਸ੍ਰੀ ਅਕਾਲ। ਅੱਜ ਵੀ ਇਹ ਵੀਰ ਆਪਣੇ ਪਰਿਵਾਰ ਦੇ ਨਾਲ, ਭੈਣ ਜੀ ਉਹਨਾਂ ਦਾ ਜਨਮ ਦਿਨ ਸੀ ਇੱਥੇ। ਥੈਂਕ ਯੂ ਭੈਣੇ, ਤੁਹਾਨੂੰ ਲੰਬੀ ਉਮਰ ਬਖਸ਼ਣ ਵਾਹਿਗੁਰੂ, ਚੜ੍ਹਦੀ ਕਲਾ, ਤੰਦਰੁਸਤੀ, ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ। ਥੈਂਕ ਯੂ। ਤੇ ਇਸ ਤਰ੍ਹਾਂ ਸਾਡੇ ਨਾਲ ਸਾਡੇ ਪਰਿਵਾਰ ਦੇ ਮੈਂਬਰ ਆ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਨੇ, ਜਿਹੜੀਆਂ ਹੋਰ ਵੀ ਦੂਣ ਸਵਾਈਆਂ ਹੋ ਜਾਂਦੀਆਂ। ਕਿਉਂਕਿ ਸਾਡੇ ਇਹ ਪਰਿਵਾਰ ਦੇ ਜਿਹੜੇ ਸਾਰੇ ਮੈਂਬਰ ਨੇ, ਇਹਨਾਂ ਨੇ ਕਿਸੇ ਟਾਈਮ ਜਨਮ ਦਿਨ ਜਾਂ ਕੇਕ ਕੱਟਣਾ ਜਾਂ ਕੇਕ ਛਕਣਾ ਕਦੇ ਨਸੀਬ ਹੀ ਨਹੀਂ ਸੀ ਹੋਇਆ। ਬਹੁਤ ਸਾਲਾਂ ਤੋਂ ਇਹਨਾਂ ਨੇ ਜ਼ਿੰਦਗੀ 'ਚ ਨਰਕ ਭੋਗਿਆ। ਬਾਪੂ ਗੋਪਾਲ ਵਰਗੇ, ਬਾਪੂ ਹੁਣੀ ਰਮੇਸ਼ ਚੰਦ ਸ਼ਰਮੇ ਵਰਗੇ, ਜਿਨ੍ਹਾਂ ਨੇ ਕਦੇ ਪਤਾ ਹੀ ਨਹੀਂ ਸੀ ਕੇਕ ਹੁੰਦਾ ਕੀ ਆ, ਹੈ ਨਾ। ਤੇ ਇੱਧਰ ਸਾਡਾ ਕਾਂਤਾ ਬਾਈ। ਕਾਂਤੇ ਕਿਵੇਂ ਬਾਈ? ਠੀਕ ਆ ਬਾਈ? ਹੱਥ ਮਿਲਾ, ਹੱਥ ਇੱਧਰ ਹੱਥ ਮਿਲਾ। ਹੋਰ ਠੀਕ ਆ ਬਾਈ ਕਾਂਤੇ? ਇਹ ਪੋਸਟਮੈਨ ਆ ਜੀ ਬਾਈ ਸਾਡਾ। ਤੇ ਇਹ ਵੀ ਵਾਹਿਗੁਰੂ ਦੀ ਮਿਹਰ ਨਾਲ। ਹੁਣ ਹੱਥ ਥੱਲੇ ਕਰ ਦਿਆ ਕਰ। ਹੁਣ ਬਾਬਾ ਬਸ ਬੰਦ ਹੋ ਗਿਆ, ਹੁਣ ਬਾਬਾਗਿਰੀ ਬਾਬਾ ਬੰਦ ਹੋ ਗਿਆ ਹੁਣ। ਹੈਂ ਹੁਣ ਚਿੱਠੀਆਂ ਦਾ ਜੇ ਕੰਮ ਸ਼ੁਰੂ ਕਰੀਏ, ਪੋਸਟਮੈਨ ਵਾਲਾ ਕੰਮ ਦੁਬਾਰਾ ਸ਼ੁਰੂ ਕਰਨਾ। ਪਿੰਡ ਜਾਣਾ? ਠੀਕ ਆ ਬਾਈ। ਇਹ ਘਰ ਘਰ ਸੈੱਟ ਕਰਕੇ ਮਾੜਾ ਦਰਵਾਜ਼ੇ ਦਰੂਜੇ ਲੱਗਦੇ ਕਰਕੇ ਆਉਣੇ ਹਨਾ। ਤੇ ਫਿਰ ਤੋਂ ਦੁਬਾਰਾ ਮੇਰੇ ਬੱਲੀਆਂ ਸਾਰਿਆਂ ਨੂੰ ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਬਾਈ ਨੂੰ ਤੁਸੀਂ ਦੇਖਿਆ ਸੀ, ਪੋਸਟਮੈਨ ਆ ਕੁਲਵੰਤ ਸਿੰਘ ਕਾਂਤਾ, ਗਗੜਾ ਪਿੰਡ ਆ ਮੋਗੀ ਕੋਲੇ। ਉੱਥੋਂ ਕੇ ਆਏ ਸੀ ਜੀ ਬਾਈ। ਪੋਸਟਮੈਨ ਦਾ ਕੰਮ ਕਰਦਾ ਸੀ, ਦੋਜੀ ਦਾ ਕੰਮ ਕਰਦਾ ਸੀ, ਵਧੀਆ ਜ਼ਿੰਦਗੀ ਜਿਉਂਦਾ ਸੀ। ਇੱਕ ਦਿਨ ਪਤਾ ਨਹੀਂ ਕੀ ਹੋਇਆ, 2-3 ਹਜ਼ਾਰ ਰੁਪਈਆ ਪਰਦੇਸੀ ਬੰਦਿਆਂ ਦਾ ਸੀਗਾ ਇਹਦੇ ਕੋਲੇ ਆਇਆ ਹੋਇਆ। ਤੇ ਇਹਨੇ ਉਹ ਵਰਤ ਲਿਆ ਘਰ 'ਚ, ਜਿਵੇਂ ਦੁੱਧ ਦਾ ਕੰਮ ਕਰਦਾ ਸੀ, ਕਿਸੇ ਨੂੰ ਦੇਣੇ ਸੀ ਜਾਂ ਕਿਵੇਂ ਸੀ, ਅੱਗੇ ਵੀ ਕਰ ਲੈਂਦਾ ਸੀਗਾ। ਤੇ ਉਹ ਵਰਤੇ ਗਏ ਪੈਸੇ 2 ਦਿਨ ਹੋ ਗਏ, ਲੇਟ ਹੋ ਗਏ ਜਮ੍ਹਾਂ ਕਰਾਉਣ ਤੋਂ। ਉਹ ਪਰਦੇਸੀ ਬੰਦਿਆਂ ਨੇ ਕਿਤੇ ਡਾਕਖਾਨੇ ਜਾ ਕੇ ਪੁੱਛ ਲਿਆ ਵੀ ਸਾਡੇ ਪੈਸੇ ਨਹੀਂ ਪਹੁੰਚੇ ਜਾਂ ਕਿਵੇਂ ਆ। ਤਾਂ ਉਹਨਾਂ ਨੇ, ਇਹਦੇ ਵੱਡੇ ਅਫਸਰ ਨੇ ਇਹਨੂੰ ਘੂਰਤਾ, ਪਹੁੰਚਾਏ ਕਿੱਥੇ ਦੱਸ ਪੈਸੇ, ਤੈਨੂੰ ਮੈਂ ਨੌਕਰੀ ਤੋਂ ਕੱਢ ਦੂੰ। ਇਹ ਬੰਦਾ ਉਸ ਗੱਲ ਦੀ ਇੰਨੀ ਜ਼ਿਆਦਾ ਟੈਨਸ਼ਨ ਲੈ ਗਿਆ ਨੇ, ਘਰੇ ਲਿਆ ਕੇ ਆ ਕੇ ਦੁੱਧ ਦੇ ਡਰਮ ਲਾਤੇ। ਤੇ ਉਸ ਤੋਂ ਬਾਅਦ ਨਾ ਤਾਂ ਇਹ ਕਦੇ ਚਿੱਠੀ ਵੰਡਣ ਗਿਆ, ਨਾ ਇਹ ਦੁੱਧ ਪਾਉਣ ਗਿਆ। ਹਾਂ ਵਿੱਕੀ, ਹਾਂ ਇਹ ਸਿਰ ਪਰੋ, ਠੀਕ ਆ, ਮਾਲਸ਼ ਕਰ ਦਿੰਦਾ। ਵਿੱਕੀ ਆ ਜੀ ਇਹ। ਤੇ ਇਹ ਬੱਚੇ ਨੇ ਵੀ ਤੁਸੀਂ ਦੇਖ, ਆ ਮੂੰਹ ਚੋਂ ਕੱਢ ਦੇ। ਇਹਦੀ ਭੈਣ ਸੀ ਰਚਨਾ। ਦੋਨੋਂ ਭੈਣ ਭਰਾਵਾਂ ਨੂੰ ਅਸੀਂ ਜਲੰਧਰ ਤੋਂ ਲੈ ਕੇ ਆਏ ਸੀ, ਕਿੰਨੇ ਮਾੜੇ ਹਾਲਾਤਾਂ 'ਚ ਸੀਗੇ। ਇਹਨੇ ਜਦੋਂ ਵੀ ਮੈਨੂੰ ਮਿਲਣਾ, ਹਾਂ ਤੇਰੇ ਵੀ ਕਰ ਦਿੰਦਾ, ਤੇਰੇ ਵੀ ਕਰ, ਠੀਕ ਗਲਤ। ਤੇ ਇਹਨੇ ਐਂ ਹੀ ਕਰਨਾ। ਤੇ ਪੰਡਤ ਨੂੰ ਐਂ ਹੁੰਦਾ, ਜੈਲਸੀ ਹੋ ਜਾਂਦੀ ਹੈ ਵੀ ਇਹਦੇ ਕਾਹਤੋਂ ਕਰਦਾ, ਮੇਰੇ ਵੀ ਕਰੇ। ਵਿੱਕੀ ਗੀੜੇ ਦਾ ਗੀੜੇ ਸੈਰ ਕਰ ਲੈ ਪਹਿਲਾਂ, ਜਾ ਸੈਰ ਕਰਕੇ ਆ, ਫਿਰ ਆ ਕੇ ਕਰੂੰਗਾ ਮੈਂ। ਜਾ ਲੈ ਜਾਵਾਂ ਇਹਨੂੰ, ਸੈਰ ਕਰਾ ਕੇ ਲੈ ਕੇ ਆ ਜਾ ਸੈਰ। ਸਤਿ ਸ੍ਰੀ ਅਕਾਲ ਬਾਪੂ। ਹੋਰ ਬਾਪੂ ਠੀਕ ਹੋ? ਇਹ ਜਿਹੜੀ ਅਸੀਸ ਆ, ਇਹ ਜਿਹੜੀ ਦੁਆ ਵਾ, ਇਹ ਜਿਹੜੀ ਅਰਦਾਸ ਆ ਬਜ਼ੁਰਗਾਂ ਦੀ, ਇਹਦਾ ਕੋਈ ਮੁੱਲ ਨਹੀਂ ਜੀ। ਇਹਦਾ ਕੋਈ ਤੋੜ ਵੀ ਨਹੀਂ ਹੈਗਾ। ਅਸੀਂ ਬਾਪੂ ਹਰਬੰਸ ਸਿੰਘ ਜੀ ਨੂੰ ਲੈ ਕੇ ਆਏ ਸੀਗੇ ਪ੍ਰਤਾਪ ਚੌਂਕ ਤੋਂ, ਲੁਧਿਆਣੇ ਤੋਂ। ਤੇ ਬਾਪੂ ਜੀ ਉੱਥੇ ਚੌਂਕ ਦੇ ਵਿੱਚ ਪਏ ਸੀਗੇ, ਅੱਖਾਂ ਤੋਂ ਬਲਾਈਂਡ ਸੀ ਬਾਪੂ। ਸਿਰ ਤੇ ਬਾਪੂ ਦੇ ਕਾਲੇ ਰੰਗ ਦੀ ਦਸਤਾਰ ਸੀ, ਉਹ ਵੀ ਬਾਪੂ ਨੇ ਲਾ ਕੇ ਆਪਦੇ ਥੱਲੇ ਸਿਰਹਾਣੇ ਦੇ ਰੱਖੀ ਹੋਈ ਸੀ। ਵੀ ਪੱਗ ਬੰਨ੍ਹਿਆ ਹੋਇਆ ਸਰਦਾਰ ਬੰਦਾ ਚੌਂਕ 'ਚ ਬੈਠਾ, ਅੱਖਾਂ ਤੋਂ ਉਹਨਾਂ ਲਿਬੜਿਆ ਤੇ ਬੜਿਆ, ਰੋਟੀ ਤੋਂ ਮੁਹਤਾਜ। ਕਿਸੇ ਨੇ ਰੋਟੀ ਦੇ ਜਾਣੀ ਆ, ਕਿਸੇ ਨੇ ਬ੍ਰੈਡ ਦੇ ਗਿਆ, ਕਿਸੇ ਨੇ ਸਮੋਸਾ ਦੇ ਦਿੱਤਾ। ਤਾਂ ਉਹ ਤੋਂ ਵੀ ਸ਼ਰਮ ਆਉਂਦੀ ਸੀ ਵੀ ਯਾਰ ਇੱਕ ਪੱਗ ਵਾਲਾ ਬੰਦਾ ਬੈਠਾ। ਬਾਪੂ ਨੇ ਪੱਗ ਹੀ ਲਾ ਕੇ ਥੱਲੇ ਰੱਖ ਲਈ ਸੀ। ਅੱਖਾਂ ਤੋਂ ਅੰਨਾ ਸੀ ਬਿਲਕੁਲ ਹੀ। ਰਿਕਸ਼ਾ ਚਲਾਉਂਦਾ ਸੀ, ਰਿਕਸ਼ਾ ਵੀ ਚੋਰੀ ਕਰਕੇ ਲੈ ਗਿਆ ਕੋਈ, ਕਿਉਂਕਿ ਇਹਨੂੰ ਕਿਹੜਾ ਦਿਖਾਈ ਦਿੰਦਾ ਸੀ। ਤਾਂ ਵਾਹਿਗੁਰੂ ਨੇ ਮਿਹਰ ਕੀਤੀ, ਸਾਨੂੰ ਲੋਕਾਂ ਨੇ ਦੱਸਿਆ, ਵੀਡੀਓ ਬਣਾ ਕੇ ਭੇਜੀ, ਭੈਣਾਂ ਭਰਾਵਾਂ ਦੇ ਦੱਸਣ ਤੇ ਅਸੀਂ ਉੱਥੇ ਗਏ, ਬਾਪੂ ਜੀ ਨੂੰ ਲੈ ਕੇ ਆਏ। ਇੱਥੇ ਲਿਆ ਕੇ ਇਸ਼ਨਾਨ ਪਾਣੀ ਕਰਾ ਕੇ ਡਾਕਟਰ ਦੇ ਚੈੱਕ ਕਰਾਇਆ। ਡਾਕਟਰ ਕਹਿੰਦੇ ਆਪਰੇਸ਼ਨ ਹੋ ਜਾਣਾ ਅੱਖਾਂ ਦਾ, ਤਾਂ ਵੀ ਕੋਈ ਦਿੱਕਤ ਹੀ ਨਹੀਂ। ਅਸੀਂ ਬਾਪੂ ਜੀ ਦੀ ਪਹਿਲਾਂ ਤਾਂ ਅੱਖ ਦਾ ਆਪਰੇਸ਼ਨ। ਬਾਪੂ ਹੁਣ ਕਿਹੜੀ ਅੱਖ ਦਾ ਆਪਰੇਸ਼ਨ ਹੋਇਆ? ਨਹੀਂ ਹੁਣ ਇਹਦਾ ਹੋਇਆ, ਹੁਣ ਇਹਦਾ ਹੋਇਆ। ਪਹਿਲਾਂ ਇਹਦਾ ਆਉਂਦੇ ਸਾਰ ਹੀ ਅਸੀਂ ਆਪਰੇਸ਼ਨ ਕਰਾਇਆ, ਇੱਕ ਅੱਖ ਤੋਂ ਬਾਪੂ ਨੂੰ ਦਿਖਣ ਲੱਗ ਗਿਆ। ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਤੁਹਾਡੀਆਂ ਦੁਆਵਾਂ ਨਾਲ। ਫਿਰ ਹੁਣ ਦੂਜੀ ਦਾ ਕਰਾਇਆ, ਹੁਣ ਦੋਨੋਂ ਅੱਖਾਂ ਦਾ ਆਪਰੇਸ਼ਨ ਹੋ ਚੁੱਕਿਆ। ਦੋਨੋਂ ਅੱਖਾਂ ਬਾਪੂ ਦੀਆਂ ਬਿਲਕੁਲ ਠੀਕ ਨੇ। ਤੇ ਅਸੀਂ ਹੁਣ ਬਾਪੂ ਦੇ ਰਿਸ਼ਤੇਦਾਰਾਂ ਨੂੰ ਵੀ ਬੇਨਤੀ ਕਰਦੇ ਹਾਂ, ਹੱਥ ਜੋੜ ਕੇ, ਬਾਪੂ ਦੀਆਂ ਭੈਣਾਂ ਵਾਂ ਤੇ ਬਾਪੂ ਦੇ ਭਾਣਜੇ ਜਿਨ੍ਹਾਂ ਕੋਲ ਬਾਪੂ ਰਹਿੰਦੇ, ਜਿਨ੍ਹਾਂ ਨੇ ਕਹਿਤਾ ਸੀ ਬਾਪੂ ਵੀ ਹੁਣ ਤੂੰ ਕੋਈ ਮਾਮਾ ਨਹੀਂ ਸਾਡਾ, ਤੂੰ ਜਾ, ਜਾਂ ਹੋਰ ਦੂਸਰੇ ਰਿਸ਼ਤੇਦਾਰ, ਸਾਰਿਆਂ ਨੂੰ ਬੇਨਤੀ ਕਰਦੇ ਹਾਂ। ਹੁਣ ਬਾਪੂ ਨੂੰ ਦਿਖਦਾ ਵਾ, ਬਾਪੂ ਨੇ ਤੁਹਾਡੇ ਤੇ ਬੋਝ ਵੀ ਨਹੀਂ ਬਣਨਾ। ਬਾਪੂ ਜੀ ਕਹਿੰਦੇ ਮੈਂ ਜ਼ਿੰਦਗੀ ਭਰ ਇੱਥੇ ਹੀ ਰਹਿਣਾ ਤੁਹਾਡੇ ਕੋਲੇ, ਵੀ ਮੈਂ ਕਿਤੇ ਜਾਣਾ ਨਹੀਂ, ਹੁਣ ਆਪਦੀ ਜ਼ਿੰਦਗੀ ਇੱਥੇ ਕੱਟਣੀ ਆ, ਜਿੰਨੀ ਕਿ ਮੇਰੇ ਤੋਂ ਸੇਵਾ ਹੋਊ ਮੈਂ ਕਰ ਲਿਆ ਕਰੂੰ। ਇਸ ਕਰਕੇ ਸਾਡੀ ਇੱਕ ਬੇਨਤੀ ਹੋਈ ਆ ਵੀ ਪਲੀਜ਼ ਮਿਲ ਜ਼ਰੂਰ ਜਾਓ। ਇੰਨੇ ਨਾਲ ਹੌਸਲਾ ਹੋ ਜਾਂਦਾ। ਇਸ ਬਜ਼ੁਰਗ ਸਰੀਰ ਆ ਉਮਰ ਦੇ ਵਿੱਚ, ਇਸ ਅਵਸਥਾ ਦੇ ਵਿੱਚ ਤੁਹਾਤੋਂ ਕੁਛ ਨਹੀਂ ਮੰਗਦਾ। ਇਹ ਸਿਰਫ ਇੱਕ ਤੁਹਾਡੀਆਂ 10 ਮਿੰਟ ਦੀਆਂ ਭਾਵਨਾਵਾਂ, ਤੁਹਾਡੀਆਂ ਗੱਲਾਂ, ਉਹ ਪੁਰਾਣੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦਾ ਬਾਪੂ ਹਰਬੰਸ ਸਿੰਘ। ਪਿੱਛੇ ਜੇ ਬਿਮਾਰ ਹੋ ਗਿਆ ਸੀਗਾ,
ਪਤਾ ਨਹੀਂ ਲੱਗਦਾ ਕੁਝ ਵੀ ਬੰਦੇ ਦਾ ਬਾਈ ਜੀ। 10-11 ਬੰਦੇ ਸਾਡੇ ਕਰੋਨਾ ਦੇ ਚੱਕਰ ਦੇ ਵਿੱਚ ਚਲੇ ਗਏ ਆ, ਪਰ ਮੇਲੇ ਗਿੱਲੇ ਹੀ ਆ ਬਜ਼ੁਰਗਾਂ ਦੇ ਨਾਲ, ਹੈ ਨਾ। ਮੇਲੇ ਗਿੱਲੇ ਜ਼ਰੂਰ ਕਰ ਲਿਆ ਕਰੋ। ਰਾਮ ਅਮਰ ਆ ਮੂੰਹ ਸਾਫ਼ ਕਰ ਪੁੱਤ, ਕਿਵੇਂ ਆ ਉਹ ਅਮਨ, ਕਿਵੇਂ ਆ? ਤੇ ਇਸ ਕਰਕੇ ਬਾਪੂ ਹਰਬੰਸ ਜੀ ਨੂੰ ਜ਼ਰੂਰ ਮਿਲ ਕੇ ਜਾਇਓ। ਤੇ ਇਹ ਅਮਨ ਆ ਜੀ, ਠੀਕ ਆ ਬਾਪੂ ਜੀ, ਬੈਠ ਜਾਓ ਬੈਠ ਜਾਓ। ਹੋਰ ਠੀਕ ਹੋ ਬਾਪੂ ਜੀ? ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਨਹੀਂ ਜੀ, ਮੈਂ ਕੁਝ ਕਿਸੇ ਨੂੰ ਮਿਲਣਾ ਚਾਹੁੰਦੇ ਹੋ? ਕਿਸੇ ਰਿਸ਼ਤੇਦਾਰ ਦਾ ਨਾਂ ਲਵੋ। ਕੋਈ ਰਿਸ਼ਤੇਦਾਰ ਮੈਨੂੰ ਜੋ ਜਵਾਬ ਮਿਲ ਗਿਆ ਮੈਂ ਕੀ ਲਵਾਂ, ਮੇਰਾ ਮਨ ਹੀ ਟੁੱਟ ਗਿਆ ਉਹਨਾਂ ਦਾ। ਨਹੀਂ ਬਾਪੂ, ਸੱਕੀ ਭੈਣ ਨੂੰ ਮੈਂ ਫੋਨ ਕੀਤਾ ਸੀ, ਦੇਖੋ ਕਿਸੇ ਕੋਈ ਬੰਦਾ ਆਇਆ ਉੱਥੇ ਰਹਿੰਦੇ ਸੀ, ਕਹਿੰਦੇ ਸਾਡਾ ਤਾਂ ਕੁਝ ਨਹੀਂ ਲੱਗਦਾ। ਮੈਂ ਚੰਗਾ ਅੱਜ ਕੋ ਮੈਂ ਤੁਹਾਨੂੰ ਮੈਂ ਫੋਨ ਨਹੀਂ ਕਰਾਂਗਾ, ਮਰ ਜਾਗਾ ਬਾਅਦ ਤੁਹਾਡੇ। ਮੈਂ ਹੁਣ ਗੱਲ ਚੇਤੇ ਨਹੀਂ ਸੀ ਕਰਾਉਣੀ ਚਾਹੁੰਦਾ ਬਾਪੂ ਨੂੰ। ਥੋੜੇ ਕੁ ਦਿਨ ਪਹਿਲਾਂ ਸਾਡੇ ਕੋਲ ਇੱਥੇ ਬਾਈ ਆਏ ਸੀ ਅਪੋਲੋ ਹਸਪੀਟਲ ਤੋਂ ਕੈਂਪ ਲਾਉਣ, ਉਹਨਾਂ ਨੇ ਬਾਪੂ ਨੂੰ ਪਛਾਣ ਲਿਆ। ਉਹ ਕਹਿੰਦੇ ਤਾਂ ਆਂਟੀ ਦੇ ਘਰ ਦੇ ਕੋਲੇ ਘਰ ਸੀ ਸਾਡੀ ਦੇ, ਵੀ ਆਂਟੀ ਦੇ ਭਰਾ ਸੀ, ਇਹ ਤਾਂ ਆਉਂਦੇ ਹੁੰਦੇ ਸੀ ਉੱਥੇ। ਉਦੋਂ ਬਾਪੂ ਦੇ ਹੱਡ ਪੈਰ ਚੱਲਦੇ ਸੀ, ਕਮਾਉਂਦਾ ਸੀ ਬਾਪੂ, ਹੈ ਨਾ। ਤੇ ਅਸੀਂ ਉਹਨਾਂ ਤੋਂ ਨੰਬਰ ਲੈ ਲਿਆ, ਅਸੀਂ ਕਿਹਾ ਤੁਸੀਂ ਇਹਦਾ ਨੰਬਰ ਦੇ ਦਿਓ। ਤੇ ਅਸੀਂ ਜਦੋਂ ਬਾਪੂ ਦੀ ਉਸ ਭੈਣ ਨੂੰ ਫੋਨ ਕੀਤਾ, ਮੈਂ ਕਿਹਾ ਵੀ ਐਂ ਕਰਕੇ ਬਾਪੂ ਹਰਬੰਸ ਸਿੰਘ ਦੀ ਤੇ ਤੁਸੀਂ ਭੈਣ ਬੋਲਦੇ ਹੋ। ਉਹ ਕਹਿੰਦੀ ਸਾਡਾ ਕੁਝ ਨਹੀਂ ਲੱਗਦਾ। ਕੌਣ ਬਾਪੂ? ਕਹਿੰਦੀ ਹਰਬੰਸ ਸਿੰਘ। ਮੈਂ ਕਿਹਾ ਭੈਣੇ ਤੇਰੀ ਨਾਲ ਤੂੰ ਜੰਮੀ ਆ ਪਲੀ ਆ, ਜਿਹੜਾ ਤੇਰੀ ਇੱਕੋ ਕੁੱਖ ਤੋਂ ਤੁਸੀਂ ਜਨਮ ਲਿਆ। ਕਹਿੰਦੀ ਨਹੀਂ ਮੇਰਾ ਕੁਝ ਨਹੀਂ ਲੱਗਦਾ ਹਰਬੰਸ ਸਿੰਘ। ਤੇ ਅਸੀਂ ਬਾਪੂ ਨਾਲ ਵੀ ਫਿਰ ਗੱਲ ਤਾਂ ਕਰਾਈ ਸੀ, ਪਰ ਬਾਪੂ ਨੇ ਵਿਚਾਰੇ ਨੇ ਫਿਰ ਉਹ ਅੱਖਾਂ ਭਰਿਆ ਆਇਆ, ਬਾਪੂ ਵੀ ਰੋਇਆ। ਜਾਣੀ ਕਿ ਬਾਪੂ ਮੈਨੂੰ ਠੀਕ ਹੋ ਕੇ ਥੋੜਾ ਕਹਿੰਦਾ ਸੀ ਵੀ ਮੈਂ ਆਪਣੀਆਂ ਭੈਣਾਂ ਨਾਲ ਸੀਗਾ ਕਿਤੇ ਨਾ ਕਿਤੇ ਬਾਪੂ ਨੂੰ ਅਟੈਚਮੈਂਟ, ਪਰ ਅੱਜ ਦੁੱਖ ਬੜਾ ਲੱਗ ਗਿਆ ਇਸ ਗੱਲ ਦਾ। ਅਸੀਂ ਚੇਤਾ ਨਹੀਂ ਸੀ ਕਰਾਉਣਾ ਚਾਹੁੰਦੇ। ਬਾਪੂ ਨੂੰ ਮਾਫੀ ਮੰਗਦਾ ਬਾਪੂ, ਮੈਂ ਤੈਨੂੰ ਯਾਦ ਕਰਾਤੀ ਇਹ ਗੱਲ। ਕੋਈ ਨਾ ਖੜਾ ਰਹਿਣ ਦੇ, ਮੂੰਹ ਸਾਫ਼ ਕਰ। ਤੇ ਯਾਨੀ ਕਿ ਇੱਦਾਂ ਦੇ ਖੂਨ ਹੋਏ ਹੋਏ। ਅਮਨ ਕਿਵੇਂ ਪੁੱਤ? ਮੂੰਹ ਸਾਫ਼ ਕਰਿਆ ਕਰ। ਅੱਛਾ, ਜਦੋਂ ਲਾਲ ਡਿੱਗਦੀ ਹੈ ਨਾ ਥੋੜੇ ਚਿਰ ਬਾਅਦ ਐਂ ਸਾਫ਼ ਕਰ ਲਿਆ ਕਰ ਮੂੰਹ ਨਾਲੇ ਨੱਕ। ਇਹ ਅਮਨ ਆ ਜੀ ਬੱਚਾ, ਇਹਦੇ ਮੰਮੀ ਦੀ ਵੀ ਡੈਥ ਹੋ ਗਈ, ਡੈਡੀ ਦੀ ਵੀ ਡੈਥ ਹੋ ਗਈ, ਹੈ ਨਾ। ਤੇ ਘਰ ਦੇ ਵਿੱਚ ਇਕੱਲਾ ਹੀ ਸੀ। ਭੈਣ ਆ ਉਹ ਵਿਆਹੀ ਹੋਈ ਆ, ਉਹਦੇ ਕੋਲੇ ਟਾਈਮ ਨਹੀਂ ਹੁੰਦਾ ਵੀ ਉਹ ਆਵੇ ਇਹਦੇ ਕੋਲੇ ਜਾਂ ਗੇੜਾ ਮਾਰ ਜਾਂਦੀ ਆ। ਇੱਕ ਦਿਨ ਘਰੇ ਇਕੱਲਾ ਹੀ ਸੀਗਾ, ਡਿੱਗ ਪਿਆ। ਆ ਕੰਨ ਦੇਖੋ ਵੱਢਿਆ ਗਿਆ ਇਹਦਾ, ਇੰਨਾ ਕੰਨ ਹੀ ਲੈ ਗਿਆ। ਐਂ ਇੱਕਦਮ ਹੀ ਦੌਰਾ ਪਿਆ, ਐਂ ਡਿੱਗ ਪਿਆ ਟੇਢਾ। ਤੇ ਜਿਹੜੀ ਕਿਚਨ ਦੀ ਸੈਲਫ ਹੁੰਦੀ ਆ ਰਸੋਈ ਵਾਲੀ, ਉਹਦੇ ਤੇ ਪੱਥਰ ਲੱਗਿਆ ਹੁੰਦਾ ਜਿਹੜਾ, ਉਹ ਪੱਥਰ ਦੇ ਕੰਨ ਵੱਜਿਆ ਤੇ ਇੰਨਾ ਕੰਨ ਹੀ ਵੱਢਿਆ ਗਿਆ। ਉਵੇਂ ਹੀ ਘਰੇ ਫੇਰ ਵੀ ਪਿਆ ਰਿਹਾ 15-20 ਦਿਨ। ਉਹ ਜ਼ਖਮ ਹੋ ਗਿਆ ਐਡਾ ਵੱਡਾ, ਪੂਰਾ ਖਰਾਬ ਹੋ ਗਿਆ ਜ਼ਖਮ। ਫਿਰ ਇਹਦਾ ਮਾਸੜ ਸੀਗਾ ਇੱਕ, ਉਹ ਆਇਆ, ਉਹਨੇ ਇਹਨੂੰ ਦਾਖਲ ਕਰਾਇਆ ਹਸਪਤਾਲ, ਸਾਡੇ ਕੋਲ ਲੈ ਆਏ ਕੈਂਪ ਤੇ ਦਵਾਈ ਦਿਵਾਉਣ। ਪਰ ਇਹਦੀ ਹਾਲਤ ਇੰਨੀ ਮਾੜੀ ਸੀਗੀ, ਤੁਸੀਂ ਉਦੋਂ ਵੀ ਵੀਡੀਓ 'ਚ ਦੇਖਿਆ ਉਹ ਅਮਨ ਨੂੰ, ਅਮਨ ਹਾਨਸੇ ਦਾ ਨਾਮ ਆ। ਤੇ ਇਹਦੀ ਭੈਣ ਬਹੁਤ ਰੋ ਰਹੀ ਸੀ ਵੀ ਵੀਰੇ ਵੀ ਮੇਰੀ ਮਿਹਨਤੀ ਆ ਵੀ ਮੇਰਾ ਭਰਾ ਬਚ ਜੂਗਾ ਜੇ ਤੁਸੀਂ ਸਾਡੀ ਮਦਦ ਕਰੋ। ਤਾਂ ਅਸੀਂ ਵੀਰ ਦੀ ਉਸ ਭੈਣ ਦੀ ਜਿਹੜੀ ਮਿਹਨਤ ਸੀ ਉਹ ਤਾਂ ਸਾਨੂੰ ਜ਼ਰੂਰੀ ਨਹੀਂ ਸਮਝੀ, ਕਿਉਂਕਿ ਸਾਡਾ ਵੀ ਆਪਣਾ ਫਰਜ਼ ਬਣਦਾ। ਸਾਡੇ ਭੈਣ ਭਰਾ ਇਦਾਂ ਦੇ ਹਾਲਾਤ 'ਚ ਆ। ਹੁਣ ਬੱਚੇ ਦੇ ਦੋਨੋਂ ਮਾਂ-ਬਾਪ ਹੀ ਇਸ ਦੁਨੀਆ ਤੋਂ ਚਲੇ ਗਏ। ਰਿਸ਼ਤੇਦਾਰ ਤਾਂ ਤੁਹਾਨੂੰ ਪਤਾ, ਆ ਜਾ ਇੱਧਰ ਆਇਆ ਸਾਈਡ 'ਤੇ ਪੁੱਤ, ਇੱਧਰ ਆਇਆ। ਤੇ ਰਿਸ਼ਤੇਦਾਰ ਤਾਂ ਪਹਿਲਾਂ ਹੀ ਮੁੱਖ ਮੋੜ ਜਾਂਦੇ ਆ, ਹੈ ਨਾ। ਤਾਂ ਫਿਰ ਅਸੀਂ ਵੀਰ ਨੂੰ ਇੱਥੇ ਰੱਖ ਲਿਆ। ਅਮਨ ਨੂੰ ਹੁਣ ਬਹੁਤ ਠੀਕ ਆ, ਦੌਰੇ ਤਾਂ ਪੈਂਦੇ ਨਹੀਂ ਹੁਣ। ਪਹਿਲਾਂ ਦੌਰੇ ਬਹੁਤ ਜ਼ਿਆਦਾ ਪੈਂਦੇ ਸੀ, ਘੰਟੇ ਦੇ ਵਿੱਚ 10-10 ਦੌਰੇ ਪੈ ਜਾਂਦੇ ਸੀ। ਤੇ ਹੁਣ ਉਹਦੇ ਕਰਕੇ ਥੋੜੀ ਦਵਾਈ ਇਦਾਂ ਦੀ ਚੱਲਦੀ, ਜਿਹਦੇ ਕਰਕੇ ਮੂੰਹ 'ਚੋਂ ਥੋੜੀਆਂ ਲਾਲਾਂ ਡਿੱਗਦੀਆਂ ਵਾ। ਅਰਦਾਸ ਕਰਿਓ ਅਮਨ ਆਉਣ ਵਾਲੇ ਸਮੇਂ 'ਚ ਜਲਦ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ। ਠੀਕ ਆ ਅਮਨ? ਜਾਂ ਪੁੱਤ ਭੱਜ ਕੇ ਗੇੜਾ ਦੇ। ਇੱਧਰ ਬਾਪੂ ਆਪਦੇ ਪੈਰਾਂ 'ਤੇ ਤੁਰਿਆ ਆਉਂਦਾ, ਤੁਸੀਂ ਦੇਖੋ। ਰਾਮ ਜੱਗ ਬਾਬਾ, ਬਾਪੂ ਰਾਮ ਜੱਗ ਜੀ, ਇਹਦੇ ਕੁੜਤਾ ਪਜਾਮਾ ਪਾਇਆ ਕਰੋ ਬਾਪੂ ਦੇ। ਅੱਖਾਂ ਤੋਂ ਬਲਾਈਂਡ ਸੀ ਬਾਪੂ, ਮਾਡਲ ਟਾਊਨ। ਬਾਪੂ ਇਹਨੂੰ ਛੱਡ ਕੇ ਤੁਰੋ ਰੱਸੀ ਨੂੰ, ਕੋਈ ਨਾ। ਹੁਣ ਖੁੰਡੀ ਹੈਗੀ ਤੁਹਾਡੇ ਹੱਥ 'ਚ, ਹੁਣ ਤੁਸੀਂ ਆਦਤ ਛੱਡ ਦਿਓ ਆਸਰਾ ਲੈਣ ਦੀ। ਡਾਕਟਰ ਕਹਿੰਦੇ ਥੋੜਾ ਜਿਹਾ ਹੁਣ ਤੁਸੀਂ ਆਪਣੇ ਆਪ ਨੂੰ ਮੰਨਣਾ ਬੰਦ ਕਰ ਦਿਓ ਵੀ ਅੱਖਾਂ ਤੋਂ ਅੰਨੇ ਹੋ ਹੁਣ ਤੁਸੀਂ, ਹੁਣ ਤੁਹਾਨੂੰ ਦਿਖਦਾ। ਠੀਕ ਆ? ਬਾਪੂ ਨੇ ਜੀ 9-10 ਸਾਲ ਸੜਕ ਦੇ ਉੱਪਰ ਗੁਜ਼ਾਰੇ, ਅੱਖਾਂ ਤੋਂ ਅੰਨੇ ਨੇ। ਉਹ ਵੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੰਧ ਦੇ ਨਾਲ, ਕੰਧ 'ਚ ਮੂਹਰੇ ਗੇਟ ਦੇ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਂ ਤੇ ਬਣੇ ਹੋਏ ਹਸਪਤਾਲ ਦੇ ਬਿਲਕੁਲ ਗੇਟ ਦੇ ਸਾਹਮਣੇ। ਦੇਖੋ ਕਿੱਡੀ ਤਰਾਸਦੀ ਆ, ਜਿੱਥੇ ਅੰਦਰ ਅੱਖਾਂ ਵਾਲੇ ਡਾਕਟਰ ਸੀ, ਜਿੱਥੇ ਉਹਨਾਂ ਨੇ ਬੋਰਡ ਲਾਏ ਹੋਏ ਸੀ ਵੀ ਅਸੀਂ ਫ੍ਰੀ ਚੈੱਕਅਪ ਕਰਦੇ ਹਾਂ, ਫ੍ਰੀ ਅੱਖਾਂ ਦੇ ਆਪਰੇਸ਼ਨ ਕਰਦੇ ਹਾਂ, ਤੇ ਉੱਥੇ ਇਹ ਬੰਦਾ 10 ਸਾਲ ਕਰੀਬ ਅੱਖਾਂ ਤੋਂ ਉਹਨਾਂ ਦੇ ਗੇਟ ਦੇ ਮੂਹਰੇ ਬੈਠਾ ਰਿਹਾ। ਵਿੱਚੇ ਹੀ ਟਾਇਲਟ ਕਰਦਾ ਸੀ, ਵਿੱਚੇ ਹੀ ਬਾਥਰੂਮ, ਉਹੀ ਮੂੰਹ ਨੂੰ ਹੱਥ, ਉਹੀ ਸਿਰ ਨੂੰ, ਉਹੀ ਨੱਕ 'ਚ। ਇਹ ਮੇਰਾ ਮਾਲਕਾ, ਉਹ ਵੀ ਗੁਰੂ ਘਰ ਦੇ ਕੰਧ ਦੇ ਨਾਲ ਬਿਲਕੁਲ ਗੇਟ ਦੇ ਕੋਲੇ। ਤੇ ਬੜੀ ਤਕਲੀਫ ਲੱਗੀ ਦੇਖ ਕੇ। ਉਹਨਾਂ ਦੇ ਪ੍ਰਬੰਧਕਾਂ ਦੀ ਸੋਚ ਤੇ ਬੜੀ ਸ਼ਰਮ ਆਈ, ਜਿਹੜੇ ਪ੍ਰਬੰਧਕ ਉਸ ਗੁਰੂ ਘਰ ਨੂੰ ਸੰਭਾਲਦੇ ਸੀ ਜਾਂ ਆਪਣੇ ਆਪ ਨੂੰ ਪ੍ਰਧਾਨ ਕਹਾਉਂਦੇ ਸੀ। ਤੇ ਫਿਰ ਉੱਥੋਂ ਬਾਪੂ ਜੀ ਨੂੰ ਲੈ ਕੇ ਆਏ, ਅੱਖਾਂ ਦੇ ਆਪਰੇਸ਼ਨ ਹੋਏ ਬਾਪੂ ਜੀ ਦੇ। ਤੇ ਅੱਜ ਬਾਪੂ ਜੀ ਨੂੰ ਵਾਹਿਗੁਰੂ ਦੀ ਮਿਹਰ ਨਾਲ ਦਿਖਣ ਲੱਗ ਗਿਆ। ਪਰ 9-10 ਸਾਲ ਬਾਪੂ ਨੇ, ਚੱਪਲਾਂ ਪਾ ਲਾ ਪੰਡਤ, ਬਾਪੂ ਨੇ ਜਿਹੜਾ ਅੱਖਾਂ ਤੋਂ ਬਲਾਈਂਡ ਗੁਜ਼ਾਰਿਆ, ਉਹਦਾ ਕੋਈ ਮੁੱਲ ਨਹੀਂ ਮੋੜ ਸਕਦਾ। ਹੁਣ ਉਹਦੇ ਕਰਕੇ ਹੁਣ ਬਾਪੂ ਦੀ ਅੱਖਾਂ ਦੀ ਰੋਸ਼ਨੀ ਤਾਂ ਆ ਗਈ ਆ, ਸਰੀਰਕ ਤੌਰ ਤੇ ਵੀ ਬਾਪੂ ਫਿੱਟ ਆ, ਪਰ ਹੁਣ ਇੱਕ ਉਹਨੂੰ ਆਦਤ ਬਣ ਗਈ ਆ, ਇੱਕ ਸਹਾਰੇ ਦੀ, ਇੱਕ ਆਸਰੇ ਦੀ, ਇੱਕ ਇੱਦਾਂ ਕਰਕੇ ਹੱਥ, ਹੁਣ ਐਂ ਹੱਥ ਕਰਕੇ ਤੁਰਨਾ ਬਾਪੂ ਨੇ।
ਕੋਈ ਨਾ ਕੋਈ ਹੱਥ ਤੇ ਧਰ ਦਿੰਦਾ ਸੀ ਕੁਛ ਨਾ, ਕੋਈ ਰੋਟੀ ਦੇ ਦਿੰਦਾ ਸੀ, ਕੋਈ 10 ਰੁਪਏ ਦੇ ਦਿੰਦਾ ਸੀ, ਹੈ ਨਾ। ਤੇ ਇਦਾਂ ਆਦਤ ਬਣ ਗਈ ਆ। ਬਾਪੂ ਰਿਕਸ਼ਾ ਚਲਾਉਂਦੇ ਸੀਗੇ ਮਾਡਲ ਟਾਊਨ 'ਚ, 20-22 ਸਾਲ ਰਿਕਸ਼ਾ ਚਲਾ ਕੇ ਸਾਰਾ ਪੈਸਾ ਪਿੰਡ ਭੇਜਦੇ ਸੀ ਆਪਣੇ ਬੱਚਿਆਂ ਕੋਲੇ। ਜਦੋਂ ਬਾਪੂ ਬਿਮਾਰ ਹੋ ਗਿਆ, ਬਾਪੂ ਪਿੰਡ ਗਿਆ ਡਿੱਗਦਾ ਟੈਂਦਾ ਕਿਸੇ ਦੇ ਨਾਲ। ਪਿੰਡ ਗਿਆ ਜਦੋਂ ਤਾਂ ਇਹਦੇ ਮੁੰਡਿਆਂ ਨੇ ਇਹਨੂੰ ਕਹਿੰਦੇ ਵੀ ਤੂੰ ਇੱਥੇ ਕੀ ਕਰਨਾ ਆ, ਉੱਥੇ ਜਾ, ਘਰੋਂ ਕੱਢਤਾ। ਵਾਪਸ ਇਹ ਲੁਧਿਆਣੇ ਆ ਗਿਆ। ਫਿਰ ਆ ਕੇ ਇਹਨੇ 10 ਸਾਲ ਫਿਰ ਉਹ ਨਰਕ ਢੋਇਆ। ਤੇ ਫਿਰ ਜਿਹੜਾ ਤੁਸੀਂ ਉਹ ਦੇਖਿਆ ਵੀ ਸਾਡੀਆਂ ਵੀਡੀਓ ਦੇ ਵਿੱਚ ਬਾਪੂ ਰਾਮ ਜੱਗ ਜਦੋਂ ਅਸੀਂ ਲੈ ਕੇ ਆਏ ਸੀ ਬਾਪੂ ਜੀ ਨੂੰ, ਤੇ ਅੱਜ ਬਾਪੂ ਜੀ ਆਪਣੇ ਪੈਰਾਂ ਸਿਰ ਹੋ ਗਏ ਨੇ, ਅੱਖਾਂ ਦੀ ਰੋਸ਼ਨੀ ਆ ਗਈ ਹੈ ਤੁਹਾਡੀਆਂ ਦੁਆਵਾਂ ਤੇ ਅਰਦਾਸਾਂ ਦੇ ਕਰਕੇ। ਤੇ ਇਦਾਂ ਹੀ ਸਾਡੇ ਵਿੱਕੀ ਦੀਆਂ ਗੱਲ ਕੀਤੀ ਹੈ ਤੁਸੀਂ। ਜਮਾਤੂ, ਇਹ ਜਮਾਤੂ कैसा है जनता? ठीक है। तुम्हारा नाम क्या है? जनता। जनता। तुम्हारे पिताजी का नाम क्या है? हरी माथुर। और मैया का नाम माँ? माँ माँ। अरे हरी माथुर तो पिताजी है। भाई का नाम क्या है? भाई का भाई भाई। और बहन बहन रुदनी। और गांव का नाम क्या है? बरखा छपा है। और जिला कौन सा है? जिला हजारीबाग। और यूपी है या बिहार है? हैं? अरे बिहार है। ਇਹ ਹੈ ਜੀ ਜਮਾਤੂ, ਜਿਹੜਾ ਇਹ ਵਰਖਾ ਛੱਪਾ ਪਿੰਡ ਦੱਸਦਾ, ਉਹ ਅਸੀਂ ਬਹੁਤ ਲੱਭਿਆ। ਵਰਖਾ ਛੱਪਾ ਪਿੰਡ ਹੈ ਨਹੀਂ ਉੱਥੇ ਹੁਣ, ਆਦੀਵਾਸੀ ਸੀ ਇਹ ਕਹਿੰਦੇ। ਆਦੀਵਾਸੀ ਬਸਤੀਆਂ ਜੀ ਨੇ ਉੱਥੇ ਜੰਗਲਾਂ 'ਚ ਬਣੀਆਂ ਹੁੰਦੀਆਂ, ਉਹ ਕਿਤੇ ਬਹੁਤ ਸਾਲ ਪਹਿਲਾਂ ਕਹਿੰਦੇ ਸ਼ਾਇਦ ਹੋਵੇ, ਹੁਣ ਹੈ ਨਹੀਂ ਉੱਥੇ ਵਰਖਾ ਛੱਪਾ ਨਾਂ ਦੀ ਬਸਤੀ ਕੋਈ ਵੀ। ਇੱਥੇ ਲੁਧਿਆਣਾ ਪੰਜਾਬ ਦੇ ਵਿੱਚ ਨਾ ਜੀ ਅੱਜ ਤੋਂ ਕਿਤੇ 50-60 ਸਾਲ ਪਹਿਲਾਂ ਕੋਈ ਚੋਰਾਂ ਦਾ ਗਰੋਹ ਫੜਿਆ ਸੀਗਾ। ਚੋਰਾਂ ਦਾ ਗਰੋਹ ਸੀ ਜਿਹੜਾ, ਉਹਦੇ ਵਿੱਚ 10-12 ਬੰਦੇ ਫੜੇ ਸੀਗੇ, 2 ਬੱਚੇ ਸੀਗੇ, ਇੱਕ 14 ਸਾਲ ਦਾ ਸੀ ਤੇ ਇੱਕ 9-10 ਸਾਲ ਦਾ ਸੀ। ਉਹ ਸਾਰਿਆਂ ਨੂੰ, ਸਾਰੇ ਗਰੋਹ ਨੂੰ ਜੇਲ੍ਹ ਭੇਜਤਾ। ਜਦੋਂ ਜੇਲ੍ਹ ਭੇਜਤਾ ਤਾਂ ਜਿਹੜਾ ਜੇਲ੍ਹ ਦਾ ਸੁਪਰਡੈਂਟ ਸੀਗਾ, ਜੇਲ੍ਹ ਦਾ ਜਿਹੜਾ ਸੁਪਰਡੈਂਟ ਸੀ ਉਹ ਸੀਗਾ ਬੰਦਾ, ਉਹਨੇ ਦੇਖਿਆ ਵੀ ਇਹ ਬੱਚਾ ਵਾ, ਵੀ ਇਹਨੂੰ ਜੇਲ੍ਹ 'ਚ ਕਾਹਨੂੰ ਭੇਜਣਾ, ਹੈ ਨਾ। ਉਹਦਾ ਸ਼ਾਇਦ ਨਾਮ ਹੈ ਨਹੀਂ ਸੀ ਵਿੱਚ ਜਾਂ ਕੀ ਸੀ, ਪਤਾ ਨਹੀਂ ਕੀ ਕਾਰਨ ਸੀ। ਉਹਨੇ ਕੀ ਕੀਤਾ, ਉਹਨੂੰ ਜੇਲ੍ਹ ਨਹੀਂ ਭੇਜਿਆ, ਉਹਨੂੰ ਆਪਣੇ ਸਹੁਰੀ ਜਾ ਕੇ ਦੇ ਆਇਆ, ਆਪਦੇ ਸਹੁਰਾ ਸਾਹਿਬ ਨੂੰ ਜਾਂ ਆਪਣੇ ਸਾਲਿਆਂ ਨੂੰ, ਵੀ ਯਾਰ ਆਹ ਬੰਦਾ ਇਦਾਂ ਕਰਕੇ ਇੱਕ ਗਰੋਹ ਫੜਿਆ ਸੀ, ਵੀ ਇਹ ਜਵਾਕ ਉਹਨਾਂ ਦੇ ਨਾਲ ਸੀ, ਉਹ ਤਾਂ ਅੰਦਰ ਜੇਲ੍ਹ ਚਲੇ ਗਏ ਲੰਬਾ, ਉਹਨਾਂ ਨੂੰ ਤਾਂ ਕਿਸੇ ਨੇ ਛੁਡਾਉਣਾ ਨਹੀਂ, ਪਤਾ ਨਹੀਂ ਕਿੰਨਾ ਟਾਈਮ ਲੱਗੂਗਾ, ਪਤਾ ਨਹੀਂ ਕੀ ਉਹਨਾਂ ਨੇ ਕੀਤਾ ਸੀ ਗੁਨਾਹ ਇੱਦਾਂ ਦਾ, ਤੇ ਵੀ ਇਹ ਬੱਚਾ ਤੁਸੀਂ ਰੱਖ ਲਓ, ਤੁਹਾਡੇ ਕੰਮ ਕਰ ਦਿਆ ਕਰੂ। ਉਹਨਾਂ ਨੇ ਜੀ ਉਹ ਬੱਚੇ ਨੂੰ ਆਪਦੇ ਘਰੇ ਰੱਖ ਲਿਆ, ਪੱਠੇ ਪੁੱਠੇ ਪਾਉਣ ਲਾ ਲਿਆ ਹੌਲੀ ਹੌਲੀ, ਤੇ ਉਹਦਾ ਨਾਂ ਜਮਾਤੂ ਰੱਖਤਾ। ਪਤਾ ਨਹੀਂ ਕਿੱਥੋਂ ਜਮਾਤੂ ਰੱਖਿਆ ਨਾਂ ਉਹਦਾ, ਹੈ ਨਾ। ਤੇ ਬਸ ਉਹਨੇ ਸਾਰੀ ਜ਼ਿੰਦਗੀ ਲਈ ਉਹ ਬੱਚਾ ਉੱਥੇ ਬੰਨਿਆ ਗਿਆ, ਉਸ ਘਰ ਦੇ ਵਿੱਚ ਪੱਠੇ ਪਾਉਂਦਾ, ਗੋਹਾ ਚੱਕਦਾ ਸਾਰਾ ਦਿਨ। ਉਹਦਾ ਹੋਰ ਮੈਂਟਲ ਹੁੰਦਾ ਗਿਆ, ਹੋਰ ਮੈਂਟਲ ਹੁੰਦਾ ਗਿਆ। ਉਹ ਇੰਨਾ ਜ਼ਿਆਦਾ ਮੈਂਟਲ ਹੋ ਗਿਆ ਵੀ ਉਹ ਤੂੜੀ ਤੇ ਸੌ ਜਾਂਦਾ, ਨਹਾਉਣ ਦਾ ਨਹੀਂ ਪਤਾ। ਸਪਰੇਅ ਵਾਲਾ ਡੱਬਾ ਸੀ ਜਿਹੜਾ, ਉਹਦੇ ਵਿੱਚ ਹੀ ਉਹ ਚਾਹ ਪਾਣੀ ਪੀ, ਅਰੇ ਆਸ਼ੀਸ਼ ਚਾਹ ਪਾਣੀ ਪੀ ਲੈਂਦਾ। ਯਾਨੀ ਕਿ ਇੱਦਾਂ ਹੀ ਉਹਦੀ ਜ਼ਿੰਦਗੀ ਚੱਲਦੀ ਗਈ। ਉਸ ਘਰ ਦਾ ਜਿਹੜਾ ਮਾਲਕ ਸੀਗਾ, ਉਹ 25 ਸਾਲ ਸਰਪੰਚ ਰਿਹਾ ਆਪਦੇ ਪਿੰਡ ਦਾ, ਹੈ ਨਾ। ਚੰਗਾ ਧਨਾੜ ਸੀ, 40-50 ਕਿੱਲੇ ਜ਼ਮੀਨ ਸੀ, ਕੋਠੀਆਂ ਸੀ। ਫਿਰ ਜਿਹੜਾ ਜਵਾਈ ਸੀਗਾ, ਜਿਹਨੇ ਗਿਫਟ ਕੀਤਾ ਸੀਗਾ ਇਹ ਬੰਦਾ, ਉਹ ਜੇਲ੍ਹ ਦਾ ਸੁਪਰਡੈਂਟ, ਉਹ ਡਿਪਟੀ ਬਣਿਆ, SP ਬਣਿਆ। ਫਿਰ ਉਹਦੀ ਸ਼ਾਇਦ ਮੌਤ ਹੋ ਗਈ ਸੀਗੀ ਉਹਨਾਂ ਦੀ, ਹੈ ਨਾ। ਉਹ ਵੀਰ ਦੀ ਵੀ ਐਕਸੀਡੈਂਟ ਹੋ ਗਿਆ ਸੀ ਸ਼ਾਇਦ। ਤੇ ਉਸ ਤੋਂ ਬਾਅਦ ਸਾਨੂੰ ਫੋਨ ਆਉਂਦਾ ਵੀ ਇੱਦਾਂ ਇੱਕ ਘਰ ਦੇ ਵਿੱਚ ਬੰਦਾ ਸਰਪੰਚ ਨੇ ਬਹੁਤ ਤਕੜੇ, ਹੈ ਨਾ, ਵੀ ਉਹਨਾਂ ਨੇ ਇੱਕ ਬੰਦਾ ਰੱਖਿਆ ਹੋਇਆ ਇੱਦਾਂ ਮੰਦਬੁੱਧੀ ਯਾਰ, ਵੀ ਉਹ ਗੋਹਾ ਸਿੱਟਦਾ ਸਾਰਾ ਦਿਨ। ਪਿੰਡ ਦੇ ਕਈ ਬੰਦਿਆਂ ਨੇ ਵੀਡੀਓ ਬਣਾ ਕੇ ਭੇਜੀ, ਅਸੀਂ ਉੱਥੇ ਗਏ। ਤੁਸੀਂ ਵੀਡੀਓ ਦੇਖਿਓ ਜਮਾਤੂ ਨੂੰ ਜਦੋਂ ਅਸੀਂ ਲੈ ਕੇ ਆਏ ਸੀ। ਫਿਰੋਜ਼ਸ਼ਾਹ ਪਿੰਡ ਆ ਫਿਰੋਜ਼ਪੁਰ ਦੇ ਕੋਲੇ, ਤੇ ਇੰਨੀ ਜਿੱਦੋ ਜਹਿਦ ਹੋਈ ਸਾਡੀ ਉਹ ਬਾਪੂ ਨਾਲ ਵੀ, ਉਹ ਬੇਬੇ ਨਾਲ ਵੀ, ਜਿਹੜੀ ਜਮਾਤੂ ਦੀ ਮਾਲਕਣ ਸੀ। ਫਿਰ ਅਸੀਂ ਜਮਾਤੂ ਨੂੰ ਉੱਥੋਂ ਬੜੀ ਜਿੱਦੋ ਜਹਿਦ ਕਰਕੇ ਲੈ ਕੇ ਆਏ। ਹੁਣ ਜਿਹੜਾ ਜਮਾਤੂ ਦੱਸਦਾ ਨਾਮ, ਆਪਣਾ ਐਡਰੈਸ ਦੱਸਦਾ, ਉਹ ਐਡਰੈਸ ਹੀ ਖਤਮ ਹੋ ਗਿਆ, ਕਿਉਂਕਿ ਉਹ 40-45 ਸਾਲ ਪਹਿਲਾਂ ਕਿਤੇ ਸ਼ਾਇਦ ਉਹ ਕੋਈ ਆਦੀਵਾਸੀਆਂ ਦੀ ਬਸਤੀ ਸੀਗੀ। ਹੁਣ ਜਿਹੜੇ ਇਹਦੇ ਨਾਲ ਦੇ ਸੀ, ਜੇਲ੍ਹ 'ਚ ਕਿੰਨਾ ਟਾਈਮ ਰਹੇ, ਉਹਨਾਂ ਨੇ ਕਿਹੜਾ ਕ੍ਰਾਈਮ ਕੀਤਾ ਸੀ, ਕੁਛ ਨਹੀਂ ਪਤਾ ਕਿਹੜੀ ਜੇਲ੍ਹ 'ਚ ਰਹੇ, ਕਿਉਂਕਿ ਉਹ ਬੰਦਾ ਵੀ ਚਲਿਆ ਗਿਆ ਇਸ ਦੁਨੀਆ ਤੋਂ ਜਿਹਨੇ ਇਹ ਗਿਫਟ ਕੀਤਾ ਸੀਗਾ। ਤੇ ਇੱਦਾਂ ਦੇ ਹਾਲਾਤ ਨੇ ਵੀ ਹੁਣ ਉਹ ਜਮਾਤੂ ਨੂੰ ਸਾਰੀ ਜ਼ਿੰਦਗੀ ਨਾ ਪਤਾ ਲੱਗਣਾ ਵੀ ਉਹ ਕੌਣ ਸੀ, ਨਾ ਉਹਨਾਂ ਨੂੰ ਪਤਾ ਲੱਗਣਾ ਵੀ ਸਾਡਾ ਬੱਚਾ ਗਿਆ ਕਿੱਥੇ। ਇੱਦਾਂ ਹੀ ਇੱਕ ਆਸ਼ੀਸ਼ ਨਾਂ ਦਾ ਇਹ ਬੱਚਾ, ਸ਼ਾਇਦ ਇਹ ਵੀ ਕਿਸੇ ਇੱਦਾਂ ਦੇ ਇਨਸਾਨ ਦੇ, ਗਲਤ ਇਨਸਾਨ ਦੇ ਧੱਕੇ ਚੜ੍ਹ ਸਕਦਾ ਸੀਗਾ। ਸ਼ਾਇਦ ਇਹ ਵੀ ਬੱਚਾ ਜਮਾਤੂ ਵਰਗੀ ਜ਼ਿੰਦਗੀ ਬਤੀਤ ਕਰਦਾ ਹੁੰਦਾ। ਇਹ ਸਾਨੂੰ ਲੁਧਿਆਣੇ ਤੋਂ ਮਿਲਿਆ ਸੀਗਾ ਜੀ 2017 ਦੇ ਵਿੱਚ, ਲਾਡੋਵਾਲ ਚੌਂਕ ਤੋਂ ਲੁਧਿਆਣੇ, ਜਿੱਥੇ ਟੋਲ ਟੈਕਸ ਆ ਫਲੋਰ ਵਾਲਾ। ਉੱਥੋਂ ਸਾਨੂੰ ਇੱਕ ਭੈਣ ਦਾ ਫੋਨ ਆਇਆ, ਕਹਿੰਦੀ ਮੈਂ TVS ਮੋਟਰਸਾਈਕਲਾਂ ਦੀ ਏਜੰਸੀ 'ਚ ਵੀਰੇ ਕੰਮ ਕਰਦੀ ਹਾਂ, ਥੋੜ੍ਹੇ ਦਿਨ ਪਹਿਲਾਂ ਹੀ ਲੱਗੀ ਹਾਂ ਇੱਥੇ। ਵੀ ਇੱਥੇ ਇੱਕ ਬੱਚਾ ਆਉਂਦਾ ਰੋਜ਼, ਬਹੁਤ ਗੰਦੇ ਕੱਪੜੇ ਪਾਏ ਆ, ਬਹੁਤ ਮਾੜੇ ਹਾਲਾਤ ਨੇ, ਵੀ ਉਹ ਇੱਥੇ ਨੇੜੇ ਪਲਾਟ ਆ, ਉਹਦੇ ਵਿੱਚ ਹੀ ਕਹਿੰਦੇ ਸੌਂਦਾ 1.5-2 ਸਾਲ ਹੋ ਗਏ। ਵੀ ਲੋਕੀ ਉਹਨੂੰ ਕੋਟੀ ਦੇ ਦਿੰਦੇ ਪਾਉਣ ਨੂੰ, ਕੋਟੀਆਂ ਪਾ ਲੈਂਦਾ, 4-4 5-5 ਝੱਗੇ ਪਾਏ ਆ ਉਹਦੇ।
ਤੇ ਇੱਥੇ ਰਜਾਈ ਬਿਸਤਰਾ ਦਿੱਤਾ ਹੋਇਆ, ਪਲਾਟ 'ਚ ਖਾਲੀ ਇੱਕ ਕਮਰਾ ਜਿਹਾ ਪਿਆ ਖੋਲਾ ਜਿਹਾ, ਉਹਦੇ ਵਿੱਚ ਸੌਂ ਜਾਂਦਾ। ਵੀ ਗੁੰਗਾ ਵੀ ਆ ਤੇ ਸੁਣਦਾ ਵੀ ਉਹਨੂੰ ਨਹੀਂ, ਬੋਲਦਾ ਵੀ ਨਹੀਂ ਉਹ, ਵੀ ਉਹਨੂੰ ਇਸ਼ਾਰਾ ਮਾਰਦਾ ਵੀ ਐ ਰੋਟੀ ਖਾਣੀ ਆ ਤਾਂ ਕੋਈ ਰੋਟੀ ਦੇ ਦਿੰਦਾ, ਮੈਂ ਵੀ ਦੇ ਦਿੰਦੀ ਆ। ਤੇ ਜੇ ਇਸ਼ਾਰਾ ਮਾਰਦਾ ਐ ਵੀ ਪੀਣਾ ਕੁਛ ਤੇ ਪੀਣ ਨੂੰ ਦੇ ਦਿੰਦੇ ਆ। ਜੇ ਦੁਕਾਨ ਤੇ ਫਰੂਟ ਵਾਲੀ ਤੇ ਚਲਿਆ ਗਿਆ ਤਾਂ ਫਰੂਟ ਖਾਣ ਨੂੰ ਦੇ ਦਿੰਦੇ ਆ, ਹਨਾ। ਤੇ ਅਸੀਂ ਗਏ ਉੱਥੇ, ਨੇ ਜਾ ਕੇ ਦੇਖਿਆ ਤੇ ਉੱਥੇ ਖੜਾ, ਤੇ ਉਹਨੇ ਦਿਖਾਇਆ ਵੀ ਆਹ ਵਾ ਵੀਰੇ। ਤੇ ਮੈਂ ਉੱਥੇ ਸਾਹਮਣੇ ਹਲਵਾਈ ਦੀ ਦੁਕਾਨ ਸੀ, ਯਕੀਨ ਮੰਨਿਓ ਜੀ, ਮੈਂ ਉੱਥੋਂ ਜਾ ਕੇ 20 ਰੁਪਈਆਂ ਦੀ ਬਰਫੀ ਲੈ ਲਈ, ਲਿਫਾਫੇ 'ਚ ਪਵਾ ਲਈ, ਇੱਕ ਸੰਤਰਾ ਲੈ ਲਿਆ। ਮੈਂ ਇਹਨੂੰ ਸੰਤਰਾ ਫੜਾਇਆ, ਮੈਂ ਕਿਹਾ ਕਿਵੇਂ ਆ? ਕਹਿੰਦਾ ਠੀਕ ਆ। ਮੈਂ ਕਿਹਾ ਇਹਨੂੰ ਬਰਫੀ ਫੜਾਤੀ। ਮੈਂ ਕਿਹਾ ਕੀ ਨਾਂ ਤੇਰਾ? ਇਹ ਕਹਿੰਦਾ ਜੀ ਆਸ਼ੀਸ਼। ਮੈਂ ਕਿਹਾ ਤੇਰੀ ਮੰਮੀ ਦਾ ਨਾਂ ਕੀ ਆ? ਆਪਾਂ ਇਹ ਤੋਂ ਵੀ ਪੁੱਛਦੇ ਹਾਂ ਨਾ। ਪੁੱਤ ਨਾਂ ਕੀ ਹੈ ਤੇਰਾ? ਔਰ ਤੇਰੀ ਮੰਮੀ ਦਾ ਨਾਂ ਕੀ ਆ? ਔਰ ਪਿਤਾ ਜੀ ਦਾ ਨਾਂ ਕੀ ਆ? ਤੇ ਔਰ तेरी बहन का नाम किया? पूजा। और भाई का नाम? परवीन। और गांव का नाम? महतपुर। गांव का नाम? ਉੱਥੇ ਖਾਲੀ ਪਲਾਟ ਦੇ ਵਿੱਚ, ਖਾਲੀ ਕਮਰੇ ਦੇ ਵਿੱਚ ਇਹਨੂੰ ਕਿਸੇ ਨੇ ਮੰਜਾ ਦਿੱਤਾ, ਕਿਸੇ ਨੇ ਬਿਸਤਰਾ ਦਿੱਤਾ, ਕਿਸੇ ਨੇ ਕੋਟੀ ਦੇਤੀ, ਕਿਸੇ ਨੇ ਰੋਟੀ ਦੇਤੀ, ਕਿਸੇ ਨੇ ਦੁੱਧ ਦੇਤਾ। ਸਾਰੇ ਬੰਦੇ ਪੁੰਨ ਤੇ ਲੱਗੇ ਹੋਏ ਸੀ ਵੀ ਅਸੀਂ ਪੁੰਨ ਕਰਦੇ ਆ। ਪਰ ਕਿਸੇ ਨੇ ਇਹ ਨਹੀਂ ਸੋਚਿਆ ਵੀ ਇਹ ਨਿੱਕਾ ਜਿਹਾ ਬੱਚਾ ਇਕੱਲਾ ਕਿੱਥੋਂ ਆਇਆ, ਇਹਦਾ ਕੌਣ ਆ। ਕੋਈ ਉਸ ਟਾਈਮ ਇਹਦੀ ਭਾਲ ਕਰ ਲੈਂਦੇ। ਸਾਲ ਬਾਅਦ ਦੱਸੀ ਦਾ ਦਿਖਾਈ ਦਾ। ਦੂਸਰੀ ਸਭ ਤੋਂ ਨੂੰ ਵੀ ਨਹੀਂ ਪਤਾ ਐਡਰੈਸ, ਇਹ ਪਿੰਡ ਦਾ ਨਾਮ ਪੰਜਾਬ ਦਾ ਪੰਜਾਬ ਦੇ ਨਾਮ ਦੀ ਜਾਂਦਾ। ਕਈ ਵਾਰੀ ਕਿਤੇ ਪਟਿਆਲਾ ਕਹਿ ਦਿੰਦਾ, ਹਨਾ, ਕਿਤੇ ਜਗਰਾਓਂ ਕਹਿ ਦਿੰਦਾ। ਤੇ ਪਲੀਜ਼ ਤਾਂ ਨੂੰ ਚੱਕ ਸ਼ੀਸ਼ ਉੱਪਰ ਉੱਧਰ ਦੇ। ਇਹ ਬੱਚੇ ਨੂੰ ਜੇ ਕੋਈ ਪਹਿਚਾਣਦਾ ਸਾਡੇ ਨਾਲ ਸ਼ੇਅਰ ਜ਼ਰੂਰ ਕਰਿਓ ਗੱਲ। ਸਾਡੇ ਨੰਬਰ ਦਿੱਤੇ ਹੋਏ ਆ, ਜਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ, ਸ਼ਾਇਦ ਕੋਈ ਪਹਿਚਾਣਦਾ ਮਿਲ ਹੀ ਜਾਵੇ ਆਪਾਂ ਨੂੰ। ਇਹਦਾ ਨਾਂ ਆਸ਼ੀਸ਼ ਆ, ਹਨਾ। ਤੇ ਇਸੇ ਤਰ੍ਹਾਂ ਸਾਡੇ ਕੋਲੇ ਹੋਰ ਵੀ ਬੜੇ ਪਰਿਵਾਰ ਦੇ ਮੈਂਬਰ ਆ ਜਿਨ੍ਹਾਂ ਦਾ, ਆਪਣੇ ਦੀਪਕ, ਉਹ ਦੀਪਕ ਜਿਨ੍ਹਾਂ ਦਾ ਕੁਝ ਵੀ ਨਹੀਂ ਪਤਾ। ਇਹ ਦੀਪਕ ਆ ਜੀ, ਇਹਦਾ ਵੀ ਕੁਝ ਨਹੀਂ ਪਤਾ। ਇਹ ਆਪਣਾ ਨਾਮ ਪਿੰਡ ਜਿਹੜਾ ਦੱਸਦਾ, ਇਹ ਵੀ ਗੁੱਜਰਾਂ ਨੇ ਗਲਾ ਕਣਕਪੁਰ ਦਾ ਨਾਮ। ਆਵਾਜ਼ ਇਹਦੀ ਕੁੜੀਆਂ ਵਾਂਗੂ ਵਿਚਾਰੇ ਦੀ। ਕਣਕਪੁਰ। ਔਰ ਜ਼ਿਲ੍ਹਾ ਹੈ ਪਤਾ ਨਹੀਂ, ਕੁਛ ਨਹੀਂ ਪਤਾ। ਹੁਣ ਪਤਾ ਨਹੀਂ ਕਿੱਥੋਂ ਗੁੱਜਰ ਲੈ ਕੇ ਆਏ ਹੋਣੇ ਇਹਨੂੰ ਖਰੀਦ ਕੇ, ਹਨਾ। ਕਿੰਨੇ ਸਾਲਾਂ ਤੋਂ ਇਹ ਗੋਹਾ ਸਿੱਟ ਰਿਹਾ ਸੀ ਉੱਥੇ, ਕੁਛ ਨਹੀਂ ਪਤਾ। ਹੁਣ ਗੁੱਜਰਾਂ ਨੇ ਇਹਨੂੰ 10,000 ਚ 15,000 ਚ ਖਰੀਦ ਲਿਆਂਦਾ ਕਿਤੋਂ, ਹਨਾ। ਤੇ ਉਹ ਗੁੱਜਰਾਂ ਦੇ ਬਾੜੇ ਦੇ ਵਿੱਚ ਕਿੰਨੇ ਸਾਲ ਇਹਨੇ ਗੋਹਾ ਚੱਕਿਆ, ਕੋਈ ਆਈਡੀਆ ਨਹੀਂ। ਜਦੋਂ ਉੱਥੇ ਜਾਈਦਾ ਛਡਾਉਣ ਗੁੱਜਰਾਂ ਦੇ ਬਾੜੇ 'ਚ ਕਿਸੇ ਵੀ ਬੰਦੇ ਨੂੰ, ਅਸੀਂ ਉਹ ਕਹਿ ਦਿੰਦੇ ਆ ਇਹ ਤਾਂ ਜੀ ਮਹੀਨਾ ਪਹਿਲਾਂ ਹੀ ਸਾਨੂੰ ਮਿਲਿਆ ਸੀ। ਇਹ ਸੜਕ ਤੇ ਜਾਂਦਾ ਸੀ ਵਿਚਾਰਾ, ਭੁੱਖਾ ਸੀ ਬਹੁਤ ਜ਼ਿਆਦਾ, ਤੇ ਅਸੀਂ ਇਹਨੂੰ ਰੋਟੀ ਖਵਾਤੀ, ਸਾਡੇ ਨਾਲ ਹੀ ਆ ਗਿਆ। ਤੇ ਫਿਰ ਅਸੀਂ ਇਹਨੂੰ ਚਲੋ ਕਿਹਾ ਰੋਟੀ ਖਾ ਲਿਆ ਕਰ, ਤੇ ਸਾਡੇ ਨਾਲ ਮਾੜਾ ਮੋਟਾ ਕੰਮ ਕਰਾ ਦਿੰਦਾ। ਹਰ ਜਦੋਂ ਬੰਦਾ ਛਡਾਉਣ ਜਾਈਦਾ ਉਹਨਾਂ ਦੀ ਵਾਰਡਿੰਗ ਇਹੀ ਹੁੰਦੀ ਆ, ਉਹਨਾਂ ਦਾ ਰੱਟਿਆ ਰਟਾਇਆ ਇੱਕੋ ਹੀ ਸਵਾਲ ਦਾ ਜਵਾਬ ਹੁੰਦਾ, ਚਾਹੇ ਉਹ ਸਰਪੰਚ ਆ ਜਾਵੇ ਪਿੰਡ ਦਾ, ਚਾਹੇ ਪੁਲਿਸ ਆ ਜਾਵੇ। ਤੇ ਉਹ ਕਹਿੰਦੇ ਜੀ ਸਾਨੂੰ ਤਾਂ ਇਹ ਵਿਚਾਰਾ ਭੁੱਖਾ ਪਿਆ ਸੀ ਉੱਥੇ, ਅਸੀਂ ਤੁਰੇ ਜਾਂਦੇ ਸੀ, ਇਹ ਰੋਣ ਲੱਗ ਗਿਆ ਸਾਨੂੰ ਦੇਖ ਕੇ, ਸਾਨੂੰ ਬੜਾ ਤਰਸ ਆਇਆ, ਅਸੀਂ ਇਹਨੂੰ ਰੋਟੀ ਖਵਾਤੀ, ਤੇ ਸਾਡੇ ਮਗਰ ਆ ਗਿਆ, ਸਾਡੇ ਨਾਲ ਘਰੇ ਰਹਿ ਕੇ ਸਾਡੇ ਕੋਲੇ ਹੁਣ ਇਹ ਸੇਵਾ ਕਰਾ ਦਿੰਦਾ। ਤੇ ਇਦਾਂ ਹੀ ਬਾਪੂ ਜੀ ਆ ਜਾਓ, ਅਮਰਜੀਤ ਬਾਈ ਜੀ ਆ ਜਾਓ। ਇਹ ਬਾਪੂ ਅਮਰਜੀਤ ਸਿੰਘ ਜੀ ਹੈ ਜੀ ਸਾਡੇ। ਇੱਧਰ ਬਜ਼ੁਰਗਾਂ ਦਾ ਸਾਡਿਆਂ ਦਾ ਥੋੜਾ ਜਿਹਾ ਲੱਗਿਆ ਹੋਇਆ ਵਾ, ਮਾਝਵਾ ਬੈਠੇ ਨੇ ਬਾਪੂ ਜੀ। ਬਹਿ ਜਾਓ ਬਾਪੂ। ਬਾਬਾ ਮਸਕੀਨ ਜੀ ਦੀ ਕਥਾ ਲੱਗੀ ਹੋਈ ਆ ਕੋਲੇ। ਬਾਪੂ ਗਿੰਦਰ ਮੋਹਨ ਸਿੰਘ ਜੀ ਬੈਠੇ ਨੇ ਜਿਹੜੇ ਬਲਾਈਂਡ ਸੀ, ਦੇਖ ਨਹੀਂ ਸਕਦੇ ਸੀ ਪਹਿਲਾਂ। ਤੇ ਨਾਲ ਬਾਪੂ ਕੁਲਵੀਰ ਸਿੰਘ ਕਾਕਾ ਜੀ, ਉਹ ਬਲਾਈਂਡ ਨੇ, ਅੱਜ ਤੱਕ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ। ਤੇ ਇੱਧਰ ਬਾਪੂ ਸਾਡੇ ਬਿਆਨ ਸਿੰਘ ਢਿੱਲੋਂ ਜੀ ਬੈਠੇ ਨੇ, ਰੇਡੀਓ ਤੇ ਕਥਾ ਸੁਣ ਰਹੇ ਨੇ। ਬਾਪੂ ਅਮਰਜੀਤ ਸਿੰਘ ਜੀ ਦਿੱਲੀ ਵਾਲੇ, ਹਨਾ। ਜਿਵੇਂ ਬਾਪੂ ਜੀ ਬਾਪੂ ਨੂੰ ਸੈਰ ਕਰਾਉਂਦੇ ਨੇ, ਚਾਹੇ ਗੁਰੂ ਘਰ ਜਾਣਾ, ਚਾਹੇ ਪ੍ਰਸ਼ਾਦਾ ਛਕਣਾ, ਚਾਹੇ ਇੱਥੇ ਸੈਰ ਕਰਨੀ ਆ। ਇਹ ਬਾਪੂ ਅੱਖਾਂ ਤੋਂ ਅੰਨਾ ਰਿਹਾ 10 ਸਾਲ, ਇਹਨੂੰ ਪਤਾ ਵੀ ਬਿਨਾਂ ਅੱਖਾਂ ਤੋਂ ਜ਼ਿੰਦਗੀ ਕਿਹੋ ਜਿਹੀ ਹੁੰਦੀ ਆ। ਇਹ ਆਪ ਹੀ ਬਾਪੂ ਉਹਨਾਂ ਦੀ ਬਾਂਹ ਫੜ ਲੈਂਦਾ, ਆਪ ਹੀ ਜ਼ਿੰਮੇਵਾਰੀ ਅਸੀਂ ਨਹੀਂ ਲਾਈ, ਆਪੇ ਹੀ ਉਹਨਾਂ ਨੂੰ ਫੜ ਕੇ ਜ਼ਿੰਮੇਵਾਰੀ ਨਿਭਾਉਣੀ ਸ਼ੁਰੂ ਕਰਤੀ, ਚਾਹੇ ਉਹ ਸੈਰ ਕਰਨੀ। ਬਾਪੂ ਜੀ ਕਢਾਇਓ ਕਿਹੜਾ ਬਾਪੂ ਦਾ। ਤੇ ਇੱਦਾਂ ਜਾਨੀ ਬਾਪੂ ਜੀ ਸਾਨੂੰ ਜੀ ਦਿੱਲੀ ਸਿੰਘੂ ਬਾਰਡਰ ਤੇ ਜਦੋਂ ਸਾਡੀ ਸੇਵਾ ਲਾਈ ਵਾਹਿਗੁਰੂ ਨੇ, ਅਸੀਂ ਉੱਥੇ ਲੰਗਰ ਲਗਾਇਆ ਹੋਇਆ ਸੀ ਕਿਸਾਨ ਜਥੇਬੰਦੀਆਂ ਦੇ ਨਾਲ, ਹਨਾ। ਅਸੀਂ ਵੀ ਆਪਣਾ ਪੂਰਾ ਉੱਥੇ 3 ਮਹੀਨੇ ਤਾਂ ਅਸੀਂ ਖੁਦ ਰਹੇ, 3.25 ਮਹੀਨੇ। ਉਸ ਤੋਂ ਬਾਅਦ ਫਿਰ ਸਾਡੇ ਵਲੰਟੀਅਰ ਹਜੇ ਤੱਕ ਵੀ ਸਾਡਾ ਗੁਰੂ ਕਾ ਲੰਗਰ ਉੱਥੇ ਉਸੇ ਤਰ੍ਹਾਂ ਮੌਜੂਦ ਆ। ਪਰ ਹੁਣ ਥੋੜ੍ਹੇ ਦਿਨਾਂ ਤੋਂ ਅਸੀਂ ਉਹਨਾਂ ਨੂੰ ਬੰਦ ਕੀਤਾ ਹੋਇਆ, ਪਰ ਉੱਥੇ ਸਾਡਾ ਇੱਕ ਬੰਦਾ ਤੇ ਸਾਰਾ ਸਮਾਨ ਉੱਥੇ ਉਦੋਂ ਹੀ ਪਿਆ, ਚਾਰੇ ਪਾਸੇ ਅਸੀਂ ਬੰਦ ਕਰਤਾ। ਉੱਥੋਂ ਬਾਪੂ ਜੀ ਸਾਨੂੰ ਇੱਕ ਦਿਨ ਮਿਲੇ, ਇਹਨਾਂ ਨੂੰ ਕਿਸੇ ਨੇ ਸਾਡਾ ਨੰਬਰ ਦੇਤਾ, ਇਹ ਤੁਰਦੇ ਤੁਰਦੇ ਸਾਡੇ ਲੰਗਰ 'ਚ ਆ ਗਏ। ਗੰਦੇ ਕੱਪੜੇ ਪਾਏ ਹੋਏ, ਬਹੁਤ ਮਾੜੀ ਹਾਲਤ ਸੀ ਬਾਪੂ ਜੀ। ਇਹਨਾਂ ਨੇ ਆ ਕੇ ਰੋਣ ਲੱਗ ਕੇ ਦੱਸਿਆ ਵੀ ਮੈਂ ਬਹੁਤ ਤਕਲੀਫ 'ਚ, ਮੈਨੂੰ ਕੋਈ ਟਿਕਾਣਾ ਨਹੀਂ ਕਹਿਣ ਦਾ। ਤੁਹਾਡਾ ਕਿਸੇ ਨੇ ਨੰਬਰ ਦਿੱਤਾ ਤੇ
ਕਰਨ ਵਾਲਾ ਸੀਗਾ, ਕੋਈ ਉੱਥੋਂ ਨਾਲ ਲੈ ਆਏ ਦਿੱਲੀ ਤੋਂ। ਹੌਸਲੇ 8-9 ਮਹੀਨੇ ਜਦੋਂ ਦਾ ਅੱਜ ਚੱਲਦਾ, ਸਾਨੂੰ ਫਰਵਰੀ 'ਚ ਮਿਲੇ ਸੀਗੇ, ਤੇ ਉਦੋਂ ਤੋਂ ਲੈ ਕੇ ਹੁਣ ਤੱਕ 7-8 ਮਹੀਨੇ ਤੋਂ ਬਾਪੂ ਜੀ ਸਾਡੇ ਕੋਲੇ ਨੇ। ਤੇ ਇਹਨਾਂ ਦੀ ਵੀ ਬੜੀ ਦੁੱਖੀ ਤੇ ਦੁੱਖ ਭਰੀ ਦਾਸਤਾਂ ਵਾ। ਤੇ ਥੋੜੀ ਬਾਪੂ ਛੋਟੇ ਜਿਹੇ ਲੱਗਦਾ ਜੀ, ਥੋੜੀ ਸ਼ੌਰਟ ਜਿਹੀ ਹੁੰਦੀ ਕੀ ਗੱਲ ਸੀ, ਕਾਹਤੋਂ ਕਿੱਦਾਂ ਦੇ ਹਾਲਾਤ ਹੋ ਗਏ ਤੁਹਾਡੇ? ਤੁਸੀਂ ਦੱਸਦੇ ਇੰਨੀਆਂ ਫੈਕਟਰੀਆਂ ਦੇ ਨਾਲ ਕੰਮ ਘਰੋਂ ਬਾਹਰ ਸੀ, ਮੰਮੀ ਮਿਲੀ ਹੋਈ ਸੀ ਤੇ ਪਟੋਲਾ ਲੱਗੇ ਠੀਕ ਮੰਨ ਲਈ, ਉਹਦੇ ਤੋਂ ਐਕਟਿੰਗ ਕਰਕੇ ਦਿਖਾ ਦਈਏ, ਕੱਪੜੇ ਲਾ ਕੇ ਪੱਪੜੀ ਉਤਾਰ ਕੇ ਚੌਂਕ ਦੇ ਵਿੱਚ, ਤਾਂ ਵੀ ਘਰ ਵਾਲਿਆਂ ਨੂੰ ਸ਼ਰਮ ਨਹੀਂ ਆਈ, ਮੰਮੀ ਮਿਲੀ ਹੋਈ ਸੀ ਵਿੱਚ ਤੇ ਉਹ ਪ੍ਰਾਪਰਟੀ ਸਾਰੀ ਰੱਖ ਲਈ। ਬਾਪੂ ਤੇਰੇ ਭੈਣ ਭਰਾ ਤੇਰੇ ਪਰਿਵਾਰ ਸਾਰਾ ਹੀ ਤੇਰੇ ਉਲਟ ਕੱਟ ਹੋ ਗਿਆ। ਬਸ ਇਹਦੇ 'ਚ ਵੀ ਕੋਈ ਕਮੀ ਹੋਊਗੀ, ਦੇਖੋ ਐ ਨਹੀਂ ਇੱਕ ਹੱਥ ਨਾਲ ਤਾੜੀ ਨਹੀਂ ਮਾਰੀ ਬਾਪੂ ਜੀ, ਤੁਹਾਡੇ 'ਚ ਵੀ ਕੋਈ ਕਮੀ ਰਹੀ ਹੋਊਗੀ। ਇਲਾਜ ਆਦਮੀ ਨਹੀਂ ਹੈਗਾ ਜੀ, ਥੋੜਾ ਸਰਦਾਰ ਬੰਦਾ ਬਸ। ਆਪ ਜਾਨੀ ਕਿ ਤੁਸੀਂ ਜਾਣ ਕੇ ਤੰਗ ਤੋਂ ਕਰਦੇ ਸੀ ਉਹਨਾਂ ਨੂੰ ਜ਼ਿਆਦਾ, ਤਾਂ ਮੈਂ ਵੀ ਕੰਮ ਤੋਂ ਕੀ ਕਰਨਾ ਜੀ। ਆ ਫਿਰ ਕਾਹ ਤੋਂ ਉਲਟ ਹੋ ਜਦੋਂ ਦੇ ਪਿਤਾ ਜੀ ਦੀ ਡੈਥ ਹੋਈ ਹੈ, ਜਦੋਂ ਦਾ ਹੀ ਮਤਲਬ ਐ ਕੰਮ ਹੋਇਆ। ਕਾਕੇ ਥੋੜਾ ਦੁੱਧ ਦਿਓ ਪੀਣ ਨੂੰ। ਤੇ ਨਹੀਂ ਬਾਪੂ ਜੀ, ਤੁਸੀਂ ਕੀ ਕੰਮ ਕਰਦੇ, ਕਿੰਨਾ ਪੜ੍ਹੇ ਹੋ ਤੁਸੀਂ? ਪੜ੍ਹੇ ਕੁਛ ਨਹੀਂ ਹੈ। ਅੱਛਾ, ਕਿੰਨੇ ਭਰਾ ਹੋ? 4 ਭਰਾ। 4 ਭਰਾ। ਕਿੱਥੇ ਰਹਿੰਦੇ ਆ? ਦਿੱਲੀ ਕਿੱਥੇ? ਦਿੱਲੀ ਕਾਲਕਾ ਜੀ। ਕਾਲਕਾ ਜੀ, ਗੋਬਿੰਦਪੁਰੀ ਕਾਲਕਾ ਜੀ ਦਿੱਲੀ ਰਹਿੰਦੇ ਆ। ਦੂਜੇ ਭਰਾ ਉੱਥੇ ਰਹਿੰਦੇ ਆ। ਕੀ ਕੰਮ ਸੀ ਤੁਹਾਡੇ ਪਿਤਾ ਜੀ ਦਾ? ਸਾਡਾ ਤਾਂ ਬਹੁਤ ਤਕੜਾ ਕੰਮ ਸੀ, ਟਰੱਕਾਂ ਦਾ ਸਪੇਅਰ ਪਾਰਟ ਵੇਚਦੇ। ਅੱਛਾ, ਕੀ ਨਾਂ ਤੇ ਦੁਕਾਨ ਸੀ ਕੋਈ? ਬਦਰਪੁਰ ਹਾਂਜੀ। ਪੰਜਾਬ ਮੋਟਰ ਸਟੋਰ, ਭਾਰਤ ਮੋਟਰ ਸਟੋਰ। ਇਹ ਤੁਹਾਡੀਆਂ ਸੀਗੀਆਂ ਪੰਜਾਬ ਭਰਾਵਾਂ ਦੇ ਨਾਮ। ਹਾਂ, ਜਾਨੀ ਕਿ ਤੁਹਾਡੇ ਪਰਿਵਾਰ ਦੀਆਂ ਸੀ, ਤੁਹਾਡੇ ਪਿਤਾ ਜੀ ਦੀਆਂ ਸੀ। ਹਾਂਜੀ ਹਾਂਜੀ। ਇੱਕ ਪੰਜਾਬ ਮੋਟਰ ਸਟੋਰ ਕਿੱਥੇ ਸੀ ਇਹ? ਉੱਥੇ ਹੀ ਦਿੱਲੀ ਸੀ। ਆ ਕਿੱਥੇ ਦਿੱਲੀ 'ਚ? ਬਦਰਪੁਰ। ਬਦਰਪੁਰ ਸੀ। ਤੇ ਦੂਜੀ ਜਿਹੜੀ ਇੱਕ ਹੋਰ ਮੋਟਰ ਕਿਹੜੀ ਕਿਹਾ ਤੁਸੀਂ? ਲਾਲ ਕੂਆਂ ਇੱਕ ਬੱਸ ਦਾ ਡਿਪੂ ਹੈਗਾ ਪੂਰੀ, ਹਾਂ ਉਧਰ ਅੱਛਾ ਜੀ, ਸੀ। 3 ਦੁਕਾਨਾਂ ਸੀ। ਤੇ ਉਹ ਤੁਹਾਡੇ ਭਰਾ ਕਿੰਨੇ ਆ ਤੁਸੀਂ? 4 ਭਰਾ ਜੀ। ਦੂਜੇ 3 ਭਰਾ 3 ਦੁਕਾਨਾਂ ਚਲਾਉਂਦੇ ਸੀ। ਠੀਕ ਹੈ ਬਾਪੂ ਜੀ। ਅਸੀਂ ਉਹਨਾਂ ਨਾਲ ਹੈਲਪ ਉਮਰ ਕਰਵਾ ਦਿੰਦੇ। ਤੁਸੀਂ ਦੁਕਾਨ ਕਾਹਤੋਂ ਨਹੀਂ ਚਲਾਈ ਆਪਦੀ? ਕੀ ਗੱਲ ਹੋ ਗਈ? ਤੁਸੀਂ ਸਿੱਧੇ ਥੋੜੇ ਜਿਹੇ ਸਿੱਧੇ ਆ ਜੀ, ਥੋੜੇ ਸਿੱਧੇ ਸੀਗੇ। ਠੀਕ ਹੈ। ਉਸ ਤੋਂ ਬਾਅਦ ਫਿਰ ਬਾਪੂ ਜੀ ਤੁਸੀਂ ਉਹਨਾਂ ਨਾਲ ਕੰਮ ਕਰਾਉਂਦੇ ਸੀ, ਤੁਹਾਡਾ ਵਿਆਹ ਨਹੀਂ ਹੋਇਆ ਫਿਰ? ਵਿਆਹ ਹੋਇਆ ਸੀ, ਉਹ ਘਰ ਵਾਲੀ ਵੀ ਚੰਗੀ ਨਹੀਂ ਨਿਕਲੀ। ਉਹ ਕਿੰਨੇ ਬੱਚੇ ਸੀ ਤੁਹਾਡੇ? ਇੱਕ ਮੁੰਡਾ ਜੀ, ਮੁੰਡਾ ਵੀ ਨਹੀਂ ਰੱਖਦਾ। ਉਹ ਕਿੰਨਾ ਸਾਲ ਦਾ ਹੋ ਗਿਆ ਉਹ ਮੁੰਡਾ? ਮੁੰਡਾ ਹੈਗਾ ਜੀ ਇਹਦੇ ਬਰਾਬਰ ਦਾ ਹੈ ਮੁੰਡੇ ਦਾ। ਅੱਛਾ, ਉਹਦਾ ਕੀ ਨਾਂ ਜੀ? ਹੁਣ ਕੀ ਕਰਦਾ? ਕੀ ਹੈ ਜੀ ਉਹਦਾ ਨਾਮ? ਲੱਕੀ। ਕੀ ਕਰਦਾ ਜੀ ਹੁਣ? ਉਹ ਕਿਸੇ ਬੈਂਕ ਦੀ ਨੌਕਰੀ ਕਰਦਾ। ਤੇ ਉਹਨਾਂ ਨੂੰ ਵੀ ਨਹੀਂ ਸਰ ਦਿੱਤਾ ਘਰਦਿਆਂ ਨੇ? ਨਹੀਂ ਜੀ, ਉਹਨਾਂ ਉਹ ਤੇ ਵੱਖਰਾ ਹੀ ਰਹਿੰਦਾ ਜੀ, ਉਹਨੇ ਰੱਖਿਆ ਨਹੀਂ ਮੈਨੂੰ। ਨਹੀਂ ਰੱਖਿਆ। ਪਰ ਤੁਹਾਡਾ ਜਿਹੜਾ ਪਿਓ ਦਾਦਿਆਂ ਦੀ ਜਿਹੜੇ ਫਰੂਟ ਸੀਗੀਆਂ ਦੁਕਾਨਾਂ ਵਗੈਰਾ, ਉਹਦੇ ਚੋਂ ਤੁਹਾਡੇ ਬੇਟੇ ਨੂੰ ਤਾਂ ਹਿੱਸਾ ਮਿਲਿਆ ਹੀ ਹੋਊਗਾ ਕਿ ਨਹੀਂ? ਮਿਲਿਆ ਸੀ। ਮਿਲਿਆ ਨਾ। ਤੁਹਾਡੀ ਵਾਈਫ ਤੇ ਤੁਹਾਡੇ ਜਿਹੜਾ ਬੇਟਾ ਵਾ, ਹੁਣ ਤਾਂ ਤੁਹਾਡੀ ਜਾਇਦਾਦ ਤੇ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਣੇ। ਘਰ-ਬਾਰ ਤੁਹਾਡਾ ਹੀ ਸੀ। ਹਾਂਜੀ ਹਾਂਜੀ। ਅੱਛਾ, ਹੁਣ ਚਲੋ ਮੰਨ ਲਓ ਤੁਹਾਨੂੰ ਮਾਂ ਪਿਓ ਨਾਲ ਨਹੀਂ, ਪਿਓ ਦੇ ਮਰਨ ਤੋਂ ਬਾਅਦ ਮੰਮੀ ਨਾਲ ਵੀ ਭਰਾਵਾਂ ਨਾਲ ਨਹੀਂ ਬਣੀ, ਫਿਰ ਵਾਈਫ ਨਾਲ ਵੀ ਨਹੀਂ ਬਣੀ, ਘਰ ਵਾਲੀ ਨਾਲ ਵੀ ਨਹੀਂ ਬਣੀ? ਘਰ ਵਾਲੀ 8 ਭੈਣਾਂ ਜੀ, 8 ਭੈਣਾਂ ਇੱਦਾਂ ਦੀਆਂ ਜੀ। ਸਕਮ ਮਾਮੇ ਦਾ ਮੁੰਡਾ ਇੱਦਾਂ ਸੀ ਘਰ, ਉਹਦੇ ਨਾਲ ਚੱਕਰ ਹੋ ਗਿਆ। ਨਹੀਂ ਬਾਪੂ ਐ ਨਹੀਂ ਕਹਿਣਾ, ਲਾਈਫ ਵੀ ਚੱਲਦਾ, ਪਰ ਆਹ ਗੱਲ ਨਹੀਂ ਕਹਿਣੀ ਇਸ ਉਮਰ 'ਚ ਆ ਕੇ। ਤੁਸੀਂ ਅੱਛਾ ਚਲੋ ਸਿਆਣੇ ਹੋ, ਦੇਖੋ ਆਹ ਗੱਲਾਂ ਆਪਾਂ ਪਰਿਵਾਰ ਦੇ ਕਿਸੇ ਤੇ ਉਂਗਲ ਨਹੀਂ ਚੱਕਣੀ। ਮੇਰੀ ਇੱਕ ਬੇਨਤੀ ਹੈ ਬਾਪੂ ਜੀ, ਮੈਂ ਤੁਹਾਨੂੰ ਤਾਂ ਲੈ ਕੇ ਆਇਆ, ਤੁਸੀਂ ਮੈਨੂੰ ਕਿਹਾ ਸੀ ਮੈਂ ਆਪਣੀਆਂ ਕੁਝ ਗੱਲਾਂ ਦੱਸਣੀਆਂ ਚਾਹੁੰਦਾ, ਸਾਂਝੀਆਂ ਕਰਨੀਆਂ ਚਾਹੁੰਦਾ। ਤੁਸੀਂ ਉੱਥੇ ਦੁਕਾਨਾਂ ਤੇ ਕੰਮ ਕਰਦੇ ਰਹੇ, ਤੁਹਾਨੂੰ ਕੋਈ ਤਨਖਾਹ ਦਿੰਦੇ? ਨਹੀਂ ਨਹੀਂ, ਜਦੋਂ ਫੈਕਟਰੀ ਨੂੰ ਅਲੱਗ ਨੌਕਰੀ ਕਰਦਾ ਸੀ ਉਦੋਂ ਮਿਲਦੀ ਜੀ ਤੱਕ। ਠੀਕ। ਆਪਣੇ ਘਰੇ ਬੱਚਿਆਂ ਨੂੰ ਤੁਸੀਂ ਕਦੇ ਆਪਣੀ ਤਨਖਾਹ ਦਿੱਤੀ? ਹਾਂਜੀ ਆਪਣੀ ਘਰ ਵਾਲੀ ਨੂੰ ਕਦੇ ਰੋਟੀ ਹਾਂਜੀ ਆਪ ਕਮਾ ਕੇ ਖਵਾਈ ਹੈ? ਦਿੰਦੇ ਸੀ, ਕਰਦੇ ਸੀ। ਫਿਰ ਉਹ ਕਾਹਤੋਂ ਐਂਟੀ ਹੋ ਗਈ ਬਾਪੂ? ਤੁਹਾਡਾ ਬੇਟਾ ਵੀ ਚਲੋ ਮੰਨ ਲੈਂਦੇ ਆ, ਘਰ ਵਾਲੀ ਨਾਲ ਤੁਸੀਂ ਦੱਸਦੇ ਹੋ ਕਿ ਡਿਸਪਿਊਟ ਰਿਹਾ ਹੋ, ਗੁੱਸੇ ਗਿੱਲੇ ਹੋਣਗੇ, ਬੇਟੇ ਨਾਲ ਕਾਹਦਾ ਗੁੱਸਾ ਗਿੱਲਾ ਹੁੰਦਾ? ਪਿਓ ਤਾਂ ਪਿਓ ਹੀ ਹੈ ਨਾ। ਉਹ ਤਾਂ ਕਹਿੰਦਾ ਜੀ ਆਪਣਾ ਹਿੱਸਾ ਲਾਓ, ਚੱਕਰ ਤੇ ਸਾਰਾ ਪ੍ਰਾਪਤੀ ਦਾ ਹੈ। ਹਾਂ, ਇਹ ਗੱਲ ਦੱਸੋ ਬਸ ਉਹ ਕੀ ਕਹਿੰਦੇ ਆ? ਕਹਿੰਦੇ ਬਈ ਆਪਣਾ ਹਿੱਸਾ ਲਾਓ ਤੇ ਅਸੀਂ ਘਰੇ ਰੱਖ ਲੈਂਦੇ ਹਾਂ, ਬਸ ਬਿਮਾਰੀ ਆਈ ਹੈ। ਜਿਹੜੀ ਅਸਲ ਗੱਲ ਤੁਹਾਡੇ ਸਾਹਮਣੇ ਲੈ ਕੇ ਆਉਣੀ ਸੀ ਉਹ ਇਹ ਆ, ਬਾਪੂ ਜੀ ਕਹਿੰਦਾ ਵੀ ਮੇਰੀ ਵਾਈਫ ਤੇ ਬੱਚੇ ਮੇਰੇ ਨਾਲ ਕਾਹਤੋਂ ਲੱਗ ਹੋਏ, ਜਿਹੜਾ ਇਹਨਾਂ ਨੂੰ ਹਿੱਸਾ ਮਿਲਣਾ ਸੀ, ਇਹਨਾਂ ਨੂੰ ਇਹਦੇ ਭਰਾਵਾਂ ਤੋਂ, ਮੰਮੀ ਤੋਂ, ਡੈਡੀ ਵਾਲਾ, ਉਹ ਹਿੱਸਾ ਮਿਲਿਆ ਨਹੀਂਗਾ, ਕਿਉਂਕਿ ਥੋੜੇ ਸਿੱਧੇ ਸੀ। ਇਹਦੇ ਭਰਾ ਦੁਕਾਨਾਂ ਚਲਾਉਂਦੇ ਸੀ, ਉਹਨਾਂ ਨੇ ਆਪਣੇ ਨਾਂ ਤੇ ਦੁਕਾਨਾਂ ਕਰ ਲਈਆਂ ਤੇ ਇਹ ਆਪਦੇ ਰਹਿ ਗਏ ਉਸੇ ਤਰ੍ਹਾਂ ਹੀ ਸਿੱਧੇ ਪੁਣੇ 'ਚ ਹੀ। ਉਸ ਤੋਂ ਬਾਅਦ ਜਦੋਂ ਇਹਨਾਂ ਦਾ ਵਿਆਹ ਕਰਤਾ, ਵਿਆਹ ਕਰਕੇ ਜਿੰਨਾ ਕਿ ਥੋੜਾ ਬਹੁਤਾ ਇਹਨਾਂ ਨੂੰ ਹਿੱਸਾ ਆਉਂਦਾ ਸੀ ਮਾੜਾ ਮੋਟਾ, ਜਿਹੜਾ ਉਸ ਟਾਈਮ ਉਹ ਦੇਤਾ। ਬਾਕੀ ਜਿਹੜਾ ਬਰਾਬਰ ਦਾ ਹਿੱਸਾ ਸੀ, ਜੇ 4 ਹਿੱਸਿਆਂ 'ਚ ਵੰਡਣਾ 4 ਭਰਾਵਾਂ ਨੂੰ, ਉਹ ਨਹੀਂ ਮਿਲਿਆ।
ਹੁਣ ਬੇਟਾ ਵੀ ਇਹਨਾਂ ਦਾ ਇਹ ਤੋਂ ਬਿਨਾ, ਇਹਨਾਂ ਦੇ ਖਰਚੇ ਤੋਂ ਬਿਨਾ, ਇਹਨਾਂ ਦੇ ਪਰਿਵਾਰ ਦੀ ਸਪੋਰਟ ਤੋਂ ਬਿਨਾ ਪਲਿਆ, ਕਿਉਂਕਿ ਇਹਦੀ ਮੰਮੀ ਹੈ ਜਿਹੜੇ ਉਹੀ ਕਮਾਈ ਕਰਦੇ ਹੋਣਗੇ, ਯਾਨੀ ਕਿ ਉਹ ਬੱਚੇ ਦੀ ਮੰਮੀ, ਇਹਨਾਂ ਦੀ ਵਾਈਫ ਹੈ ਨਾ। ਤੇ ਜਦੋਂ ਫਿਰ ਉਹ ਵੱਡਾ ਹੋ ਗਿਆ ਬੱਚਾ, ਹੁਣ ਉਹ ਇਹ ਕਹਿ ਰਿਹਾ ਵੀ ਤੁਸੀਂ ਪਹਿਲਾਂ ਆਪਣੀ ਪ੍ਰਾਪਰਟੀ ਹੈ ਜਿਹੜੀ ਤੁਹਾਡੀ, ਉਹਦਾ ਹਿੱਸਾ ਲੈ ਕੇ ਆਓ ਤੇ ਤਾਂ ਅਸੀਂ ਤੁਹਾਨੂੰ ਰੱਖਾਂਗੇ। ਉਹ ਪ੍ਰਾਪਰਟੀ ਹੈਗੀ ਹੈ ਕਰੋੜਾਂ ਦੀ, ਉਹਦੇ ਵਿੱਚ ਵੀ ਬਾਪੂ ਸਾਡੇ ਕੋਲ ਇੱਕ ਕਾਗਜ਼ ਜਿਹਾ ਵੀ ਲੈ ਕੇ ਆਏ ਸੀਗੇ ਤੇ ਇਹਨਾਂ ਨੇ ਥਾਣੇ ਦਰਖਾਸਤਾਂ ਉੱਥੇ ਦਿੱਤੀਆਂ ਹੋਈਆਂ ਤੇ ਉਹਦੇ ਵਿੱਚ ਹੁਣ ਇਹਨਾਂ ਦੀ ਕੋਈ ਵਾਹ ਨਹੀਂ ਚੱਲੀ। ਅਖੀਰ ਨੂੰ ਇਹ ਕਿਤੇ ਇਸ ਗੁਰੂ ਘਰ ਕਿਤੇ ਉਸ ਗੁਰੂ ਘਰ, ਇੱਦਾਂ ਇਹਨਾਂ ਦੀ ਜ਼ਿੰਦਗੀ ਚੱਲਣ ਲੱਗੀ। ਗੁਰੂ ਘਰਾਂ 'ਚ ਕੰਮ ਕਰਦੇ ਸੀ ਤੇ ਵਧੀਆ ਰਹੇ, ਹੁਣ ਇਹਨਾਂ ਦਾ ਸਰੀਰ ਕੰਮ ਕਰਨ ਨੂੰ ਹਟ ਗਿਆ ਸੀਗਾ, ਉਹਦੇ ਕਰਕੇ ਫਿਰ ਗੁਰੂ ਘਰ ਦੇ ਵਿੱਚ ਇਹ ਕਹਿੰਦੇ ਸੀ ਵੀ, ਉਹ ਕਹਿੰਦੇ ਸੀ ਕੰਮ ਕਰ, ਵੀ ਭਾਰਾ ਕੰਮ ਕਰਨ ਨੂੰ ਕਹਿੰਦੇ ਸੀਗੇ ਤੇ ਮੇਰੇ ਤੋਂ ਹੁੰਦਾ ਨਹੀਂ ਸੀਗਾ। ਇਸ ਕਰਕੇ ਮੈਂ ਹੁਣ ਸੜਕਾਂ ਤੇ ਜ਼ਿੰਦਗੀ ਜਿਉਂਦਾ ਸੀਗਾ। ਫਿਰ ਮੈਨੂੰ ਤੁਹਾਡੇ ਬਾਰੇ ਪਤਾ ਲੱਗਾ, ਉਹਦੇ ਕਿਸਾਨੀ ਸੰਘਰਸ਼ ਵੀ ਇੱਥੇ ਮਨੁੱਖਤਾ ਦੀ ਸੇਵਾ ਵਾਲਿਆਂ ਦਾ ਕੰਮ ਤਾਂ ਫਿਰ ਇਹ ਸਾਡੇ ਕੋਲੇ ਆ ਗਿਆ ਨਾ, ਖਾਲਸਾ ਏਡ ਵਾਲਿਆਂ ਦੇ ਕੋਲੇ ਗਏ ਸੀ ਕਿਤੇ ਇਹ, ਤੇ ਖਾਲਸਾ ਏਡ ਵਾਲਿਆਂ ਨੇ ਚਲੋ ਸਾਡੇ ਕੋਲ ਨੂੰ ਭੇਜਤਾ। ਇੱਥੋਂ ਅਸੀਂ ਸਾਡੇ ਕੋਲੇ ਬਾਪੂ ਜੀ ਹੁਣ 7-8 ਮਹੀਨੇ ਤੋਂ ਰਹਿ ਹੀ ਰਹੇ ਆ। ਜਿੱਦਾਂ ਤੁਹਾਨੂੰ ਦੱਸਿਆ ਬਾਪੂ ਅਮਰਜੀਤ ਸਿੰਘ ਜੀ ਬਾਰੇ, ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਬਾਪੂ ਅਮਰਜੀਤ ਸਿੰਘ ਜੀ ਦੇ ਪਰਿਵਾਰ ਦੇ ਕੋਈ ਮੈਂਬਰ ਜੇ ਵੀਡੀਓ ਨੂੰ ਦੇਖਦੇ, ਇਹਨਾਂ ਦੇ ਭਰਾ ਜਾਂ ਕੋਈ ਇਹਨਾਂ ਦਾ ਬੇਟਾ ਹੈ ਨਾ, ਅਸੀਂ ਮਾਫੀ ਮੰਗਦੇ ਹਾਂ। ਚਲੋ ਬਾਪੂ ਨੇ ਗੁੱਸੇ 'ਚ ਬਾਅਦ 'ਚੋਂ ਗੱਲ ਕੋਈ ਕਹਿਤੀ ਆ ਤੇ ਉਹ ਪਰਿਵਾਰ ਦਾ ਮਸਲਾ ਸੀਗਾ ਤੇ ਪਰ ਅਸੀਂ ਇਸ ਗੱਲ ਦਾ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਵੀ ਬਾਪੂ ਜੀ ਹੁਣ ਠੀਕ ਨੇ, ਦਿਮਾਗੀ ਕੋਈ ਦਿੱਕਤ ਨਹੀਂ। ਪਹਿਲਾਂ ਜਦੋਂ ਆਏ ਆ ਥੋੜ੍ਹੀਆਂ ਕਰਦੇ ਸੀ ਉੱਦਾਂ ਦੀਆਂ ਗੱਲਾਂ ਹੈ ਨਾ, ਤੇ ਤੁਸੀਂ ਮਿਲ ਕੇ ਤਾਂ ਜਾਓ ਆ ਕੇ, ਥੋੜਾ ਹੌਸਲਾ ਹੋ ਜਾਂਦਾ। ਆਪਣਾ ਖੂਨ ਆ ਹੈ ਨਾ, ਪੁੱਤ ਦਾ ਵੀ ਬਾਪ ਨੂੰ ਮਿਲਣ ਦਾ ਇੱਕ ਉਹ ਆ, ਤੇ ਭਰਾਵਾਂ ਨੂੰ ਭੈਣਾਂ ਨੂੰ ਹੈ ਨਾ, ਪਲੀਜ਼ ਇੱਕ ਵਾਰੀ ਸਾਡੇ ਕਹਿਣ ਤੇ ਮਨੁੱਖਤਾ ਦੀ ਸੇਵਾ ਹਸਨਪੁਰ ਪਿੰਡ 'ਚ ਲੁਧਿਆਣੇ ਹੈ ਨਾ ਬਣਿਆ ਹੋਇਆ, ਤੁਸੀਂ ਬਾਪੂ ਅਮਰਜੀਤ ਜੀ ਨੂੰ ਜ਼ਰੂਰ ਮਿਲ ਕੇ ਜਾਵੋ ਤਾਂ ਜੋ ਬਾਪੂ ਜੀ ਨੂੰ ਹੌਸਲਾ ਹੋ ਸਕੇ। ਬਾਪੂ ਜੀ ਵੀ ਆਪਣੀ ਜ਼ਿੰਦਗੀ ਦਾ ਇੱਕ ਮੋੜ ਆ ਜਿਹੜਾ ਉਹ ਸਮਝ ਸਕਣ ਵੀ ਮੇਰੇ ਭੈਣ ਭਰਾ ਘੱਟੋ ਘੱਟ ਮੇਰੇ ਮਗਰ ਆਉਂਦੇ ਨੇ ਹੈਗੇ ਨੇ। ਠੀਕ ਹੈ ਤੇ ਚਲੋ ਇੱਦਾਂ ਜੱਗਾ ਆ ਰਿਹਾ ਕੈਨੇਡਾ ਵਾਲਾ, ਨਿਤਨ ਨਹੀਂ ਆਉਂਦਾ ਵਿੱਕੀ ਨੂੰ ਨਾ, ਬਾਪੂ ਪੱਪੂ ਸਾਡਾ ਕਵਰ ਕੁਲਜੀਤ ਸਿੰਘ ਪੱਪੂ ਬਾਈ 20-22 ਸਾਲਾਂ ਤੋਂ ਸੜਕਾਂ 'ਤੇ ਘੁੰਮਦਾ ਸੀਗਾ ਫਰੀਦਕੋਟ ਸ਼ਹਿਰ 'ਚ। ਬਾਪੂ ਦੇ ਨਾਂ 'ਤੇ ਜ਼ਮੀਨ ਆ, ਪਲਾਟ ਸੀ, 27-28 ਲੱਖ ਰੁਪਈਆ ਸੀ। ਇਹਦੇ ਮੰਮੀ ਡੈਡੀ ਦੋਨੋਂ ਟੀਚਰ ਸੀਗੇ। ਉਹ ਤਾਂ ਰਿਸ਼ਤੇਦਾਰ ਸਾਂਭਦੇ ਆ ਪਰ ਬਾਈ ਨੂੰ ਕੋਈ ਨਹੀਂ ਸਾਂਭਦਾ ਸੀਗਾ ਹੈ ਨਾ। ਤੇ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਆਪਣੇ ਪੱਲਿਓਂ ਲਿਖ ਕੇ ਦੇ ਕੇ ਆਉਂਦੇ, ਜਦੋਂ ਵੀ ਕਿਸੇ ਇੱਦਾਂ ਦੇ ਮੈਂਬਰ ਨੂੰ ਲੈ ਕੇ ਆਉਂਦੇ ਆ ਕਿਸੇ ਨੂੰ ਵੀ ਅਸੀਂ ਉਹਦੀ ਕਿਸੇ ਦੀ ਵੀ ਚੱਲ ਪ੍ਰਾਪਰਟੀ ਸੰਪत्ति ਦੇ ਉੱਤੇ ਕੋਈ ਅਸੀਂ ਆਪਣਾ ਹੱਕ ਨਹੀਂ ਜਤਾਉਂਦੇ, ਕਿਸੇ ਦੀ ਜ਼ਮੀਨ ਜਾਇਦਾਦ ਤੇ ਅਸੀਂ ਕੋਈ ਹੱਕ ਨਹੀਂ ਜਤਾਉਂਦੇ। ਅਸੀਂ ਸਿਰਫ ਸੇਵਾ ਸੰਭਾਲ ਕਰਦੇ ਹਾਂ। ਜਿਹੜੀ ਉਹਨਾਂ ਦੇ ਪੈਸਾ ਧੇਲਾ ਜ਼ਮੀਨ ਜਾਇਦਾਦ ਹੁੰਦੀ ਹੈ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਿਲੇ, ਅਸੀਂ ਲਿਖ ਕੇ ਦੇ ਕੇ ਆਉਂਦੇ ਹਾਂ ਪਹਿਲੇ ਦਿਨ ਹੀ ਆਪਣੀ ਲੈਟਰ ਪੈਡ ਤੇ। ਇਸੇ ਤਰ੍ਹਾਂ ਅਸੀਂ ਪੱਪੂ ਵੀਰ ਨੂੰ ਵੀ ਜਦੋਂ ਲੈ ਕੇ ਆਏ ਸੀ ਇਹਨਾਂ ਦੇ ਪਰਿਵਾਰ ਨੂੰ ਲਿਖ ਕੇ ਦੇ ਕੇ, ਪੱਪੂ ਤਾਂ ਨੂੰ ਝਾਕ ਵੀਰੇ ਥੱਲੇ ਨੇ ਵੀ ਕਾਹਤੋਂ ਲਾਈ ਤੇ ਪਰ ਦੁੱਖ ਇਸ ਗੱਲ ਦਾ ਵੀ ਉਹ ਸਾਰਾ ਕੁਝ ਤਾਂ ਸੰਭਾਲ ਰਹੇ ਨੇ, ਕਮੇਟੀਆਂ ਬਣਾਈਆਂ ਉਹਨਾਂ ਨੇ, ਪਰ ਪੱਪੂ ਬਾਈ ਨੂੰ ਕੋਈ ਮਿਲਣ ਤੱਕ ਨਹੀਂ ਆਉਂਦਾ। ਪੱਪੂ ਬਾਈ ਨੂੰ ਕਦੇ ਜੇ ਕੋਈ ਆਉਂਦਾ ਵੀ ਇਹ ਤਾਂ ਲਾਲਚ ਬਸ। ਇੱਕ ਵਾਰ ਇਹਦੀ ਭੈਣ ਆਈ ਸੀ, ਉਹ ਕਹਿੰਦੀ ਇਹਨੂੰ ਸਾਈਨ ਕਰਾਉਣਾ, ਮੈਂ ਇਹਨੂੰ ਲੈ ਕੇ ਜਾਣਾ, ਯਾਨੀ ਕਿ ਉਹਨਾਂ ਦੀਆਂ ਆਹੀ ਡਿਮਾਂਡਾਂ ਇਹ ਤੋਂ ਵਿਚਾਰੇ ਤੋਂ। ਤੇ ਇਹਦੀ ਬੇਟੀ ਵੀ ਹੈ ਵਿੱਚ, ਇੱਕ ਇਹਦੀ ਵਾਈਫ ਵੀ ਸੀ, ਉਹ ਵੀ ਛੱਡ ਕੇ ਚਲੇ ਗਏ ਸੀ, ਮੈਂਟਲੀ ਅਪਸੈਟ ਹੋ ਗਿਆ, ਮਾਂ ਪਿਓ ਦੀ ਮੌਤ ਹੋ ਗਈ। ਤੇ ਕਿਹੜੇ ਪਿੰਡ ਵਿਆਹ ਸੀ ਤੁਸੀਂ ਵੀਰੇ? ਹੈ ਸਿਵੀਆਂ ਪਿੰਡ ਆ ਬਠਿੰਡੇ ਜ਼ਿਲ੍ਹੇ ਦੇ ਵਿੱਚ। ਤੇ ਬਠਿੰਡੇ 'ਚ ਕਿੱਥੇ ਆ? ਫਿਰੋਜ਼ਪੁਰ 'ਚ ਹੀ ਆ। ਤੇ ਜੇ ਕੋਈ ਉੱਥੇ ਵੀ ਸਾਡੀ ਕੋਈ ਆਵਾਜ਼ ਸੁਣਦਾ ਪਲੀਜ਼ ਸਿਵੀਆਂ ਪਿੰਡ ਤਾਂ ਬਾਈ ਨੂੰ ਜ਼ਰੂਰ ਮਿਲ ਕੇ ਜਾਇਓ। ਪੱਪੂ ਬਾਈ ਹੁਣ ਠੀਕ ਹੈ ਬਿਲਕੁਲ। ਇਹਦੀਆਂ ਪੁਰਾਣੀਆਂ ਤਸਵੀਰਾਂ ਤੁਸੀਂ ਦੇਖੋਗੇ ਕਿੱਦਾਂ ਦੇ ਹਾਲਾਤ ਸੀ ਪੱਪੂ ਬਾਈ। ਇੱਦਾਂ ਹੀ ਪੰਕਜ ਆ ਜੀ, ਇਹਦਾ ਬੱਚੇ ਦਾ ਕੁਝ ਨਹੀਂ ਪਤਾ ਪੰਕੂ ਦਾ ਹੈ ਨਾ, ਇਹ ਵੀ ਸਾਨੂੰ ਲੁਧਿਆਣੇ ਤੋਂ ਮਿਲਿਆ ਸੀ ਬਹੁਤ ਮਾੜੀ ਹਾਲਤ 'ਚ। ਇਹ ਵੀ ਜਿਵੇਂ ਇਹਦੇ ਮਾਂ ਪਿਓ ਨੇ ਖੁਦ ਛੱਡਿਆ ਹੁੰਦਾ, ਇਹਨੂੰ ਇਸ ਤਰ੍ਹਾਂ ਲੱਗਦਾ, ਥੋੜ੍ਹਾ ਜਿਹਾ ਸਿੱਧਾ ਬੱਚਾ। ਤੇ ਇਹ ਵੀ ਆਪਣਾ ਐਡਰੈਸ ਨਹੀਂ ਦੱਸ ਪਾ ਰਿਹਾ, ਇਹਨੂੰ ਕੁਝ ਨਹੀਂ ਪਤਾ। ਇਸੇ ਤਰ੍ਹਾਂ ਵਿੱਕੀ ਵਾਲ ਦਾ ਗੱਲ ਕਰ ਹੀ ਚੁੱਕੇ ਹਾਂ। ਇੱਧਰ ਪਾਲਾ ਬਾਈ ਸਾਡਾ ਜਾਂਦਾ, ਇੱਧਰ ਬਾਪੂ ਸਰਦਾਰ ਜੀ ਸਿੰਘ ਢਾਲੀਵਾਲ ਸਾਹਿਬ ਸਾਡੇ ਹੈ ਨਾ, ਸਾਡੇ ਪਿੰਡ ਦੇ, ਸਾਡੇ ਘਰ ਦੇ ਮੇਨ ਮੋਢੀ ਬੰਦੇ ਸਰਪੰਚ ਸਾਡੇ। ਇੱਧਰ ਨਿੱਕੂ ਵੀਰਾ ਜਾਂਦਾ ਸਾਡਾ। ਨਿੱਕੂ ਕਿਵੇਂ ਆ ਖੜ? ਇਹਦੇ ਘਰ ਦੇ ਵਿੱਚ ਅਸੀਂ ਜਦੋਂ ਗਏ ਸੀਗੇ, ਜਿਹਦੀ ਮੰਮੀ ਵੀ ਮੈਂਟਲੀ ਅਪਸੈਟ ਸੀ, ਇਹਦਾ ਡੈਡੀ ਵੀ ਸੌਰੀ ਇਹਦੀ ਭੈਣ ਵੀ, ਇਹਦੇ ਭਰਾ ਵੀ, ਤੇ ਵੀ 4 ਮੈਂਬਰ ਘਰ 'ਚ ਮੈਂਟਲੀ ਅਪਸੈਟ ਸੀ। ਇਕੱਲਾ ਡੈਡੀ ਸੀ ਜਿਹੜਾ ਠੀਕ ਸੀ ਵਿਚਾਰਾ, ਉਹ ਇਹਨਾਂ 4 ਨੂੰ ਰੋਟੀ ਦਿੰਦਾ ਸੀ ਘਰ ਦੇ ਵਿੱਚ। ਤੇ ਵਾਹਿਗੁਰੂ ਦੀ ਮਿਹਰ ਹੁਣ ਨਿੱਕੂ ਸਾਡੇ ਕੋਲ ਰਹਿ ਰਿਹਾ। ਇੱਧਰ ਕੋਮਲ ਆ ਸਾਡਾ, ਇਹ ਵੀ ਚੱਲ ਫਿਰ ਨਹੀਂ ਸਕਦਾ ਸੀ, ਬੋਲ ਨਹੀਂ ਸਕਦਾ ਸੀ, ਹੁਣ ਚੱਲਣ ਫਿਰਨ ਵੀ ਲੱਗ ਗਿਆ। ਫਤਿਹ ਬੁਲਾਰੇ ਬਸ। ਵਾਹਿਗੁਰੂ ਜੀ ਕੀ ਫਤਿਹ। ਫਤਿਹ ਵਾਹਿਗੁਰੂ ਦੀ ਮਿਹਰ ਆ ਜੀ, ਫਤਿਹ ਆ ਜੀ। ਹੁਣ ਆ ਜਾ ਵੀ ਆ ਜਾ। ਨੀਰਜ ਭੱਜ ਗਿਆ, ਨੀਰਜ ਇੱਥੇ ਆ। ਨੀਰਜ ਕੀ ਹਾਲ ਨਿੱਕੂ ਵੀਰੇ? ਠੀਕ ਆ? ਚਾਹ ਪੀਣੀ? ਦੁੱਧ ਮੰਗਾਇਆ ਥੋੜਾ ਜਿਹਾ, ਤਾਂ ਪੀਤਾ ਹੀ ਦੁੱਧ ਪਹਿਲਾਂ। ਚੱਲ ਪੀ ਲੈ ਵੀਰੇ, ਤੂੰ ਪੀ ਲੈ। ਨੀਰਜ ਇੱਥੇ ਇੱਦਾਂ ਜੀ ਇਹ ਬੱਚਾ ਨੀਰਜ ਆ, ਤੇ ਇਹਦਾ ਵੀ ਹਾਂ ਨੀਰਜ ਹੱਸ ਕੇ ਦਿਖਾ ਦੇ, ਹੱਸ ਕੇ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਬੁਲਾ ਰਹੇ। ਸਤਿ ਸ੍ਰੀ ਅਕਾਲ। ਇਹ ਨੀਰਜ ਆ ਜੀ ਬੱਚਾ,
ਇਹ ਸਾਡੇ ਪਹਿਲੇ ਮੈਂਬਰਾਂ ਦੇ ਵਿੱਚੋਂ ਆ। ਜਦੋਂ ਅਸੀਂ ਸ਼ੁਰੂਆਤ ਕੀਤੀ ਸੀ 2016 ਦੇ ਵਿੱਚ 3 4 5 ਬੰਦੇ ਸੀ ਸਾਡੇ ਕੋਲ। ਇੱਥੇ ਢਾਬੇ ਤੇ ਇਹਨੂੰ ਵੀ ਕੋਈ ਛੱਡ ਗਿਆ ਸਾਡੇ ਤੇ, ਸਵੇਰੇ ਉੱਥੇ ਬੈਠਾ ਰੋਈ ਜਾਵੇ। ਅਸੀਂ ਪਤਾ ਕੀਤਾ, ਸਾਨੂੰ ਕਿਸੇ ਨੇ ਦੱਸਿਆ ਵੀ ਸਟੇਸ਼ਨ ਤੇ ਰਹਿੰਦਾ ਸੀ ਦਰਾਹੇ ਇਹ। ਉੱਥੇ ਗਏ ਤਾਂ ਇਹਦੇ ਬੱਚੇ ਦੇ ਬਹੁਤ ਹੀ ਜ਼ਖਮ ਹੋਏ ਸੀ, ਬੈਕ ਸਾਈਡ ਤੇ ਢੂਈ ਵੀ ਚੱਲੀ ਪਈ ਸਾਰੀ। ਇਹਦਾ ਕਰਮ ਕੀਤਾ ਹੋਇਆ ਸੀ, ਗਲਤ ਇਹਦੇ ਨਾਲ ਰੇਪ ਹੋਇਆ ਸੀ ਬੱਚੇ ਨੂੰ। ਤੇ ਅਸੀਂ ਉੱਥੇ ਪੁਲਿਸ ਕੋਲੇ ਗਏ, ਪੁਲਿਸ ਕਹਿੰਦੀ ਵੀ ਆਪਾਂ ਇਹ 'ਚ ਕੀ ਕਰ ਸਕਦੇ ਹਾਂ, ਇਹ ਕਿਸੇ ਦਾ ਨਾਂ ਲੈ ਦੇਵੇ। ਇਹਨੂੰ ਤਾਂ ਆਪਦਾ ਨਾਂ ਨਹੀਂ ਸੀ ਪਤਾ, ਨਹੀਂ ਕਿਸੇ ਦਾ ਨਾਂ ਕੀ ਲੈਣਾ ਸੀ, ਹੈ ਨਾ। ਤਕਰੀਬ 1 ਮਹੀਨਾ ਇਹ ਬਹੁਤ ਤਕਲੀਫ 'ਚ ਰਿਹਾ ਬੱਚਾ। ਤੇ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕੀਤੀ, ਘਰ ਲੱਭਣ ਦੀ, ਸਟੇਸ਼ਨ ਤੇ ਟ੍ਰੇਨਾਂ 'ਚ ਪਤਾ ਕੀਤਾ, ਪਰ ਅੱਜ ਤੱਕ ਨੀਰਜ ਦਾ ਕੁਝ ਵੀ ਪਤਾ ਨਹੀਂ ਲੱਗਿਆ। ਇਹਨੂੰ ਸਿਰਫ ਆਪਣਾ ਨਾਮ ਪਤਾ ਨੀਰਜ ਆ, ਤੇ ਕਿਹਨੂੰ ਇਹ ਪਤਾ ਵੀ ਸਾਡੇ ਬੱਕਰੀਆਂ ਰੱਖੀਆਂ ਹੁੰਦੀਆਂ ਸੀ ਘਰੇ। ਬਸ ਇਹਨਾਂ ਬੱਕਰੀਆਂ ਕਰਦਾ ਰਹਿੰਦਾ ਸੀ ਨੀਰਜ। ਹੁਣ ਸਾਡੇ ਕੋਲ ਰਹਿੰਦਾ ਨੀਰਜ, ਹੈ ਨਾ ਨੀਰਜ? ਤੂੰ ਨਹੀਂ ਸਾਡਾ ਨੀਰਜ ਆ, ਨੀਰਜ ਪੱਤਾ ਚੱਪਲ ਤੇਰੀ ਓਏ ਨੀਰਜ ਕਿਵੇਂ ਫਿਰ? ਠੀਕ ਹੈ। ਅਸਕੇ ਜਦੋਂ ਮੈਂ ਨੀਰਜ ਨੂੰ ਜੱਫੀ ਜੀ ਪਾ ਲੈਣਾ ਜੀ, ਮਾੜੀ ਜੀ ਪੰਡਤ ਨੂੰ ਐ ਹੋ ਜਾਂਦੀ ਜੈਲਸੀ, ਹੈ ਨਾ। ਪੰਡਤ ਫਿਰ ਜਦ ਹੀ ਲੱਗ ਜਾਂਦਾ ਰੌਲਾ ਜਿਹਾ ਪਾਉਣ ਵੀ ਇਹ ਕਾਹਤੋਂ ਮੈਨੂੰ ਇਹਨੂੰ ਵੀਰ ਕਰਦੇ ਬੱਚੇ ਜੀ। ਇਹਨਾਂ ਨਾਲ ਵੀ ਸਾਡਾ ਪਤਾ ਨਹੀਂ ਕਿਹੜੇ ਜੀਵਨ ਦਾ ਜਨਮਾਂ ਦਾ ਸਾਡਾ ਕੋਈ ਸਾਹ ਸੀ, ਹੈ ਨਾ। ਇੱਧਰ ਬਾਪੂ ਸੰਤ ਸਿੰਘ ਜੀ ਹੈ ਜੀ। ਬਾਪੂ ਸੰਤ ਸਿੰਘ ਦੇ ਹੱਥਾਂ ਦੀਆਂ ਦੇਖੋ 3 ਹੀ ਉਂਗਲਾਂ ਤੇ ਚੌਥਾ ਅੰਗੂਠਾ, 1 ਉਂਗਲ ਉੱਡ ਗਈ ਤੇ 1 ਉਂਗਲ ਬਾਪੂ ਦੀ ਕੀੜਿਆਂ ਨੇ ਖਾ ਲਈ ਸੀ ਜੀ ਆਹ। ਤੇ ਅੱਜ ਬਾਪੂ ਜੀ ਨੂੰ ਸਾਡੇ ਕੋਲ ਰਹਿੰਦਿਆਂ ਨੂੰ ਕਰੀਬ ਸਾਲ ਤੋਂ 1.5 ਸਾਲ ਹੋ ਗਿਆ। ਵਾਹਿਗੁਰੂ ਦੀ ਮਿਹਰ ਆ, ਹੁਣ ਬਾਪੂ ਠੀਕ ਆ, ਚੱਲਣ ਫਿਰਨ ਵੀ ਲੱਗ ਗਿਆ, ਹੱਥ ਵੀ ਠੀਕ ਆ ਬਾਪੂ ਦਾ। ਪਰ ਬੜੀ ਦੁੱਖ ਦੀ ਗੱਲ ਆ, ਬਾਪੂ ਦੇ ਹੱਥ ਕੀੜੇ ਪੈ ਗਏ। ਆਪਣਿਆਂ ਨੇ ਵੀ ਨਹੀਂ ਕਿਸੇ ਨੇ ਸਾਥ ਦਿੱਤਾ। ਬਾਪੂ ਕਿਹੜਾ ਪਿੰਡ ਆ ਤੇਰਾ? ਹੈ ਬਾਠਾ। ਜਦੋਂ ਬਾਪੂ ਤੇਰੇ ਹੱਥ 'ਤੇ ਸੱਟ ਲੱਗੀ ਸੀ ਉਦੋਂ ਪਿੰਡ 'ਚ ਹੀ ਘੁੰਮਦਾ ਸੀ ਬੈਠਾ ਹੀ? ਤੇ ਤੇਰੇ ਬਾਪੂ ਪਰਿਵਾਰ 'ਚ ਹੈ ਨਹੀਂ ਸੀ ਕੋਈ? ਕੌਣ ਕੌਣ ਆ? ਕਿੰਨੇ ਭਾਈ ਆ? 2 ਭਾਈ ਤੇ ਭਰਜਾਈਆਂ ਹੈ। ਤੇ ਉਹਨਾਂ ਨੇ ਨਹੀਂ ਬਾਪੂ ਸਾਥ ਦਿੱਤਾ ਹੈ? ਚੱਕ ਟੈਂਪੂ ਸਿੱਟਤਾ ਇੱਥੇ ਲੈ ਆ ਜਾਣੀ ਕਿ? ਹਾਂ ਮੈਨੂੰ ਪਤਾ ਉੱਥੇ ਬਾਹਰ ਮਿਲੇ ਸੀ ਆਪਾਂ। ਬਾਪੂ ਫਿਰ ਤੇ ਬਾਪੂ ਕੀ ਕੰਮ ਕਰਦੇ ਸੀ ਤੁਸੀਂ ਪਹਿਲਾਂ? 15,000 ਭਰਿਆ ਕੀ ਕੰਮ ਕਰਦੇ ਸੀ ਬਾਪੂ ਪਹਿਲਾਂ ਤੁਸੀਂ? ਖੇਤੀ ਦੇ ਕਰਦੇ ਖੇਤੀ ਦਾ ਜੀ। ਤੇ ਉਹਨਾਂ ਦੇ ਨਾਲ ਕੰਮ ਕਰਾਉਂਦੇ ਨਹੀਂ ਸੀ ਤੁਸੀਂ? ਕਰਾਉਂਦਾ ਤਾਂ ਫਿਰ ਤਾਂ ਉਹਨਾਂ ਨੇ ਇਲਾਜ ਕਾਹਤੋਂ ਨਹੀਂ ਕਰਾਇਆ ਬਾਪੂ? ਹਰੀਆਣਾ ਜੀ। ਫਿਰ ਬਾਪੂ ਫਿਰ ਕੀ ਹੋ ਗਿਆ? ਹਰੀਜਨ ਤਾਂ ਹੈ ਤਾਂ ਇਨਸਾਨ ਹੀ ਆ, ਜਾਤਾਂ ਤਾਂ ਬੰਦਿਆਂ ਨੇ ਹੀ ਬਣਾਈਆਂ। ਜਿਵੇਂ ਤੁਸੀਂ ਕੰਮਕਾਰ ਕਰਦੇ ਸੀ ਘਰ ਦੇ ਵਿੱਚ ਭੈਣ ਭਰਾ, ਹੁਣ ਮੰਨ ਲਓ ਜੇ ਕੋਈ ਗਰੀਬ ਆ ਭਰਾ ਨਾਲ ਤਾਂ ਖੜਦੇ ਹੀ ਆ। ਤੇ ਫਿਰ ਬਾਪੂ ਉਹ ਉਹਨਾਂ ਨਾਲ ਬਣਦੀ ਨਹੀਂ ਸੀ ਤੁਹਾਡੀ? ਹੁਣ ਉਦੋਂ ਬਾਅਦ ਕਦੇ ਮਿਲਣ ਆਏ ਕੋਈ ਨਹੀਂ ਆਏ? ਕਿੰਨਾ ਟਾਈਮ ਹੋ ਗਿਆ ਬਾਪੂ ਸਾਡੇ ਕੋਲ ਆਇਆ ਨੂੰ ਤੁਹਾਨੂੰ? 1.5 ਤੋਂ ਪੌਣੇ 2 ਸਾਲ ਹੋ ਗਏ ਬਾਪੂ ਜੀ ਨੂੰ ਸਾਡੇ ਕੋਲੇ। ਬਾਪੂ ਦਾ ਨਾਮ, ਬਾਪੂ ਜੀ ਤੁਹਾਡਾ ਪੂਰਾ ਨਾਮ? ਸੰਤ ਸਿੰਘ ਸੰਤ ਰਾਮ, ਪਿੰਡ ਬਾਠਾ, ਤੇ ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਭਰਾ ਦਾ ਕੀ ਨਾਮ ਆ? ਨਿੱਕੂ ਸਿੰਘ ਸਰਦਾਰ ਜੀ ਹੈ। ਪ੍ਰੀਤਮ ਸਿੰਘ। ਉਹ ਦੂਜਾ ਹੈ? ਅੱਛਾ 2 ਹੀ ਆ। ਤੇਰਾ ਵਿਆਹ ਹੋਇਆ ਬਾਪੂ? ਕਿੰਨੇ ਬੱਚੇ ਆ? ਅੱਛਾ ਬੱਚਾ ਕੋਈ ਨਹੀਂ। ਤੇ ਕੋਈ ਤੇਰੀ ਜ਼ਮੀਨ ਜਾਇਦਾਦ ਬਾਪੂ ਕੋਈ ਹੈ ਨਹੀਂ? ਹੈ ਥੋਂ ਹੈਗਾ ਉਹ ਭਰਾ ਕੋਲ ਹੀ ਆ। ਦੇਖਾ ਭਰਾਵਾ ਸੰਤ ਸਿੰਘ ਸਾਡੇ ਕੋਲ ਆਇਆ ਉਦੋਂ ਵੀ ਬੜੀ ਮਾੜੀ ਹਾਲਤ ਸੀ, ਮਸਾਂ ਹੀ ਬਚਿਆ ਉਦੋਂ। ਸੁੱਕਿਆ ਹੱਡੀਆਂ ਦਾ ਪਿੰਜਰ, ਵਜਨ ਭੋਰਾ, ਕਿਤੇ ਖੂਨ ਦੇ ਵਿੱਚ ਇਹਦੇ ਬਾਪੂ ਦੇ 3 ਗ੍ਰਾਮ, ਸਵਾ 3 ਗ੍ਰਾਮ। ਉਸ ਤੋਂ ਬਾਅਦ ਕਰੋਨਾ ਦਾ ਦੌਰ ਚੱਲਿਆ, ਉਦੋਂ ਵੀ ਬਾਪੂ ਥੋੜਾ ਬਿਮਾਰ ਰਿਹਾ, ਪਰ ਵਾਹਿਗੁਰੂ ਨੇ ਇਹਨੂੰ ਬਾਪੂ ਨੂੰ ਜ਼ਿੰਦਗੀ ਬਖਸ਼ੀ। ਬੰਦੇ ਦਾ ਕੀ ਪਤਾ ਲੱਗਦਾ ਬਾਈ ਕਦੋਂ ਪੂਰਾ ਹੋ ਜਾਣਾ, ਹਨਾ। ਹੁਣ ਜੇ ਇਹਨੂੰ ਕੁਝ ਹੋ ਗਿਆ, ਉਹ ਥਾਂ ਤੇ ਘਰ ਪਾ ਕੇ ਉਹ ਆਪਣੇ ਬੱਚਿਆਂ ਨੂੰ ਦੇਊਗਾ, ਜਾਂ ਉਹ ਆਪ ਪਰਿਵਾਰ ਰਹੂਗਾ ਉਹਦਾ, ਜਾਂ ਉਹਨੂੰ ਵੇਚ ਕੇ ਉਹ ਥਾਂ ਨੂੰ ਵਰਤੂਗਾ। ਤੇ ਭਰਾਵਾ ਜੇ ਜਿਉਂਦੇ ਜੀ ਇਹਦੇ ਨਾਲ ਨਹੀਂ ਤੂੰ ਖੜ ਸਕਿਆ ਤੇ ਉਹਦੇ ਥਾਂ ਕਿੱਥੋਂ ਵਰਤ ਕੇ ਕਿੱਥੋਂ ਹੰਢਾ ਲੇਗਾ ਯਾਰ। ਇਦਾਂ ਦੇ ਸਾਡੇ ਰਿਸ਼ਤੇ ਨਾਤੇ ਹੋ ਗਏ। 1.5 ਸਾਲ ਹੋ ਗਿਆ, ਪੌਣੇ 2 ਸਾਲ ਬਾਪੂ ਨੂੰ ਇੱਥੇ। ਇਹਨੂੰ ਇੱਕ ਵਾਰੀ ਤੂੰ ਮਿਲਣ ਵੀ ਨਹੀਂ ਆਇਆ ਯਾਰ ਬਾਈ। ਕੋਈ ਦਿਨ ਤਿਉਹਾਰ ਰੱਖੜੀਆਂ ਲੰਘ ਕੇ ਗਈਆਂ, ਨਵਾਂ ਸਾਲ ਚੜ੍ਹਦਾ, ਕੋਈ ਹੋਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਜਨਮ ਦਿਹਾੜਾ, ਕੋਈ ਦੀਵਾਲੀ, ਕਦੇ ਤਾਂ ਮਿਲ ਜਾ ਯਾਰ ਬਾਈ। ਤੇਰਾ ਭਰਾ ਤੇਰੇ ਨਾਲ ਦਾ ਜੰਮਿਆ ਹੋਇਆ ਯਾਰ, ਤੇਰੇ ਨਾਲ ਸਾਰੀ ਉਮਰ ਇਹਨੇ
ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਇਆ। ਉਹ ਠੀਕ ਹੈ, ਇਹ 'ਚ ਕੋਈ ਕਮੀਆਂ ਰਹੀਆਂ ਹੋਣਗੀਆਂ, ਹੋ ਸਕਦਾ ਹੈ ਪੈਗ ਪੁੱਗ। ਬਾਪੂ ਸ਼ਰਾਬ ਸ਼ਰੂਬ ਜ਼ਿਆਦਾ ਪੀਂਦੇ ਸੀ ਤੁਸੀਂ ਹੈਂ? ਆ ਪੀਂਦੇ ਤਾਂ ਸੀ ਨਾ, ਪੀਂਦੇ ਸੱਚ ਦੱਸਣੇ ਬਾਪੂ, ਕੋਈ ਗੱਲ ਨਹੀਂ, ਹੁਣ ਜਿਹੜਾ ਕੋ ਹੋਣਾ ਸੀ ਹੋ ਗਿਆ। ਪੀਂਦਾ ਸੀ ਨਾ, ਜਦੋਂ ਤੇਰੇ ਆਹ ਕੀੜੇ ਪਏ ਆ ਉਦੋਂ ਪੀਂਦਾ ਸੀ ਨਾ। ਐਂ ਨੀ ਬਾਪੂ ਸ਼ਰਾਬ ਸ਼ਰੂਬ ਬਾਵਾ। ਪਿੰਡ ਦੇ ਬੰਦੇ ਆਏ ਸੀ ਨਾਲ ਛੱਡਣ, ਪਿੰਡ ਦਿਆਂ ਨੇ ਵੀ ਸਾਨੂੰ ਦੱਸਿਆ ਸੀਗਾ ਵੀ ਯਾਰ ਇਹ ਬਹੁਤ ਮਾੜੀ ਹਾਲਤ 'ਚ ਆ, ਵੀ ਇਹਦੀ ਸਾਂਭ ਸੰਭਾਲ ਕੋਈ ਕਰਨ ਵਾਲਾ ਹੈ ਨਹੀਂਗਾ, ਵੀ ਤੁਸੀਂ ਜੇ ਮਦਦ ਕਰੋ। ਚਲੋ ਅਸੀਂ ਬਾਪੂ ਨੂੰ ਉਦੋਂ ਰੱਖਿਆ, ਹੱਥ 'ਚੋਂ ਕੀੜੇ ਕੱਢੇ, ਦਾਖਲ ਕਰਾਇਆ। ਅਜੇ ਬਾਪੂ ਜੀ ਠੀਕ ਆ, ਪਰ ਅਸੀਂ ਪਿੰਡ ਵਾਲੇ ਬਾਈਆਂ ਨੂੰ ਵੀ ਬੇਨਤੀ ਕਰਦੇ ਹਾਂ, ਬਾਠਾਂ ਵਾਲਿਆਂ ਨੂੰ, ਜਿਹੜੇ ਬਾਈ ਇੱਕ ਵਾਰੀ ਬਾਈ ਮਗਰ ਜ਼ਰੂਰ ਗੇੜਾ ਮਾਰ ਜਾ ਕਰੋ। ਬਹੁਤ ਬੰਦੇ ਜਦੋਂ ਸਾਡੇ ਕੋਲ ਛੱਡਣ ਆਉਂਦੇ ਨਾ ਬੰਦਿਆਂ ਨੂੰ, ਉਦੋਂ ਉਹ ਇਹੀ ਗੱਲ ਕਿ ਬਾਈ ਅਸੀਂ ਤਾਂ ਆਉਂਦੇ ਹੀ ਰਹਿੰਦੇ ਲੁਧਿਆਣੇ, ਅਸੀਂ ਮਹੀਨੇ 'ਚ 2 ਗੇੜੇ ਤਾਂ ਲਾਜ਼ਮੀ ਆ ਸਾਡੇ। ਅਸੀਂ ਉਹਨਾਂ ਨੂੰ ਕਹਿੰਦੇ ਬਾਈ ਸਾਡੇ ਕੋਲ ਬਹੁਤ ਬੰਦੇ ਆਉਂਦੇ, ਐਂ ਕਹਿੰਦੇ ਹੁੰਦੇ ਆਉਂਦਾ ਨਹੀਂ ਬਾਈ, ਫਿਰ ਅਸੀਂ ਉਹਨਾਂ ਵਰਗੇ ਨਹੀਂ, ਅਸੀਂ ਲਾਜ਼ਮੀ ਆਵਾਂਗੇ ਯਾਰ ਬਾਈ। ਅਸੀਂ ਸੇਵਾ ਵੀ ਕਰਾ ਕੇ ਜਾਇਆ ਕਰਾਂਗੇ, ਕੈਂਪ ਤੇ ਆ ਜਾ ਕਰਾਂਗੇ, ਮਹੀਨੇ ਦੇ ਮਹੀਨੇ ਆਇਆ ਕਰਾਂਗੇ, ਪਰ ਕੋਈ ਮੁੜ ਕੇ ਆਉਂਦਾ ਹੀ ਨਹੀਂ ਕੋਈ। ਜਦੋਂ ਬੰਦਾ ਚੜ੍ਹਾਈ ਕਰ ਜਾਂਦਾ ਅਸੀਂ ਉਹਨਾਂ ਨੂੰ ਫੋਨ ਕਰਕੇ ਦੱਸਦੇ ਹਾਂ ਵੀ ਬੰਦਾ ਚੜ੍ਹਾਈ ਕਰ ਗਿਆ, ਸਰਕਾਰ ਤੇ ਵੀ ਨਹੀਂ ਆਉਂਦਾ ਬਾਈ ਕੋਈ। ਇਸ ਕਰਕੇ ਸਾਡੀ ਬੇਨਤੀ ਆ, ਬਾਪੂ ਸੰਤ ਸਿੰਘ ਜੀ ਨੂੰ ਮਿਲ ਕੇ ਜਾਓ, ਆ ਕੇ ਜ਼ਰੂਰ ਦਰਸ਼ਨ ਦੇ ਕੇ ਜਾਓ। ਪਿੰਡ ਵਾਲੇ ਬਾਈਆਂ ਨੂੰ ਵੀ ਬੇਨਤੀ ਹੈ ਤੇ ਭਰਾਵਾਂ ਨੂੰ ਵੀ, ਭਰਾ ਨੂੰ ਵੀ ਬੇਨਤੀ, ਪ੍ਰੀਤਮ ਸਿੰਘ ਨੂੰ ਇਦਾਂ ਦੇ। ਆ ਜਾਓ ਮਨਾ ਕੀ ਕਰਦੀ ਹੈ ਪਹਿਲਾਂ ਬਾਈ, ਆ ਜਾਓ ਬਾਪੂ ਰੇ ਨੂੰ, ਆ ਜਾਓ ਕਿੱਥੇ ਕਰ ਸਾਰੇ ਜਵਾਕਾਂ ਨੂੰ ਬੱਤ ਲਿਆ ਕੇ ਨਾ ਆਇਆ ਮੜਾ ਗੇੜਾ ਦੇ ਲਈ ਹੋਰ। ਚਲੋ ਬਾਪੂ ਕੇ ਕੱਟੀ ਕਿਸੇ ਬਾਪੂ ਚੱਲੋ, ਉੱਥੇ ਆ ਗਿਆ। ਆ ਜਾਓ ਆ ਜਾਓ ਆ ਜਾਓ। ਆ ਪ੍ਰਿੰਸ ਆ ਜੀ ਸਾਡਾ, ਪ੍ਰਿੰਸ ਆ ਜਾ। ਪ੍ਰਿੰਸ ਵੀਰ ਦੇ ਪੈਰ ਦੇ ਵਿੱਚ ਕੀੜੇ ਪਏ ਹੋਏ ਸੀ ਜੀ, ਅਸੀਂ ਇਹਨੂੰ ਜਲੰਧਰ ਤੋਂ ਸਿਵਲ ਹਸਪਤਾਲ, ਜਲੰਧਰ ਘਾਹ ਮੰਡੀ ਤੋਂ ਲੈ ਕੇ ਆਏ ਸੀ ਬਾਈ ਨੂੰ। ਤੇ ਕਿਵੇਂ ਪ੍ਰਿੰਸ ਠੀਕ ਹੈ ਬਾਈ? ਪ੍ਰਿੰਸ ਕੀ ਕੰਮ ਕਰਦਾ ਹੁੰਦਾ ਸੀ ਪਹਿਲਾਂ ਤੋਂ? ਨਹੀਂ ਪਹਿਲਾਂ ਜਦੋਂ ਪੜ੍ਹਦਾ ਹੁੰਦਾ ਸੀ, ਕਿਹੜੀ ਕਲਾਸ 'ਚ ਪੜ੍ਹਦਾ ਸੀ ਪ੍ਰਿੰਸ? ਕਿਤੇ ਉੱਥੇ ਸਕੂਲੇ ਜਾਂਦਾ ਸੀ ਘਾਹ ਮੰਡੀ ਵਾਲੇ ਸਕੂਲ 'ਚ। ਤਾਂ ਲੈ ਪ੍ਰਿੰਸ ਜਾਂਦਾ ਹੁੰਦਾ ਸੀ, ਕਹਿੰਦੇ ਪ੍ਰਿੰਸ ਤਾਂ ਹੁਸ਼ਿਆਰ ਹੀ ਬਹੁਤ ਸੀ ਪੜ੍ਹਾਈ 'ਚ। ਤੂੰ ਪੰਜਾਬੀ ਦੇ ਉਦੋਂ ਲਿਖ ਕੇ ਦਿਖਾਇਆ ਮੈਨੂੰ ਸਾਰਾ ਨਾਮ ਆਪਣਾ ਯਾਰ। ਹਾਂ ਨਾਂ ਲਿਖ ਲਈ। ਪ੍ਰਿੰਸ ਕਿੰਨੇ ਭੈਣ ਭਰਾ ਵਾਂ ਤੁਸੀਂ? ਨਹੀਂ ਤੇਰੀ ਭੈਣ ਦਾ ਨਾਂ ਕੀ ਹੈ ਦੱਸ ਦੇ ਯਾਰ। ਦੇਖੋ ਇਹ ਰੱਬੀ ਰੂਹ ਹੈ ਜੀ, ਬੱਚਾ ਮਾਂ ਪਿਓ ਦੀ ਚੜ੍ਹਾਈ ਕਰ ਗਏ ਸੀ, ਮਾਂ ਪਿਓ ਮਰ ਗਏ। ਇਹਦੇ ਘਰ 'ਚ ਸ਼ਾਇਦ ਦੱਸਦੇ ਸੀ ਉਸ ਟਾਈਮ ਬੰਦੇ ਵੀ, ਦੀ ਭੈਣ ਰਹਿੰਦੀ ਉੱਥੇ। ਪਰ ਇਹ ਬੰਦਾ ਜਾਂ ਤਾਂ ਡਰਦਾ ਜਾਂ ਸ਼ਰਮ ਦਾ ਮਾਰਾ ਆਪਣੀ ਭੈਣ ਦਾ ਨਾਂ ਨਹੀਂ ਲੈਣਾ। ਇਹਨੂੰ ਅਜੇ ਵੀ ਇਸ ਗੱਲ ਦੀ ਸ਼ਰਮ ਆ ਵੀ ਮੈਂ ਆਪਣੀ ਭੈਣ ਦਾ ਨਾਂ ਲਊਂਗਾ ਜਾਂ ਕਿ ਮੈਂ ਬਦਨਾਮੀ ਹੋਊਗੀ ਹੈ ਨਾ ਉਹਦੀ, ਜਾਂ ਉਹਨੂੰ ਕੁਛ ਕਹੂਗਾ ਜਾਂ ਉਹ ਮੈਨੂੰ ਕੁਛ ਕਹੂਗੀ। ਕਈ ਵਾਰ ਮੈਨੂੰ ਪੁੱਛਦਾ ਹੁੰਦਾ ਪ੍ਰਿੰਸ ਤੇਰਾ ਘਰ ਕਿੱਥੇ ਦੀ ਹੈ? ਕਿ ਮੈਂ ਜਦੋਂ ਅਸੀਂ ਲੈ ਕੇ ਆਏ ਸਾਨੂੰ ਦੱਸਿਆ ਸੀ ਉੱਥੇ ਲੋਕਾਂ ਨੇ ਵੀ ਮਹੱਲੇ 'ਚ ਹੀ ਰਹਿੰਦਾ, ਉੱਥੇ ਇਹਦਾ ਘਰ ਸੀ। ਇਹਦੇ ਮਾਂ ਪਿਓ ਦੀ ਮੌਤ ਹੋ ਗਈ ਆ, ਮੇਰੀਆਂ ਭੈਣਾਂ ਜਾਂ ਹੋਰ ਆ ਕੋਈ ਸਾਂਭਦਾ ਨਹੀਂ। ਇਹਦੇ ਕੀੜੇ ਪੈ ਗਏ ਮੈਂਟਲੀ, ਸਿੱਧਾ ਸੀ ਥੋੜਾ ਜਿਹਾ ਵਿਚਾਰਾ ਹੋਰ ਜ਼ਿਆਦਾ ਅਪਸੈਟ ਹੋ ਗਿਆ। ਤੇ ਅੱਜ ਪ੍ਰਿੰਸ ਨੂੰ ਸਾਡੇ ਕੋਲ ਰਹਿੰਦਿਆਂ ਨੂੰ ਕਰੀਬ 2-2.5 ਸਾਲ ਹੋ ਗਏ ਹਨ। ਅੱਜ ਬਿਲਕੁਲ ਠੀਕ ਹੈ, ਸਾਡੇ ਨਾਲ ਸੇਵਾ ਕਰਾਉਂਦਾ ਪ੍ਰਿੰਸ। ਤੇ ਪਰ ਦੁੱਖ ਇਸ ਗੱਲ ਦਾ, ਰੱਖੜੀਆਂ ਲੰਘ ਕੇ ਗਈਆਂ, ਉਸ ਭੈਣ ਦਾ ਦਿਲ ਨਹੀਂ ਡੋਲਿਆ ਵੀ ਮੈਂ ਆਪਣੇ ਭਰਾ ਦੇ ਰੱਖੜੀ ਬੰਨਿਆ ਵਾਂ। ਇਹਦੇ ਘਰ 'ਚ ਰਹਿੰਦੀ ਹੈ, ਇਹਦਾ ਹੀ ਘਰ ਆਹੋ ਜਿਹੇ 'ਚ ਰਹਿੰਦੀ ਹੈ ਨਾ। ਤੇ ਪ੍ਰਿੰਸ ਕਿਹੜੇ ਮਹੱਲੇ 'ਚ ਰਹਿੰਦਾ ਸੀ ਤੂੰ? ਹਾਂ ਘਾਹ ਮੰਡੀ ਦੇ ਕੋਲੇ ਮਹੱਲੇ ਦਾ ਨਾਂ ਕੀ ਆ? ਛੋਟੀ ਮਹੱਲਾ। ਇਹ ਛੋਟੀ ਮਹੱਲੇ 'ਚ ਤੇਰਾ ਮਕਾਨ ਨੰਬਰ ਕਿੰਨਾ, ਨੰਬਰ ਗਲੀ ਸੀ? ਗਲੀ ਦੀ ਉਹ ਗਲੀ ਪਤਾ, ਉਹ ਨੰਬਰ ਨਹੀਂ ਪਤਾ। ਠੀਕ ਆ। ਤੇਰੇ ਡੈਡੀ ਦਾ ਕੀ ਨਾਂ ਸੀ? ਮੰਮੀ ਦਾ ਕੀ ਨਾਂ ਸੀ? ਐ ਨਾ ਕਰ ਯਾਰ, ਦੱਸ ਦੇ ਪ੍ਰਿੰਸ ਯਾਰ। ਡੈਡੀ ਮੰਮੀ ਦਾ ਨਾਂ ਤੈਨੂੰ ਪਤਾ ਹੀ ਹੁੰਦਾ, ਇੰਨਾ ਸਾਊ ਬੰਦਾ ਹੈ। ਇੱਦਾਂ ਦੀਆਂ ਰੱਬੀ ਰੂਹਾਂ ਨਾਲ ਪਤਾ ਨਹੀਂ ਕਿੱਦਾਂ ਉਹ ਧੋਖਾ ਕਰ ਲੈਂਦੇ ਨੇ, ਕਿੱਦਾਂ ਉਹ ਸਮਝ ਨਹੀਂ ਆਉਂਦੀ। ਉਹਨਾਂ ਦਾ ਦਿਲ ਨਹੀਂ ਦੁਖਦਾ, ਉਹਨਾਂ ਦਾ ਦਿਲ ਨਹੀਂ ਪਸੀਜਦਾ ਹੈ। ਸੰਤ ਤੋਂ ਲੈ ਕੇ ਆਏ ਸੀ ਬਾਈ ਨੂੰ, ਬਹੁਤ ਮਾੜੀ ਹਾਲਤ 'ਚ। ਅੱਜ ਗ੍ਰਾਂਥੀ ਸਿੰਘ ਆ ਵੀਰ ਸਾਡਾ ਇੱਧਰ। ਆ ਜਾ ਬਾਈ ਬਿੰਦਰ, ਓਏ ਆ ਜਾ, ਲੋਕੀ ਜਾਣਾ ਤੂੰ ਤਾਂ ਅੱਗੇ ਵਿੱਚ ਵੱਜਦਾ ਹੁੰਦਾ। ਸਤਿ ਸ਼੍ਰੀ ਅਕਾਲ। ਹੋਰ ਬਾਈ ਠੀਕ ਆ? ਗੁੱਡੀ ਭੈਣ ਠੀਕ ਆ? ਹਾਂਜੀ ਕਾਲ ਨੇ ਠੀਕ ਹੈ ਜੀ। ਹਾਂ ਠੀਕ ਆ। ਤੂੰ ਤਾਂ ਚੰਗਾ ਭਲਾ ਹਾਂ ਲੈ ਮੈਨੂੰ ਬੁਲਾਇਆ ਤੇ ਹੌਲੀ ਬੋਲਦਾ ਕਿਤੇ, ਬੜਾ ਤੇਜ਼ ਬੋਲਦਾ ਸੀ ਤੂੰ। ਹੁਣ ਆ ਮੁੱਦਕੀ ਵਾਲੇ ਬਾਈ ਦੇਖ ਲਓ। ਸਤਿ ਸ੍ਰੀ ਅਕਾਲ ਭਾਈ ਮੁੱਦਕੀ ਵਾਲਿਆਂ ਨੂੰ, ਸੁਚੈਨ ਹੋਣਾ ਨੂੰ, ਸਾਰਿਆਂ ਨੂੰ। ਤੇ ਅੱਜ ਤੁਹਾਡੇ ਪਿੰਡ ਦਾ ਹੀ ਬੰਦਾ ਜਿਹਦਾ ਸੁੱਚ ਕੱਟੀ ਤੋਂ ਵੀ ਸੁੱਚ ਨਹੀਂ ਸੀ ਕੱਟੀ ਜਾਂਦੀ, ਚੁੱਪ ਨਹੀਂ ਸੀ ਕਰਦਾ। ਅੱਜ ਇਹ ਬਾਈ ਜਮਾਂ ਠੀਕ ਹੋ ਚੱਲਿਆ। ਹੁਣ ਇਹਨੂੰ ਭੈਣ ਦਾ ਫਿਕਰ ਰਹਿੰਦਾ ਵੀ ਭੈਣ ਮੇਰੀ ਕਦੋਂ ਠੀਕ ਭੈਣ ਨੇ ਉਹ ਭਾਂਡੇ ਦਿੰਦੇ ਸੀ ਮੈਨੂੰ, ਮੈਂ ਚੰਗਾ ਭਲਾ ਸੀ ਤੇ ਮੈਨੂੰ ਵੇਖ ਕੇ ਤੇ ਦਿਮਾਗ ਤੇ ਲੋੜ ਪੈ ਜਾਂਦੀ। ਹੁਣ ਵੀਰੇ ਠੀਕ ਆ ਤੂੰ ਬਿੰਦਰ? ਕੋਈ ਬੁਲਾਵੇ ਤਾਂ ਫਿਰ ਬੋਲਦਾ, ਨਹੀਂ ਤਾਂ ਅੱਗੇ ਹੌਲੀ ਬੋਲ। ਮੈਂ ਮੇਰੀ ਭੈਣ ਨੂੰ ਬੁਲਾਈ। ਆ ਗੱਲ ਜਿਹੜੀ ਤੁਸੀਂ ਸੁਣੀ ਆ,
ਵੀ ਜੇ ਕੋਈ ਮੈਨੂੰ ਬੁਲਾਵੇ ਤਾਂ ਮੈਂ ਹੁਣ ਤਾਂ ਬੋਲਦਾ ਵਾਂ ਤੇ ਨਹੀਂ ਚੁੱਪ ਹੀ ਨਹੀਂ ਸੀ ਕਰਦਾ ਬਾਈ, ਚੁੱਪ ਹੀ ਨਹੀਂ ਕਰਦਾ ਸੀ ਬਾਈ। ਉਹ ਕੋਟੀ ਲੈ ਗਿਆ ਚੱਕ ਕੇ, ਉਹ ਝੱਗਾ ਲੈ ਗਿਆ, ਉਹ ਬਨੈਣ ਲੈ ਗਿਆ, ਉਹ ਲਿਫਾਫਾ ਲੈ ਗਿਆ, ਉਹ ਟੀਕਾ ਲੈ ਗਿਆ, ਸਾਰਾ ਕੁਝ ਐਂ ਹੀ ਸਾਰਾ ਦਿਨ ਉਹ ਕਹਿੰਦੇ ਜੀ ਕਈ ਸਾਲਾਂ ਤੋਂ ਇਦਾਂ ਹੀ ਸੀ। ਤੇ ਅੱਜ ਮੁੱਦਕੀ ਵਾਲੇ ਬਾਈਆਂ ਨੂੰ ਬੇਨਤੀ ਆ, ਦੇਖੋ ਤੁਸੀਂ ਮਿਲ ਕੇ ਵੀ ਜਾਂਦੇ, ਬਾਈਆਂ ਦਾ ਧੰਨਵਾਦ ਵੀ ਯਾਰ ਮੁੱਦਕੀ ਵਾਲਿਆਂ ਦਾ, ਮਿਲ ਕੇ ਵੀ ਜਾਂਦੇ, 3-4 ਵਾਰੀ ਆ ਗਏ ਸਾਰੇ ਇਕੱਠੇ ਹੋ ਕੇ। ਹਾਂ ਤੇ ਉਹਦੇ ਨਾਲ ਹੀ ਬਾਈ ਇਹਨੂੰ ਫਰਕ ਪਿਆ, ਤੁਹਾਡੇ ਮਿਲਣ ਨਾਲ ਹੀ ਹਨਾ, ਤੁਹਾਡੇ ਆਉਣ ਨਾਲ ਬਹੁਤ ਫਰਕ ਪੈਂਦਾ। ਆਇਆ ਕਰੋ ਜਿਨ੍ਹਾਂ ਦੇ ਹੋਰ ਵੀ ਇੱਥੇ ਆ, ਜਿਵੇਂ ਹੁਣ ਆਹ ਵੀਰ ਆ ਸਾਡਾ ਮਨੀ ਹਨਾ, ਸ਼ਮਸ਼ਾਨ ਘਾਟ 'ਚ ਬੰਨਿਆ ਸੀ, ਉੱਥੋਂ ਛੁਡਾ ਕੇ ਲਿਆ ਸੀ ਬਸਹਿਮੀ ਤੋਂ। ਹੁਣ ਇਹਦੇ ਭਰਾ ਹੁਣੀ ਅੱਜ ਰੱਖੜੀਆਂ ਤੇ ਇਹਦੀ ਭੈਣ ਆਈ ਹੈ, ਦੇਖ ਕੇ ਰੋਣ ਲੱਗ ਗਿਆ ਆਪਣੀ ਭੈਣ ਨੂੰ ਉੱਚੀ ਉੱਚੀ। ਮੈਂ ਕੀ ਹੋ ਗਿਆ ਮਨੀ? ਕਹਿੰਦਾ ਬਾਈ ਬਸ ਯਾਦ ਆ ਗਈ। ਯਾਨੀ ਕਿ ਥੋੜਾ ਜਿਹਾ ਮਿਲੋਗੇ ਨਾ ਠੀਕ ਹੋ ਜਾਊਗਾ ਬੰਦਾ ਤੁਹਾਡਾ, ਜੇ ਤੁਸੀਂ ਥੋੜੀ ਜਿਹੀ ਸਪੋਰਟ ਕਰੋ। ਠੀਕ ਆ, ਨਹੀਂ ਸੰਭਾਲ ਪਾਉਂਦੇ ਨਹੀਂ, ਸੰਭਾਲਣ ਲਈ ਵਾਹਿਗੁਰੂ ਨੇ ਸਾਡੀ ਡਿਊਟੀ ਲਾਤੀ ਹੈ, ਪਰ ਤੁਸੀਂ ਨਾਲ ਤਾਂ ਆ ਕੇ ਇੱਕ ਵਾਰੀ ਮਿਲ ਤਾਂ ਜਾਓ ਨਾ, ਮਹੀਨੇ 'ਚ ਇੱਕ ਅੱਧੀ ਵਾਰੀ। ਆ ਦੇਖੋ ਆ ਬਾਪੂ ਕੀ ਕਰਦੀ ਹੈ, ਆ ਜਾਓ ਵੀਰ, ਆ ਗਿਆ, ਮੈਂ ਵੀ ਆ ਗਿਆ। ਇਹ ਜੀ ਕੇਕ ਕੱਟਣ ਲੱਗੇ ਆ ਸਾਡੇ ਜਿਹੜੇ ਬੱਚੇ ਖੜੇ ਆ, ਗੋਲਡਨ ਹੋਣੀ ਹਨਾ, ਸਾਰੇ ਰੰਜਨ ਹੋਣੀ, ਸੰਦੀਪ ਖੜਾ ਪਿੱਛੇ, ਉਹ ਪਿਆਰਾ ਖੜਾ ਸਾਡਾ ਨਵਾਂ ਬੱਚਾ ਜਿਹਨੂੰ ਡੈਡੀ ਛੱਡ ਕੇ ਚਲਾ ਗਿਆ ਸੀ ਉਹਦਾ ਹਨਾ। ਇੱਧਰ ਕੀਮਤੀ ਖੜਾ, ਦਿਲਪ੍ਰੀਤ ਖੜਾ, ਆ ਵੀ ਸਾਡਾ ਦਿਲਪ੍ਰੀਤ ਖੜਾ ਹਨਾ। ਇੱਧਰ ਸਾਡੇ ਬਾਪੂ ਬਜ਼ੁਰਗ ਖੜੇ ਨੇ ਸਾਰੇ। ਇਹਨਾਂ ਦੇ ਚਿਹਰੇ ਦੀ ਜਿਹੜੀ ਮੁਸਕਾਨ ਆ ਜਾਂ ਜਿਹੜਾ ਕੇਕ ਆ, ਹੈ ਬੜੀ ਇੱਕ ਛੋਟੀ ਜਿਹੀ ਚੀਜ਼ ਆ ਕੇਕ ਹਨਾ। ਆਪਾਂ ਆਮ ਤੌਰ ਤੇ ਕਹਿੰਦੇ ਕੇਕ ਕੋਈ ਵੱਡੀ ਗੱਲ ਨਹੀਂ, ਪਰ ਜਦੋਂ ਇੱਥੇ ਕੱਟਿਆ ਜਾਂਦਾ ਇਹਨਾਂ ਦੀਆਂ ਖੁਸ਼ੀਆਂ ਜ਼ਾਹਰ ਹੁੰਦੀਆਂ, ਜਦੋਂ ਇਹ ਆਪ ਛੁਰੀ ਫੜ ਕੇ ਕੱਟਦੇ ਨੇ ਤੇ ਉਹ ਅਹਿਸਾਸ ਆ ਜਿਹੜਾ ਲਾਓ। ਪਹਿਲਾਂ ਪੈਣੀਆਂ ਗੱਲਾਂ ਨਹੀਂ ਹੋ ਸਕਦੀਆਂ, ਲਾਓ ਮਾਰੋ। ਵੈਰੀ ਗੁੱਡ, ਬੋਲੇ ਸੋਨਿਹਾਲ। ਤੇ ਹੁਣ ਦੇਖੋ ਉਹ ਬੱਚਿਆਂ ਨੇ ਕਿੱਦਾਂ ਕੇਕ, ਮੈਂ ਕਹਿੰਦਾ ਵੀ ਇੱਕ 10 ਸੈਕਿੰਡ ਦੇ ਵਿੱਚ ਦੀ 10-15 ਵਾਰੀ ਉਹਦੇ ਵਿੱਚ ਦੀ ਘਸਾਤਾ ਚਾਕੂ। ਤੇ ਉਹ ਜਿਹੜੇ ਇਹਨਾਂ ਦੇ ਚਿਹਰੇ ਦੀ ਆ ਜਿਹੜੀ ਖੁਸ਼ੀ ਆ, ਇਸ ਪਰਿਵਾਰ ਨੇ ਦੇਖੋ, ਭੈਣ ਹੋਣਾ ਨੇ, ਵੀਰੇ ਹੋਣਾ ਨੇ, ਕੇਕ ਤਾਂ ਆਪਣੇ ਪਰਿਵਾਰ 'ਚ ਵੀ ਕੱਟ ਲੈਣਾ ਸੀ, ਆਪਣੀ ਫੈਮਿਲੀ 'ਚ ਜਾਂ ਕਿਸੇ ਚੰਗੇ ਰੈਸਟੋਰੈਂਟ 'ਚ ਵੀ ਕੱਟ ਸਕਦੇ ਸੀ। ਉੱਥੇ ਤਾਂ ਫਿਰ ਜਿਹੜੇ ਰੱਜੇ ਹੋਏ ਆ, ਜਿਨ੍ਹਾਂ ਨੇ ਪਹਿਲਾਂ ਹੀ ਮਸਾ ਖਾਂਦੇ, ਸ਼ੂਗਰ ਆ, ਕਿਸੇ ਨੂੰ ਕੁਛ ਆ, ਕਹਿੰਦੇ ਯਾਰ ਮੈਂ ਨਹੀਂ ਖਾਣਾ, ਕੋਈ ਗੱਲ ਨਹੀਂ, ਮੈਂ ਉਂਗਲੀ ਲਾ ਲੈਣਾ ਮਾੜੀ ਜੀ। ਤੇ ਇੱਥੇ ਉਹ ਲੋਕ ਨੇ ਜਿਨ੍ਹਾਂ ਲਈ ਇਹ ਕੇਕ ਵੈਲਿਊ ਰੱਖਦਾ, ਇਸ ਭੈਣ ਦੀ ਖੁਸ਼ੀ ਆ ਜਿਹੜੀ ਹੈ ਨਾ, ਉਹ ਉਹਨਾਂ ਲਈ ਵੈਲਿਊ ਰੱਖਦੀ ਆ, ਕਿਉਂਕਿ ਉਹਨਾਂ ਨੇ ਬੜਾ ਲੰਬਾ ਸਮਾਂ ਇਹਨਾਂ ਖੁਸ਼ੀਆਂ ਨੂੰ ਹੰਢਾਇਆ ਹੀ ਨਹੀਂ ਸੀਗਾ। ਕਦੇ ਫਿਰ ਵੀ ਥੈਂਕ ਯੂ ਕਰਦੇ ਆ ਅਮਨ, ਤੇਰਾ ਤੇਰੇ ਪਰਿਵਾਰ ਦਾ, ਭੈਣੇ ਤੈਨੂੰ ਮਹਾਰਾਜ ਲੰਬੀ ਜ਼ਿੰਦਗੀ ਬਖਸ਼ਣ, ਚੜ੍ਹਦੀ ਕਲਾ, ਤੰਦਰੁਸਤੀ ਭਰਿਆ ਜੀਵਨ ਬਖਸ਼ਣ, ਤੁਹਾਡੇ ਪਰਿਵਾਰ ਤੇ ਵਾਹਿਗੁਰੂ ਮਿਹਰ ਭਰੇ ਹੱਥ ਰੱਖਣ। ਤੁਸੀਂ ਸਾਡੇ ਇਸ ਪਰਿਵਾਰ ਦੇ ਨਾਲ ਆ ਕੇ ਅੱਜ ਆਪਣੀ ਖੁਸ਼ੀ ਸਾਂਝੀ ਕੀਤੀ, ਆਪਣਾ ਜਨਮ ਦਿਨ ਇੱਥੇ ਮਨਾਇਆ। ਬੜੇ ਘੱਟ ਲੋਕ ਨੇ ਜਿਹੜੇ ਸਾਡੇ ਕੋਲ ਇੱਥੇ ਆ ਕੇ ਜਨਮ ਦਿਨ ਮਨਾਉਂਦੇ ਨੇ, ਤੇ ਪਰ ਚਾਹੀਦਾ ਆਪਾਂ ਨੂੰ ਜਿੱਥੇ ਕਿਤੇ ਕੋਈ ਜ਼ਰੂਰੀ ਨਹੀਂ ਸਾਡੇ ਕੋਲੇ, ਕਿਤੇ ਵੀ ਜਿੱਥੇ ਲੋਕ ਰਹਿੰਦੇ ਨੇ ਆਪਣੇ ਨੇੜੇ ਤੇੜੇ ਹਨ, ਜਿਵੇਂ ਆਪਣੇ ਅਮਨ ਨੇ ਮਨਾਇਆ ਕਿ ਨਾ ਆਪਣਾ ਇੱਥੇ ਜਨਮ ਦਿਨ ਸਾਡੇ ਨਾਲ ਆ ਕੇ ਨਾ ਬਾਈ ਨੇ। ਬੜੀਆਂ ਚੰਗੀਆਂ ਰੂਹਾਂ ਹੁੰਦੀਆਂ ਜਿਨ੍ਹਾਂ ਨੂੰ ਮਹਾਰਾਜ ਇੱਦਾਂ ਦੀ ਸਮਰਥ ਬਖਸ਼ਦਾ। ਤੁਹਾਡਾ ਧੰਨਵਾਦ। ਤੇ ਹੁਣ ਮੇਰੀ ਭੈਣ ਪਾ ਕੇ ਬੇਟਾ ਥੋੜਾ ਸਰਵ ਕਰਦਾ ਵਾ, ਨਾਲ ਇਹਦੀ ਸੇਵਾ ਲਾ ਕੇ ਕਰਦਾ। ਮੋਮਬੱਤੀ ਕੱਢ ਦੇ ਕੋਈ ਨਾ ਸੰਦੀਪ, ਮਿੱਠੇ ਆ ਕਿਸੀ ਬਾਪੂ ਤੂੰ ਵੀ ਕੁੜੀ ਨੂੰ ਦੇ ਦੇ ਆਸ਼ੀਰਵਾਦ। ਮਾੜਾ ਜਿਹਾ ਖਵਾ ਦੋ ਬਾਪੂ, ਥੋੜਾ ਲੰਬਾ ਜਕਾਰਾ ਲਾਊਗਾ ਭੈਣੇ। ਬੋਦੇ ਬੋਲੇ ਸੋਨਹਾਲ ਦੇ ਜਕਾਰੇ ਹੈ ਨਾ ਜਿਹੜੇ ਲੱਗ ਰਹੇ ਆ ਜੀਵਨ। ਆ ਬਾਈ ਹੁਣੀ ਸਾਡੇ ਬੱਚੇ, ਸ਼ੀਸ਼ ਹੁਣੀ, ਨੀਰਜ ਹੁਣੀ, ਸਾਰੇ ਉਹ ਮੂੰਹ ਤੋਂ ਵਾਰ-ਵਾਰ ਉਹੀ ਨਿਕਲ ਜਾਂਦਾ। ਤੇ ਇਹ ਸਾਰੇ ਜਿਹੜੇ ਇਹਨਾਂ ਦੇ ਚਿਹਰਿਆਂ ਤੇ ਰੌਣਕਾਂ, ਜਕਾਰੇ ਲਾਏ ਇਹਨਾਂ ਨੇ ਹੈ ਨਾ, ਇਹ ਚੀਜ਼ ਆਪਾਂ ਕਿਤੇ ਘਰ 'ਚ, ਹੋਟਲ 'ਚ, ਰੈਸਟੋਰੈਂਟ 'ਚ ਜਨਮ ਦਿਨ ਮਨਾ ਕੇ ਇਹ ਮਿਲ ਹੀ ਨਹੀਂ ਸਕਦੀ। ਇਹ ਖੁਸ਼ੀ ਹੈ ਨਾ ਜਿਹੜੀ ਇਹਨਾਂ ਨੇ, ਇਹਦਾ ਆਪਾਂ ਅਹਿਸਾਸ ਹੀ ਨਹੀਂ ਕਰ ਸਕਦੇ ਆਪਣੇ ਰਿਸ਼ਤੇਦਾਰਾਂ 'ਚ, ਭੈਣ ਭਰਾਵਾਂ ਦੇ ਵਿੱਚ, ਚਾਹੇ ਆਪਾਂ ਜਿੰਨੀ ਵਾਰੀ ਮਰਜ਼ੀ ਕੇਕ ਕੱਟ ਲਈਏ। ਪਰ ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਜੇ ਸਾਡੇ ਨੇੜੇ ਤੇੜੇ ਲੁਧਿਆਣੇ ਦੇ ਆਸ-ਪਾਸ ਕਿਤੇ ਵੀ ਆ, ਤੁਸੀਂ ਪਲੀਜ਼ ਸਾਡੇ ਕੋਲ ਇੱਥੇ ਆਵੋ। ਨਹੀਂ ਹੋਰ ਬੜੀਆਂ ਚੰਗੀਆਂ ਸੰਸਥਾਵਾਂ ਕੰਮ ਕਰਦੀਆਂ ਵਾ, ਬੜੇ ਝੁੱਗੀਆਂ ਝੌਂਪੜੀਆਂ ਵਾਲੇ ਇੱਦਾਂ ਦੇ ਏਰੀਏ ਨੇ ਤੁਹਾਡੇ ਆਸ-ਪਾਸ ਹੀ, ਜਿੱਥੇ ਤੁਸੀਂ ਜਾ ਕੇ ਉਹਨਾਂ ਲੋੜਵੰਦ ਬੱਚਿਆਂ ਦੇ ਵਿੱਚ ਜਾ ਕੇ ਆਪਣੀ ਖੁਸ਼ੀ ਸਾਂਝੀ ਕਰੋ। ਇੱਕ ਆਪਣੇ ਜਨਮ ਦਿਨ ਤੇ ਜ਼ਰੂਰ ਰੁੱਖ ਲਗਾਓ, ਭਵਿੱਖ ਬਚਾਓ ਦੀ ਇੱਕ ਅਸੀਂ ਵੀ ਮੁਹਿੰਮ ਚਲਾਈ ਹੋਈ ਹੈ, ਤੇ ਹਰ ਬੰਦੇ ਦੀ ਮੁਹਿੰਮ ਆਏ
ਕੱਲੀ ਸਾਡੀ ਕੋਈ ਚਲਾਉਣ ਦੀ ਜਾਂ ਕੋਈ ਸਰਕਾਰ ਵੱਲੋਂ ਜਾਂ ਕਿਤੇ ਵੱਲੋਂ ਕੋਈ ਲੋੜ ਨਹੀਂ ਆਪਾਂ ਨੂੰ। ਜੇ ਹਰ ਬੰਦਾ ਆਪਣੇ ਜਨਮ ਦਿਨ ਤੇ ਇੱਕ ਬੂਟਾ ਲਾ ਦਿਆ ਕਰੇ ਤੇ ਉਹਨੂੰ ਅਗਲੇ ਜਨਮ ਦਿਨ ਤੇ ਪਾਲ ਕੇ ਉਹਨੂੰ ਉਹਦਾ ਖਿਆਲ ਰੱਖੇ। ਇੱਕ ਬੂਟਾ ਉੱਥੇ ਜੇ ਹੋਰ ਲਾ ਸਕਦਾ ਤਾਂ ਹੋਰ ਲਾਵੇ, ਤੇ ਨਹੀਂ ਤਾਂ ਉਸੇ ਬੂਟੇ ਨੂੰ ਪਾਲ ਲਵੇ। ਇੱਕ ਜ਼ਿੰਦਗੀ 'ਚ ਬੰਦਾ ਇੱਕ ਦਰਖਤ ਵੀ ਪਾਲ ਦਿੰਦਾ ਨਾ, ਉਹਨੂੰ ਬੂਟੇ ਨੂੰ ਦਰਖਤ ਬਣਾ ਲੈਂਦਾ ਜੇ, ਤਾਂ ਉਹਦੀ ਜ਼ਿੰਦਗੀ ਦਾ ਮਨੋਰਥ ਸਫਲ ਹੋ ਜਾਂਦਾ। ਉਹ ਫਲ ਦੇਊਗਾ, ਛਾਂ ਦੇਊਗਾ, ਉਹ ਆਕਸੀਜਨ ਦੇਊਗਾ, ਉਹ ਕਿੰਨੀਆਂ ਜ਼ਿੰਦਗੀਆਂ ਦਾ ਆਸਰਾ ਬਣੂ, ਕਿੰਨੇ ਚਿੜੀਆਂ ਜਨੌਰ ਉੱਥੇ ਇਕੱਠੇ ਹੋਇਆ ਕਰਨਗੇ। ਇਸ ਕਰਕੇ ਹਰ ਬੰਦਾ ਜੇ ਆਪਣੇ ਜਨਮ ਦਿਨ ਤੇ ਮੈਰਿਜ ਐਨਵਰਸਰੀ ਤੇ ਇੱਕ ਬੂਟਾ ਲਾਵੇ। ਹੁਣ ਅਸੀਂ ਸਾਡੇ ਪਰਿਵਾਰ ਵੱਲੋਂ ਸਾਡੇ ਪਰਿਵਾਰ ਦੇ ਹਰ ਇੱਕ ਮੈਂਬਰ ਦੇ ਹੱਥੋਂ, ਪੰਡਤ ਦਾ, ਹਰ ਇੱਕ ਬੰਦੇ ਦਾ ਬਾਹਰ ਇੱਕ ਬੂਟਾ ਲੱਗਿਆ। ਅੰਬ ਦੇ ਬੂਟੇ ਲਾਏ ਅਸੀਂ ਫਲਾਂ ਵਾਲੇ ਵੱਡੇ, ਪਿਛਲੇ ਸਾਲ ਲਾਏ ਸੀ। ਆਲੇ ਦੁਆਲੇ ਉਹਨਾਂ ਦੇ ਉਹ ਲਾ ਕੇ ਜੰਗਲਾ ਜਿਹਾ ਲੋਹੇ ਦਾ ਬਣਾ ਕੇ ਉੱਤੇ ਨਾਮ ਲਿਖਿਆ ਹਰ ਮੈਂਬਰ ਦੇ। ਹੁਣ ਉਹ ਬੰਦੇ ਕਈ ਸਾਨੂੰ ਛੱਡ ਕੇ ਚਲੇ ਗਏ ਹੈ ਨਾ, ਆ ਪਿਛਲੇ ਸਮੇਂ 'ਚ ਵੀ ਅੱਗੋਂ ਵੀ ਜਾਣਾ ਹੀ ਆ, ਤੇ ਉਹਨਾਂ ਦੀਆਂ ਯਾਦਗਾਰਾਂ ਹਮੇਸ਼ਾ ਸਾਡੇ ਨਾਲ ਰਹਿਣਗੀਆਂ। ਉਹ ਰਹਿਣ ਨਾ ਰਹਿਣ, ਉਹਨਾਂ ਦੇ ਲਾਏ ਹੋਏ ਬੂਟੇ ਅੰਬ ਦੇ ਉਹ ਸਾਰੀ ਉਮਰ ਫਲ ਦੇਣਗੇ। ਸਾਨੂੰ ਨਹੀਂ ਲੱਗਦਾ ਸਾਡੇ 5 ਸਾਲਾਂ ਤੱਕ, ਆਉਣ ਵਾਲੇ 5 ਸਾਲਾਂ ਤੱਕ ਸਾਨੂੰ ਅੰਬ ਮੁੱਲ ਲੈਣਾ ਪਊ। ਸਾਨੂੰ ਕੀ ਸਾਡੇ ਪਿੰਡ ਨੂੰ ਵੀ ਮੁੱਲ ਲੈਣਾ ਪਊ, ਅਸੀਂ ਇੰਨਾ ਅੰਬ ਲਾਇਆ ਹੈ ਨਾ। ਆ ਦੇਖੋ ਬਾਬੇ ਗੋਰੇ ਅੰਗਰੇਜ਼ ਦਾ ਨਾਂ ਕੱਟਿਆ ਗਿਆ ਥੋੜਾ ਵਿੱਚੋਂ। ਗੋਰਾ ਅੰਗਰੇਜ਼ ਸੀ ਜਿਹੜਾ ਸਾਡੇ ਕੋਲ ਨਾ, ਜਿਹਦੇ ਮੂੰਹ 'ਚ ਕੀੜੇ ਪਏ ਹੋਏ ਸੀ ਬਾਈ ਦੇ, ਉਹਨੇ ਆਪਣੇ ਹੱਥਾਂ ਨਾਲ ਯਾਦਗਾਰੀ ਬੂਟਾ ਲਾਇਆ ਸੀ। ਇਹ ਬੋਹੜ ਦਾ ਦਰਖਤ ਆ, ਨਾਲ ਇਹਦੇ ਨਿੰਮ ਖੜੀ ਆ ਤੇ ਨਾਲ ਇਹਦੇ ਜੜ੍ਹਾਂ 'ਚ ਆ ਪਿੱਪਲ ਆ। ਤੇ ਇਹ ਤਰਵੈਣੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਤੇ ਹੌਲੀ ਹੌਲੀ ਮਹਾਰਾਜ ਕਿਰਪਾ ਕਰਨਗੇ ਬਣ ਜੂ, ਪਰ ਬੋਹੜ ਪੂਰਾ ਵਧੀਆ ਹੋ ਗਿਆ। ਹੁਣ ਇਹ ਗੋਰਾ ਅੰਗਰੇਜ਼ ਬਾਈ ਤਾਂ ਇਸ ਦੁਨੀਆ ਤੋਂ ਚਲਿਆ ਗਿਆ ਹੈ ਨਾ, ਪਰ ਉਹਦੇ ਨਾਂ ਦਾ ਇਹ ਬੋਹੜ ਲੱਗਿਆ ਹੋਇਆ। ਉਹਦੇ ਤੇ ਜਦੋਂ ਥੜਾ ਬਣਾ ਕੇ ਅਸੀਂ ਉਹਦਾ ਨਾਂ ਲਿਖਾਂਗੇ ਤੇ ਸਾਰੀ ਜ਼ਿੰਦਗੀ ਲੋਕ ਆ ਕੇ ਪੁੱਛਿਆ ਕਰਨਗੇ ਵੀ ਇਹਦਾ ਬੋਹੜ ਦਰਖਤ ਕਿਹੜਾ ਗੋਰਾ ਅੰਗਰੇਜ਼ ਸੀ। ਉਹਦੀ ਫੋਟੋ ਦੇਖਣਗੇ, ਪੁੱਛਣਗੇ ਕਿ ਉਹ ਬੰਦਾ ਮਰਨ ਤੋਂ ਬਾਅਦ ਵੀ ਮਤਲਬ ਜਿਉਂਦਾ। ਹਾਲਾਂਕਿ ਉਹ ਸੜਕ ਤੋਂ ਮਿਲਿਆ ਸੀ, ਉਹਦਾ ਕੋਈ ਵਾਲੀ ਵਾਰਸ ਨਹੀਂ ਸੀ, ਉਹ ਕੋਈ ਲੀਡਰ ਨਹੀਂ ਸੀ, ਉਹ ਕੋਈ ਸਿਆਸਤ ਜਾਂ ਕੋਈ ਬਹੁਤ ਉਹਨੇ ਕੋਈ ਫਰੀਡਮ ਫਾਈਟਰ ਨਹੀਂ ਸੀ, ਪਰ ਉਹਨੇ ਇੱਕ ਕੰਮ ਜ਼ਰੂਰ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ। ਉਹ ਇਹ ਸੀ ਵੀ ਉਸ ਬੰਦੇ ਦੇ ਇੰਡੀਆ 'ਚ ਆਏ ਦੇ ਮੂੰਹ 'ਚ ਕੀੜੇ ਪੈ ਗਏ, ਨਾ ਉਹ ਬੋਲ ਸਕਦਾ ਸੀ ਨਾ ਸੁਣ ਸਕਦਾ ਸੀਗਾ। ਤੇ ਉਹ ਬੰਦਾ ਇੱਥੇ ਇਹਨਾਂ ਪਿੰਡਾਂ ਸ਼ਹਿਰਾਂ 'ਚ ਇਹਨਾਂ ਪਿੰਡਾਂ 'ਚ ਆਪਣੇ ਘੁੰਮਦਾ ਰਿਹਾ, ਆਪਦਾ ਪ੍ਰਸ਼ਾਦਾ ਪਾਣੀ ਛਕਦਾ ਰਿਹਾ। ਸਾਨੂੰ ਮਿਲ ਗਿਆ, ਅਸੀਂ ਲੈ ਆਏ ਉੱਥੋਂ। ਉਹਦੇ ਟਰੰਕ ਦੇ ਵਿੱਚ ਪੈਸੇ ਸੀਗੇ ਕਰੀਬ 1 ਲੱਖ ਕਿੰਨਾ 60,000 ਕਿ 70,000 ਸਾਰੀ ਉਮਰ ਦੀ ਕਮਾਈ। ਉਹ ਸਾਨੂੰ ਦੇ ਰਿਹਾ ਸੀ ਵੀ ਤੁਸੀਂ ਰੱਖ ਲਓ। ਉਹ ਐਡਾ ਦਿਲ ਦਾ ਸਾਫ਼ ਬੰਦਾ ਸੀ। ਫਿਰ ਅਸੀਂ ਉੱਥੋਂ ਜਿਹੜੇ ਉਹਦੇ ਬੰਦੇ ਸੀ ਰਾਜਪੁਰੇ ਤੋਂ ਲਿਆਏ ਸੀ, ਉਹਨਾਂ ਨੂੰ ਦਿੱਤੇ ਪੈਸੇ ਵੀ ਤੁਸੀਂ ਉਹਦੀ ਯਾਦਗਾਰ ਬਣਾ ਦਿਓ ਉੱਥੇ ਕੋਈ। ਪਰ ਉਹਨਾਂ ਨੇ ਵੀ ਅਖੀਰ ਨੂੰ ਮਨਾ ਕਰਤਾ। ਉਹ ਕਹਿੰਦੇ ਜੀ ਪਹਿਲਾਂ ਤਾਂ ਰੱਖ ਲਏ ਪੈਸੇ, ਥੋੜ੍ਹੇ ਟਾਈਮ ਬਾਅਦ ਸਾਨੂੰ ਮੋੜ ਕੇ ਕਹਿੰਦੇ ਜੀ ਨਹੀਂ ਤੁਸੀਂ ਸਾਂਭ ਲਓ। ਤੇ ਉਹ ਪੈਸਾ ਸਾਡੇ ਕੋਲ ਅੱਜ ਵੀ ਪਿਆ ਉਹਦਾ ਬਾਬੇ ਦਾ। ਤੇ ਅਸੀਂ ਗੋਰੇ ਅੰਗਰੇਜ਼ ਦੀ ਯਾਦ ਦੇ ਵਿੱਚ ਇੱਥੇ ਕੋਈ ਇੱਦਾਂ ਦਾ ਸਿਸਟਮ ਬਣਾਵਾਂਗੇ ਉਹਦੇ ਪੈਸੇ ਦੇ ਨਾਲ। ਉਹਦਾ ਟਰੰਕ ਪਿਆ ਉਵੇਂ ਦੀ ਉਵੇਂ, ਤੇ ਵਾਹਿਗੁਰੂ ਮਿਹਰ ਕਰੇ ਵੀ ਉਹਨੇ ਇੱਕ ਕੰਮ ਚੰਗਾ ਕੀਤਾ। ਉਹਨੇ ਸਾਰੀ ਜ਼ਿੰਦਗੀ ਦੀ ਕਮਾਈ ਇਸ ਸੰਸਥਾ ਨੂੰ ਦੇ ਗਿਆ ਜਾਣ ਲੱਗਿਆ। ਤੇ ਉਹ ਸਾਰੀ ਜ਼ਿੰਦਗੀ ਦੀ ਉਹਦੀ ਕਮਾਈ ਅੱਜ ਤੱਕ ਸਾਨੂੰ ਪਤਾ ਨਹੀਂ ਲੱਗਿਆ ਕਿ ਇਹਨੂੰ ਕਿੱਥੇ ਲਾਈਏ, ਇਹੋ ਜਿਹੀ ਕਿਹੜੀ ਚੀਜ਼ ਬਣਾਈਏ। ਅਸੀਂ ਇਹ ਦਰਖਤ ਆ ਜਿਹੜਾ ਲੱਗਿਆ ਹੋਇਆ, ਆਉਣ ਵਾਲੇ ਸਮੇਂ 'ਚ ਸਾਡੀ ਜੇ ਬੁੱਧੀ ਨੇ ਕੰਮ ਕੀਤਾ ਤੇ ਅਸੀਂ ਉਹਦੀ ਕੋਈ ਇੱਦਾਂ ਦੀ ਚੀਜ਼ ਜ਼ਰੂਰ ਬਣਾਵਾਂਗੇ ਜਿਹਨੂੰ ਲੋਕ ਗੋਰੇ ਅੰਗਰੇਜ਼ ਨੂੰ ਯਾਦ ਕਰਨਗੇ, ਕਿਉਂਕਿ ਉਹਨੇ ਆਪਣੀ ਜ਼ਿੰਦਗੀ ਅੱਗੇ ਇੱਕ ਪੈਸਾ ਸਾਨੂੰ ਦਿੱਤਾ। ਇੱਦਾਂ ਹੀ ਜੱਗੇ ਆ ਜਾ ਕੈਨੇਡਾ ਵਾਲਿਆ। ਆ ਜੱਗਾ ਜੀ ਕੈਨੇਡੀਅਨ ਸਾਡਾ, ਤੇ ਜੱਗੇ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੋ। ਜੱਗਾ ਸਰੀ 'ਚ ਰਹਿੰਦਾ, ਟੋਰਾਂਟੋ ਰਹਿੰਦਾ ਕਿ ਸਰੀ ਰਹਿੰਦਾ? ਟੋਰਾਂਟੋ ਰਹਿੰਦਾ ਜੱਗੇ। ਕਿੱਥੇ ਰਹਿੰਦਾ? ਟੋਰਾਂਟੋ ਡਾਊਨਟਾਊਨ ਏਰੀਆ ਰਹਿੰਦਾ ਸੀ। ਤੇ ਜੱਗੇ ਦਾ ਉੱਥੇ ਨਾਂ ਚੱਲਦਾ ਸੀਗਾ ਜੀ ਪੂਰਾ। ਤੇ ਉੱਥੇ ਜੱਗੇ ਦਾ ਯਾਨੀ ਕਿ ਸਿਸਟਮ ਇੱਦਾਂ ਦਾ ਸੀਗਾ ਵੀ ਕਈ ਕੰਪਲੇਂਟਾਂ ਸੀ। ਜੱਗੇ ਕਿੰਨੀਆਂ ਕੰਪਲੇਂਟਾਂ ਸੀ ਥਾਣੇ 'ਚ ਤੇਰੀਆਂ? ਸ਼ਰਾਬ ਪੀ ਕੇ ਬੇਹੋਸ਼ ਹੋ ਜਾਂਦਾ ਸੀ। ਅੱਛਾ। ਜਿਹੜੀ ਉਹਨਾਂ ਦੀ ਇੰਟੈਲੀਜੈਂਸ, ਉਹ ਇੰਟੈਲੀਜੈਂਸ ਦੀ ਬ੍ਰੇਕ ਵਾਲੀ ਹੁੰਦੀ ਚਾਈਨਾ ਕੁਕਿੰਗ ਵਾਲੀ, ਉਹ ਵੀ ਛੱਡ ਗਏ। ਇੰਨੀ ਕਾਹਤੋਂ ਪੀਂਦਾ ਸੀ ਤੂੰ? ਆਪਦੇ ਘਰ ਵਾਲੀ ਨੂੰ ਵੀ ਛੱਡਤਾ, ਮੁੰਡੇ ਨੂੰ ਵੀ ਛੱਡਤਾ ਘਰ ਜੀ ਉਹਨਾਂ ਦੀ ਯਾਦ ਹੁੰਦੀ ਸੀ ਨਾ, ਯਾਦ ਹੁੰਦਾ ਭੈਣਾਂ ਭਰਾਵਾਂ ਦੀ ਯਾਦ। ਉੱਥੇ ਇਕੱਲਾ ਸੀ ਤੂੰ ਨਾ? ਤੇ ਫਿਰ ਵਾਈਫ ਨਾਲ ਤੇਰੀ ਬਣੀ ਨਹੀਂ ਹੈ ਨਾ ਘਰ ਵਾਲੀ ਨਾਲ? ਘਰ ਵਾਲੀ ਦਾ ਬਣੀ। ਤੇ ਬੱਚੇ ਦਾ ਕੀ ਨਾਮ ਤੇਰੇ ਦਾ ਮੁੰਡੇ ਦਾ? ਮਾਨਵਜੀਤ। ਮਾਨਵਜੀਤ। ਕਿਹੜੇ ਸਾਲ ਦੇ ਵਿੱਚ ਤੇਰਾ ਵਿਆਹ ਹੋਇਆ ਅੱਗੇ? ਹਾਂ 2022 2022 ਤਾਂ ਜੇ ਆਉਣੀ ਆ। 2022 2022 ਪਤਾ ਦਾ 1922 ਜੋ ਹੈ। ਨਹੀਂ ਲੱਗਾ 2003 ਚ ਤੇਰਾ ਵਿਆਹ ਕਿੱਥੇ ਕਰਦਾ ਸੀ? ਮੈਨੂੰ ਕਿਹਾ ਸੀ ਉਹ ਜਿੱਤੇ ਮੈਂ ਤੇਰੇ ਭੈਣ ਉਹਨਾਂ ਨੇ ਵੀ ਦੱਸਿਆ ਵੀ 2003 ਚ ਤੇਰਾ ਵਿਆਹ ਹੋਇਆ ਸੀ। ਹੁਣ ਤਾਂ 2021 ਚੱਲਦਾ ਇਸ ਟਾਈਮ। 2003 ਚ ਤੇਰਾ ਵਿਆਹ ਹੋਇਆ ਸੀਗਾ। ਕਿੱਥੇ ਕਿਹੜੇ ਪੈਲਸ ਚ ਹੋਇਆ ਸੀ? ਕੁਲਵੀਰ ਪੈਲਸ। ਕੁਲਵੀਰ ਪੈਲਸ ਕਿੱਥੇ ਹੈ? ਹਾਂ ਕਿੱਥੇ ਆ ਪੈਲਸ ਇਹ? ਇੱਕ ਖੰਨੇ ਕੋਲੇ, ਪੁਰਾਣੇ ਕੋਲੇ। ਖੰਨੇ। ਤੂੰ ਖੰਨੇ ਵਿਆਹ ਸੀ। ਤੇਰੀ ਘਰ ਵਾਲੀ ਦਾ ਕੀ ਨਾਂ ਸੀ? ਸ਼ਰਨਜੀਤ ਕੌਰ ਬੋਲਦਾ।
ਸ਼ਰਨਜੀਤ ਕੌਰ ਭੱਲਾ ਜੀ। ਭੱਲਾ। ਤੇ ਤੇਰਾ ਨਾਂ ਸੀਗਾ, ਪੂਰਾ ਨਾਂ ਕੀ ਆ? ਤੇਜਿੰਦਰ ਸਿੰਘ ਜੱਸਲ, ਜਿੰਦਰ ਸਿੰਘ ਜੱਸਲ। ਪੇਂਟਰ ਆ ਜੀ ਜੱਗਾ ਬਾਈ ਸਾਡੇ, ਹਨਾ ਕੰਧਾਂ ਤੇ ਬੋਰਡ ਬਾੜ ਲਿਖਦੇ ਨੇ ਜਿਹੜੇ, ਇਹਦੀ ਬੋਰਡ ਬਣਾਉਂਦਾ ਬਾਈ, ਕੈਨੇਡਾ ਚਲਾ ਗਿਆ। ਇਹਦੇ ਕਰਮ ਬੰਦੇ ਦੇ ਦੱਸਦੇ ਆ। ਜੱਗੇ ਦਾ ਜਦੋਂ ਜਨਮ ਹੋਇਆ ਥੋੜੇ ਕੁ ਮਹੀਨਿਆਂ ਦਾ ਜਾਂ ਸੀਗਾ, ਇਹਦੀ ਮੰਮੀ ਕੈਂਸਰ ਦੇ ਨਾਲ ਉਹਦੀ ਡੈਥ ਹੋ ਗਈ, ਮੰਮੀ ਦੀ ਮੌਤ ਹੋ ਜਾਂਦੀ ਹੈ। ਤੇ ਇਹਦੇ ਡੈਡੀ ਹੋਰ ਵਿਆਹ ਕਰਾ ਲੈਂਦੇ ਆ, ਤੇ ਇਹਦੀ ਦਾਦੀ ਆ ਜਿਹੜੀ ਉਹ ਆਪਦੇ ਪੋਤੇ ਨੂੰ ਪਾਲਦੀ ਆ ਪੁੱਤਾਂ ਵਾਂਗ। ਇਹਨੂੰ ਕੋਈ ਚੀਜ਼ ਦੀ ਉਹ ਕਮੀ ਨਹੀਂ ਰਹਿਣ ਦਿੰਦੀ। ਦੂਜੇ ਪੋਤਿਆਂ ਦੇ ਨਾਲੋਂ ਇਹਦੀ ਵੱਧ ਸੇਵਾ ਸੰਭਾਲ ਕਰਦੀ ਆ, ਇਹਨੂੰ ਚੰਗੇ ਸਕੂਲ 'ਚ ਪੜਾਉਂਦੀ ਆ, ਹਰ ਚੀਜ਼ ਇਹਦੀ ਖੁਆਇਸ਼ ਪੂਰੀ ਕਰਦੀ ਆ। ਜਦੋਂ ਇਹ ਜਵਾਨ ਹੋ ਜਾਂਦਾ, ਵੱਡਾ ਹੋ ਜਾਂਦਾ, ਤਾਂ ਦਾਦੀ ਬਿਮਾਰ ਰਹਿੰਦੀ ਆ ਥੋੜਾ ਜਿਹਾ ਜ਼ਿਆਦਾ, ਤਾਂ ਦਾਦੀ ਬਿਮਾਰ ਰਹਿੰਦੀ, ਕਹਿੰਦੀ ਮੈਂ ਜਿਉਂਦੇ ਜੀ ਇਹਨੂੰ ਇਹਦਾ ਵਿਆਹ ਕਰਕੇ ਜਾ। ਤਾਂ ਇੱਕ ਕੁੜੀ ਕੈਨੇਡਾ ਦੀ ਦੇਖਦੇ ਆ ਉਹ, ਉੱਥੇ ਜੱਗੇ ਦੇ ਮਾਮੇ ਦੇ ਮੁੰਡੇ ਦਾ ਸ਼ਗਨ ਪਿਆ ਹੁੰਦਾ ਪਹਿਲਾਂ ਉਸ ਕੁੜੀ ਨਾਲ, ਜਾਂ ਦੇਖ ਲਿਖਈਆ ਹੁੰਦਾ ਪਤਾ ਨਹੀਂ ਕੀ, ਉਹ ਰਿਸ਼ਤਾ ਤੜਾ ਕੇ ਇਹਦੀ ਦਾਦੀ ਜੱਗੇ ਦਾ ਵਿਆਹ ਕਰਾਉਂਦੀ ਉਸ ਕੁੜੀ ਦੇ ਨਾਲ, ਵੀ ਨਹੀਂ ਮੇਰੇ ਪੋਤੇ ਦਾ ਪਹਿਲਾਂ ਕਰੋ, ਮੈਂ ਬਿਮਾਰ ਆ, ਮੈਂ ਕੱਲ ਨੂੰ ਮਰ ਗਈ, ਮੇਰਾ ਪੋਤਾ ਰੁਲ। ਤਾਂ ਜੱਗਾ ਉਸ ਕੁੜੀ ਨਾਲ ਵਿਆਹ ਕਰਾਉਣ ਤੋਂ ਬਾਅਦ ਥੋੜਾ ਟਾਈਮ ਉਹ ਇੱਥੇ ਕੁੜੀ ਰਹਿੰਦੀ ਹੈ, ਬਾਹਰ ਚਲੇ ਜਾਂਦੀ ਆ, ਕਿ ਇਹਨੂੰ ਅਪਲਾਈ ਕਰਦੀ, ਇਹ ਬਾਹਰ ਜਾਂਦਾ, ਇਹ ਉਹਦੇ ਕੋਲੇ ਜਾਂਦਾ, ਉੱਥੇ ਉਹਦੇ ਬੱਚਾ ਹੋਣ ਵਾਲਾ ਹੁੰਦਾ ਉਸ ਟਾਈਮ। ਤੇ ਇਹ ਉੱਥੇ ਜਾ ਕੇ ਪਤਾ ਨਹੀਂ ਤਾਂ ਜਾਂਦੇ ਸਾਰੀ ਇਹ ਕੋਈ ਇਦਾਂ ਦਾ ਕੋਈ ਨਸ਼ਾ ਕਰ ਲੈਂਦਾ, ਜਾਂ ਇੱਥੋਂ ਹੀ ਕਰਦਾ ਗਿਆ ਸੀ ਇਹ, ਪਤਾ ਨਹੀਂ ਕੀ ਗੱਲ ਸੀ। ਇਹ ਉਹਦੇ ਨਾਲ ਲੜਨਾ ਸ਼ੁਰੂ ਕਰ ਦਿੰਦਾ, ਜਾ ਕੇ ਭੰਗ ਪੀਂਦਾ ਜਾ ਕੇ ਉੱਥੇ ਭਈ ਕੇ ਉਹਦੇ ਨਾਲ ਲੜਨਾ ਸ਼ੁਰੂ ਕਰਦਾ। ਉਹਦੇ ਬੱਚਾ ਹੁੰਦਾ ਤੇ ਉਹਨੂੰ ਆਵਾਜ਼ ਗਲਤ ਬੋਲਦਾ, ਨਾ ਇਹ ਬੱਚਾ ਮੇਰਾ ਨਹੀਂ, ਇੱਦਾਂ ਹੁੰਦਾ, ਇਹਦਾ ਹੋਈ ਸੀ ਨਾ ਗੱਲ। ਤੇ ਇਹ ਲੜਾਈ ਹੁੰਦੀ ਆ, ਤੇ ਉਹ ਪੁਲਿਸ ਨੂੰ ਬੁਲਾ ਲੈਂਦੀ ਹੈ, ਥ੍ਰੈਟ ਕਰਦਾ, ਤੇ ਉਹ ਪੁਲਿਸ ਆ ਜਾਂਦੀ ਹੈ, ਪੁਲਿਸ ਇਹਨੂੰ ਫੜ ਕੇ ਲੈ ਜਾਂਦੀ ਹੈ, ਉੱਥੇ ਜੇਲ੍ਹ 'ਚ ਰਹਿੰਦਾ। ਫਿਰ ਉਸ ਤੋਂ ਬਾਅਦ ਜੇਲ੍ਹ 'ਚ ਵੀ ਨਸ਼ਾ, ਬਾਹਰ ਆ ਕੇ ਵੀ ਨਸ਼ੇ ਤੇ ਲੱਗ ਜਾਂਦਾ ਉੱਥੇ ਬਸ। ਫਿਰ ਉਹ ਘਰੇ ਨਹੀਂ, ਇਹਨੂੰ ਪੁਲਿਸ ਕਹਿੰਦੀ ਵੀ ਤੂੰ ਉਹਦੇ ਘਰੇ ਨਹੀਂ ਜਾਣਾ, ਤੇ ਰਿਸ਼ਤੇਦਾਰਾਂ ਨੂੰ ਘਰੇ ਨਹੀਂ ਬਾੜਦਾ ਕੋਈ ਆਪਦਾ ਉੱਥੇ। ਤੇ ਘਰੇ ਇੱਥੇ ਪਿੱਛੇ ਦਾਦੀ ਦੀ ਡੈਥ ਹੋ ਜਾਂਦੀ ਆ, ਤੇ ਮਾਂ ਪਿਓ ਜਿਹੜੇ ਸੀਗੇ, ਪਹਿਲਾਂ ਮਾਂ ਦੀ ਡੈਥ ਹੋ ਗਈ ਸੀ, ਬਾਪੂ ਨੇ ਹੋਰ ਵਿਆਹ ਕਰਾ ਲਿਆ, ਉਹਦੇ ਨਾਲ ਵੀ ਜਿਹੜੀ ਬਣਦੀ ਨਹੀਂ ਸੀ। ਤਾਂ ਫਿਰ ਉੱਥੇ ਕਈ ਸਾਲ ਕੁਛ ਤੁਰਿਆ ਫਿਰਦਾ ਇੱਦਾਂ ਹੀ ਸ਼ੈਲਟਰਾਂ 'ਚ, ਕਿਤੇ ਕਿੱਥੇ, ਹੈ ਨਾ, ਨਸ਼ਿਆਂ ਦੇ ਵਿੱਚ, ਸੜਕਾਂ ਤੇ। ਫਿਰ ਉੱਥੇ ਵੀ ਪੁੱਠੇ ਸਿੱਧੇ ਕੰਮਾਂ 'ਚ ਪੈ ਗਿਆ, ਪੁਲਿਸ ਕੰਪਲੇਂਟਾਂ ਬਹੁਤ ਹੋ ਗਈਆਂ ਇਹਦੇ ਤੇ ਉੱਥੇ ਵੀ। ਤਾਂ ਫਿਰ ਉਹ ਘਰ ਕੋਈ ਹੈ ਨਹੀਂ ਸੀ ਇਹਦੀ, ਨਾ ਇਹਨੂੰ ਕੋਈ ਜ਼ਮਾਨਤ ਕਰਾਉਣ ਵਾਲਾ ਸੀ, ਨਾ ਕੁਛ ਹੋਰ ਸੀ, ਸ਼ੈਲਟਰਾਂ 'ਚ ਰਹਿੰਦਾ ਸੀ। ਤੇ ਪਤਾ ਨਹੀਂ ਕਿਵੇਂ ਇਹਦੇ ਦਿਮਾਗ 'ਚ ਆਇਆ ਵੀ ਮੈਂ ਇੰਡੀਆ ਜਾਣਾ। ਇਹ ਦੱਸਦੇ ਆ ਉੱਥੇ ਇੱਕ ਭੈਣ ਸੀ, ਉਹਦਾ ਫੋਨ ਆਇਆ ਜੱਗੇ ਦੇ ਨਾਲ, ਉਹ ਉੱਥੇ ਸੇਮ ਉਹ ਸੀਗੇ ਜਿਹੜੇ ਸ਼ੈਲਟਰ 'ਚ ਰਹਿੰਦਾ ਸੀ, ਉਹਦੇ 'ਚ ਉਹ ਰਹਿੰਦੀ ਸੀ। ਉਹਦਾ ਐਕਸੀਡੈਂਟ ਹੋਇਆ ਸੀ ਭੈਣ ਦਾ, ਕਹਿੰਦੀ ਮੈਂ ਵੀ ਉੱਥੇ ਰਹੀ ਸੀ। ਉਹ ਦੱਸਦੀ ਆ ਵੀ ਇਹਨੂੰ ਕਿਸੇ ਨੇ ਉੱਥੇ ਸ਼ੈਲਟਰ ਦੇ ਵਿੱਚ ਇਹਦੇ ਦਿਮਾਗ 'ਚ ਪਾਤਾ ਵੀ ਜੇ ਤੂੰ ਭੰਗ ਪੀਣੀ ਆ ਤਾਂ ਇੰਡੀਆ ਚਲੇ ਜਾ, ਇੰਡੀਆ ਫ੍ਰੀ ਮਿਲਦੀ ਆ ਭੰਗ। ਤੇ ਇਹਦੇ ਦਿਮਾਗ 'ਚ ਪੈ ਗਈ, ਇਹ ਕਹਿੰਦਾ ਮੈਂ ਇੰਡੀਆ ਜਾਣਾ, ਇੰਡੀਆ ਜਾਣਾ। ਬਾਰ-ਬਾਰ ਇਹੀ ਗੱਲ ਰੋਜ਼ ਕਹੀ ਜਾਂਦਾ ਸੀ। ਉਹਨਾਂ ਨੇ ਜੱਜ ਦੇ ਮੂਹਰੇ ਪੇਸ਼ ਕੀਤਾ, ਜੱਜ ਦੇ ਮੂਹਰੇ ਜਾ ਕੇ ਵੀ ਇਹਨੇ ਇਹੀ ਕਹਿਤਾ ਮੈਂ ਇੰਡੀਆ ਜਾਣਾ, ਤੇ ਜੱਜ ਨੇ ਸਾਈਨ ਕਰਤੇ ਵੀ ਇੰਡੀਆ ਭੇਜ ਦਿੱਤਾ ਜਾਵੇ। ਉਸ ਟਾਈਮ ਇਹਦਾ ਪਾਸਪੋਰਟ ਸੀ ਜਿਹੜਾ, ਉਹ ਵੀ, ਉਹਦੀ ਵੀ ਡੇਟ ਐਕਸਪਾਇਰ ਹੋਈ ਸੀਗੀ, ਤੇ ਇਹਦੇ ਜਿਹੜਾ PR ਕਾਰਡ ਸੀ ਉਹ ਵੀ ਅਪਲਾਈ ਹੋਣ ਵਾਲਾ ਸੀਗਾ, ਹੈ ਨਾ। ਤੇ ਉਹਨੇ ਕਹਿਤਾ, ਤੇ ਉਹਨਾਂ ਨੇ ਜਿਹੜੇ ਉਸ ਟਾਈਮ ਦੇ ਪ੍ਰਬੰਧਕ ਸੀ ਉੱਥੋਂ ਦੇ, ਉਹਨਾਂ ਨੇ ਦੇਖਿਆ ਨਹੀਂ, ਉਹਨਾਂ ਨੇ ਇੱਕ ਮੰਨ ਲਓ ਕੱਚਾ ਪਾਸਪੋਰਟ ਬਣ ਜਾਂਦਾ, ਟੈਂਪਰੇਰੀ ਪਾਸਪੋਰਟ, ਚਿੱਟਾ ਕਾਗਜ਼, ਹੈ ਨਾ, ਉਹਦੇ ਤੇ ਇਹਦਾ ਬਣਵਾ ਕੇ ਚਿੱਟਾ ਪਾਸਪੋਰਟ 1 ਮਹੀਨੇ ਦੀ ਇਹਨੂੰ ਟਿਕਟ ਦੇ ਦਿੱਤੀ ਸੀ, ਰਿਟਰਨ ਟਿਕਟ ਨਾਲ ਦੇ ਕੇ ਇਹਨੂੰ ਇੰਡੀਆ ਭੇਜਤਾ। ਜਿਵੇਂ ਉਹਨਾਂ ਨੂੰ ਪਤਾ ਹੀ ਸੀ ਵੀ ਇਹਨੇ ਮੁੜਨਾ ਨਹੀਂ ਹੈਗਾ, ਤੇ ਕੁਝ ਪੈਸੇ ਵੀ ਸੀਗੇ ਇਹਦੇ ਕੋਲੇ, ਹੈ ਨਾ, ਉੱਥੇ ਜਿਹੜੇ ਪਤਾ ਨਹੀਂ ਕਿਵੇਂ ਆਏ ਹੋਏ ਸੀ, ਜਾਂ ਉਹਨਾਂ ਨੇ ਦਿੱਤੇ ਆਪਦੇ ਕੋਲ ਲੱਖ 1.5 ਲੱਖ ਰੁਪਏ ਲੈ ਕੇ ਇਹ ਇੰਡੀਆ ਪਹੁੰਚਦਾ। ਇੰਡੀਆ 'ਚ ਮਾਹੌਲ ਹੈ ਨਹੀਂ ਸੀ, ਦਾਦੀ ਤਾਂ ਹੈ ਨਹੀਂ ਸੀ, ਪਿਓ ਨੇ ਇਹਦੇ ਘਰੇ ਨਹੀਂ ਬਣਨ ਦਿੱਤਾ ਇਹਨੂੰ। ਇਹ ਬੰਦਾ 4-5 ਸਾਲ ਸੜਕਾਂ 'ਤੇ ਫਿਰਦਾ ਰਿਹਾ, ਜਿਹੜਾ ਪਾਸਪੋਰਟ ਵੀ ਢੱਕੀ ਪਿਆ, ਟਿਕਟਾਂ ਵੀ ਢੱਕੀ ਪਿਆ, ਉਹਦਾ ਵਾਈਟ ਪਾਸਪੋਰਟ ਸੀ ਉਹਦੀ ਵੀ ਡੇਟ ਨਿਕਲ ਗਈ, PR ਕਾਰਡ ਉੱਧਰ ਪਹਿਲਾਂ ਹੀ ਯਾਨੀ ਕਿ ਉਹ ਹੋ ਗਿਆ ਸੀ, ਸੌਰੀ ਦੀ ਡੇਟ ਐਕਸਪਾਇਰ ਹੋ ਗਈ ਸੀਗੀ, ਤੇ ਵਾਈਫ ਤੋਂ ਡਿਵੋਰਸ ਹੋ ਚੁੱਕਿਆ ਸੀ ਇਹਦਾ, ਹੈ ਨਾ। ਤਾਂ ਜਿਹੜਾ ਲੱਖ 1.5 ਲੱਖ ਰੁਪਇਆ ਸੀ ਉਹ ਵੀ ਇਹਦੇ ਰਿਸ਼ਤੇਦਾਰਾਂ ਨੇ ਖਾ ਖੂ ਲਿਆ। ਤਾਂ ਫਿਰ ਇਹ ਬੰਦਾ ਕਈ ਸਾਲ ਘਰ ਦੇ ਗੇਟ ਦੇ ਬਾਹਰ ਆਪਦੇ ਸੁਣਦਾ ਰਿਹਾ, ਸੜਕ ਤੇ ਜਿਹੜੀਆਂ ਜੱਟਾਂ ਹੋ ਗਈਆਂ, ਗੰਦੇ ਹੱਥ, ਲੈਟਰੀਨਾਂ ਲਿਬੜੇ ਹੋਏ, ਉਵੇਂ ਹੀ ਤੁਰਿਆ ਫਿਰਦਾ, ਕੱਪੜੇ ਵੀ ਪਾੜ ਜਾਂਦੇ, ਕਈ ਵਾਰੀ ਕਿਸੇ ਨੂੰ ਕਹਿ ਦਿੰਦਾ ਕੁੜੀ ਨੂੰ, ਕੁੱਟਾਂ ਦੇ ਲੋਕ ਕੁੱਟਦੇ, ਬਹੁਤ ਜ਼ਿਆਦਾ ਇਹਨੂੰ ਕੁੱਟਦੇ। ਤਾਂ ਫਿਰ ਸਾਨੂੰ ਪਤਾ ਲੱਗਦਾ ਸੀ, ਉੱਥੋਂ ਲੈ ਕੇ ਆਉਣੇ ਹਨ। ਹੁਣ ਵੀਰ ਸਾਡੇ ਕੋਲ ਰਹਿੰਦਾ 3-4 ਸਾਲ ਹੋ ਗਿਆ। ਬੜੀ ਵਾਰ ਇਹਨਾਂ ਦੇ ਘਰੇ ਗਏ, ਇਹਦੇ ਚਾਚੇ ਨੂੰ ਵੀ ਕਿਹਾ, ਹੋਰਾਂ ਨੂੰ ਵੀ ਕਿਹਾ, ਹੈ ਨਾ। ਇਹਦਾ ਚਾਚਾ ਵੀ ਚਲੋ ਇੱਕ ਵਾਰੀ ਆ ਕੇ ਸਾਡੇ ਨਾਲ ਸਹਿਮਤੀ ਵੀ ਹੋ ਗਈ ਵਕੀਲ ਉਹਨਾਂ ਦੀ, ਪਹਿਲਾਂ ਤਾਂ ਸਾਡੇ ਨਾਲ ਚਲੋ ਗੁੱਸੇ ਸੀਗੇ। ਫਿਰ ਇਹਦਾ ਚਾਚੇ ਦਾ ਮੁੰਡਾ ਸਨੀ ਵੀ ਆਉਂਦਾ ਰਿਹਾ, ਹੈ ਨਾ, 2 ਵਾਰੀ ਮਿਲ ਕੇ ਵੀ ਗਿਆ, ਆ ਕੇ ਇੱਥੇ ਹੁਣ ਵੀ ਆ ਕੇ ਗਿਆ ਸੀ ਨਾ ਪਿੱਛੇ ਜੇ। ਇਹਨੇ ਕਿ ਹੁਣ ਇਹਦੇ ਜਿਹੜਾ ਮੰਮੀ ਡੈਡੀ ਹੈ ਜਾਂ ਉਹ ਨਹੀਂ ਸਪੋਰਟ ਕਰ ਰਹੇ, ਚਾਚੇ ਦਾ ਮੁੰਡਾ ਚਲੋ ਸਨੀ ਸਪੋਰਟ ਕਰਦਾ, ਚਾਚਾ ਵੀ ਸਪੋਰਟ ਕਰਦਾ, ਉਹਨਾਂ ਦਾ ਧੰਨਵਾਦ ਵੀ ਕਰਦੇ ਹੋ। ਇਹਨਾਂ ਦਾ ਫੁੱਫੜ ਜੀ ਵੀ ਆਏ ਸੀਗੇ, ਉਹ ਵੀ ਸੰਸਥਾ ਵਾਸਤੇ ਸਾਨੂੰ ਕੱਪੜੇ ਵੀ ਲੈ ਕੇ ਦੇ ਕੇ ਗਏ ਸੀ, ਹੈ ਨਾ। ਤੇ ਪਰ ਗੱਲ ਕੀ ਆ ਵੀ ਰੈਗੂਲਰ ਜੇ ਉਹ ਥੋੜਾ ਮਿਲਣ ਇਹਨੂੰ, ਹੈ ਨਾ, ਕਿ ਥੋੜਾ ਇਹਦੀਆਂ ਭੈਣਾਂ ਜਾਂ ਕੋਈ ਹੋਰ 4 ਕਿੰਨੀਆਂ ਭੈਣਾਂ ਨੇ ਕਿੱਥੇ ਤੇਰੀਆਂ? 3 ਭੈਣਾਂ ਵਾ, ਹੈ ਨਾ। 4 ਇਹ ਸਕੀਆਂ ਭੈਣਾਂ ਵਾ ਕਿ ਦੂਜੀ ਮੰਮੀ ਤੋਂ?
2 ਸਖੀਏ 3 ਸਖੀਏ ਇੱਕ ਹਾਂ ਤੇ ਉਹ ਵੀ ਰੱਖੜੀਆਂ ਤੇ ਜਾਂ ਕਿਤੇ ਆਉਣ ਮਿਲਣ ਹਨਾ ਤੇ ਕੀ ਹੱਲ ਹੋ ਸਕਦਾ ਵਾ। ਹੁਣ ਚਲੋ ਜੱਗੇ ਦੀ ਵਾਈਫ ਨਾਲ ਜੱਗੇ ਦੀ ਨਹੀਂ ਬਣੀ ਹਨਾ, ਉਹਨੇ ਅੱਗੇ ਵਿਆਹ ਕਰਾ ਲਿਆ ਉਸੇ ਮੁੰਡੇ ਨਾਲ ਜੀ, ਉਹਦੀ ਮੰਗਣੀ ਹੋਈ ਨਹੀਂ ਸੀ ਪਹਿਲਾਂ ਤੇ ਪਰ ਜਿਹੜਾ ਜੱਗੇ ਦਾ ਬੇਟਾ ਵਾ ਮਾਨਵਜੀਤ, ਉਹ ਤਾਂ ਜੱਗੇ ਦਾ ਪੁੱਤ ਆ, ਉਹ ਮਾਨਵਜੀਤ ਹੈ ਨਾ ਮਾਨਵਜੀਤ, ਉਹ ਹੁਣ ਕਰੀਬ ਮੈਨੂੰ ਲੱਗਦਾ ਵੀ 2003 'ਚ ਵਿਆਹ ਹੋਇਆ ਸੀ, 2004 ਦੇ ਵਿੱਚ ਜਾਂ 5 ਦੇ ਵਿੱਚ ਉਹਦਾ ਜਨਮ ਹੋਇਆ ਸੀਗਾ ਤੇ 5 'ਚ ਵੀ ਹੋਇਆ ਹੋਊਗਾ ਤੇ 16 ਸਾਲ ਦਾ ਹੋ ਗਿਆ ਉਹ ਨਾ, ਤੇ ਹੋਰ 2 ਸਾਲਾਂ ਨੂੰ 18 ਸਾਲ ਦਾ ਹੋਇਆ ਉਹਨੇ। ਤੇ ਜੇ ਉਹ ਵੀਰ ਬੱਚਾ ਆਪਣੇ ਬਾਪੂ ਨੂੰ ਆ ਕੇ ਮਿਲੇ ਹੈ ਨਾ, ਰਿਸ਼ਤੇਦਾਰ ਥੋੜਾ ਬਹੁਤਾ ਪ੍ਰਮੋਟ ਕਰਨ ਕਹਿਣ ਉਹਨੂੰ, ਤਾਂ ਜੱਗਾ ਦੁਬਾਰਾ ਕੈਨੇਡਾ ਜਾ ਸਕਦਾ ਆਪਣੇ ਬੇਟੇ ਦੇ ਨਾਲ। ਸਾਡੀ ਬੇਨਤੀ ਆ ਹੱਥ ਜੋੜ ਕੇ ਕਿ ਜ਼ਰੂਰ ਰਿਸ਼ਤੇਦਾਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜ਼ਰੂਰ ਇੰਨਾ ਕੁ ਇਹਦਾ ਉਪਰਾਲਾ ਕਰੋ। ਜੱਗੇ ਨੇ ਬਹੁਤ ਵਨਵਾਸ ਕੱਟ ਲਿਆ ਬਾਈ, ਜੇ ਇਹਨੇ ਕੋਈ ਗਲਤੀਆਂ ਕੀਤੀਆਂ ਸੀ ਨਾ, ਮੰਨ ਲਓ ਜੇ ਰਿਸ਼ਤੇਦਾਰ ਬਹੁਤ ਸਾਰੇ ਕਹਿੰਦੇ ਵੀ ਗਲਤ ਸੀ ਗਲਤੀਆਂ, ਤੇ ਉਹ ਗਲਤੀਆਂ ਦਾ ਖਮਿਆਜਾ ਇਸ ਬੰਦੇ ਨੇ ਭੁਗਤ ਲਿਆ ਬਾਈ ਹੈ ਨਾ। ਇੰਨੇ ਸਾਲ ਸੜਕਾਂ ਤੇ ਰਿਹਾ, ਅੱਜ ਵੀ ਇਹ ਬੰਦਾ ਮਿਸ ਕਰਦਾ ਰਹਿਣਾ ਆਪਣੇ ਪਰਿਵਾਰ ਨੂੰ। ਸਾਡੀ ਬੇਨਤੀ ਆ ਵੀ ਜੱਗੇ ਨੂੰ ਜ਼ਰੂਰ ਇਹ ਠੀਕ ਹੋ ਕੇ ਫਿਰ ਮੈਂਟਲ ਹੋ ਜਾਂਦਾ, ਕਿਉਂਕਿ ਜਦੋਂ ਡਿਪਰੈਸ਼ਨ ਅੱਗੇ ਵੀ ਅਸੀਂ ਕਈ ਵਾਰ ਦੱਸਿਆ ਵੀ ਇੱਕ ਸਮੁੰਦਰ ਦੇ ਵਿੱਚ ਡੁੱਬ ਰਿਹਾ ਇਨਸਾਨ ਵਰਗੀ ਬਿਮਾਰੀ ਆ, ਵੀ ਉਹ ਡੁੱਬ ਰਿਹਾ, ਉਹਨੂੰ ਜੇ ਫੜ ਕੇ ਕੱਢ ਲੈਂਦੇ ਅਸੀਂ ਬਾਹਰ ਤਾਂ ਉਹ ਬਾਹਰ ਆ ਕੇ ਦੇਖਦਾ ਵੀ ਸਾਨੂੰ ਜਾਣਦਾ ਨਹੀਂ, ਉਹ ਦੇਖਦਾ ਚਾਰੇ ਪਾਸੇ ਸਮੁੰਦਰ ਹੀ ਸਮੁੰਦਰ ਆ, ਵੀ ਮੇਰਾ ਤਾਂ ਕੋਈ ਆਪਦਾ ਹੈ ਹੀ ਨਹੀਂ, ਉਹ ਫਿਰ ਛਾਲ ਮਾਰ ਦਿੰਦਾ ਕਰਦੇ, ਫਿਰ ਉਹ ਡਿਪਰੈਸ਼ਨ ਚਲੇ ਜਾਂਦਾ। ਇਸ ਤਰ੍ਹਾਂ ਦੀ ਇੱਕ ਬਿਮਾਰੀ ਹੈ ਇਹਦੇ ਵਿੱਚ ਤਾਂ ਹੀ ਬਚਾ ਹੋਊਗਾ ਜੇ ਰਿਸ਼ਤੇਦਾਰ ਆਉਣ ਮਿਲਣ, ਉਹਨੂੰ ਅਹਿਸਾਸ ਹੋਵੇ ਮੇਰੇ ਨਾਲ ਤੇ ਮੇਰੇ ਕੋਲ ਹੈ, ਮੇਰਾ ਜੀਵਨ ਮੇਰੇ ਨਾਲ ਆ, ਮੇਰੇ ਭਰਾ ਭੈਣ ਮੇਰੇ ਨਾਲ ਆ, ਤਾਂ ਹੀ ਉਹ ਬੰਦੇ ਨੂੰ ਉੱਠ ਕੇ ਦੁਬਾਰਾ ਜਿਉਣ ਦੀ ਆਸ ਜਾਗਦੀ ਹੈ। ਖਤਮ ਹੋ ਜਾਂਦੀ। ਉਹਦੀ ਇੱਕ ਖਾਸ ਐਗਜ਼ਾਮਪਲ ਸਾਡੇ ਕੋਲੇ ਅਮਿਤ ਵੀਰ ਚੰਡੀਗੜ੍ਹ ਤੋਂ ਸਾਨੂੰ ਮਿਲਿਆ ਸੀਗਾ। ਇਹਦੀ ਜੀ ਇੱਕ ਉਂਗਲ ਹੈ ਨਹੀਂ, ਦੇਖੋ 4 ਹੀ ਉਂਗਲਾਂ ਵਾ, ਇੱਕ ਉਂਗਲ ਇਹਦੀ ਕੀੜਿਆਂ ਨੇ ਖਾਧੀ ਹੋਈ ਆ ਹਨਾ, ਤੇ ਇਹ ਸੈਕਟਰ 26 ਦੇ ਵਿੱਚ ਪਿਆ, ਬਿਸਤਰਾ ਲਿਆ ਹੋਇਆ ਤੇ ਕਈ ਮਹੀਨੇ ਹੀ ਪਿਆ ਰਿਹਾ, ਕੋਈ ਰੋਟੀ ਬ੍ਰੈਡ ਦੇ ਦਿੰਦਾ, ਖਾ ਲੈਂਦਾ ਸੀ, ਹੱਥ 'ਚ ਕੀੜੇ ਤੱਕ ਨੂੰ ਪਿਆ ਹੋਇਆ ਸੀ ਤੇ ਕੀੜੇ ਪੈ ਗਏ। ਸਾਨੂੰ ਭੈਣਾਂ ਭਰਾਵਾਂ ਨੇ ਵੀਡੀਓ ਬਣਾ ਕੇ ਭੇਜਿਆ, ਫੋਨ ਕਰਕੇ ਦੱਸਿਆ ਸੀ ਉੱਥੋਂ ਲੈ ਆਏ ਹਨਾ, ਇੱਥੇ ਲਿਆਂਦਾ, ਇਲਾਜ ਚੱਲਿਆ ਵੀਰ ਦਾ, ਠੀਕ ਹੋ ਗਿਆ। ਪੜ੍ਹਿਆ ਲਿਖਿਆ ਨੌਜਵਾਨ ਹੈ, ਕਿੰਨਾ ਪੜ੍ਹਿਆ ਨੇ? 12 पढ़े। कहाँ का रहने वाला है भाई? हैं? फरीदाबाद। अमित, तेरे भाई का नाम क्या है? वो क्या करता है? तेरी मम्मी का नाम क्या है? पुष्पा। ਇਹਨੇ ਸਾਰਾ ਸਾਨੂੰ ਐਡਰੈਸ ਦੱਸਿਆ ਨਾ, ਜਦੋਂ ਠੀਕ ਹੋ ਗਿਆ ਜਮਾ, ਤੇ ਅਸੀਂ ਇਹਦੇ ਘਰੇ ਸੰਪਰਕ ਕੀਤਾ ਫਰੀਦਾਬਾਦ। ਇੱਥੇ ਵੀਰ ਆਏ ਹੋਏ ਸੀ ਸਾਡੇ ਕੋਲ ਦਿੱਲੀ ਤੋਂ, ਉਹਨਾਂ ਨੇ ਇਹਦਾ ਜਾ ਕੇ ਘਰ ਲੱਭਿਆ, ਸਪੈਸ਼ਲੀ ਘਰ ਲੱਭ ਕੇ ਇਹਦੀ ਮੰਮੀ ਨਾਲ ਗੱਲ ਕਰਾਈ, ਫਿਰ ਇਹਦੀ ਮੰਮੀ ਨੂੰ ਬੁਲਾਇਆ, ਉਹ ਆਈ ਇੱਥੇ ਸਾਡੇ ਕੋਲ ਹੋ ਰਹੀ। ਉਹ ਦੱਸਣ ਲੱਗ ਗਈ ਵੀ ਇਹ ਬਹੁਤ ਵਧੀਆ ਪੜ੍ਹਦਾ ਸੀ, ਬਹੁਤ ਹੁਸ਼ਿਆਰ ਸੀ ਬੱਚਾ, ਡਿਪਰੈਸ਼ਨ ਚਲਿਆ ਗਿਆ, ਵੀ ਹੁਣ ਮੇਰਾ ਦੂਜਾ ਮੁੰਡਾ ਵੀ ਕੰਮ ਕਰਦਾ ਵਾ, ਵੀ ਅਸੀਂ ਵਧੀਆ ਰਹਿੰਦੇ ਆ, ਪਰ ਇਹ ਸਾਨੂੰ ਤੰਗ ਕਰਦਾ ਹੁੰਦਾ ਸੀ, ਇਹ ਮੈਂਟਲ ਐ ਹੋ ਗਿਆ ਸੀ, ਉਹ ਹੋ ਗਈ, ਨਹੀਂ ਕਮੀਆਂ ਗਿਣਾਉਣ ਲੱਗ ਗਏ। ਅਸੀਂ ਮਾਤਾ ਨੂੰ ਕਿਹਾ ਵੀ ਮਾਤਾ ਜੀ ਹੁਣ ਇਹ ਠੀਕ ਆ ਬਿਲਕੁਲ, ਵੀ ਤੁਸੀਂ ਨਾਲ ਲੈ ਜਾਓ, ਵੀ ਇਹ ਹੁਣ ਠੀਕ ਆ, ਦਵਾਈ ਇਹਦੀ ਚੱਲਦੀ ਆ। ਮਾਤਾ ਕਹਿੰਦੀ ਨਹੀਂ, ਮੈਂ ਤਾਂ ਆਪ ਇੱਥੇ ਹੀ ਰਹਿ ਪੈਂਦੀ ਇਹਦੇ ਕੋਲੇ, ਮਹੀਨਾ ਕੁ ਰਹੇ ਇੱਥੇ, ਇੱਕ ਦਿਨ ਉਹ ਚਲੇ ਗਏ, ਕਹਿੰਦੇ ਮੇਰੀ ਬੇਟੀ ਤੁਸੀਂ ਢਿੱਲੀ ਆ ਨਹੀਂ, ਕੀ ਕਹਿੰਦੇ ਮੈਂ 2 ਦਿਨਾਂ ਬਾਅਦ ਆ ਜਾਊਂ ਮੁੜ। ਨਾ ਤਾਂ ਉਹ ਅੱਜ ਤੱਕ ਆਈ ਮਾਤਾ, ਨਾ ਉਹਨੇ ਫੋਨ ਚੱਕਿਆ, ਨਾ ਉਹ ਸਾਡੇ ਨਾਲ ਗੱਲ ਕਰਦੇ ਆ। ਇਹ ਬੰਦਾ ਜਮਾ ਠੀਕ ਹੋ ਗਿਆ ਸੀਗਾ। ਜਦੋਂ ਉਹ ਭੱਜ ਗਏ ਚਲੇ ਗਏ, ਫਿਰ ਵੀ ਚਲੋ ਇਹ ਆਸ 'ਚ ਰਿਹਾ। ਫਿਰ ਜਦੋਂ ਇਹਨੂੰ ਪਤਾ ਲੱਗ ਗਿਆ ਵੀ 6 ਮਹੀਨੇ ਲੰਘੇ, ਸਾਲ ਲੰਘੇ, ਕੋਈ ਆਇਆ ਹੀ ਨਹੀਂ, ਫਿਰ ਇਹ ਡਿਪਰੈਸ਼ਨ ਚਲਾ ਗਿਆ। ਹੁਣ ਫਿਰ ਇਹ ਆਈ ਚੁੱਪ ਬਸ ਇਹ ਹੱਸੀ ਜਾਂਦਾ, ਮੁਸਕਰਾਈ ਜਾਂਦਾ, ਵਧੀਆ ਸਾਡੇ ਨਾਲ ਕੰਮਕਾਰ ਕਰਾਉਣ ਲੱਗ ਗਿਆ ਸੀ, ਬਿਲਕੁਲ ਠੀਕ ਹੋ ਗਿਆ ਸੀ। ਪਰ ਜਦੋਂ ਆਸ ਮੁੱਕ ਗਈ ਜਿਉਣ ਦੀ, ਫਿਰ ਇਹ ਉਸ ਨੂੰ ਛਾਲ ਲੱਗ ਗਿਆ, ਫਿਰ ਇਹ ਡਿਪਰੈਸ਼ਨ ਚਲਾ ਗਿਆ। ਹੁਣ ਅਸੀਂ ਉਸ ਮਾਂ ਨੂੰ ਜਿਹਨੂੰ ਬੜੇ ਫੋਨ ਕਰਦੇ ਆ, ਸਾਡੇ ਕੋਲ ਨੰਬਰ ਆ ਉਹਨਾਂ ਦੇ, ਹੋਰ ਹੀ ਨਹੀਂ ਚੱਕਦਾ ਕੋਈ। ਦੇਖੋ ਕਿੰਨੀ ਦੁੱਖ ਦੀ ਗੱਲ ਆ ਵੀ ਇਹ ਡਿਪਰੈਸ਼ਨ ਨਾਲ ਠੀਕ ਹੋ ਸਕਦਾ, ਠੀਕ ਹੋ ਗਿਆ ਸੀ ਬਿਲਕੁਲ ਅੰਦਰੋਂ, ਸਾਡੇ ਨਾਲ ਪੂਰੀ ਸੇਵਾ ਕਰਾਉਣ ਲੱਗ ਗਿਆ ਸੀ। ਪਰ ਜਦੋਂ ਬੰਦੇ ਨੂੰ ਸਮੁੰਦਰ 'ਚੋਂ ਨਿਕਲਿਆ, ਇੱਕ ਬੋਟ 'ਤੇ ਚੜ੍ਹ ਗਿਆ, ਉਹ ਬੋਟ 'ਤੇ 2-4 ਬੰਦੇ ਬੈਠੇ ਆ, ਤੇ ਉਹਨੇ ਦੇਖਿਆ ਇਹਨਾਂ ਤੋਂ ਮੈਨੂੰ ਤਾਂ ਕੋਈ ਜਾਣਦਾ ਹੀ ਨਹੀਂ, ਤੇ ਆਪਾਂ ਉਹਨੂੰ ਕਿਹਾ ਕੋਈ ਗੱਲ ਨਹੀਂ, ਰੁਕ ਜਾ, ਆਪਾਂ ਚੱਲਦੇ, ਪਹੁੰਚ ਜਾਣਾ ਕਿਨਾਰੇ 'ਤੇ। ਤੇ 10 ਦਿਨ ਲੰਘੇ, 20 ਦਿਨ ਲੰਘੇ, ਮਹੀਨਾ ਲੰਘਿਆ, 6 ਮਹੀਨੇ ਲੰਘੇ, ਸਾਲ ਲੰਘਿਆ, ਨਾ ਤਾਂ ਬੋਟ ਕਿਨਾਰੇ 'ਤੇ ਲੱਗੀ, ਤੇ ਨਾ ਹੀ ਅਸੀਂ ਉਹਨੂੰ ਜਾਣਨ ਲੱਗੇ, ਤੇ ਨਾ ਹੀ ਉਹ ਸਾਨੂੰ ਜਾਣਨ ਲੱਗਿਆ। ਤਾਂ ਫਿਰ ਉਹ ਬੰਦਾ ਕਹਿੰਦਾ ਯਾਰ ਮੇਰਾ ਜਿਉਣ ਦਾ ਫਾਇਦਾ ਹੀ ਕੀ ਹੈ ਇੱਥੇ, ਇਸ ਬੋਟ 'ਤੇ ਬੈਠ ਕੇ ਮੈਂ ਕੀ ਕਰਨਾ, ਨਾ ਤਾਂ ਮੈਂ ਦੁਨੀਆ ਦੇਖ ਸਕਦਾ, ਨਾ ਮੈਨੂੰ ਇੱਥੇ ਕੋਈ ਜਾਣਦਾ। ਅਸੀਂ ਜਿੰਨੀ ਕਿ ਲਿਹਾਜ਼ ਕਰ ਲਈ, ਹੱਸਲੇ ਖੇਡ ਲਏ, ਉਂਗਲੀਆਂ ਵੱਢ ਲਈਆਂ, ਮਜ਼ਾਕ ਕਰ ਲਿਆ, ਪ੍ਰਸ਼ਾਦਾ ਪਾਣੀ ਛਕ ਲਿਆ, ਪਰ ਉਹਦੇ ਨਾਲ ਜ਼ਿੰਦਗੀ ਥੋੜ੍ਹੀ ਨਾ ਨਿਕਲ ਜਾਂਦੀ ਹੈ। ਤਾਂ ਫਿਰ ਉਹ ਇਨਸਾਨ ਦੁਬਾਰਾ ਫਿਰ ਤੋਂ ਉਸ ਬੋਟ ਤੋਂ ਛਾਲ ਮਾਰਦਾ ਸਮੁੰਦਰ 'ਚ। ਤੇ ਉਹ ਹਾਲਾਤ ਸਾਡੇ ਇਹਨਾਂ ਮਰੀਜ਼ਾਂ ਨਾਲ ਹੁੰਦੇ ਆ ਜਦੋਂ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਮੁੱਖ ਮੋੜ ਜਾਂਦੇ ਨੇ। ਸਾਡੀ ਹੱਥ ਜੋੜ ਕੇ ਬੇਨਤੀ ਆ, ਅਸੀਂ ਬੇਨਤੀ ਕਰਦੇ ਹਾਂ ਇਹਦੀ ਮੰਮੀ ਨੂੰ, ਇਨਕੀ ਮੰਮੀ ਕੋ
भी बहन जी आप ज़रूर आके जाइएगा, अमित को मिल के जाइएगा, अमित बिल्कुल ठीक है, अच्छा लड़का है, आपका घर का सब काम करवाए। अमित घर पे काम करोगे जाकर? क्या काम करोगे? ऊपर को देखो पहले तो, ऊपर को। हाँ, क्या काम करोगे? कोई भी पहले क्या काम करते थे हैं? नहीं, जब पहले तुम पढ़ाई खत्म किया, स्टडी करने के बाद क्या काम करते थे? पढ़ता था। और पढ़ने के बाद जॉब नहीं लगेगी हैं? कौन सी जॉब हैं? पंखे की? पंखे में क्या हैं? नट बनते थे फैक्ट्री में। कितनी तनख्वाह थी? 2000। कौन से सन में, कौन से ईयर में? कौन 2000 ईयर में? ठीक है। तो उसके बाद छोड़ दिया काम, उसके बाद मैंटली ठीक आ, ਟੈਨਸ਼ਨ ਲੈ ਕੇ ਕਿਸੇ ਵਜ੍ਹਾ ਕਰਕੇ ਬਸ ਇਦਾਂ ਉਹਨਾਂ ਨੇ ਹੁਣ ਯਾਨੀ ਕਿ ਫਿਰ ਇਦਾਂ ਦੇ ਬਹੁਤ ਸਾਡੇ ਕੋਲ ਵੀਰ ਨੇ। ਗੁਰਪ੍ਰੀਤ ਵੀਰ ਆ, ਇਹ ਐਗਜ਼ਾਮਪਲ ਆ ਠੀਕ ਹੋਣ ਦੀ। ਇਹਦੀ ਵਿਧੀ ਹੈ ਜਿਹੜੀ, ਇਹ ਬੰਦਾ ਇੰਨਾ ਜ਼ਿਆਦਾ ਮੈਂਟਲੀ ਅਪਸੈਟ ਸੀ, ਇਹਨੂੰ ਆਪਣਾ ਨਾਮ ਵੀ ਨਹੀਂ ਸੀ ਪਤਾ। ਪਹਿਲਾਂ ਇਹਦੇ ਮੰਮੀ ਡੈਡੀ ਇਹਨੂੰ ਦਵਾਈ ਦਵਾਉਣ ਆਉਂਦੇ ਹੁੰਦੇ ਸੀਗੇ। ਪਹਿਲਾਂ ਇਹਦੇ ਡੈਡੀ ਦੀ ਡੈਥ ਹੋ ਗਈ, ਫਿਰ ਇਹਦੇ ਮੰਮੀ ਦੀ ਡੈਥ ਹੋ ਗਈ, ਫਿਰ ਇਹਦਾ ਭਰਾ ਆਉਂਦਾ ਹੁੰਦਾ ਇਹਨੂੰ ਲੈ ਕੇ, ਫਿਰ ਉਹਦੀ ਵੀ ਡੈਥ ਹੋ ਗਈ, ਫਿਰ ਇਹ ਇਕੱਲਾ ਹੀ ਰਹਿ ਗਿਆ। ਇੱਕ ਇਹਦੀ ਭੈਣ ਆ, ਉਹ ਇੱਕ ਦਿਨ ਲੈ ਕੇ ਸਾਡੇ ਕੋਲ ਪਹੁੰਚੇ ਅੱਜ ਤੋਂ 2-2.5-3 ਸਾਲ ਪਹਿਲਾਂ, ਰੋਂਦੇ ਰੋਂਦੇ ਵੀ ਵੀਰੇ ਵੀ ਸਾਡੇ ਮੰਮੀ ਡੈਡੀ ਦੀ ਵੀ ਡੈਥ ਹੋ ਗਈ, ਮੇਰੇ ਭਰਾ ਦੀ ਵੀ ਡੈਥ ਹੋ ਗਈ, ਉਹਨੇ ਇਕੱਲਾ ਹੀ ਆ, ਘਰ ਥੋੜੀ ਭੰਨੀ ਜਾਂਦਾ, ਕਿ ਲਾ ਲੈਂਦਾ, ਬਹੁਤ ਬੁਰਾ ਕਰਦਾ ਵੀ ਇਹਨੂੰ ਰੱਖ ਦਿਓ। ਤਾਂ ਅਸੀਂ ਵੀਰ ਦਾ ਜਦੋਂ ਪਰਿਵਾਰ 'ਚ ਰਿਹਾ ਹੀ ਨਹੀਂ ਕੋਈ, ਤਾਂ ਰੱਖ ਲਿਆ। ਵੀਰ ਦਾ ਇਲਾਜ ਚੱਲਿਆ, ਇੰਨੀਆਂ ਦਵਾਈਆਂ ਚੱਲੀਆਂ, ਕੋਈ ਫਰਕ ਹੀ ਨਾ ਪਿਆ 2 ਸਾਲ। ਇਹਦੀ ਭੈਣ ਆਇਆ ਕਰੇ ਮਿਲਣ, ਇਹਦੇ ਰਿਸ਼ਤੇਦਾਰ ਬਹੁਤ ਆਉਂਦੇ ਰਹੇ ਮਿਲਣ ਜਾਣੀ ਕਿ, ਤੇ ਪਰ ਇਹ ਬੰਦੇ ਨੂੰ ਕੋਈ ਫਰਕ ਨਹੀਂ ਪਿਆ ਨਾ। ਜਦੋਂ ਫਿਰ ਉਹਨਾਂ ਨੇ ਇਹਦੀ ਭੈਣ ਉਹਨਾਂ ਨੇ ਇਮੋਸ਼ਨਲੀ ਥੋੜੀ ਜਿਹੀ ਵਧਾਈ, ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਮਹੀਨੇ ਦੇ ਮਹੀਨੇ ਆਇਆ ਕਰੋ, ਥੋੜਾ ਜਿਹਾ ਇਹਨੂੰ ਸਪੋਰਟ ਕਰੋ, ਤਾਂ ਹੀ ਇਹ ਉੱਠੂਗਾ ਦੁਬਾਰਾ। ਤੇ ਉਹ ਫਿਰ ਮਹੀਨੇ ਦੇ ਮਹੀਨੇ ਆਉਣ ਲੱਗ ਗਏ ਹੈ ਨਾ, ਹਰ ਦਿਨ ਤਿਉਹਾਰ ਤੇ ਆਉਣਾ ਸ਼ੁਰੂ ਕਰਤਾ ਉਹਨਾਂ ਨੇ। ਤਾਂ ਉਹਦੇ ਨਾਲ ਜਿਹੜੀਆਂ ਦਵਾਈਆਂ ਵੀ ਕੰਮ ਕਰਨੋਂ ਹਟ ਗਈਆਂ ਸੀ। ਗੁਰਪ੍ਰੀਤ ਦਾ ਦਿਮਾਗ ਬਿਲਕੁਲ ਹੀ ਸੁੰਨ ਹੋ ਗਿਆ ਸੀ, ਤਾਂ ਫਿਰ ਹੌਲੀ ਹੌਲੀ ਗੁਰਪ੍ਰੀਤ ਠੀਕ ਹੋਣ ਲੱਗ ਗਿਆ। ਅੱਜ ਵੀਰੇ ਅੱਜ ਕੌਣ ਆਇਆ ਸੀ ਗੁਰਪ੍ਰੀਤ? ਤੇਰੇ ਘਰੋਂ ਕੌਣ ਆਇਆ ਸੀ ਹੈ? ਮਾਮਾ ਸੀ। ਕੀ ਨਾਂ ਸੀ ਮਾਮੇ ਦਾ? ਮਾਮੇ ਦਾ ਕੀ ਨਾਂ ਹੈ? ਮਾਮਾ ਸੀ। ਹੋਰ ਕੌਣ ਸੀ? ਮਾਮੇ ਦੇ ਮੁੰਡੇ ਵੀ ਸੀ ਨਾਲ। ਤੇ ਕਿਹੜੇ ਪਿੰਡ ਦਾ ਸੀ ਮਾਮਾ? ਪਿੰਡ ਕਿਹੜਾ ਮਾਮਾ? ਗੁਰਮਾ ਪਿੰਡ। ਇੱਕ ਹੁਣ ਇਹਨੇ ਕਿਹਨੂੰ ਇੰਨੀ ਜਿਹੜਾ ਦੱਸ ਰਿਹਾ ਨਾ ਮਾਮਾ ਸੀ ਜਾਂ ਗੁਰਮਾ, ਇਹ ਤਾਂ ਦੱਸਣਾ ਦੂਰ ਦੀ ਗੱਲ। ਇਹਨੂੰ ਆਪਣਾ ਪਿੰਡ ਆਪਣਾ ਨਾਂ ਵੀ ਨਹੀਂ ਸੀ ਦੱਸ ਹੁੰਦਾ, ਇੰਨਾ ਜ਼ਿਆਦਾ ਮੈਂਟਲੀ ਆ। ਘਰ ਦੇ ਵਿੱਚ 3 ਤਾਂ ਮੌਤਾਂ ਹੋ ਗਈਆਂ ਦੇ ਸਾਹਮਣੇ ਹੀ, ਉਹਦੇ ਮੈਂਟਲੀ ਅਪਸੈਟ ਸੀ, ਹੋਰ ਮੈਂਟਲੀ ਅਪਸੈਟ ਹੁੰਦਾ ਗਿਆ। ਤੇ ਪਰ ਫੈਮਿਲੀ ਦੀ ਸਪੋਰਟ ਨੇ, ਕਿਤੇ ਕਿਤੇ ਮਾਮੇ ਆ ਗਏ, ਕਿਤੇ ਦੀ ਭੈਣ ਆ ਗਈ, ਕਿਤੇ ਕੋਈ ਆ ਗਿਆ, ਉਹਨਾਂ ਨੇ ਇਹਨੂੰ ਉਸ ਸਮੁੰਦਰ ਚੋਂ ਬਾਹਰ ਕੱਢਣਾ ਦੇ ਵਿੱਚ ਸਾਡੀ ਮਦਦ ਕੀਤੀ। ਗੁਰਪ੍ਰੀਤ ਹੁਣ ਹੌਲੀ ਹੌਲੀ ਬਾਹਰ ਆ ਰਿਹਾ। ਇਸ ਕਰਕੇ ਸਾਡੀ ਬੇਨਤੀ ਹੈ, ਜੇ ਕੋਈ ਪਰਿਵਾਰ ਤੁਹਾਡੇ ਵੀ ਇਦਾਂ ਦੀ ਬਿਮਾਰੀ ਤੋਂ ਜੂਝ ਰਿਹਾ, ਉਹਦੀ ਦਵਾਈ ਦੇ ਨਾਲ ਨਾਲ ਦੁਆਵਾਂ ਦੀ ਲੋੜ ਆ, ਤੁਹਾਡੀ ਸਪੋਰਟ ਦੀ, ਇਮੋਸ਼ਨਲੀ ਸਪੋਰਟ ਦੀ ਲੋੜ ਆ। ਖਾਸ ਕਰਕੇ ਤੁਸੀਂ ਉਹਨੂੰ ਆ ਕੇ ਮਿਲੋ, ਜੱਫੀ ਪਾਵੋ, ਹੈ ਨਾ, ਪਿਆਰ ਨਾਲ ਗੱਲ ਕਰੋ। ਜੱਗੇ ਹੁਸ਼ਿਆਰਪੁਰ ਵਾਲੇ ਜੱਗੇ ਬਾਬੇ ਨੂੰ ਬੁਲਾਏ, ਤਾਂ ਉਹਦੇ ਨਾਲ ਬਹੁਤ ਫਰਕ ਪੈਂਦਾ ਹੈ ਨਾ, ਬਹੁਤ ਚੀਜ਼ਾਂ ਠੀਕ ਹੁੰਦੀਆਂ। ਇੱਦਾਂ ਹੀ ਸਾਡਾ ਜੱਗਾ ਬਾਈ ਹੈ, ਹੁਸ਼ਿਆਰਪੁਰ ਤੋਂ ਅਸੀਂ ਲੈ ਕੇ ਆਏ ਸੀ ਬਾਈ ਨੂੰ। ਐਡੀਆਂ ਐਡੀਆਂ ਲੰਬੀਆਂ ਇਹਦੇ ਸਿਰ 'ਚ ਜਟਾ ਸੀ, ਐਡੇ ਐਡੇ ਲੰਬੇ ਨਹੁੰ ਸੀ, ਹੈ ਨਾ, ਬਹੁਤ ਮਾੜੇ ਹਾਲਾਤ ਸੀ, ਗੰਦੇ ਹਾਲਾਤ ਸੀ। ਇਹਦੀਆਂ ਭੈਣਾਂ ਵਾ ਦੋ ਭੈਣਾਂ ਹੈ ਕਿ 3 ਭੈਣਾਂ, ਹੈ ਨਾ, ਇਕੱਲਾ ਹੀ ਭਰਾ ਸੀ ਇਹ। ਮੈਂਟਲੀ ਅਪਸੈਟ ਹੋ ਗਿਆ, ਆਪਣੇ ਮੰਮੀ ਡੈਡੀ ਨੂੰ ਕੁੱਟਦਾ ਮਾਰਦਾ, ਪੇਟੀਆਂ 'ਚ ਬੰਦ ਕਰ ਦਿੰਦਾ, ਬਹੁਤ ਜ਼ਿਆਦਾ ਡਿਸਟਰਬ ਹੋ ਗਿਆ। ਬਾਬਿਆਂ ਦੇ ਲਈ ਫਿਰਦੇ ਰਹੇ, ਪਰ ਅਖੀਰ ਨੂੰ ਮੰਮੀ ਡੈਡੀ ਵੀ ਚੜ੍ਹਾਈ ਕਰਕੇ ਉਹਨਾਂ ਦੀ ਡੈਥ ਹੋ ਗਈ, ਹੈ ਨਾ। ਤੇ ਭੈਣਾਂ ਵੀ ਡਰਦੀਆਂ ਪਿੱਛੇ ਹਟ ਗਈਆਂ, ਜਦੋਂ ਮਾਰਨ ਪੈਂਦਾ ਸੀ। ਘਰ 'ਚ ਜੰਗਲ ਬਣ ਗਿਆ, ਹੁਸ਼ਿਆਰਪੁਰ ਨਵੀਂ ਵਸੀ ਪਿੰਡ ਆ, ਉੱਥੇ ਹੀ ਸਕੂਲ ਦੇ ਬਾਹਰ ਖਾਲੀ ਗਰਾਊਂਡ 'ਚ ਪੈਂਦਾ, ਸੜਕ 'ਤੇ ਸੌ ਜਾਂਦਾ। ਮੈਂਟਲੀ ਅਪਸੈਟ, ਜਿਹੜੀਆਂ ਲੰਬੀਆਂ ਜਟਾਂ, ਐਡੇ ਲੰਬੇ ਨਹੁੰ, ਜਾਣੀ ਕਿ ਇੱਕ ਭੂਤ ਲੱਗਦਾ ਸੀ, ਜਿਉਂਦਾ ਜਾਗਦਾ ਤੁਰਿਆ ਫਿਰਦਾ। ਉੱਥੋਂ ਸਾਨੂੰ ਸੰਗਤ ਨੇ ਦੱਸਿਆ, ਲੋਕਾਂ ਨੇ ਦੱਸਿਆ, ਪਤਾ ਲੱਗਿਆ ਜੀ, ਉੱਥੋਂ ਲੈ ਕੇ ਆਏ ਬਾਈ ਨੂੰ, ਇਲਾਜ ਚੱਲਿਆ, ਦਵਾਈ ਚੱਲੀ, ਜੱਗਾ ਬਾਈ ਠੀਕ ਹੋ ਗਿਆ। ਫਿਰ ਇਹਦੀਆਂ ਭੈਣਾਂ ਨਾਲ ਸੰਪਰਕ ਹੋਇਆ, 2 ਵਾਰੀ ਆ ਕੇ ਵੀ ਗਈਆਂ ਉਹ ਭੈਣਾਂ। ਹੁਣ ਤਾਂ ਨਹੀਂ ਆਈਆਂ ਜੱਗੇ, ਹੈ ਨਾ, ਕਾਫੀ ਟਾਈਮ ਹੋ ਗਿਆ, ਹੈ ਨਾ, ਕਿੰਨਾ ਕੁ ਟਾਈਮ ਹੋ ਗਿਆ? ਸਾਲ 2 ਸਾਲ ਹੋ ਗਏ ਨਾ। ਅਸੀਂ ਬੇਨਤੀ ਕਰਦੇ ਉਹਨਾਂ ਨੂੰ ਵੀ ਮਿਲ ਕੇ ਜਾਓ। ਹੁਣ ਜੱਗਾ ਫਿਰ ਤੋਂ ਚੁੱਪ ਰਹਿਣ ਲੱਗ ਗਿਆ। ਜੱਗਾ ਵਧੀਆ ਠੀਕ ਸੀ, ਕੰਮ ਕਰਾਉਣ ਲੱਗ ਗਿਆ ਸੀ, ਕਰਾਉਂਦਾ ਹੁਣ ਵੀ ਵੈਸੇ ਕੰਮ ਤਾਂ, ਪਰ ਜਾਨੀ ਇੱਧਰ ਜੱਗੇ ਮੋਢਾ ਚੱਕ ਕੇ ਰੱਖਿਆ ਕਰ ਥੋੜ੍ਹਾ ਜਿਹਾ, ਨੀਵਾਂ ਨਾ ਕਰਿਆ ਕਰ। ਪਰ ਹੁਣ ਥੋੜ੍ਹਾ ਫਿਰ ਇਹ ਚੁੱਪ ਰਹਿੰਦਾ ਹੈ ਨਾ। ਜਦੋਂ ਬੱਤੀ ਬੁਝਣ ਲੱਗ ਜਾਂਦੀ, ਕਹਿੰਦੇ ਦਿਲ ਦੇ ਵਿੱਚ, ਮਨ ਦੇ ਵਿੱਚ ਜਿਹੜਾ ਜੋਤ ਜਾਗਦੀ ਆ, ਜਦੋਂ ਕੋਈ ਬੁਲਾਵੇ ਹੀ ਨਾ, ਬੋਲੇ ਹੀ ਨਾ, ਕੋਈ ਗੱਲ ਹੀ ਨਾ ਕਰੇ, ਕੋਈ ਆਪਣਾ ਹੀ ਨਾ ਮਿਲੇ, ਹੈ ਨਾ। ਜੱਗਾ ਥੋੜ੍ਹਾ ਸ਼ਾਈ ਨੇਚਰ 'ਚ ਵੀ ਹੈ ਕਿ ਜਦੋਂ ਮੈਂ ਇਹਨੂੰ ਬੁਲਾਉਣਾ ਜਾਂ ਕੋਈ ਹੋਰ ਹੁੰਦਾ, ਇਹਨੂੰ ਚੁੱਪ ਰਹਿਣਾ, ਬਸ ਉਹਨਾਂ ਕੀ ਜਵਾਬ ਦੇਣਾ ਮਤਲਬ ਦਾ ਹੀ। ਪਰ ਹੁਣ ਜਿਹੜੀ ਉਹ ਪ੍ਰੋਬਲਮ ਸੀਗਾ, ਜਿਹੜਾ ਟਾਈਮ ਜਿਹਨੇ ਆਪਣੇ ਨਾਲ ਕੀਤਾ, ਮਾਂ ਬਾਪ ਨੂੰ, ਭੈਣਾਂ
ਇਹਦੇ ਪਰਿਵਾਰ ਦੇ ਕਹਿੰਦੇ ਵੀ ਇਹਨੇ ਮਾਰਿਆ ਉਹਨਾਂ ਨੂੰ ਨਾ, ਇੰਨਾ ਜ਼ਿਆਦਾ ਕੁੱਟਦਾ ਮਾਰਦਾ ਸੀ, ਤੰਗ ਕਰਦਾ ਸੀ। ਉਹ ਬਹੁਤ ਸ਼ਰੀਫ ਸੀ। ਮੰਮੀ ਕੀ ਕਰਦੇ ਸੀ ਡੈਡੀ ਤੇਰੇ ਵੀਰੇ? ਸੱਚੇ ਭਾਈ ਡੈਡੀ ਕੀ ਕਰਦੇ ਸੀ? ਹੈਂ ਕੀ ਕੰਮ ਕਰਦੇ ਸੀ? ਹੈਂ ਛੁਰੀਆਂ? ਹੈਂ ਕੱਢੀਆਂ ਮੈਂ ਤੇ ਮੰਮੀ ਉਹ ਰੋਟੀ ਪਾਣੀ ਬਣਾਉਂਦੇ ਘਰ ਦੇ। ਤੂੰ ਕੀ ਕੰਮ ਕਰਦੇ ਜੱਗੇ ਭਾਈ? ਕੋਈ ਕੰਮ ਨਹੀਂ ਕਰਦੇ। ਤੇਰੇ ਵਿਆਹ ਹੋਇਆ ਜੱਗੇ ਭਾਈ? ਹੈਂ ਵਿਆਹ ਹੋਇਆ ਹੀ ਨਹੀਂ? ਠੀਕ ਹੈ ਭਾਈ। ਤੇ ਡੈਡੀ ਦੀ ਕਿਵੇਂ ਡੈਥ ਹੋ ਗਈ ਸੀ? ਮੌਤ ਕਿਵੇਂ ਹੋ ਗਈ ਬਾਪੂ ਦੀ? ਹੈਂ ਕਿਵੇਂ ਹੋ ਗਈ ਸੀ? ਗੱਲ ਮਾਰ ਰਹਿੰਦੇ ਸੀ? ਹੈਂ ਕੀ ਹੋ ਗਿਆ ਸੀ? ਹੈਂ ਲੱਤਾਂ ਰਹਿ ਗਈਆਂ ਸੀ, ਮੰਜੇ ਤੇ ਪੈ ਗਈ ਸੀ। ਤੇ ਮੰਮੀ ਤੇ ਤੂੰ ਤੇ ਲੜ ਵੀ ਪੈਂਦਾ ਸੀ ਤੂੰ ਉਹਨਾਂ ਨੂੰ? ਉਹਨੂੰ ਕਮਰੇ 'ਚ ਵੀ ਬੰਦ ਕਰ ਦਿੰਦਾ ਸੀ ਤੂੰ ਪਿਆਰ ਕਰਦਾ ਸੀ ਡੈਡੀ ਨੂੰ? ਹੈਂ ਮੰਮੀ ਡੈਡੀ ਨੂੰ ਪਿਆਰ ਕਰਦਾ ਸੀ ਆਪੇ ਨੂੰ? ਹੈਂ ਹੋ ਜੱਗੇ ਕਰਦਾ ਹੀ ਪਿਆਰ? ਹੈਂ ਬਾਈ ਮੰਮੀ ਡੈਡੀ ਯਾਦ ਆਉਂਦੀ ਹੁਣ ਤੈਨੂੰ? ਆਉਂਦੀ ਹੁੰਦੀ ਆ? ਉਹ ਵਾਹਿਗੁਰੂ ਪਤਾ ਨਹੀਂ ਜਜ਼ਬਾਤ ਹੀ ਬੰਦੇ ਦੇ ਮਰ ਜਾਂਦੇ ਆ ਜੀ ਜਦੋਂ ਕੋਈ ਆਪਣਾ ਨਾ ਮਿਲੇ ਨਾ ਇੰਨਾ ਲੰਬਾ ਸਮਾਂ। ਪਰ ਇਹੀ ਬੇਨਤੀ ਆ, ਆਇਆ ਕਰੋ ਭਰਾਵੋ ਭੈਣੋ, ਜਿਨ੍ਹਾਂ ਦੇ ਰਿਸ਼ਤੇਦਾਰ ਇੱਥੇ ਹੈਗੇ ਚਾਹੇ ਕਿਤੇ ਵੀ ਆ, ਤੇ ਉਹਨਾਂ ਨੂੰ ਮਿਲੋ ਜ਼ਰੂਰ, ਉਹਨਾਂ ਨਾਲ ਆ ਕੇ ਜਜ਼ਬਾਤ ਆਪਣੇ ਜ਼ਰੂਰ ਸਾਂਝੇ ਕਰੋ ਹੈ ਨਾ। ਜ਼ਮੀਨਾਂ ਜਾਇਦਾਦਾਂ ਸਭ ਉੱਥੇ ਰਹਿ ਜਾਣੀਆਂ, ਪ੍ਰਾਪਰਟੀਆਂ ਪੈਸਾ। ਤੇ ਬਾਪੂ ਦਰਸ਼ਨ ਸਿੰਘ ਜੀ ਕਿਵੇਂ ਹੋ? ਆ ਜਾਓ ਇਹਨੂੰ। ਬਾਪੂ ਦਰਸ਼ਨ ਸਿੰਘ ਔਲਖ ਉੱਪਰ। ਬਾਪੂ ਜੀ ਸਾਨੂੰ ਲੁਧਿਆਣੇ ਤੋਂ ਮਿਲੇ ਸੀ ਜਦੋਂ ਕਰੋਨਾ ਦਾ ਦੌਰ ਚੱਲਿਆ ਸੀ ਪਿਛਲੇ ਸਾਲ ਮਾਰਚ ਦੇ ਵਿੱਚ। ਇੱਥੇ ਸੜਕ ਤੇ ਪਏ ਸੀ, ਬਹੁਤ ਮਾੜੀ ਹਾਲਤ। ਲੁਧਿਆਣੇ ਤੋਂ ਅਗਲੇ ਪਾਸੇ ਇੱਥੇ ਬਰਦਵਾਲ ਕੋਲੇ, ਉੱਥੋਂ ਅਸੀਂ ਲਿਆਏ, ਵੀਡੀਓ ਸ਼ੇਅਰ ਕੀਤੀ। ਸਾਨੂੰ ਇਹਨਾਂ ਦੇ ਭਤੀਜਿਆਂ ਦੇ ਫੋਨ ਆਏ ਹਨ। ਲੁਧਿਆਣੇ ਵੀ ਰਹਿੰਦਾ ਇੱਕ ਭਤੀਜਾ ਇਹਨਾਂ ਦਾ, ਚੰਗਾ ਤਕੜੇ ਕਾਰੋਬਾਰੀ ਹੈ, ਵਧੀਆ ਕੰਮਕਾਰ ਆ। ਬਾਪੂ ਤੁਸੀਂ ਕੀ ਕੰਮ ਕਰਦੇ ਸੀ ਪਹਿਲਾਂ? ਡਰਾਈਵਰੀ ਕਰਦੇ। ਬਾਪੂ ਮੰਨ ਲਓ ਕਿੰਨੇ ਭਰਾ ਨੇ ਤੁਸੀਂ? ਮੈਂ ਜੀ ਸਾਡੇ ਭਾਰਤ ਸਾਹਿਬ ਦੇ 2 ਸਾਡੀ ਅੱਛਾ ਜੀ। ਪਹਿਲੀ ਸਾਡੀ ਤੋਂ ਮੈਂ ਇਕੱਲਾ ਹੋ ਗਿਆ ਸੀ। ਮੇਰੇ ਤੇ ਆਇਆ ਸੀ ਜੀ ਸਾਡਾ 20 ਸਾਲ ਤੋਂ ਜੀ। ਦੂਜੇ ਭੈਣ ਭਰਾ ਕਿੰਨੇ ਸੀ? ਦੂਜੇ ਵਾਰ ਉਹ 5 ਭਰਾ ਲੱਗ ਉਹ ਫਿਰ ਤੁਹਾਨੂੰ ਬਾਪੂ ਦੀ ਜ਼ਮੀਨ ਦਾ ਰਾਤ ਤੋਂ ਹਿੱਸਾ ਨਹੀਂ ਮਿਲਿਆ? ਜਿਹੜੇ ਬਾਪੂ ਦੀ ਕੋਈ ਕਹਿੰਦੇ ਪਰ ਨਾ ਲਿਆ ਤੁਸੀਂ ਬਾਹਰ ਹੀ ਰਹੇ ਸਾਰੀ ਜ਼ਿੰਦਗੀ ਟਰੱਕਾਂ ਤੇ? ਸੱਚਾਂ ਦੇ ਤੇ ਬਾਪੂ ਜਿਵੇਂ ਹੁਣ ਤੁਸੀਂ ਕਿਹੜੇ ਹਾਲਤ 'ਚ ਪਹੁੰਚ ਗਏ ਜਦੋਂ ਤੁਹਾਨੂੰ ਲੈ ਕੇ ਆਏ ਹੋ ਉਦੋਂ ਨਾ, ਕਿੰਨੇ ਮਾੜੇ ਹਾਲਾਤ ਸੀ? ਔਰ ਤੁਸੀਂ ਕਿੱਥੇ ਰਹਿੰਦੇ ਹੁੰਦੇ ਸੀ ਉਦੋਂ ਪਹਿਲਾਂ? ਉਹ ਦਿੱਤਾ ਨਹੀਂ ਮੈਂ ਲੁਧਿਆਣੇ ਕਿਹਦੇ ਕੋਲੇ? ਲੁਧਿਆਣੇ ਫਾਦਰ ਸਾਹਿਬ ਮਤਲਬ ਮਦਰ ਵੀ ਮੇਰੀ ਉੱਥੇ ਸੀ। ਫਾਦਰ ਸਾਹਿਬ ਰੇਲਵੇ ਚ ਵੈਲਫੇਅਰ ਇੰਸਪੈਕਟਰ ਸੀ। ਅੱਛਾ ਵੈਲਫੇਅਰ ਇੰਸਪੈਕਟਰ ਸੀ ਰੇਲਵੇ 'ਚ ਲੁਧਿਆਣੇ? ਹਾਂਜੀ ਹਾਂਜੀ। ਤੇ ਫਿਰ ਉੱਥੇ ਘਰ ਕਿੱਥੇ ਸੀ ਤੁਹਾਡਾ? ਉੱਥੇ ਘਰ ਮੇਰਾ ਅਸਲੀ ਕਲਗੀ ਘਰ ਗੁਰਦੁਆਰੇ ਦੇ ਕੋਲ ਰੇਡਿੰਗ ਮਾਰੀ। ਰੇਡੀ ਫਿਰ ਉਹ ਘਰ ਵੇਚਤਾ ਸੀ ਬਾਪੂ? ਘਰ ਦਾ ਮੈਨੂੰ ਪਤਾ ਨਹੀਂ ਹੈ, ਫਾਦਰ ਸਾਹਿਬ ਨੂੰ ਪਤਾ ਨਹੀਂ, ਦੇਖਿਆ ਪਤਾ ਨਹੀਂ। ਨਹੀਂ ਤੁਹਾਡੇ ਹੁੰਦੇ ਹੀ ਬਾਪੂ ਦੀ ਡੈਥ ਹੋ ਗਈ ਸੀ ਨਾ? ਹਾਂਜੀ ਫਿਰ ਉਹ ਘਰ ਕਿਹਦੇ ਕੋਲ ਸੀ ਉਦੋਂ? ਉਹ ਤੇ ਫਾਦਰ ਸਾਹਿਬ ਦੂਜੇ ਭਰਾ ਜਿਹੜੇ ਉਹਨਾਂ ਕੋਲ। ਅੱਛਾ ਉਹਨਾਂ ਨੂੰ ਦਿੱਤਾ ਸੀਗਾ। ਠੀਕ। ਤੁਸੀਂ ਉਹਨਾਂ ਤੋਂ ਕੋਈ ਹਿੱਸਾ ਨਹੀਂ ਲਿਆ ਆਪਦੇ? ਨਾ ਜੀ ਮੈਂ ਫਿਰ ਤੁਸੀਂ ਰਹਿੰਦੇ ਕਿੱਥੇ ਸੀ? ਆ ਕੇ ਬਾਪੂ ਕੋਲੇ ਰਹਿੰਦੇ ਹੁੰਦੇ ਸੀ? ਨਾ ਪਿੰਡ ਹੀ ਰਹਿੰਦਾ। ਪਿੰਡ ਕਿਹੜਾ ਤੁਹਾਡਾ? ਬੁਹਾਰਾ ਨਵੇਂ ਸ਼ਹਿਰ ਤੋਂ ਨਵੇਂ ਸ਼ਹਿਰ ਤੋਂ ਉਰੇ ਕਿਹੜਾ ਪਿੰਡ? ਬੁਹਾਰਾ ਬੁਹਾਰਾ। ਠੀਕ ਹੈ ਬੁਹਾਰਾ। ਉਹ ਔੜ ਤੋਂ ਅੱਗੇ। ਅੱਛਾ ਉੱਥੇ ਹੁਣ ਤੁਹਾਡੇ ਭਰਾ ਭਰੂ ਰਹਿੰਦੇ ਆ ਵੀ? ਮੇਰੇ ਭਰਾ ਦੂਜੇ ਆ ਮਤਲਬ ਉਹਨਾਂ ਨਾਲ ਤੁਹਾਡਾ ਹੈ ਨਹੀਂ ਸਹਿਚਾਰ ਕੋਈ? ਜਿਹੜੇ ਮੁੰਡੇ ਦਾ ਫੋਨ ਆਇਆ ਸੀ ਆਪਾਂ ਨੂੰ ਭਤੀਜੇ ਦਾ ਤੁਹਾਡੇ ਦਾ, ਉਹ ਕਿਹੜਾ ਮੁੰਡਾ ਸੀਗਾ? ਜਿਹੜਾ ਮਤਲਬ ਭਰਾ ਦਾ, ਪਰ ਉਹਦਾ ਕਿਵੇਂ ਬਾਹਲਾ ਪਿਆਰ ਕਰਦੇ, ਕਹਿੰਦਾ ਸੀ ਬਸ ਪਤਾ ਆਇਆ ਵਾ ਵੀ ਸਾਡੇ ਘਰੇ ਘੱਟ ਹੀ ਰਿਹਾ ਕਾਫੀ ਲੰਬਾ ਸਮਾਂ ਹਨ। ਉਹ ਗੱਲਾਂ ਕਰਦਾ ਸੀ ਪਰ ਮੁੜ ਕੇ ਨਹੀਂ ਆਇਆ ਭਾਈ ਉਹ ਵੀ, ਹੈ ਨਾ? ਨਾ ਉਹ ਲੁਧਿਆਣੇ ਆਈ ਨਹੀਂ ਆਇਆ ਸੀ ਇੱਕ ਵਾਰੀ ਆਪਾਂ ਨੂੰ ਮਿਲਣ, ਫੋਨ ਤੇ ਗੱਲ ਹੋਈ ਸੀ ਆਪਣੀ, ਮੁੰਡੇ ਗੱਲ ਉਸੇ ਦਾ ਕਿ ਆਏ ਵੀ 2 ਆ ਕੇ ਵੀ ਗਿਆ ਸੀ ਨਾ। ਤੁਸੀਂ ਬਾਪੂ ਕਿਸੇ ਨੂੰ ਮਿਲਣਾ ਚਾਹੋ ਨਾ, ਕਿਸੇ ਨੂੰ ਜੀ ਕਰਦਾ ਤੁਹਾਡਾ ਮਿਲਣ ਨੂੰ? ਕੋਈ ਮੇਰਾ ਨਹੀਂ ਜੀ ਕੋਈ ਦਿਲ ਨਹੀਂ, ਮੇਰੀ ਤਮੰਨਾ ਨਹੀਂ। ਬਾਪੂ ਜਿਵੇਂ ਸਾਰੀ ਉਮਰ ਤੁਸੀਂ ਰੋਡਾਂ ਤੇ ਕੱਢਤੀ, ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਗੱਡੀਆਂ ਤੇ ਗੇੜੇ ਕੱਢੇ ਹਨਾ ਟਰੱਕਾਂ ਤੇ, ਤੇ ਕੋਈ ਨਸ਼ਾ ਤਾਂ ਨਹੀਂ ਕਰਦੇ ਸੀ ਬਾਪੂ? ਨਾ ਜੀ ਨਸ਼ਾ ਨਹੀਂ। ਇਹ ਵੱਡੀ ਗੱਲ ਆ, ਚਲੋ ਵੀ ਵੱਡੀ ਗੱਲ ਆ, ਤੁਸੀਂ ਟਰੱਕਾਂ ਤੇ ਰਹੇ ਹਨਾ। ਇਹ ਜਿਹੜੇ ਤਮਾਕੂ ਪਾਣੀ ਪਿਲਾ ਦੇ ਵੀਰੇ। ਤਮਾਕੂ ਖਾਂਦੇ ਆ ਦੇ ਦੇ। ਬੀੜੀ ਸਿਗਰਟ ਹਾਂ ਨਹੀਂ ਇਹ ਤਾਂ ਖਾਂਦੇ ਮੇਰੇ ਖਾਨਦਾਨ ਦੇ ਵਿੱਚ ਹੀ ਨਹੀਂ ਆਏ। ਥੋੜਾ ਪੀਣ ਨੂੰ ਦੇ ਦੇ ਕੋਈ ਚਾਹ ਜਾਂ ਪਾਣੀ ਯਾਰ।
ਨਾ ਹਾਥੀ ਲਾਇਆ ਕਦੀ ਬੀੜੀ ਨਹੀਂ ਬਾਪੂ ਇਹ ਤਾਂ ਤੁਹਾਡਾ ਧੰਨਵਾਦ ਆ। ਚਲੋ ਬਾਪੂ ਬੁਹਾਰਾ ਪਿੰਡ ਆ ਜੀ ਔੜ ਦੇ ਕੋਲੇ। ਜੇ ਕੋਈ ਵੀਰ ਭਰਾ ਬਾਪੂ ਨੂੰ ਮਿਲਣਾ ਚਾਹੁੰਦਾ, ਬਾਪੂ ਦਰਸ਼ਨ ਸਿੰਘ ਉੱਪਲ ਜੀ ਸਾਡੇ ਕੋਲੇ ਨੇ, ਠੀਕ ਨੇ। ਪਹਿਲਾਂ ਹਾਲਤ ਬਹੁਤ ਮਾੜੀ, ਹੁਣ ਆਪਰੇਸ਼ਨ ਹੋ ਕੇ ਹਟਿਆ ਬਾਪੂ ਜੀ। ਥੋੜਾ ਦਿਨ ਪਿੱਛੇ ਹਰਨੀਆਂ ਦਾ, ਉਹ ਵੀ ਠੀਕ ਠਾਕ ਆ। ਬਾਬਾ ਜੀ ਦੀ ਮਿਹਰ ਆ ਤੇ ਪਾਸ਼ਾ ਦੀ ਕਿਰਪਾ। ਸਾਡਾ ਬਾਪੂ ਸਾਡੇ ਲਈ ਉਹ ਨਾ ਬਾਪੂ ਕਲ ਦੀ ਵੀ ਬੰਦਾ। ਮੈਂ ਤਾਂ ਰੋਟੀ ਆਪ ਤੁਹਾਡੇ ਨੂੰ ਆਇਆ ਦਾਣਾ ਪਾਣੀ ਆ ਜਿਹੜਾ, ਉਹਦੇ 'ਚ ਮੈਂ ਰੋਟੀ ਖਾਣਾ ਜੀ ਹੁੰਦਾ ਜੋ ਕਰਦਾ ਕਰਾਉਂਦਾ ਉਹੀ ਆ ਬਸ। ਜਿਹੜੀ ਰੋਟੀ ਦਾਲ ਤੁਹਾਨੂੰ ਸੰਗਤ ਭੇਜਦੀ ਆ ਵਾਹਿਗੁਰੂ ਜੀ, ਉਹਦੇ 'ਚ ਅਸੀਂ ਛਕਦੇ ਆ ਬਾਪੂ। ਅਸੀਂ ਕੌਣ ਆ ਬਾਪੂ? ਹੋਰ ਭਾਈ ਤੂੰ ਕੀ ਕਰਨਾ ਸੀਗਾ? ਆ ਜਾ ਬਈ। ਇਹ ਤਾਂ ਤੁਹਾਡਾ ਬੱਬੀ ਬਾਦ ਲਾ ਰਿਹਾ ਬਾਈ। ਬੱਬੀ ਬੱਬੀ ਬਾਈ ਕਿਵੇਂ ਆ? ਕੀ ਹਾਲ ਨੇ ਬੱਬੀ? ਤੇਰਾ ਗੋਤ ਕੀ ਆ? ਗੋਤ ਬੱਬੀ ਤੇਰਾ ਨਾਂ ਕੀ ਆ ਪੂਰਾ? ਪੂਰਾ ਨਾਂ? ਪਿਤਾ ਜੀ ਦਾ ਕੀ ਨਾਂ ਹੈ? ਦਲੀਪ ਸਿੰਘ। ਠੀਕ ਆ। ਤੇਰੇ ਭਰਾ ਦਾ ਕੀ ਨਾਂ ਹੈ? ਗਣੂ। ਉਹ ਮੰਦਿਰ ਤੁਹਾਡੇ ਘਰੇ ਬਣਿਆ ਹੋਇਆ ਕਿੱਥੇ? ਦਸ਼ਮੇਸ਼ ਨਗਰ ਤੇ ਸ਼ਿਮਲਾਪੁਰੀ ਕੋਲੇ ਹੈ ਨਾ? ਠੀਕ ਆ। ਤੁਹਾਡਾ ਭਰਤ ਦਾ ਕੰਮ ਆ? ਟਰੈਕਟਰ ਟਰਾਲੀਆਂ ਚਲਾਉਂਦੇ ਸੀ? ਕਾਹਦਾ ਕੰਮ ਆ ਭਰਤ ਦਾ? ਹਾਂ, ਕਾਹਦਾ ਕੰਮ ਆ ਘਰਦਿਆਂ ਦਾ? JCB। ਚੰਗੇ ਵਧੀਆ ਪਰਿਵਾਰ ਨੂੰ ਬਿਲੋਂਗ ਕਰਦਾ ਬੱਬੀ ਬਾਈ ਸਾਡਾ। ਲੁਧਿਆਣੇ ਦਸ਼ਮੇਸ਼ ਨਗਰ 'ਚ ਘਰ ਆ। ਘਰ 'ਚ ਮੰਦਿਰ ਵੀ ਬਣਿਆ ਹੋਇਆ। ਇਹਦਾ ਬਾਈ ਦਾ ਆ। ਬਾਪੂ ਪੈਰ ਕੱਢੀ ਮਾੜਾ ਜਾ, ਲਾ ਦੀ ਮਾੜਾ ਬੂਟ ਬਾਪੂ, ਪਾ ਦਿੰਦੇ ਦੁਬਾਰਾ। ਦੇਖੋ ਅੱਧਾ ਪੈਰ ਹੈ ਨਹੀਂ, ਕੀੜੇ ਖਾ ਕੇ ਪੈਰ ਕੱਟਿਆ ਗਿਆ। ਆ ਉੱਪਰ ਲੱਤ 'ਚ ਵੀ ਕੀੜੇ ਸੀਗੇ ਤੇ ਹੱਥ 'ਚ ਵੀ। ਬਾਪੂ ਦੇ ਹੱਥ ਕਿਹੜਾ ਸੀ ਬਾਪੂ ਲੈ ਕੇ ਆਏ ਬੱਬੀ ਬਾਬੇ ਜਿਹੜੇ ਹੱਥ 'ਚ ਖਰਾਬ ਸੀ ਤੇਰਾ? ਆ ਰਿਹਾ ਹੱਥ ਸੀ ਸਾਰਾ ਗਲਿਆ ਹੋਇਆ ਸੀ ਨਾ। ਤੇ ਸ਼ਿਮਲਾਪੁਰੀ ਤੋਂ ਹੀ ਲੈ ਕੇ ਆਏ ਸੀ। ਤੇ ਸਾਡੇ ਕੋਲ ਇਹਨਾਂ ਨੂੰ 3.5 ਸਾਲ ਬੂਟ ਪਾਣੇ ਦਾ। 3.5 ਸਾਲ 4 ਸਾਲ ਹੋ ਗਏ, 4 ਸਾਲ ਹੀ ਹੋ ਗਏ ਹੁਣ ਸਾਡੇ ਕੋਲ ਰਹਿੰਦੇ। ਲੁਧਿਆਣੇ ਸ਼ਹਿਰ ਦਾ ਹੀ ਬੰਦਾ ਵਾ। ਇਹਦਾ ਐਡਰੈਸ ਵੀ ਘਰਦਿਆਂ ਨੇ ਦੱਸਿਆ। ਇਹ ਵਿਚਾਰਾ ਜਾਂਦਾ ਨਹੀਂ ਘਰੇ ਨੂੰ, ਬਹੁਤ ਵਾਰੀ ਕਿਹਾ ਪਰ ਕੋਈ ਮਿਲਣ ਨਹੀਂ ਆਇਆ ਬਾਈ ਅੱਜ ਤੱਕ। ਇੱਥੇ ਤੱਕ ਨਹੀਂ ਮਿਲਣ ਆਇਆ ਯਾਰ। ਨਾਲ ਦੇ ਜਿਵੇਂ ਭਰਾ ਭੈਣਾ ਕੋਈ ਤਾਂ ਆਵੇ ਯਾਰ, ਕੋਈ ਆਉਂਦਾ ਹੀ ਨਹੀਂ। ਪਤਾ ਨਹੀਂ ਇਹ ਜੇ ਕਿਹੜੇ ਗੁੱਸੇ ਗਿੱਲੇ ਉਹਨਾਂ ਦੇ ਹਨਾ, ਜਾਂ ਕਿਹੜੀਆਂ ਨਾਰਾਜ਼ਗੀਆਂ। ਮਾਤਾ ਨਹੀਂ ਸੌਂਗੇ? ਮਾਤਾ ਜੀ ਸੌਂ ਗਏ ਸੀ? ਮਾਤਾ ਜੀ, ਮਾਤਾ ਜੀ ਬੇਬੇ ਉਹ ਸੌਂ ਗਏ ਸੀਗੇ? ਮਾਤਾ ਜੀ ਸੌਂ ਗਏ? ਜੇ ਸੌਂ ਗਏ ਬੇਬੇ ਰਹਿਣ ਤੋਂ, ਕੋਈ ਨਾ, ਗੇਟ ਨਾ ਖੋਲੋ। ਬੇਬੇ ਬਲਜੀਤ ਆ ਸਾਡੀ। ਸਤਿ ਸ਼੍ਰੀ ਅਕਾਲ ਮਾਂ। ਇਹ ਸੋਨੀ ਵੀਰੇ ਦੀ ਮੰਮੀ ਹੈ, ਜਿਹੜਾ ਸੋਨੀ ਬਾਈ ਸਾਡਾ ਅਸੀਂ ਖੰਨੇ ਤੋਂ ਲੈ ਕੇ ਆਏ ਜਿਵੇਂ 6 ਸਾਲ ਤੋਂ ਪਹਿਲਾਂ। ਇੱਥੇ ਦਿਖਾਈਏ ਕੱਲ੍ਹ ਵੀ ਤੁਸੀਂ ਫੋਟੋਆਂ ਦੇਖੀਆਂ। ਇੱਧਰ ਗੁੜੀਆ ਭੈਣ ਪਈ ਹੈ ਸਾਡੀ। ਇਹ ਬਾਹਰ ਹੀ ਸੁਣਦੀ ਹੈ, ਅੰਦਰ ਨਹੀਂ ਪੈਂਦੀ। ਇਹ ਭੈਣ ਦਾ ਵੀ ਡਰੈਸ ਲੱਭਣਾ ਕੁਝ ਨਹੀਂ ਪਤਾ ਲੱਗਿਆ ਹੈ ਨਾ। ਇਹ ਤਾਂ ਸਾਡੇ ਪਰਿਵਾਰ ਦੇ ਮਾਤਾਵਾਂ ਤੇ ਭੈਣਾਂ ਸਾਰੇ ਹੁਣ ਰੈਸਟ ਕਰਨ ਲੱਗੇ ਨੇ। ਜਾਗਦੇ ਸੀ ਕਿ ਸੌਂ ਗਏ ਸੀ? ਜਾਗਦੇ ਹੀ ਹੋ? ਠੀਕ ਹੈ। ਸਤਿ ਸ਼੍ਰੀ ਅਕਾਲ। ਮੈਂ ਹੁਣ ਸਵੇਰੇ ਆਉਂਗੀ, ਕੋਈ ਨਾ ਤੁਸੀਂ ਪੈ ਜਾਓ। ਭਾਈ ਮੇਰੀਆਂ ਮਾਵਾਂ ਨੂੰ, ਭੈਣਾਂ ਨੂੰ, ਸਾਰਿਆਂ ਨੂੰ ਬਹੁਤ ਬਹੁਤ ਪਿਆਰ। ਸਤਿ ਸ਼੍ਰੀ ਅਕਾਲ। ਠੀਕ ਆ ਸੰਦੀਪ ਤਕੜੀਆਂ ਭਾਈ ਤੂੰ? ਸੰਦੀਪ ਤਾਂ ਮੈਨੂੰ ਲੱਗਦਾ ਵੀ ਹੁਣ ਜਮਾਂ ਹੀ ਠੀਕ ਹੋ ਗਈ ਹੈ ਨਾ? ਮੈਨੂੰ ਵੀ ਬਾਹਰ ਚੱਲਿਆ ਨਾ। ਤੇ ਆਹ ਕੂਲਰ ਲੱਗਿਆ ਜੀ ਮਾਤਾ ਹੁਣ ਵਾਲੇ ਪਾਸੇ। ਹੁਣ ਠੰਡ ਲੱਗਣ ਲੱਗ ਜਾਂਦੀ ਹੈ ਰਾਤ ਨੂੰ। ਗਰਮੀ ਤਾਂ ਨਹੀਂ ਲੱਗਦੀ ਬੇਬੇ? ਹੁਣ ਪੂਰੀ ਗਾਈ ਹੁਣ। ਹਜੇ ਉਧਰਲੇ ਪਾਸੇ ਵੀ ਸ਼ੈੱਡ ਨੂੰ ਅਸੀਂ ਕਢਾ ਲਿਆ ਵਾ। ਉਧਰਲਾ ਸ਼ੈੱਡ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਵੱਡਾ ਕਰਾਂਗੇ। ਮਾਤਾ ਉਹਨਾਂ ਵਾਸਤੇ ਜਗ੍ਹਾ ਥੋੜੀ ਰਹਿ ਗਈ ਆ, ਤੁਸੀਂ ਦੇਖ ਸਕਦੇ ਹੋ। ਪੂਰੇ ਮੰਜੇ ਫੁੱਲ ਆ। ਤੇ ਸਾਨੂੰ ਬਹੁਤ ਵੀਰਾਂ ਦੇ ਫੋਨ ਆਉਂਦੇ ਨੇ, ਸਾਡੀਆਂ ਭੈਣਾਂ ਲੈ ਕੇ ਆਉਣ ਵਾਲੀਆਂ ਹਨਾ। ਕਈ ਮਾਵਾਂ ਇੱਦਾਂ ਦੀਆਂ ਵਾ ਜਿਨ੍ਹਾਂ ਨੂੰ ਜ਼ਰੂਰਤ ਆ ਇੱਥੇ ਲੈ ਕੇ ਆਉਣ ਦੀ, ਪਰ ਅਸੀਂ ਫਿਲਹਾਲ ਤਾਂ ਨਹੀਂ ਲੈ ਕੇ ਆ ਪਾ ਰਹੇ। ਕੁਝ ਮੈਂਬਰ ਜਿਹੜੇ ਠੀਕ ਹੋ ਗਏ ਨੇ ਤਾਂ ਉਹ ਠੀਕ ਹੋ ਕੇ ਆਪੋ ਆਪਣੇ ਘਰਾਂ ਨੂੰ ਜਾਣ। ਸਾਡੇ ਕੋਲੇ ਜਗ੍ਹਾ ਬਣੇ ਤਾਂ ਜੋ ਅਸੀਂ ਅੱਗੋਂ ਹੋਰ ਮੈਂਬਰਾਂ ਨੂੰ ਵੀ ਲਿਆ ਸਕੀਏ। ਇਸ ਟਾਈਮ ਤੇ ਚਾਹੀਏ ਤਾਂ ਅਸੀਂ ਇੱਥੇ ਇੱਕ ਵੀ ਮੰਜਾ ਨਹੀਂ ਲਗਾ ਸਕਦੇ। ਤੇ ਹੁਣ ਮਾਤਾ ਜੀ ਨੇ ਇੱਕ ਬਰਨਾਲੇ ਪਏ ਨੇ ਕਾਫੀ ਮਾੜੀ ਹਾਲਤ 'ਚ, ਇੱਕ ਸ਼ਾਹਬਾਦ ਕੋਲੇ ਆ। ਉਹ 2-3 ਕੇਸ ਸਾਡੀ ਨਿਗਾਹ 'ਚ ਲੈ ਕੇ ਆਉਣ ਵਾਲੇ। ਜਿਵੇਂ ਹੁਣ
ਥੋੜੇ ਦਿਨ ਪਹਿਲਾਂ ਬਿਮਲਾ ਮਾਤਾ ਨੂੰ ਲੈ ਕੇ ਆਏ ਆ ਰਾਜਪੁਰੇ ਤੋਂ ਨਾ, ਹਜੇ ਉਹਨਾਂ ਨੂੰ ਉਧਰ ਹਸਪੀਟਲ 'ਚ ਹੀ ਰੱਖਿਆ ਹੋਇਆ। ਤੇ ਜੇ ਮੰਨ ਲਓ ਉਹਨਾਂ ਵਾਸਤੇ ਇੱਥੇ ਮੰਜਾ ਲਾਉਣਾ ਹੋਵੇ ਤਾਂ ਇੱਥੇ ਮੰਜਾ ਲਾਉਣ ਨੂੰ ਜਗ੍ਹਾ ਨਹੀਂ ਹੈਗੀ। ਤੇ ਇਸ ਕਰਕੇ ਅਸੀਂ ਭੈਣਾਂ ਭਰਾਵਾਂ ਨੂੰ ਬੇਨਤੀ ਕਰਦੇ ਆ, ਮਾਫੀ ਮੰਗਦੇ ਆ, ਗੁੱਸਾ ਨਹੀਂ ਕਰਨਾ ਕਿਸੇ ਨੇ। ਸਾਡੇ ਕੋਲੇ ਵਾਕਈ ਸਪੇਸ ਹੈ ਨਹੀਂ ਤਾਂ ਅਸੀਂ ਹੋਰ ਨਵੇਂ ਭੈਣ ਭਰਾਵਾਂ ਨੂੰ, ਬਜ਼ੁਰਗਾਂ ਨੂੰ, ਮਾਵਾਂ ਨੂੰ ਲੈ ਕੇ ਆਉਣਾ ਚਾਹੁੰਦੇ ਆ, ਪਰ ਸਪੇਸ ਦੀ ਘਾਟ ਕਰਕੇ ਅਸੀਂ ਲਿਆ ਨਹੀਂ ਪਾ ਰਹੇ। ਹਾਂ ਤੂੰ ਦੱਸ। मेरे ना निगाह घट हो गई है कि मेरे धुंधला इधर धुंधला देखो मेरी दिखता है। तरफ, कितनी उंगली है? ये तो 4 है, आप देखो, ये 1 है, हम दिखाओ नहीं, अब दिखाओ कितना है? 4। तुम कैसे कम है, क्या दिखा, धुंधला दिखता है? हाँ धुंधला दिखता है। कोई बात नहीं, कल सोमवार है, कल नोट करा दे, अखा चेक कराने हैं, कल चेक करा दे। होर तो नहीं किसी की अखा की प्रॉब्लम मैं भी जाऊँ। है जी? माता तेरी आ? अब 2 जने बेबे ने इन्होंने चेक कराना, लिख ला नोट कर, कल भेज देना। ठीक है माँ, अब कल आया मैं, ठीक है, टेस्ट हो गए सारे, टेस्ट नॉर्मल आए ने, सारी रिपोर्टां सही आई हैं। मावां दियां दवावां तुहाडियां ना मां जेहड़ियां ਉਹ ਮੇਰੀਆਂ ਨਹੀਂ, ਉਹ ਬਜ਼ੁਰਗਾਂ ਦੀਆਂ ਹੋਰ ਆ, ਮੇਰੀਆਂ ਨਹੀਂ ਹੈਗੀਆਂ ਇੰਨੀਆਂ। ਉਹ ਸਾਰਿਆਂ ਵਾਸਤੇ ਧਿਆਨ, ਉਹ ਦੇਸੀ ਦਵਾਈਆਂ ਦੇਖ ਗਿਆ ਕੋਈ। ਹੋਰ ਸਭ ਠੀਕ ਹੋ ਜੀ? ਸਤਿ ਸ੍ਰੀ ਅਕਾਲ। ਗਗਨ ਸੋ ਗਈ? ਗਗਨ ਚਲੋ ਠੀਕ ਹੈ ਭੈਣ, ਕੱਲ ਨੂੰ ਸਵੇਰੇ ਮੈਨੂੰ ਮਿਲੀ, ਮੈਂ ਇੱਥੇ ਆ, ਸਵੇਰੇ ਮਿਲ ਕੇ ਆਪਾਂ ਸਵੇਰੇ ਹੋਊਗਾ। ਇਹ ਬੱਚੀ ਨੂੰ ਜੀ ਕਾਲਜ ਪੜ੍ਹਨ ਲਾਉਣਾ ਵਾ। ਇਹ ਦਿਲਪ੍ਰੀਤ ਦੀ ਭੈਣ ਆ, ਜਿਹੜਾ ਬੱਚਾ ਦਿਲਪ੍ਰੀਤ ਸਾਡੇ ਕੋਲ ਰਹਿੰਦਾ, ਇਹਦੀ ਸਟੱਡੀ ਸ਼ੁਰੂ ਹੋਣੀ ਹੈ। ਕਾਲਜ ਵਾਲਿਆਂ ਨੇ ਦੇਖੋ ਐਸਸੀ ਕੋਟੇ ਦੇ ਵਿੱਚ ਨੇ, ਐਸਸੀ ਕੋਟੇ ਦੀ ਪੜ੍ਹਾਈ ਮਾਫ ਆ, ਪਰ ਅਸੀਂ ਨਾਂ ਤਾਂ ਨਹੀਂ ਲੈਂਦੇ ਕਾਲਜ ਦਾ, ਪਰ ਉਹਨਾਂ ਨੇ ਤੋਂ ਫੀਸ ਮੰਗੀ ਵੀ 25 ਤੋਂ 30 ਹਜ਼ਾਰ ਰੁਪਏ ਫੀਸ ਦੇ ਦਿਓ, ਤੇ ਜਿਹੜਾ ਤੁਹਾਡਾ ਸਕਾਲਰਸ਼ਿਪ ਦੇ ਪੈਸੇ ਆਉਣਗੇ, ਵਜੀਫੇ ਦੇ ਪੈਸੇ ਆਉਣਗੇ, ਜਾਂ ਮੰਨ ਲਓ ਕਹਿ ਦਈਏ ਵੀ ਉਹ ਅਸੀਂ ਤੁਹਾਨੂੰ ਦੇਣੇ ਨਹੀਂਗੇ। ਮਤਲਬ 35-40 ਹਜ਼ਾਰ ਰੁਪਇਆ ਵਜੀਫੇ ਦਾ ਆਉਣਾ, ਸਕਾਲਰਸ਼ਿਪ ਦਾ ਆਉਣਾ, ਤੇ 25-30 ਹਜ਼ਾਰ ਤੋਂ ਫੀਸ ਲੈਣ, 70-80 ਹਜ਼ਾਰ ਰੁਪਏ ਲੈ ਲਿਆ। ਤੇ ਫਿਰ ਕੋਟੇ ਰੱਖਣ ਦਾ ਕੀ ਫਾਇਦਾ? ਐਸੀ ਕੋਟਿਆਂ ਦਾ ਹਸਪੀਟਲ, ਸਕੂਲਾਂ ਵਾਲੇ ਵੀ, ਕਾਲਜਾਂ ਵਾਲੇ ਵੀ ਇਦਾਂ ਦੀ ਲੁੱਟ ਕਰਦੇ ਨੇ। ਤੇ ਇਹ ਜੇ ਬੱਚੀ ਪੜ੍ਹ ਲਊਗੀ, ਆਪਣੇ ਪਰਿਵਾਰ ਨੂੰ ਸਾਂਭ ਲੂ। ਭਰਾ ਨੂੰ ਸ਼ੂਗਰ ਆ, ਮਾਂ ਦੇ ਉੱਤੇ ਮਰਡਰ ਦਾ, ਇਹਨਾਂ ਦੇ ਬਾਪ ਦਾ ਮਰਡਰ ਦਾ ਚਾਰਜ ਲੱਗ ਗਿਆ ਸੀਗਾ ਮਾਂ ਦੇ ਉੱਪਰ। ਉਹ ਜੇਲ੍ਹ 'ਚ ਰਹਿ ਕੇ 6-7 ਸਾਲ, ਉਹਦੇ ਨਾਲ ਵੀ ਬਣਦੀ ਨਹੀਂ, ਉਹ ਅੱਡ ਰਹਿੰਦੇ। ਇਹ ਬੱਚੇ ਆਪਣੀ ਦਾਦੀ ਕੋਲੇ ਰਹਿ ਕੇ ਪਲ ਰਹੇ ਆ। ਜੇ ਬੱਚੀ ਪੜ੍ਹ ਲਿਖ ਜੂਗੀ ਤਾਂ ਆਪਣੀ ਨੌਕਰੀ ਕਰ ਲੂਗੀ, ਆਪਣੇ ਪਰਿਵਾਰ ਨੂੰ ਸਪੋਰਟ ਕਰ ਲੂਗੀ। ਪਰ ਕਾਲਜਾਂ ਦੇ ਵਿੱਚ ਇਹ ਗਈ, ਇਹਨੇ ਦੱਸੀ ਸਾਰੀ ਗੱਲ ਵੀ ਮੇਰੇ ਮਾਂ ਪਿਓ ਇੱਦਾਂ ਆਹ ਗੱਲ ਆ ਵੀ, ਪਰ ਉਹ ਕਹਿੰਦੇ ਕੋਈ, ਮੈਂ ਕਿਹਾ 25,000 ਤੇ 30,000 ਉਹਨਾਂ ਨੇ ਮੰਗਿਆ, ਕਹਿੰਦੇ ਇੰਨੀ ਕੁ ਫੀਸ ਦੇ ਦੀ, ਤੇ ਬਾਕੀ ਕੋਈ ਨਾ, ਫਿਰ ਅਸੀਂ ਸਕਾਲਰਸ਼ਿਪ 'ਚੋਂ ਕੱਟ ਲਾਂਗੇ। ਇੱਧਰ ਹਸਪੀਟਲ ਆ ਜੀ ਸਾਡਾ, ਸਾਡੇ ਸੁਪਨਿਆਂ ਦਾ ਹਸਪਤਾਲ ਆ ਇਹ, ਤੇ ਹਜੇ ਇਹ ਹਸਪਤਾਲ ਅੰਡਰ ਕੰਸਟਰਕਸ਼ਨ ਆ, ਅੰਡਰ ਪ੍ਰੋਗਰੈਸ ਆ। ਇਹਦੇ ਨਾਲ ਦਾ ਡਾਕਟਰ ਆ ਸਾਡੇ ਕੋਲੇ। ਬਿਲਡਿੰਗ ਜ਼ਰੂਰ ਇੰਨੀ ਕਦੀ ਤਿਆਰ ਕਰ ਲਈ ਆ, ਬਹੁਤ ਆਸਰਾ ਸਾਨੂੰ ਇਹਦਾ ਜੀ। ਹੁਣ ਯਕੀਨ ਮੰਨਿਓ, ਮਹੀਨੇ ਦਾ 1.5 ਲੱਖ ਰੁਪਇਆ ਹਸਪੀਟਲ ਇੰਨਾ ਕਰਨ ਵਾਲੀ ਬਚਣ ਲੱਗ ਗਿਆ ਸਾਨੂੰ। ਮੇਰੇ ਕੋਲ ਸਾਡੀ ਬਿਮਲਾ ਦੇਵੀ ਭੈਣ, ਸਾਡੀ ਬਿਮਲਾ ਵਰਮਾ ਭੈਣੇ, ਸਤਿ ਸ੍ਰੀ ਅਕਾਲ ਬਿਮਲਾ ਭੈਣੇ। ਠੀਕ ਹੈ ਭੈਣੇ? ਭੈਣਾਂ ਆਈਆਂ ਸੀ ਤੇਰੀਆਂ, ਹੈਨਾ ਬਿਮਲਾ ਭੈਣੇ? ਭੈਣਾਂ ਆਈਆਂ ਸੀ ਬਿਮਲਾ ਭੈਣ ਦੀਆਂ ਤਿੰਨ ਭੈਣ ਤੇਰੀਆਂ ਮਾਸੀਆਂ, ਟਿੰਕੂ ਦੀਆਂ 3 ਮਾਸੀਆਂ ਆਈਆਂ ਸੀ, ਭੈਣ ਨੇ ਇੱਕ ਮਾਸੀ ਦੀ ਬੇਟੀ ਆਈ। ਯਾਨੀ ਕਿੱਦਾਂ ਦੇ ਰਿਸ਼ਤੇਦਾਰ ਮਿਲਦੇ ਰਹਿਣ ਨਾ, ਬਹੁਤ ਫਰਕ ਪੈਣਾ। ਇਹ ਠੀਕ ਹੋਣ ਦਾ ਕਾਰਨ ਇਹ ਹੈ ਟਿੰਕੂ ਨਾਲ ਆ, ਇਹਨਾਂ ਦੀ ਬੇਟੀ ਆ ਗਈ, 1-2 ਵਾਰ ਗੇੜਾ ਮਾਰ ਕੇ ਰਿਸ਼ਤੇਦਾਰ, ਤੇ ਇਹਦੇ ਨਾਲ ਬਿਮਲਾ ਭੈਣ ਛੇਤੀ ਠੀਕ ਹੋ ਰਹੀ ਆ। ਇੱਦਾਂ ਹੀ ਉਹ ਭੈਣ ਨੂੰ ਕੋਈ ਮਿਲਣ ਨਹੀਂ ਆਉਂਦਾ ਨਾ, ਉਹ ਵਿਚਾਰੀ ਜਿਹੜੀ ਅਸੀਂ ਅੰਦਰੋਂ ਕੱਢ ਕੇ ਲੈ ਗਈ ਨਵਾਂ ਕਮਰੇ 'ਚੋਂ, ਉਹਦੇ ਨਾਲ ਉਹਦੇ ਘਰ ਵਾਲਾ ਵੀ ਚਲਿਆ ਗਿਆ ਇੱਥੋਂ, ਕਹਿੰਦਾ ਜੀ ਮੇਰੇ ਤੋਂ ਨਹੀਂ ਰਹਿ ਹੁੰਦਾ। ਉਹਦੀ ਹੁੰਦੇ ਠੀਕ ਹੋਣ ਦੀ ਘਟ ਜਾਂਦੀ ਆ। ਹੁਣ ਬਾਪੂ ਗੋਪਾਲ ਨੂੰ ਵੀ ਅਸੀਂ ਇੱਧਰ ਹੀ ਰੱਖਿਆ ਹੋਇਆ ਵਾ। ਇਹਨੂੰ ਵੀ ਠੰਡ ਬਹੁਤ ਜ਼ਿਆਦਾ ਹੋਣ ਲੱਗ ਗਈ। ਬਾਪੂ ਸਵੇਰੇ ਉੱਠ ਕੇ ਚਾਹ ਪੀ ਲੈਂਦਾ। ਡਾਕਟਰਾਂ ਨੇ ਚਾਹ ਬੰਦ ਕੀਤੀ ਹੋਈ ਆ ਸਰਪੰਚ ਦੀ, ਸਾਡੇ ਦੀ, ਪਰ ਸਰਪੰਚ ਦੀ ਮੋੜੂ ਕਿਹੜਾ? ਸਰਪੰਚ ਜਦੋਂ ਮੰਗ ਲੈਂਦਾ ਚਾਹ, ਫਿਰ ਕੋਈ ਜਵਾਬ ਨਹੀਂ ਦੇ ਸਕਦਾ। ਕਿਉਂ ਸਰਪੰਚ ਆ? ਲੋਕੀ ਹਸਪੀਟਲ 'ਚ ਜੀ ਹੁਣ ਸਾਰੇ ਆਰਾਮ 'ਚ ਆ। ਬਾਪੂ ਤੁਸੀਂ ਵੀ ਹਸਪਤਾਲ 'ਚ ਆ ਗਏ ਹੋ ਜੂਗੀ ਜੀ। ਕੋਈ ਨਾ, ਥੋੜ੍ਹੇ ਦਿਨ ਰੈਸਟ ਕਰਾ। ਤੂੰ ਸਾਰਾ ਦਿਨ ਖੜਾ ਹੀ ਰਹਿਣਾ, ਮੈਂ ਰੈਸਟ ਕਰਨੀ ਆ, ਮੇਰੇ ਵਾਲਾ ਕੰਮ ਹੀ ਤੇਰਾ ਵੀ। ਬਾਪੂ ਕੀ ਹਾਲ ਨੇ? ਹਾਕਮ ਸਿੰਘ ਕੀ ਹਾਲ ਨੇ ਬਾਈ? ਠੀਕ ਆ ਅੰਦਰ ਬਾਈ, ਕੀ ਹਾਲ ਨੇ? ਜਦੋਂ ਇਹ ਆ ਜੀ ਹਰਜਿੰਦਰ ਵੀਰ
ਜਿਹੜਾ ਸ਼ੁਰੂ ਦੀ ਵੀਡੀਓ ਸ਼ੁਰੂ ਕਰਨ ਮੌਕੇ ਤੁਹਾਨੂੰ ਦਿਖਾਇਆ ਸੀ ਪ੍ਰਭਜੋਤ ਕੌਰ ਬੱਚੀ ਜਿਹੜੀ ਅਪਾਹਜ ਸੀ, ਇਹਦੀਆਂ 3 ਬੇਟੀਆਂ ਉਸ ਦੀ ਛੋਟੀਆਂ। ਪ੍ਰਭਜੋਤ ਕੌਰ ਇਹਦੀ ਬੇਟੀ ਆ ਵੀਰ ਦੀ। ਇਹਦੇ ਵੀਰ ਦੇ ਇੱਥੇ ਬਹੁਤ ਵੱਡੀ ਆ ਰਸੌਲੀ ਆ, ਹੁਣ ਤਾਂ ਅੱਧੀ ਰਹਿ ਗਈ ਜੀ। ਪਹਿਲਾਂ ਤਾਂ ਬਾਹਲੀ ਵੱਡੀ ਸੀ ਰਸੌਲੀ, ਇਹ ਵਿੱਚੋਂ ਪਸ ਚੋਂਦੀ ਸੀ, ਇੰਨੀ ਗੰਦੀ ਸਮੈਲ ਮਾਰਦੀ ਸੀ। ਬਾਈ ਟਰੱਕ ਡਰਾਈਵਰ ਸੀ ਹੈ ਨਾ ਬਾਈ ਬੈਠੀ ਉੱਠ ਕੇ ਮਾੜਾ ਜਾ ਬਾਈ। ਹਰਜਿੰਦਰ ਬਾਈ ਜਿਹੜਾ ਟਰੱਕ ਚਲਾਉਂਦਾ ਸੀਗਾ ਇਹਨੇ ਕੀ ਚਲਾਉਂਦਾ ਸੀ ਟਰੱਕ ਕਿ ਟੈਂਪੂ? 6 ਟਾਇਰਾ। ਕਿੰਨੇ ਕੁ ਸਾਲ ਚਲਾਇਆ ਬਾਈ? ਯਾਨੀ ਕਿ 16-17 ਸਾਲ ਚਲਾਇਆ ਹੈ ਨਾ। ਤੇ ਬਾਈ ਜਦੋਂ ਪਹਿਲੇ ਸਾਲ ਪਤਾ ਕਦੋਂ ਲੱਗਿਆ ਤੈਨੂੰ ਵੀ ਤੇਰੀ ਆਹ ਪ੍ਰੋਬਲਮ ਆ ਤੇਰੇ? ਅੱਛਾ ਜੀ, ਕਿੱਥੋਂ ਕਢਵਾ ਲਈ? ਅੱਛਾ ਅੱਛਾ ਜੀ, ਹਾਂ। ਉਹਦੇ ਕਿੰਨੇ ਪੈਸੇ ਲੱਗੇ? ਜਿਹੜੀ ਪਹਿਲਾਂ ਫਿਰ ਬਾਈ ਜਦੋਂ ਉਦੋਂ ਬਾਅਦ ਫੇਰ ਕਿੰਨੇ ਟਾਈਮ ਬਾਅਦ ਹੋਈ? ਫੇਰ ਹੋ ਹਾਂ, ਉਹ ਫਿਰ ਵਧੀ ਗਈ। ਇਲਾਜ ਤੂੰ ਕਰਾਉਂਦਾ ਰਿਹਾ। ਇਹ ਬਾਈ ਨੇ ਫਿਰ ਦੇਸੀ ਇਲਾਜ, ਅੰਗਰੇਜ਼ੀ ਇਲਾਜ, ਜਿੱਥੇ ਵੀ ਪਤਾ ਲੱਗਿਆ ਜਿੰਨੇ ਕੁ ਪੈਸੇ ਕਮਾਉਂਦਾ ਸੀ ਉਹ ਵੀ ਲਾ ਦਿੰਦਾ ਸੀ, ਜੋ ਘਰ ਜਮ੍ਹਾਂ ਹੁੰਦੀ ਸੀ ਉਹ ਵੀ ਲਾਤਾ। ਅਖੀਰ ਨੂੰ ਸਭ ਕੁਝ ਖਾਲੀ ਹੋ ਗਿਆ ਇੱਕਦਮ। ਤੇ ਗੱਡੀ ਜਿਹੜੀ ਚਲਾਉਂਦਾ ਉਹ ਬੈਗੀ ਦੀ ਗੱਡੀ ਫਿਰ ਬੈਂਕ ਵਾਲੇ ਲੈ ਗਏ, ਜਿਹੜੀ ਇੱਥੇ ਖੜੀ ਬੈਂਕ ਖੜੀ ਕਿਸ਼ਤਾਂ ਤੇ ਸੀ ਗੱਡੀ। ਜਦੋਂ ਹੀ ਚਲਾਉਣਾ ਹਟ ਗਿਆ ਤੇ ਉਹਨੂੰ ਬੈਂਕ ਵਾਲੇ ਲੈ ਕੇ ਆ ਕੇ ਗੱਡੀ ਜਿਹੜੇ ਦੇ ਮਾੜੇ ਮੋਟੇ ਵਿਚਾਰੇ ਦੇ ਪੈਸੇ ਸੀਗੇ ਲਾਏ ਹੋਏ ਉਹ ਵੀ ਗਏ। ਉਸ ਤੋਂ ਬਾਅਦ ਫਿਰ ਘਰੇ ਪਿਆ ਤੜਫਦਾ ਸੀ, ਸਮੈਲ ਆਉਂਦੀ ਸੀ ਗੰਦੀ, ਬੱਚਿਆਂ ਨੂੰ ਸਾਰੇ ਘਰ 'ਚ ਆਉਂਦੀ ਸੀ। ਫਿਰ ਸਾਡੇ ਨਾਲ ਸੰਪਰਕ ਹੋਇਆ। ਸਾਡੇ ਬਾਰੇ ਕਿਹਨੇ ਦੱਸਿਆ ਸੀ ਰਜਿੰਦਰ ਤੁਹਾਨੂੰ? ਮੋਬਾਈਲ ਤੇ ਵੀਡੀਓ ਦੇਖੀ ਸੀ ਬਾਈ ਉਹਨਾਂ ਨੇ। ਫਿਰ ਇਹਦੀ ਬਾਈ ਦੀ ਵਾਈਫ ਤੇ ਬਾਈ ਤੇ ਇਹਨਾਂ ਦੀ ਮੰਮੀ ਸਾਡੇ ਕੋਲ ਆਏ ਇੱਥੇ। ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਪੱਟੀ ਖੋਲ੍ਹੀ, ਇਹ ਮੇਰਾ ਮਾਲਕ ਆ, ਪਤਾ ਨਹੀਂ ਵਿਚਾਰਾ ਕਿੱਦਾਂ ਕੀ ਔਖਾ ਜ਼ਿੰਦਗੀ ਕਰਦੇ। ਕੰਨ ਇਹਦਾ ਨਾਲ ਜੁੜਿਆ ਪਿਆ ਸੀ, ਸਾਰਾ ਚਿੱਟਾ ਚਿੱਟਾ ਪੱਸ ਨਾਲ ਭਰਿਆ ਪਿਆ ਸੀ। ਕੰਨ ਦੇ ਵਿੱਚੋਂ ਇੱਦਾਂ ਲਾਲ ਲਾਲ ਬਾਲ ਵਿੱਚੋਂ ਜਿਹੜੇ ਨਹੀਂ ਐਕਸਪਲੇਨ ਨਹੀਂ ਕਰ ਸਕਦੇ ਅਸੀਂ, ਯਾਨੀ ਕਿ ਬੜੇ ਅਸੀਂ ਵੱਡੇ ਜ਼ਖਮ ਦੇਖਦੇ ਹਾਂ। ਪਰ ਇਹਦੀ ਵੀਰ ਦੀ ਤਕਲੀਫ ਬੜੀ ਇੱਦਾਂ ਨਹੀਂ ਸੀ, ਸਮੈਲ ਬਹੁਤ ਜ਼ਿਆਦਾ ਆਉਂਦੀ ਸੀ। ਫਿਰ ਸਫਾਈ ਕਰਨੀ ਸ਼ੁਰੂ ਕੀਤੀ, ਹੌਲੀ ਹੌਲੀ ਜ਼ਖਮ ਸਾਫ਼ ਹੋਣਾ ਸ਼ੁਰੂ ਹੋਇਆ। ਹਸਪਤਾਲ ਦਾਖਲ ਕਰਾਇਆ, ਕੀਮੋਥੈਰੇਪੀਆਂ ਚੱਲੀਆਂ। ਹੁਣ ਹੌਲੀ ਹੌਲੀ ਹਰਜਿੰਦਰ ਬਾਈ ਠੀਕ ਹੋ ਰਿਹਾ ਵਾ। ਹੁਣ ਇਹਦੀਆਂ ਰੇਡੀਓਥੈਰੇਪੀਆਂ ਚੱਲਦੀਆਂ ਪਟਿਆਲੇ ਰਜਿੰਦਰਾ ਹੌਸਪੀਟਲ ਤੋਂ। ਹੁਣ ਇਹਦੀ ਬੇਟੀ ਜਿਵੇਂ ਤੁਸੀਂ ਦੇਖੀ ਹੈ ਪ੍ਰਭਜੋਤ ਕੌਰ, ਉਹਦੀਆਂ ਬੱਚੀ ਦੀਆਂ ਦੋਨੋਂ ਲੱਤਾਂ ਖਰਾਬ ਆ ਹੈ ਨਾ। ਤੇ ਇਹ ਵੀਰ ਮੰਜੇ 'ਤੇ ਪਿਆ। ਤੇ ਵਾਹਿਗੁਰੂ ਅੱਗੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਉਹ ਬੱਚੀ ਨੂੰ ਤੁਰਨ ਦੇ ਕਾਬਲ ਕਰ ਦੇਣ। ਉਹਦਾ ਹੁਣ ਅਸੀਂ ਆਪਰੇਸ਼ਨ ਕਰਵਾਵਾਂਗੇ। 3 ਆਪਰੇਸ਼ਨ ਹੋਣੇ, 2 ਗੋਡਿਆਂ ਦੇ ਹੋਣੇ ਸਿੱਧੇ ਕਰਨ ਲਈ, 1 ਗਿੱਟੇ ਦਾ। ਸੱਚੇ ਪਾਤਸ਼ਾਹ ਚਲੋ ਉਹਨੂੰ ਆਪਣੇ ਪੈਰਾਂ ਸਿਰ ਕਰੇ ਤੇ ਹਰਜਿੰਦਰ ਵੀ ਠੀਕ ਹੋ ਕੇ ਆਪਣੇ ਬੱਚਿਆਂ 'ਚ ਆਪਣਾ ਚੰਗਾ ਜੀਵਨ ਬਤੀਤ ਕਰੇ। ਸਾਡੀ ਇਹੀ ਕੋਸ਼ਿਸ਼ ਆ, ਇਹੀ ਵਾਹਿਗੁਰੂ ਅੱਗੇ ਅਰਦਾਸ ਹੈ ਸੱਚੇ ਪਾਤਸ਼ਾਹ। ਤੇ ਇੱਦਾਂ ਹੀ ਇੱਧਰ ਸਾਡਾ ਜੈਕਸ਼ਨ ਪਿਆ। ਕਿਵੇਂ ਜੈਕਸ਼ਨ? कैसे हो जैक्सन भाई? ठीक है। अब दर्द तो नहीं होता ज़्यादा जोड़ों पे? कोई गल नहीं, परमात्मा वाहिगुरू कर देंगे कृपा। ये वीर दियाँ दोनों लत्तां है ना वड्डियां गईयां। एक बांह जिहड़ी आ इधर भी वड्डी गई आ। लुधियाने रेलवे स्टेशन ते रोटी खाण जा रहा सी, मंदिर चों लैके ट्रेन दे थल्ले आ गया। आ शरीर ते भी काफ़ी झरीटां वज्जियां इहदे, आ देखो है ना। ते ट्रेन के थल्ले आई घूम गया, उन्हें लत्तां ते बाहां छिड़ियां गई, उन्हें लत्त दी गई। आह लत्त जी पूरी सी इन्नी पैर तिक्कर, ते आह बांह का अंगूठा भी सीगा है ना। ਇਹਨੂੰ ਚੱਕ ਕੇ ਲੋਕਾਂ ਨੇ ਉੱਥੇ GRP ਨੇ ਸਿਵਲ ਹਸਪਤਾਲ ਦਾਖਲ ਕਰਾਤਾ ਲੁਧਿਆਣੇ। ਸਿਵਲ ਹਸਪਤਾਲ 'ਚ 6 ਦਿਨ ਪਿਆ ਰਿਹਾ ਜੀ। ਨਾ ਤਾਂ ਉਹਨਾਂ ਨੇ ਪ੍ਰੋਪਰ ਚੰਗੀ ਤਰ੍ਹਾਂ ਨਾ ਪੱਟੀ ਕੀਤੀ, ਨਾ ਕੋਈ ਆਪਰੇਟ ਕੀਤਾ। 6 ਦਿਨਾਂ ਬਾਅਦ ਇਹਨੂੰ ਰਜਿੰਦਰਾ ਹਸਪਤਾਲ ਪਟਿਆਲੇ ਰੈਫਰ ਕਰਤਾ। ਉੱਥੇ ਚਲਿਆ ਗਿਆ ਜੀ। 6-7 ਦਿਨ ਹੀ ਇਹ ਉੱਥੇ ਪਿਆ ਰਿਹਾ। ਤੇ ਉਹ ਉੱਥੇ ਵੀ ਉਹਨਾਂ ਨੇ ਕੋਈ ਇਲਾਜ ਨਹੀਂ ਕੀਤਾ। ਕਹਿੰਦੇ ਜੀ ਸੀਨੀਅਰ ਡਾਕਟਰ ਆਊਗਾ। ਤੇ ਇੱਕ ਦਿਨ ਉਹਨਾਂ ਦਾ ਜਿਹੜਾ ਗੁੰਡਾ ਗਰੋਹ ਰੱਖਿਆ ਹੋਇਆ, ਰਾਤ ਨੂੰ ਇਹਨੂੰ ਹੌਲੀ ਦੇ ਕੇ ਗੱਡੀ 'ਚ ਪਾ ਕੇ ਤੇ ਇੱਥੇ ਸੁੰਨਸਾਨ ਥਾਂ ਦੇ ਵਿੱਚ ਉੱਥੇ ਡਾਕਰ ਪਿੰਡ ਦੇ ਵਿੱਚ ਉੱਥੇ ਸੱਟ ਗਏ ਇਹਨੂੰ ਚੱਲ ਨੂੰ ਪੁਲ ਦੇ ਥੱਲੇ, ਜਿੱਥੇ ਕੁੱਤੇ ਵੈਸ਼ੀ ਕੁੱਤੇ ਦੀ ਕੋਲੇ ਡਰ ਹੋ ਗਈ ਸੀ। ਸ਼ਾਇਦ ਉਹ ਕੁੱਤੇ ਹੀ ਖਾ ਲੈਂਦੇ ਇਹਨੂੰ ਸਾਰੀ ਰਾਤ। ਪਰ ਉਹ ਜਾਗੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ। ਲੋਕਾਂ ਦੀ ਨਿਗਾਹ ਹੇਠ ਆ ਗਿਆ। ਚਲੋ ਲੋਕਾਂ ਨੇ ਇਹਨੂੰ ਰੋਟੀ ਪਾਣੀ ਖਵਾਇਆ, ਸਰੀਰ ਨੂੰ ਰੌਲਾ ਪੈ ਗਿਆ। ਪੁਲਿਸ ਸੱਦ ਲਈ। ਪੁਲਿਸ ਨੇ ਦੁਬਾਰਾ ਚੱਕਿਆ, ਗੱਡੀ 'ਚ ਲੱਦਿਆ, ਨਾਲ ਪਿੰਡ ਦੇ ਕੁਝ ਮੁੰਡੇ ਵਿਚਾਰੇ ਦੁਬਾਰਾ ਫਿਰ ਉੱਥੇ ਰਜਿੰਦਰਾ ਹਸਪਤਾਲ 'ਚ ਲੈ ਆਏ। ਰਜਿੰਦਰਾ ਹਸਪਤਾਲ ਇਹਨੂੰ ਸਾਰਿਆਂ ਨੇ ਪਛਾਣ ਲਿਆ। ਕੁੜੀਆਂ ਕਹਿਣ ਬਾਪੂ ਤੂੰ ਕਿੱਥੇ ਚਲਿਆ ਗਿਆ ਸੀਗਾ? ਤੈਨੂੰ ਤਾਂ ਅਸੀਂ ਲੱਭਦੇ ਸੀਗੇ। ਬਾਪੂ ਦੇ ਲੱਤਾਂ ਹੀ ਹੈ ਨਹੀਂ, ਬਾਪੂ ਨੇ ਕਿੱਥੇ ਜਾਣਾ ਸੀਗਾ?
ਇਹਨੂੰ ਆਪ ਹੀ ਸਿੱਟ ਗਏ ਉੱਥੇ ਹੈ ਨਾ, ਤਾਂ ਫਿਰ ਚਲੋ ਪੁਲਿਸ ਕੰਪਲੇਂਟ ਵੀ ਕੀਤੀ, ਕੋਈ ਕਾਰਵਾਈ ਨਹੀਂ ਹੋਈ। 14-15 ਦਿਨ ਪਹਿਲਾਂ ਲਾ ਕੇ ਰੱਖਿਆ। ਜਿਹੜਾ ਇਹਦਾ ਹੱਥ ਬਚਿਆ ਹੋਇਆ ਸੀ ਗੁੱਠਾ ਦੀ ਇੱਕ, ਉਹ ਹੱਥ ਵੀ ਇਹਨਾਂ ਨੇ ਕੋਣੀ ਕੋਲੋਂ ਕੱਢਤਾ, ਜਿਹੜਾ ਕਿ ਇਹਦਾ ਹੱਥ ਇੰਨਾ ਸੀਗਾ ਜਿੱਦਣ ਇਹ ਸਿੱਟ ਕੇ ਗਏ ਆ ਉਦੋਂ ਦੀ ਵੀਡੀਓ 'ਚ। ਪੈਰ ਵੀ ਉਦੋਂ ਬਾਪੂ ਦਾ ਗਿੱਟੇ ਤੱਕ ਲੱਤ ਸੀਗੀ, ਪਰ ਉਸ ਤੋਂ ਬਾਅਦ ਕੋਈ ਇੰਨੇ ਦਿਨ ਨਿਕਲ ਕੇ ਕਾਲੀ ਹੋ ਗਈ ਲੱਤ, 6-6 ਇੰਚ 7-7 ਇੰਚ ਲੱਤਾਂ ਤਿੰਨੋਂ ਲੱਤਾਂ ਦੇ ਬਾਹਾਂ ਵੱਢਣੀਆਂ ਪੈ ਗਈਆਂ। ਹੁਣ ਜ਼ਿੰਦਗੀ ਭਰ ਲਈ ਬੰਦਾ ਪਾਹਜ ਹੋ ਗਿਆ, ਤੇ ਵਾਹਿਗੁਰੂ ਨੇ ਮਿਹਰ ਕੀਤੀ, ਸਾਨੂੰ ਸੇਵਾ ਲਾਈ ਆ। ਬਾਈ ਸਾਡੇ ਕੋਲ ਆਇਆ ਕਿ ਅਰਦਾਸ ਕਰਿਓ ਅਸੀਂ ਬਾਈ ਦੀ ਸੇਵਾ ਸੰਭਾਲ ਕਰ ਸਕੀਏ, ਇਲਾਜ ਕਰਾ ਸਕੀਏ ਨਾ। ਤੇ ਬਾਪੂ ਦਾਰਾ ਸਿੰਘ ਜੀ, ਇਹ ਵੀ ਸਾਨੂੰ ਬਾਪੂ ਬਾਬਾ ਬਕਾਲਾ ਸਾਹਿਬ ਗੁਰੂ ਘਰ ਤੋਂ ਮਿਲੇ ਸੀ ਕਿ 2-3 ਸਾਲ ਪਹਿਲਾਂ। ਗੁਰਦੁਆਰਾ ਸਾਹਿਬ ਪਹਿਲਾਂ ਤੋਂ ਕਈ ਸਾਲਾਂ ਤੋਂ ਸੇਵਾ ਕਰਦੇ ਸੀ। ਗੁਰਦੁਆਰਾ ਸਾਹਿਬ ਦੀ ਮਾਰਕਿੰਗ 'ਚ ਪਏ ਸੀ ਕੀੜੇ ਪਏ ਹੋਏ ਸੀ ਬਾਪੂ। ਅੱਜ ਕਿੱਧਰ ਆਰਤੀ ਪਈ ਹੈ ਸਾਡੀ, ਆਰਤੀ ਤਾਂ ਇਹਦੇ ਭਾਪੇ ਨੇ ਮਾਰਤੀ ਜੀ। ਤੇ ਇਹਨੂੰ ਜੋਗੀ ਆ ਬਾਈ, ਇਹ ਆਰਤੀ ਨੂੰ ਸਾਡੇ ਕੋਲ ਲੈ ਗਿਆ ਸੀ, ਜਮਾਂ ਠੀਕ ਹੋ ਚੱਲੀ ਸੀ ਆਰਤੀ, ਜ਼ਖਮ ਵੀ ਠੀਕ ਹੋ ਗਿਆ। ਇਹਦੀਆਂ ਬੜੀਆਂ ਮਿਹਨਤਾਂ ਕੀਤੀਆਂ ਬਾਈ, ਨਾ ਜਾ ਲੜ ਕੇ ਸਾਡੇ ਕੋਲ ਲੈ ਗਿਆ। ਨਹੀਂ ਮੈਂ ਉੱਥੇ ਆਪੇ ਪੱਟੀ ਕਰਾ ਲੂੰ, ਆਪੇ ਇਲਾਜ ਕਰਾ ਲੂੰ। ਉੱਥੇ ਜਾ ਕੇ ਪੱਟੀ ਦਾ ਕੀ ਕਰਾਉਣੀ ਸੀ, ਗੰਦੇ ਪਾਣੀ ਨਾਲ ਆਪੇ ਆਰਤੀ ਨਹਾ ਲੈਂਦੀ। ਭੀਖ ਮੰਗਣ ਲੈ ਜਾਂਦਾ ਇਹਨੂੰ, ਮਲੋਟ ਸ਼ਹਿਰ 'ਚ ਭੀਖ ਮੰਗਾਈ ਜਾਂਦੇ। ਹੁਣ ਸਾਨੂੰ ਫੋਨ ਆਏ ਉੱਥੋਂ ਕਈ ਬੰਦਿਆਂ ਦੇ ਵੀ ਬਾਈ ਇਹ ਇੱਥੇ ਭੀਖ ਮੰਗਾਉਂਦਾ ਸੀਗਾ, ਇੱਥੋਂ ਕੁੜੀ ਤੋਂ ਮੀਂਹ ਪੈਂਦੇ 'ਚ ਵੀ ਭੀਖ ਮੰਗਾਉਂਦਾ ਸੀ। ਅਸੀਂ ਲੜਦੇ ਸੀ ਵੀ ਇਹਨੂੰ ਘਰੇ ਲੈ ਜਾ, ਵੀ ਇਹਨੂੰ ਜ਼ਰੀਆ ਬਣਾ ਲਿਆ ਪੈਸੇ ਮੰਗਣ ਦਾ ਲੋਕਾਂ ਨੂੰ। ਐਡਾ ਜ਼ਖਮ ਲੈ ਕੇ ਬੱਚੀ ਛੋਟੀ ਜੀ ਕਿੱਦਾਂ ਘੁੰਮਦੀ ਸੀ। ਹੁਣ ਇਹਦੀ ਬਾਂਹ ਵੀ ਨਾਲ ਜੁੜ ਗਈ ਆ, ਬਾਂਹ ਸਾਰੀ ਵਿੰਗੀ ਹੋ ਗਈ ਆ, ਦੇਖੋ ਇੱਧਰ ਪਿੱਛੇ ਨਾਲ ਜੁੜੀ ਹੋਈ ਆ। ਹੁਣ ਪੂਰੇ ਸਰੀਰ ਤੇ ਪੱਟੀਆਂ ਹੁੰਦੀਆਂ। ਆਰਤੀ ਨੂੰ ਹਸਪਤਾਲ ਦਾਖਲ ਕਰਾਇਆ ਸੀ, ਖੂਨ ਚੜਿਆ ਇਹਦੇ ਵਿਚਾਰੀ ਦੇ। ਅਰਦਾਸ ਕਰਿਓ ਇਹ ਬਚ ਜਾਵੇ। ਹੁਣ ਫਿਰ ਇਹ ਬੰਦਾ ਪਰਸੋਂ ਜਿੱਥੇ ਮੈਂ ਕਹੀ ਜਾਂਦਾ ਸੀ ਮੈਂ ਜਾਣਾ, ਮੈਂ ਕਿਹਾ ਹੁਣ ਤਾਂ ਸ਼ਰਮ ਖਾ ਲਾ ਭਰਾਵਾ, ਬੱਚੀ ਨੂੰ ਇਹਨਾਂ ਹਾਲਾਤਾਂ 'ਚ ਬਚਾਤਾ ਜਿਹੜੀ ਜਮਾਂ ਠੀਕ ਹੋ ਗਈ ਸੀ। ਹੁਣ ਕਹਿੰਦਾ ਹੁਣ ਮੇਰੇ ਘਰ ਵਾਲੀ ਕੋਲੇ ਹੋਰ ਬੱਚਾ ਹੋਣ ਵਾਲਾ ਵਾ। 4 ਕੁੜੀਆਂ ਪਹਿਲਾਂ 4 ਕੁੜੀਆਂ, ਹੁਣ 5ਵਾਂ ਬੱਚਾ ਹੋਰ ਹੋਣ ਵਾਲਾ ਵਾ। ਤੇ ਉਹਨੂੰ ਵੀ ਸਮਝਾਇਆ ਭੈਣ ਨੂੰ ਕਿ ਤੂੰ ਇੱਥੇ ਹੀ ਆ ਜਾ, ਵੀ ਹੁਣ ਆਰਤੀ ਦਾ ਇਲਾਜ ਹੋ ਲੈਣ ਦੇ, ਹੁਣ ਨਾ ਬੱਚਾ ਤੁਸੀਂ ਲੈ ਕੇ। ਯਾਨੀ ਕਈ ਵਾਰੀ ਅਸੀਂ ਇਲਾਜ ਚਾਹੁੰਦੇ ਹਾਂ ਕਰਾਉਣਾ, ਮਦਦ ਕਰਨੀ, ਗਾਂ ਵਾਲਾ ਬੰਦਾ ਇਲਾਜ ਕਰਾਉਣਾ ਹੀ ਨਹੀਂ ਚਾਹੁੰਦਾ, ਕੀ ਕਰੀਏ। ਸਾਡੇ ਬਾਪੂ ਜੋਗਿੰਦਰ ਸਿੰਘ ਜੀ ਬੈਠੇ ਨੇ, ਤੁਸੀਂ ਦੇਖਿਆ ਸੀ ਮਾਡਲ ਟਾਊਨ ਤੋਂ ਬਾਪੂ ਜੀ ਨੂੰ ਕਿਸੇ ਹਾਲਾਤਾਂ 'ਚ ਲੈ ਕੇ, ਕਿੰਨੇ ਸਾਲਾਂ ਤੋਂ ਬਾਪੂ ਜੀ ਉੱਥੇ ਸੜਕਾਂ 'ਤੇ ਹੀ ਘੁੰਮਦੇ ਸੀ, ਕਿੰਨੀ ਮਾੜੀ ਹਾਲਤ ਸੀ ਬਾਪੂ ਦੀ। ਅੱਜ ਬਾਪੂ ਜੀ ਵਧੀਆ ਇੱਥੇ ਸਾਡੇ ਕੋਲ ਪ੍ਰਸ਼ਾਦਾ ਪਾਣੀ ਛਕਦੇ ਨੇ, ਆਪਦੀ ਪੱਗ ਬੰਨ੍ਹ ਕੇ, ਦਾੜੀ ਬੰਨ੍ਹ ਕੇ, ਪੂਰਾ ਵਧੀਆ ਜ਼ਿੰਦਗੀ ਬਤੀਤ ਕਰਦੇ ਨੇ। ਤੇ ਇਹਨਾਂ ਦੇ ਵੀ ਰਿਸ਼ਤੇਦਾਰਾਂ ਨੂੰ ਬੇਨਤੀ ਹੈ ਸਾਡੀ ਵੀ ਕੋਈ ਵੀਰ ਭਰਾ ਸਾਡੇ ਕੋਲ ਆ ਕੇ ਜਾਵੇ, ਮਿਲ ਕੇ ਜਾਵੇ, ਬਾਪੂ ਨੂੰ ਥੋੜ੍ਹਾ ਹੌਸਲਾ ਦੇਵੇ। ਤੇ ਬਸ ਸਾਡੀ ਇੰਨੀ ਕੀ ਬੇਨਤੀ ਹੈ ਜੀ। ਤੇ ਹਸਪੀਟਲ ਦੇ ਵਿੱਚ ਉੱਧਰ ਵੀ ਅੰਦਰ ਜਿਹੜਾ ਕੱਢਦੀ ਹੈ। ਹਾਂ ਬਾਪੂ ਪਾਕਿਆ ਮੈਂ ਬਾਪੂ ਬੋਲਦਾ ਯਾਰ, ਬਹੁਤ ਹੁੰਦਾ ਮੇਰਾ ਬਾਪੂ। ਮੈਂ ਬਾਪੂ ਬਾਪੂ ਗੋਡਾ ਬਹੁਤ ਦੁਖਦਾ ਯਾਰ ਮੇਰਾ। ਆਇਆ ਕਿ ਨਹੀਂ ਕਰੇ ਤੇਰਾ ਵੀ ਦੁਖਦਾ ਗੋਡਾ? ਪਤਾ ਨਹੀਂ ਕੀ ਹੋ ਗਿਆ ਬਾਪੂ, ਮੇਰਾ ਤਾਂ ਗੋਡਾ ਦੁਖਣ ਲੱਗ ਗਿਆ ਬਹੁਤ ਜ਼ਿਆਦਾ। ਇੱਧਰ ਵੀ ਇਹ ਦੇਖੋ ਮੰਜੇ ਲੱਗੇ ਹੋਏ ਆ ਜੀ। ਇੱਥੋਂ ਜੇ ਆਪਾਂ ਇੱਕ ਲਾਈਨ ਦੇ ਵਿੱਚ ਗੇੜਾ ਦਈਏ, ਆ ਦੇਖੋ ਵਿਚਾਲਦੀ ਹੋਇਆ ਪੱਤੀ। ਸਾਡੇ ਪਰਿਵਾਰ ਦੇ ਸਾਰੇ ਮੈਂਬਰ, ਉੱਪਰ ਕੂਲਰ ਚੱਲਦਾ ਵੱਡਾ, ਡਾਕਟਰ ਲੱਗਿਆ ਹੋਇਆ। ਗਰਮੀਆਂ 'ਚ ਤਪ ਜਾਂਦੀਆਂ ਸੀਗੀਆਂ, ਪਰਾਲੀ ਉੱਪਰੋਂ ਉੱਡ ਗਈ ਸੀਗੀ, ਪਰ ਵਾਹਿਗੁਰੂ ਮਿਹਰ ਕਰਨ ਹੌਲੀ ਹੌਲੀ ਅਸੀਂ ਇੱਥੇ ਵੀ ਲੈਂਟਰ ਪਾ ਸਕੀਏ। ਇੱਥੇ ਵੀ ਸਾਰੇ ਸਾਡੇ ਪਰਿਵਾਰ ਦੇ ਜਿਹੜੇ ਮੈਂਬਰ ਆ ਇਹ ਪਏ ਨੇ, ਠੀਕ ਆ। ਮਨਪ੍ਰੀਤ ਸਿੰਘ ਛੋਟੀ ਵੀਰ, ਇਹਦੇ ਵੀ ਕੀੜੇ ਪਏ ਦੀ ਪੈਰ, ਤੇ ਤਨੋਸਾ ਦਾ ਪਿਆ ਵਾ, ਇੱਧਰ ਪਿੱਟੀ ਪਿਆ ਵਾ, ਬਾਬਾ ਸ਼ੁਗਲਾ ਪਿਆ ਵਾ ਇੱਧਰ, ਹੈ ਨਾ। ਤੇ ਜਿੱਦਾਂ ਸਾਰੇ ਮੈਂਬਰ ਸਾਡੇ ਆਰਾਮ ਦੀ ਨੀਂਦ, ਸਕੂਨ ਭਰੀ ਨੀਂਦ, ਸੁਪਨਿਆਂ ਦੇ ਘਰ 'ਚ ਸੁਪਨਿਆਂ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਨੇ। ਪਰ ਹੋਰ ਬਹੁਤ ਮੈਂਬਰ ਨੇ ਜਿਹੜੇ ਲੈ ਕੇ ਆਉਣ ਵਾਲੇ ਨੇ, ਪਰ ਸਾਡੇ ਕੋਲ ਵੀ ਦੇਖੋ ਇਸ ਤਰ੍ਹਾਂ ਕਿੱਥੇ ਆ। ਮਨ ਖੁਸ਼ ਰੱਖਿਆ ਕਰ ਭਾਈ ਜੀ। ਹਾਂਜੀ ਬਹੁਤ ਚੱਲਾਂਗੇ ਬਾਪੂ, ਫਰੀਦਕੋਟ ਚੱਲ ਕੇ ਆਵਾਂਗੇ ਗੇੜਾ, ਠੀਕ ਆ। ਇਸੇ ਤਰ੍ਹਾਂ ਡਾਕਟਰ ਸਾਹਿਬ ਠੀਕ ਹੋ ਗਿਆ ਕੰਮ ਤੁਹਾਡਾ? ਹਾਂ ਵੀ ਕੀ ਹਾਲ ਨੇ ਬਾਈ ਪੂਰਿਆ? ਤੇ ਸਾਡੇ ਪਿੰਡ ਘਰ ਦਾ ਸਰਪੰਚ, ਸਾਡੇ ਪਿੰਡ ਦਾ ਸਰਪੰਚ ਸਭ ਤੋਂ ਮੋਢੀ, ਸਬ ਤੋਂ ਮੂਹਰੇ। ਸਰਪੰਚ ਦਾ ਮੰਜਾ ਸਭ ਤੋਂ ਮੂਹਰੇ ਆ ਸਾਡਾ।
ਸਰਪੰਚ ਪਿੰਡ ਦਾ ਹੋਵੇ ਤੇ ਇਹ ਪਿੱਛੇ ਪਵੇ ਕਿਉਂ ਬਾਪੂ? ਕਿਵੇਂ ਬਾਪੂ ਕੀ ਹਾਲ ਨੇ? ਫਿਰ ਕੀ ਕਹਿੰਦੇ ਹੁਣ? ਆਇਆ ਫੋਨ ਕਨੇਡਾ ਤੋਂ? ਆਇਆ ਨਹੀਂ? ਕੋਈ ਨਾ, ਫਿਰ ਮੈਂ ਸਵੇਰੇ ਕਰਾਂਗਾ, ਠੀਕ ਆ? ਹੈਲਨ ਨੂੰ ਮੈਂ ਕਹੂੰਗਾ, ਹੈਲਨ ਆਉਂਦਾ ਮੈਂ, ਹੈਲਨ ਹੈਲਨ ਆਉਂਦਾ ਮੂੰਹ ਨਹੀਂ ਗੁੱਠਾ ਪਾਉਣਾ ਬਹੁਤ ਅੱਛਾ। ਮੂੰਹ ਨਹੀਂ ਗੁੱਠਾ ਪਾਉਣਾ ਹੈ ਪਿਆਰ ਆ। ਇਹ ਸਾਡੇ ਪਰਿਵਾਰ ਦੀਆਂ ਜੀ ਕੁਝ ਝਲਕੀਆਂ, ਕੁਝ ਬੰਦਿਆਂ ਨੂੰ ਮਿਲਾਇਆ ਪਰਿਵਾਰ ਦੇ ਨਾਲ, ਤੁਹਾਡੀ ਸਾਂਝ ਪਵਾਈ, ਕਿਹੜੇ ਬੰਦੇ ਕਿੱਥੋਂ ਕਿਵੇਂ ਆਏ ਹੈ ਨਾ। ਇਹ ਜ਼ਿੰਦਗੀਆਂ ਨਿਕਲ ਜਾਂਦੀਆਂ, ਕੋਈ ਕੱਟ ਰਿਹਾ ਜ਼ਿੰਦਗੀ, ਕੋਈ ਕੱਢ ਰਿਹਾ ਜ਼ਿੰਦਗੀ, ਕੋਈ ਜੀ ਰਿਹਾ ਜੀ। ਬਸ ਫਰਕ ਜਿਉਣ ਤੇ ਕੱਟਣ ਦੇ ਵਿੱਚ ਇੰਨਾ ਕੀ ਆ ਵੀ ਕੱਟਣਾ ਉਹਨੂੰ ਕਹਿੰਦੇ ਜੀ ਤਕਲੀਫ ਦੇ ਹੋਵੇ, ਜਿਉਣਾ ਉਹਨੂੰ ਕਹਿੰਦੇ ਆ ਜਿਹਨੂੰ ਜਿਉਣ ਦੀ ਜਾਚ ਹੋਵੇ। ਤੇ ਇਸ ਜ਼ਿੰਦਗੀ ਨੂੰ ਜਿਉਣ ਦੀ ਜਾਚ ਹੋਣੀ ਵੀ ਵੱਡੀ ਗੱਲ ਆ। ਸਾਡੇ ਵੱਡ ਵਡੇਰਿਆਂ ਨੂੰ ਹੁੰਦੀ ਸੀ, ਸਾਡੇ ਪਿਓ ਤੋਂ ਪਿਛਲੀ ਪੀੜ੍ਹੀ ਦਾਦਿਆਂ ਨੂੰ ਪੜਦਾਦਿਆਂ ਨੂੰ ਬੜੀ ਜਾਚ ਸੀਗੀ। ਦੁੱਖ ਸੁੱਖ ਸਹਾਈ ਹੁੰਦੇ ਸੀ, ਹਰੇਕ ਦੇ ਤਕਲੀਫ ਨਾਲ ਖੜ੍ਹਦੇ ਸੀ, ਗਰੀਬ ਤੇ ਗਊ ਦੀ ਰੱਖਿਆ ਕਰਦੇ ਸੀ ਤੇ ਸਕੂਨ ਸੀ, ਤਕਲੀਫ ਨਹੀਂ ਸੀ ਇੰਨੀ, ਸਬਰ ਸੀ, ਸੰਤੋਖ ਸੀ। ਹੁਣ ਨਾ ਸਾਡੇ ਸਬਰ ਰਿਹਾ, ਨਾ ਸੰਤੋਖ ਰਿਹਾ। ਦੁੱਖ ਤੇ ਤਕਲੀਫਾਂ ਨਾਲ ਸਾਡੀਆਂ ਜ਼ਿੰਦਗੀਆਂ ਭਰ ਗਈਆਂ, ਬਿਮਾਰੀਆਂ ਨੇ ਘੇਰ ਲਿਆ। ਹਰ ਪਾਸੇ ਗੰਦਗੀ ਆ ਸਾਡੇ, ਚਾਹੇ ਉਹ ਵਿਚਾਰਾਂ 'ਚ ਲਾ ਲਓ, ਚਾਹੇ ਉਹ ਸਮਾਜ 'ਚ ਲਾ ਲਓ, ਚਾਹੇ ਉਹ ਸੜਕਾਂ 'ਤੇ ਲਾ ਲਓ, ਚਾਹੇ ਉਹ ਘਰਾਂ 'ਚ ਲਾ ਲਓ। ਉਸ ਗੰਦਗੀ ਨੂੰ ਸਾਫ਼ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਸੁਹਿਰਦ ਸੋਚ ਲੈ ਕੇ ਊਚ ਨੀਚ ਜਾਤ ਪਾਤ ਦੇ ਕੰਮ ਕਰਨੇ ਪੈਣੇ ਆ। ਪਰ ਨਹੀਂ, ਅਸੀਂ ਪਿੰਡਾਂ 'ਚ ਹੋਰ ਗੂੜੇ ਵੰਡੇ ਜਾ ਰਹੇ ਹਾਂ, ਹੋਰ ਖਤਰਨਾਕ ਤਰੀਕੇ ਨਾਲ ਵੰਡੇ ਜਾ ਰਹੇ ਹਾਂ। ਅਸੀਂ ਪਿੰਡਾਂ 'ਚ ਗੁਰੂ ਘਰ ਅੱਡ ਬਣਾ ਲਏ, ਸ਼ਮਸ਼ਾਨ ਘਾਟਾਂ ਅੱਡ ਬਣਾ ਲਈਆਂ, ਧਰਮਸ਼ਾਲਾ ਅੱਡ ਬਣਾ ਲਈਆਂ ਤੇ ਹੁਣ ਪਾਰਟੀਆਂ ਦੇ ਵਿੱਚ ਵੀ ਜੀ ਵੰਡੇ ਗਏ ਆ। ਹੁਣ ਤਾਂ ਇੱਦਾਂ ਦੇ ਹਾਲਾਤਾਂ 'ਚ ਵੰਡੇ ਜਾ ਰਹੇ ਵੀ ਇੱਕ ਪਿੰਡ ਦੇ ਵਿੱਚ ਆਹ ਨਸ਼ੇੜੀ ਆ ਜੀ, ਇਹ ਫਲਾਨੀ ਪਾਰਟੀ ਦਾ ਜੀ, ਇਹ ਫਲਾਨੀ ਧਮਕੀ ਪਾਰਟੀ ਦਾ ਜੀ, ਇਹ ਚੋਰ ਆ ਜੀ, ਇਹ ਲਟੇਰਾ ਜੀ। ਗ੍ਰਾਫ ਸਾਡਾ ਡਿੱਗਦਾ ਜਾ ਰਿਹਾ ਥੱਲੇ ਪਿੰਡਾਂ ਦਾ। ਇੱਕ ਪਿੰਡ ਦੇ ਵਿੱਚ 100 ਨੌਜਵਾਨ ਉਹਦੇ ਵਿੱਚ 30 ਤਾਂ ਗਲ ਗਏ ਸਾਡੇ। ਜੇ ਮੰਨ ਲਓ ਕਰੀਏ ਨਾ ਆਪਾਂ ਵੀ ਕਿਸੇ ਜਾਂ ਪੰਛੀ ਨੇ 5 ਅੰਡੇ ਦਿੱਤੇ ਜਾਂ 10 ਅੰਡੇ ਦਿੱਤੇ ਤੇ 10 ਦੇ ਵਿੱਚੋਂ 3 ਖਰਾਬ ਨਿਕਲਿਆ ਜੀ। ਉੱਦਾਂ ਹੀ ਸਾਡੀ 30 ਦੀ ਰੇਸ਼ੀਓ ਹੈ ਜਿਹੜੀ ਨੌਜਵਾਨਾਂ ਦੀ। 100 ਦੇ ਵਿੱਚੋਂ 30 ਦੀ ਰੇਸ਼ੀਓ ਤਾਂ ਇੱਦਾਂ ਦੀ ਹੈ ਵੀ ਅੰਡੇ ਸਾਡੇ ਜਮ ਛੋਟੇ ਹੁੰਦੇ ਖਰਾਬ ਨਿਕਲ ਜਾਂਦੇ ਆ। ਮਤਲਬ ਜਦੋਂ ਜਵਾਨੀ 'ਚ ਪੈਰ ਧਰਦੇ ਆ ਉਹਨਾਂ ਨੂੰ ਸਾਡੇ ਲੀਡਰਾਂ ਨੇ, ਸਾਡੇ ਸਿਸਟਮ ਨੇ ਉਹਨਾਂ ਨੂੰ ਨਸ਼ੇ ਵੱਲ ਨੂੰ, ਕ੍ਰਾਈਮ ਵੱਲ ਨੂੰ, ਗੈਂਗਸਟਰ ਵੱਲ ਨੂੰ ਧੱਕ ਦਿੱਤਾ। 30 ਤਾਂ ਉਹੀ ਖਰਾਬ ਹੁੰਦੇ ਤੇ 30 ਇੱਦਾਂ ਦੇ ਹੁੰਦੇ ਨੇ ਜਿਹੜੇ ਕਿਸੇ ਵਜ੍ਹਾ ਕਰਕੇ ਆਪਣੀਆਂ ਪਰਿਵਾਰ ਦੀਆਂ ਪ੍ਰੋਬਲਮਾਂ ਕਰਕੇ ਨਹੀਂ ਸਮਾਜ ਦੀ ਕੁਛ ਕਰ ਪਾਉਂਦੇ। ਸੱਚ ਨਿਕਲ ਕੇ 40 ਰਹਿ ਗਏ ਪਿੱਛੇ। 40ਾਂ ਦੇ ਵਿੱਚ ਜਿਹੜੀ ਪਿੱਛੇ ਸਮਰੱਥਾ ਰਹਿ ਜਾਂਦੀ ਹੈ, ਪਿੱਛੇ ਉਹਨਾਂ ਦੀ ਕਿਸਮਤ ਡੈਸਟਨੀ ਕਹਿ ਦਿੰਦੇ ਆ ਜਿਹਨੂੰ, ਉਹਦੇ ਵਿੱਚ ਭਾਵਨਾ, ਉਹ ਸਾਰੀਆਂ ਚੀਜ਼ਾਂ ਨੂੰ ਕਾਊਂਟ ਕਰਦੇ ਆ। ਜਦੋਂ ਆਪਾਂ ਤਾਂ ਕੋਈ ਕਹਦੀਏ 100 ਦੇ ਵਿੱਚੋਂ 5-10 ਕੀ ਰਹਿ ਜਾਂਦੇ ਆ ਜਿਹੜੇ ਸਾਡੇ ਉਸ ਪੰਜਾਬ ਨੂੰ, ਉਸ ਸਮਾਜ ਨੂੰ ਸੇਧ ਦਿੰਦੇ ਨੇ। ਤੇ ਇਸ ਕਰਕੇ ਇੰਨੀ ਰੇਸ਼ੋ ਘਟਣ ਦੇ ਕਰਕੇ ਨਹੀਂ 100% ਲੋਕ ਸਾਡੇ, ਚਾਹੇ ਉਹ ਅਨਪੜ੍ਹ ਹੁੰਦੇ ਸੀ, ਪੜ੍ਹੇ ਲਿਖੇ ਨਹੀਂ ਸੀ, ਪਰ ਉਹਨਾਂ ਦੇ ਜਜ਼ਬਾਤ, ਉਹਨਾਂ ਦੀ ਭਾਵਨਾ ਪ੍ਰਤੱਖ ਸੀ, ਗੁਰੂਆਂ ਦੀ ਚੱਲਣ ਵਾਲਾ ਉਹਨਾਂ ਦਾ ਸੁਹਿਰਦ ਸੋਚ ਸੀ। ਪਰ ਅੱਜ ਸਾਡੇ ਵਿੱਚ ਉਹ ਚੀਜ਼ਾਂ ਨਹੀਂ ਰਹੀਆਂ। ਇਸੇ ਕਰਕੇ ਸਾਡੇ ਕੀੜੇ ਪੈ ਰਹੇ ਆ, ਇਸੇ ਕਰਕੇ ਸਾਡੇ ਸਮਾਜ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ। ਪਰ ਜੇ ਚੀਜ਼ਾਂ ਨੂੰ ਠੀਕ ਕਰਨਾ ਤਾਂ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਬਦਲਣਾ ਪੈਣਾ। ਉਂਗਲੀ ਪਹਿਲਾਂ ਆਪਣੇ ਆਪ 'ਤੇ ਕਰਨੀ ਪੈਣੀ ਹੈ, ਫਿਰ ਦੂਸਰਿਆਂ ਨੂੰ ਮਾੜਾ ਕਰਨਾ। ਅਸੀਂ ਵੀ ਕੋਸ਼ਿਸ਼ ਕਰਿਆ ਕਰਾਂਗੇ ਵੀ ਲੋਕਾਂ ਨੂੰ ਮਾੜਾ ਕਹਿਣ ਦੀ ਬਜਾਏ ਅਸੀਂ ਬੜਾ ਲੋਕ ਲੀਡਰਾਂ ਨੂੰ ਨਿੰਦਦੇ ਹਾਂ, ਬੜਾ ਪਾਰਟੀਆਂ ਨੂੰ ਨਿੰਦਦੇ ਹਾਂ, ਬੜੀਆਂ ਸਰਕਾਰਾਂ ਨੂੰ ਨਿੰਦਦੇ ਰਹੇ ਹਾਂ। ਅੱਗੋਂ ਵੀ ਕਰਾਂਗੇ ਕੋਸ਼ਿਸ਼, ਨਿੰਦਿਆ ਤਾਂ ਕਰਾਂਗੇ ਜਿਹੜੀ ਜਾਇਜ਼ ਗੱਲ ਹੋਊ, ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਕਿਸੇ ਦੀ ਨਿੰਦਿਆ ਕਰਨ ਤੋਂ ਪਹਿਲਾਂ ਆਪਦੇ ਆਪ ਦੀ ਕੋਈ ਤਲਾਸ਼ੀਏ, ਆਪਦੇ ਆਪ ਨੂੰ ਕੁਛ ਹੋਰ ਚੰਗਾ ਕਰਨ ਵਾਸਤੇ ਪ੍ਰੇਰੀਏ। ਮਾੜਾ ਕਹਿਣ ਨਾਲ ਕੋਈ ਫਰਕ ਨਹੀਂ ਪਿਆ। 6 ਸਾਲ ਹੋ ਗਏ ਪਿੰਡਦਿਆਂ ਨੂੰ, ਕੋਈ ਫਰਕ ਨਹੀਂ ਪਿਆ। ਕਿਸੇ ਦੇ ਕੰਨ ਤੇ ਚੁੰਮ ਤੱਕ ਨਹੀਂ ਸਰਕੀ। ਪਰ ਸਾਡੀ ਜਿਹੜੀ ਕੋਸ਼ਿਸ਼ ਹੈ ਜਾਰੀ ਰਹੂਗੀ। ਅਸੀਂ ਆਪਣੇ ਵੱਲੋਂ ਆਪਣੇ ਆਖਰੀ ਸਵਾਸ ਤੇ ਕਰੇ ਸੇਵਾ ਕਰਦੇ ਰਹਾਂਗੇ। ਇਹੀ ਵਾਹਿਗੁਰੂ ਦੀ ਅਰਦਾਸ ਆ। ਤੁਹਾਨੂੰ ਵੀ ਬੇਨਤੀ ਹੈ, ਵੀਡੀਓ ਨੂੰ ਪਲੀਜ਼ ਸ਼ੇਅਰ ਕਰ ਦਿਆ ਕਰੋ ਜ਼ਰੂਰ। ਅੱਜ ਇਸ ਵੀਡੀਓ 'ਚ ਕਿੰਨੇ ਮੈਂਬਰ ਦਿਖਾਏ ਜਿਨ੍ਹਾਂ ਦੇ ਘਰ ਲੱਭਣੇ ਬਾਕੀ ਆ, ਸ਼ਾਇਦ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਤੇ ਪਹੁੰਚ ਜਾਵੇ। ਤੇ ਬਹੁਤ ਜ਼ਰੂਰਤਾਂ ਦੱਸੀਆਂ ਤੁਹਾਨੂੰ ਸਾਡੇ ਪਰਿਵਾਰ ਦੀਆਂ, ਸ਼ਾਇਦ ਕੋਈ ਉਹਨਾਂ ਨੂੰ ਪੂਰੀ ਕਰਨ ਵਾਲਾ ਮਿਲ ਜਾਵੇ। ਤੁਸੀਂ ਸ਼ੇਅਰ ਕਰ ਦਿਓ ਪਲੀਜ਼। ਆਪਣੇ ਜਨਮ ਦਿਨ ਦੀਆਂ ਖੁਸ਼ੀਆਂ, ਐਨਵਰਸਰੀਆਂ ਇੱਦਾਂ ਦੀਆਂ ਥਾਵਾਂ 'ਤੇ ਜ਼ਰੂਰ ਮਨਾਓ। ਸਾਡੀਆਂ ਜਿਹੜੀਆਂ ਜ਼ਰੂਰਤਾਂ
ਜ਼ਰੂਰਤਾਂ ਪੁੱਛ ਕੇ ਰਾਸ਼ਨ ਚਾਹੀਦਾ, ਕੱਪੜੇ ਚਾਹੀਦੇ ਆ, ਫਰੂਟ ਚਾਹੀਦੇ ਆ, ਸਾਨੂੰ ਬਿਸਕਟ ਰਸ ਚਾਹੀਦੇ ਆ, ਉਹ ਚੀਜ਼ਾਂ ਪਹੁੰਚਦੀਆਂ ਜ਼ਰੂਰ ਕਰੋ ਸਾਨੂੰ। ਕਿ ਸਾਡੀ ਹੱਥ ਜੋੜ ਕੇ ਬੇਨਤੀ ਆ। ਤੇ ਕੁਝ ਹੋਰ ਜ਼ਰੂਰਤਾਂ ਸੀਗੀਆਂ, ਜਿਵੇਂ ਹੁਣ ਤੁਹਾਨੂੰ ਦੱਸਿਆ ਕੋਟੀਆਂ ਬਣਾਉਣੀਆਂ ਸਿਆਲਾਂ ਵਾਲੀਆਂ ਹੈ ਨਾ, 500 ਪੀਸ, ਉਹਦੇ ਵਿੱਚ ਸਾਡੀ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਕਿ ਕੋਈ ਭੈਣ ਭਰਾ ਮਦਦ ਕਰ ਸਕਦਾ। ਵੀ ਤੁਹਾਨੂੰ ਫੈਕਟਰੀ ਦਾ ਸਿੱਧਾ ਨੰਬਰ ਦੇਵਾਂਗੇ, ਉੱਥੋਂ ਤੁਸੀਂ ਆ ਕੇ ਸਾਨੂੰ ਸਮਾਨ ਲੈ ਕੇ ਦੇ ਸਕਦੇ ਹੋ। ਤੇ ਹੋਰ ਕੁਛ ਸੀਗੀਆਂ ਜ਼ਰੂਰਤਾਂ ਲਿਖੀਆਂ ਨੇ, ਜਿਹੜਾ ਚੇਤਾ ਭੁੱਲ ਗਿਆ ਜੀ। ਇੱਕ ਤਾਂ ਡੀਜ਼ਲ ਦੀ ਲੋੜ ਵਾਲੀ ਟੈਂਕੀ ਭਰਨ ਵਾਲੀ ਆ, ਜਨਰੇਟਰ ਦੇ ਵਿੱਚ ਤੇਲ ਹੈ ਨਹੀਂ ਗਾ ਜੀ, ਗਰਮੀ ਬਹੁਤ ਆ, ਲਾਈਟ ਚਲੇ ਜਾਂਦੀ ਹੈ, ਕੱਟ ਲੱਗਦੇ ਆ ਕਾਫੀ, ਜਨਰੇਟਰ 'ਚ ਤੇਲ ਜ਼ਰੂਰ ਪਵਾ ਕੇ ਜਾਇਓ ਜੀ। ਇਹ ਤਾਂ ਸਾਡੀ ਇਹ ਬੇਨਤੀ ਹੈ ਭੈਣਾਂ ਭਰਾਵਾਂ ਨੂੰ। ਤੇ ਇੱਕ ਹੁਣ ਤੁਹਾਨੂੰ ਦੱਸਿਆ ਗਰਮ ਕੱਪੜਿਆਂ ਦੀ ਆ, ਹੁਣ ਮੰਜਿਆਂ ਦੀ ਜ਼ਰੂਰਤ ਹੈਗੀ ਆ, ਕੁਰਸੀਆਂ ਦੀ ਜ਼ਰੂਰਤ ਆ, ਇੱਦਾਂ ਦੀਆਂ ਜ਼ਰੂਰਤਾਂ ਜਿਹੜੀਆਂ ਤੁਸੀਂ ਸਭ ਤੋਂ ਪੁੱਛ ਕੇ ਉਹਨਾਂ ਦੇ ਵਿੱਚ ਆਪਣਾ ਮਨ ਦਾ ਹਿੱਸਾ ਪਾ ਸਕਦੇ ਹੋ। ਮਾਤਾ ਉਹਨਾਂ ਦੇ ਸੂਟ ਸਿਲਾਉਣ ਵਾਲੇ ਆ, ਲੇਡੀਜ਼ ਸੂਟ ਇੱਕੋ ਜਿਹੇ ਕਲਰ ਦੇ ਕਰ ਸਕਦੇ ਹੋ। ਚਲੋ ਵਰਤ ਦਾ ਭਲਾ ਕਰਨ, ਚੜ੍ਹਦੀ ਕਲਾ ਬਖਸ਼ਣ ਤੁਹਾਨੂੰ ਸਾਰਿਆਂ ਨੂੰ, ਚੰਗੀ ਜ਼ਿੰਦਗੀ ਸਿਹਤ ਦਾ ਬਖਸ਼ਣ। ਉਹ ਅੱਲਾ, ਉਹ ਰਾਮ, ਉਹ ਵਾਹਿਗੁਰੂ, ਉਹ ਭਗਵਾਨ ਸਾਨੂੰ ਸਾਰਿਆਂ ਨੂੰ ਸਮਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ